आ गया जी आ गया, छा गया जी छा गया, आ गया जी आ गया, छा गया जी छा गया। सब कुछ नवा नवा है, नवी सोच ते नवा समा है। सब कुछ नवा नवा है, नवी सोच ते नवा समा है। थोड़े संग एफएम, ए रंग एफएम। तुसी सुन रहे हो रंग एफएम। शुक्रिया 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 शुक्रिया। आज जो भी है हम सब है आपकी ही बदौलत, आपके समर्पण को सलाम। शुक्रिया 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 शुक्रिया। हाथ थाम के आपने है हमको सब सिखाया, माफ की गलतियां संभाला जब भी लड़खड़ाया। शुक्रिया 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 शुक्रिया। आज जो भी है हम सब है आपकी ही बदौलत, आपके समर्पण को सलाम। शुक्रिया 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 शुक्रिया। हाथ थाम के आपने है हमको सब सिखाया, माफ की गलतियां संभाला जब भी लड़खड़ाया। शुक्रिया 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 शुक्रिया।
ਹਾਂਜੀ ਦੋਸਤੋ, ਨਮਸਕਾਰ, ਸਤਿ ਸ਼੍ਰੀ ਅਕਾਲ, ਆਦਾਬ ਸਲਾਮ। ਮੈਂ ਤੁਹਾਡੀ ਆਪਣੀ ਹੋਸਟ ਤੇ ਦੋਸਤ ਮਨਦੀਪ ਕੌਰ ਉਰਫ ਮਨ ਨਾਗੀ। ਦੋਸਤੋ, ਤੁਸੀਂ ਲਗਾਤਾਰ ਸਾਡੇ ਪ੍ਰੋਗਰਾਮ ਨੂੰ ਮਿਸ ਕਰਦੇ ਹੋ ਔਰ ਦੇਖਦੇ ਵੀ ਹੋ। ਪਿਛਲੀ ਵਾਰ ਕੋਈ ਟੈਕਨੀਕਲੀ ਗਲਤੀ ਕਰਕੇ ਆਪਾਂ ਮਿਲ ਨਹੀਂ ਪਾਏ ਸੀ, ਪਰ ਦੇਖੋ ਇਸ ਵਾਰੀ ਸਾਡੇ ਦੋਸਤ, ਸਾਡੇ ਸਰੋਤੇ ਕਿੰਨੇ ਸਾਰੇ ਲਗਾਤਾਰ ਜੁੜ ਗਏ ਨੇ ਫਟਾਫਟ। ਬਿਲਕੁਲ ਦੋਸਤੋ, ਸਭ ਤੋਂ ਪਹਿਲਾਂ ਮੈਂ ਰੱਬ ਵਰਗੇ ਸਰੋਤਿਆਂ ਦਾ, ਸਾਡੇ ਮਹਿਮਾਨਾਂ ਦਾ, ਸਾਡੀ ਰੰਗ ਐਫਐਮ ਦੀ ਟੀਮ ਵੱਲੋਂ ਫੁੱਟਦੀਆਂ ਕਰੂਬਲਾ ਪ੍ਰੋਗਰਾਮ ਦੇ ਵਿੱਚ ਬਹੁਤ-ਬਹੁਤ ਸਵਾਗਤ ਕਰਦੀ ਹਾਂ ਤੇ ਆਸ ਕਰਦੀ ਹਾਂ ਕਿ ਤੁਸੀਂ ਸਾਰੇ ਖੁਸ਼ ਹੋਵੋਗੇ, ਤੰਦਰੁਸਤ ਹੋਵੋਗੇ, ਆਪਣੀ ਜ਼ਿੰਦਗੀ ਨੂੰ ਵਧੀਆ ਤਰੀਕੇ ਮਾਣ ਰਹੇ ਹੋਵੋਗੇ। ਦੋਸਤੋ, ਕਹਿੰਦੇ ਨੇ ਨਾ, ਧੀਆਂ ਹਰ ਇੱਕ ਦੀ ਕਿਸਮਤ ਵਿੱਚ ਕਿੱਥੇ ਹੁੰਦੀਆਂ ਨੇ। ਜਿਹੜਾ ਘਰ ਰੱਬ ਨੂੰ ਪਿਆਰਾ ਹੁੰਦਾ ਹੈ, ਧੀਆਂ ਉੱਥੇ ਹੁੰਦੀਆਂ ਨੇ। ਦੋਸਤੋ, ਅੱਜ ਜੀ ਹਾਂ ਧੀਆਂ ਦੀ ਕਹਾਣੀ ਜੋ ਕਿ ਬਤੌਰ ਅਧਿਆਪਕ ਅਸੀਂ ਆਪ ਸਭ ਦੇ ਰੂਬਰੂ ਕਰਾਂਗੇ ਤੇ ਦੇਖਦੇ ਹਾਂ ਕਿ ਕਿਹੜੇ-ਕਿਹੜੇ ਸਰੋਤੇ ਸਾਡੇ ਨਾਲ ਜੁੜਦੇ ਨੇ, ਉਹਨਾਂ ਦੇ ਤਜਰਬਿਆਂ ਨੂੰ ਸੁਣਦੇ ਨੇ ਤੇ ਇਹ ਤਜਰਬੇ ਅਸੀਂ ਉਹਨਾਂ ਦੇ ਮੂੰਹ ਤੋਂ ਹੀ ਸੁਣਾਂਗੇ ਤਾਂ ਕਿ ਸਾਨੂੰ ਪਤਾ ਚੱਲੇ ਕਿ ਵਾਕਈ ਹੀ ਜਦੋਂ ਅਸੀਂ ਜ਼ਿੰਦਗੀ ਦੀਆਂ ਮੁਸ਼ਕਲਾਂ ਦੇ ਵਿੱਚੋਂ ਨਿਕਲਦੇ ਹਾਂ ਤਾਂ ਉਸ ਚੀਜ਼ਾਂ ਨੂੰ, ਉਹਨਾਂ ਮੁਸ਼ਕਲਾਂ ਨੂੰ ਤੋਂ ਵਿੱਚੋਂ ਲੰਘ ਕੇ ਉਸ ਔਖੇ ਸਮੇਂ ਨੂੰ ਮਹਿਸੂਸ ਕਰਦੇ ਹੋਏ ਜਦੋਂ ਇੱਕ ਬੁਲੰਦੀ ਨੂੰ, ਮੰਜ਼ਿਲ ਨੂੰ ਪਾਉਂਦੇ ਹਾਂ ਤਾਂ ਕਿਵੇਂ ਦਾ ਮਹਿਸੂਸ ਹੁੰਦਾ ਹੈ। ਤੇ ਜਦੋਂ ਇਹ ਜਿਹੜੇ ਮੰਜ਼ਿਲ ਹੈ, ਉਹ ਇਹ ਜਿਹੜਾ ਅਸੀਂ ਮਿਸ਼ਨ ਫਤਿਹ ਕੀਤਾ ਹੈ, ਉਹਨਾਂ ਦੇ ਮੁਖ ਤੋਂ ਸੁਣੀਏ ਤਾਂ ਹੋਰ ਵੀ ਮਜ਼ਾ ਆ ਜਾਂਦਾ ਹੈ। ਪਰ ਦੋਸਤੋ, ਮੈਂ ਸਭ ਤੋਂ ਪਹਿਲਾਂ ਇੱਕ ਇੱਥੇ ਸਾਡੀ ਪੂਰੀ ਰੰਗ ਐਫਐਮ ਦੀ ਟੀਮ ਵੱਲੋਂ, ਸਾਡੇ ਪ੍ਰੋਗਰਾਮ ਫੁੱਟਦੀਆਂ ਕਰੂਬਲਾਂ ਦੇ ਵੱਲੋਂ ਆਪ ਸਭ ਨੂੰ ਦੁੱਖ ਦੇ ਨਾਲ ਇੱਕ ਸਾਡੀ ਜਿਹੜੀ ਪੰਜਾਬ ਦੀ ਧੀ, ਜਿਹੜਾ ਪਿੱਛੇ ਹਾਦਸਾ ਹੋਇਆ ਹੈ ਦਿਲਰੋਜ਼ ਦਾ, ਉਸ ਬੱਚੀ ਨੂੰ ਸ਼ਰਧਾਂਜਲੀ ਭੇਟ ਕਰਦੇ ਹਾਂ। ਜੋ ਉਹਦੇ ਨਾਲ ਹੋਇਆ, ਪ੍ਰਮਾਤਮਾ ਕਰੇ ਕਿਸੇ ਦੀ ਧੀ ਭੈਣ ਨਾਲ ਜਾਂ ਕਿਸੇ ਦੇ ਘਰ ਦਾ ਚਿਰਾਗ ਇਸ ਤਰ੍ਹਾਂ ਨਾ ਬੁਝੇ। ਤੇ ਦੇਖੋ, ਦੁੱਖ ਹੈ ਕਿ ਉਸ ਮਾਂ, ਉਸ ਔਰਤ ਦੇ ਦਿਲ ਦੇ ਅੰਦਰ ਕਿਵੇਂ ਏਦਾਂ ਦੀ ਗੱਲ ਆਈ ਕਿ ਉਹਨੇ ਇਸ ਤਰ੍ਹਾਂ ਦਾ ਕਾਰਾ ਕਰ ਦਿੱਤਾ ਰੱਬ ਵਰਗੀ ਬੱਚੀ ਦੇ ਨਾਲ। ਤੇ ਅਸੀਂ ਆਪਣੀ ਟੀਮ ਵੱਲੋਂ, ਪ੍ਰੋਗਰਾਮ ਦੇ ਵੱਲੋਂ ਉਸ ਬੱਚੀ ਨੂੰ ਸ਼ਰਧਾਂਜਲੀ ਦਿੰਦੇ ਹਾਂ ਅਤੇ ਅਰਦਾਸ ਕਰਦੇ ਹਾਂ ਪਰਮਾਤਮਾ ਉਸ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ਤੇ ਉਸ ਰੱਬੀ ਰੂਹ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ੇ। ਇਸ ਦੇ ਨਾਲ ਹੀ ਅਸੀਂ ਆਪਣਾ ਰੁਖ ਪ੍ਰੋਗਰਾਮ ਵੱਲ ਕਰਦੇ ਹੋਏ ਸਭ ਤੋਂ ਪਹਿਲਾਂ ਸਾਡੇ ਮੁੱਖ ਮਹਿਮਾਨਾਂ ਦਾ ਬਹੁਤ-ਬਹੁਤ ਸਵਾਗਤ ਕਰਦੀ ਹਾਂ। ਰੇਨੂ ਮੈਮ, ਰੰਗ ਐਫਐਮ ਦੇ ਮੰਚ ਦੇ ਉੱਤੇ ਆਪ ਦਾ ਬਹੁਤ-ਬਹੁਤ ਸਵਾਗਤ ਹੈ ਜੀ। Thank you so much, Ji. Thank you so much. ਇਹਦੇ Feeling ਨਾਲ ਹੀ honored to be part of this. ਵੈਲਕਮ ਮੈਮ, ਤੁਸੀਂ ਇਸ ਕਾਬਿਲ ਹੋ। ਅਸੀਂ ਕਹਿੰਦੇ ਆ ਕਿ ਅਸੀਂ ਖੁਸ਼ਕਿਸਮਤ ਆ ਕਿ ਸਾਨੂੰ ਸਮਾਂ ਮਿਲਿਆ ਤੁਹਾਡੇ ਕੀਮਤੀ ਸਮੇਂ ਦੇ ਵਿੱਚੋਂ, ਜੋ ਅਸੀਂ ਤੁਹਾਡੇ ਵਿਚਾਰ, ਤੁਹਾਡੇ ਤਜਰਬੇ ਸੁਣਾਂਗੇ। ਸਾਡੇ ਸਰੋਤੇ ਵੀ ਕਿਸਮਤ ਵਾਲੇ ਨੇ ਜੋ ਸਾਡੇ ਨਾਲ ਜੁੜਦੇ ਨੇ, ਤਜਰਬਿਆਂ ਨੂੰ ਸੁਣਦੇ ਨੇ। ਇਸ ਦੇ ਨਾਲ ਹੀ ਮੈਂ ਰਜਨੀ ਮੈਮ ਦਾ ਵੀ ਅੱਜ ਦੇ ਪ੍ਰੋਗਰਾਮ ਦੇ ਵਿੱਚ, ਫੁੱਟਦੀਆਂ ਕਰੂਬਲਾਂ ਦੇ ਵਿੱਚ ਬਹੁਤ-ਬਹੁਤ ਸਵਾਗਤ ਕਰਦੀ ਹਾਂ। ਮੈਮ ਸਤਿ ਸ਼੍ਰੀ ਅਕਾਲ ਜੀ, ਆਪ ਦਾ ਪ੍ਰੋਗਰਾਮ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ ਜੀ। ਰਜਨੀ ਮੈਮ, ਤੁਸੀਂ ਆਈ ਥਿੰਕ ਮਿਊਟ ਹੋ ਜੀ। ਅਨਮਿਊਟ ਕਰ ਲਓ ਮੈਮ। ਚਲੋ ਕੋਈ ਨਹੀਂ, ਤਦ ਤੱਕ ਆਪਾਂ ਗੱਲਬਾਤ ਅੱਗੇ ਵਧਾਉਂਦੇ ਹਾਂ ਰੇਨੂ ਮੈਮ ਦੇ ਨਾਲ। ਜਿਵੇਂ ਕਿ ਸਾਡੇ ਸਰੋਤੇ ਜਾਣਦੇ ਹੀ ਨੇ ਕਿ ਸਾਡਾ ਜਿਹੜਾ ਪ੍ਰੋਗਰਾਮ ਹੈ ਫੁੱਟਦੀਆਂ ਕਰੂੰਬਲਾਂ, ਵਾਕਈ ਹੀ ਕਰੂੰਬਲਾਂ ਹੁੰਦੀਆਂ ਕੀ ਨੇ? ਅਜਿਹੀਆਂ ਪੁੰਗਰਦੀਆਂ ਪਨੀਰੀਆਂ ਜੋ ਜ਼ਿੰਦਗੀ ਦੇ ਤਜਰਬਿਆਂ ਨੂੰ, ਮੁਸ਼ਕਿਲਾਂ ਨੂੰ ਪਾਰ ਕਰਦੀਆਂ, ਧਰਤੀ ਵਿੱਚੋਂ ਆਪਣਾ ਰਸਤਾ ਬਣਾ ਕੇ ਆਪਣਾ ਵਜੂਦ ਦੁਨੀਆ ਦੇ ਉੱਤੇ ਕਾਇਮ ਕਰਦੀਆਂ ਨੇ। ਇਸੇ ਤਰ੍ਹਾਂ ਸਾਡੇ ਅਧਿਆਪਕ ਨੇ ਜੋ ਆਪ ਤਾਂ ਫੁੱਟਦੀਆਂ ਕਰੂੰਬਲਾਂ ਦਾ ਹਿੱਸਾ ਬਣਦੇ ਹੀ ਨੇ, ਅਜਿਹਾ ਸਮਾਜ ਸਿਰਜਦੇ ਨੇ ਜੋ ਸਮਾਜ ਨੂੰ ਇੱਕ ਸਹੀ ਸੇਧ ਦੇਵੇ, ਸਮਾਜ ਦਾ ਮੁੱਢ ਬੰਨੇ। ਤੋ ਦੋਸਤੋ, ਇਹਦੇ ਨਾਲ ਹੀ ਰਜਨੀ ਮੈਮ ਆਈ ਥਿੰਕ ਅਨਮਿਊਟ ਹੋ ਗਏ ਜੀ ਮੈਮ। ਹਾਂਜੀ, ਸਤਿ ਸ਼੍ਰੀ ਅਕਾਲ ਮੈਮ। ਦੇਖੋ ਹਾਂਜੀ, ਤੁਸੀਂ ਆਪਣਾ ਹੁਣ ਦੱਸੋ ਜੀ। ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਮੰਚ ਤੇ ਸਵਾਗਤ ਕਰਦੀ ਹਾਂ ਫੇਰ ਤੋਂ। ਮੈਮ ਬਹੁਤ-ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਸ਼ੁਕਰੀਆ ਜੀ ਜਿੰਨੇ ਵੀ ਸਰੋਤੇ ਜੁੜੇ ਹੋਏ ਅੱਜ ਦੇ ਪ੍ਰੋਗਰਾਮ ਲਈ, ਉਹਨਾਂ ਦਾ ਤਹਿ ਦਿਲੋਂ ਆਭਾਰ ਤੇ ਬਹੁਤ-ਬਹੁਤ ਸ਼ੁਕਰੀਆ ਤੁਹਾਡਾ ਇਸ ਮੰਚ ਤੱਕ ਲਿਆਉਣ ਲਈ। ਥੈਂਕ ਯੂ ਮੈਮ। ਤੇ
ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜਿਹੀ ਹਰ ਵਾਰ ਦੀ ਦਾ ਕਹਾਣੀ ਮੈਂ ਆਪ ਸਭ ਦੇ ਰੂਬਰੂ ਜ਼ਰੂਰ ਕਰਨਾ ਚਾਹਾਂਗੀ। 4 ਲਾਈਨਾਂ ਦੀ ਹੈ ਸਿਰਫ। ਇੱਕ ਵਾਰੀ ਇੱਕ ਬਜ਼ੁਰਗ ਸੀ, ਉਹਨਾਂ ਕੋਲੇ ਮੋਬਾਈਲ ਸੀ ਤੇ ਉਹਨਾਂ ਨੇ ਨਾ ਹਮੇਸ਼ਾ ਜਦੋਂ ਵੀ ਕਿਤੇ ਜਾਣਾ ਥੋੜੀ ਥੋੜੀ ਦੇਰ ਬਾਅਦ ਉਹਨੂੰ ਚੱਕ ਕੇ ਦੇਖਦੇ ਰਹਿਣਾ ਵੀ ਮੇਰਾ ਮੋਬਾਈਲ ਠੀਕ ਹੈ। ਬਜ਼ੁਰਗਾਂ ਦੇ ਵਿੱਚ ਸੱਥ ਦੇ ਵਿੱਚ ਬੈਠੇ ਹੋਣਾ, ਕਿਤੇ ਵਿਆਹ ਸ਼ਾਦੀ ਤੇ ਜਾਣਾ ਜਾਂ ਫਿਰ ਕਿਤੇ ਵੀ ਗਲੀ ਮੁਹੱਲੇ 'ਚ ਖੜੇ ਔਰ ਬਾਰ-ਬਾਰ ਮੋਬਾਈਲ ਦੇਖਦੇ ਸੀ। ਸਭ ਲੋਕ ਦੇਖਦੇ ਵੀ ਕੀ ਗੱਲ ਹੈ ਵੀ ਤੁਸੀਂ ਬਜ਼ੁਰਗੋ ਆਪਣਾ ਮੋਬਾਈਲ ਦੇਖਦੇ ਰਹਿੰਦੇ ਹੋ, ਗੱਲ ਕੀ ਹੈ? ਕੀ ਪ੍ਰੋਬਲਮ ਹੈ ਤੁਹਾਡੇ ਮੋਬਾਈਲ ਦੇ ਵਿੱਚ ਕੋਈ? ਕਹਿੰਦੇ ਨਹੀਂ, ਕਹਿੰਦੇ ਗੱਲ ਇਹ ਹੈ ਮੈਂ ਇਹਨੂੰ ਜਦੋਂ ਵੀ ਚੱਕ ਕੇ ਦੇਖਦਾ ਕਿਤੇ ਕਿਤੇ ਵੱਜਦਾ ਤਾਂ ਹੈ ਨਹੀਂ, ਮੈਂ ਲੈ ਤਾਂ ਲਿਆ ਪਰ ਇਹ ਵੱਜਦਾ ਨਹੀਂ ਕਦੇ। ਦੁਕਾਨਦਾਰ ਕੋਲ ਲੈ ਕੇ ਗਿਆ, ਕਹਿੰਦਾ ਬਜ਼ੁਰਗੋ ਤੁਹਾਡਾ ਮੋਬਾਈਲ ਤਾਂ ਬਿਲਕੁਲ ਠੀਕ ਹੈ। ਕਹਿੰਦਾ ਜੇ ਉਹ ਦੁਕਾਨਦਾਰ ਨੇ ਇਹ ਗੱਲ ਕਹੀ ਹੈ ਮੋਬਾਈਲ ਠੀਕ ਹੈ ਫਿਰ ਇਹ ਵੱਜਦਾ ਕਿਉਂ ਨਹੀਂ ਹੈਗਾ? ਫਿਰ ਕਹਿੰਦੇ ਗੱਲ ਇਹ ਹੈ ਕਿ ਮੇਰੇ ਬੱਚਿਆਂ ਦਾ ਜੇ ਫੋਨ ਆਵੇ ਤਾਂ ਹੀ ਵੱਜੇ। ਹੁਣ ਜੇ ਬੱਚਿਆਂ ਦਾ ਫੋਨ ਆਏਗਾ ਤੇ ਮੋਬਾਈਲ ਵੱਜੇਗਾ ਤੇ ਉਹ ਵਿਚਾਰੇ ਬਜ਼ੁਰਗ ਆਪਣੇ ਆਪ ਨੂੰ ਇਹੀ ਸੰਤਵਨਾ ਦੇਈ ਜਾਂਦੇ ਸੀ ਕਿ ਸ਼ਾਇਦ ਮੇਰਾ ਫੋਨ ਹੀ ਖਰਾਬ ਹੈ। ਸੋ ਦੋਸਤੋ, ਇੱਥੇ ਮੈਂ ਇਹ ਬੇਨਤੀ ਕਰਨਾ ਚਾਹਾਂਗੀ ਆਪਣੇ ਪਰਿਵਾਰ ਦੇ ਬਜ਼ੁਰਗਾਂ ਦਾ ਆਦਰ ਸਤਿਕਾਰ ਕਰੋ, ਜੋ ਪਿਆਰ, ਕਿਉਂਕਿ ਅੱਜ ਸਾਨੂੰ ਸਿਰਜਣ ਵਾਲੇ, ਸਾਨੂੰ ਸਮਾਜ ਦੇ ਵਿੱਚ ਇੱਕ ਵੱਖਰੀ ਪਹਿਚਾਣ ਦਿਵਾਉਣ ਵਾਲੇ ਸਾਡੇ ਵੱਡੇ ਬਜ਼ੁਰਗ ਸਾਡੇ ਮਾਤਾ ਪਿਤਾ ਹੀ ਹਨ। ਜੇਕਰ ਉਹਨਾਂ ਨੂੰ ਪਹਿਚਾਣ, ਉਹਨਾਂ ਨੂੰ ਉਹ ਸਤਿਕਾਰ ਨਾ ਮਿਲੇ ਤਾਂ ਦੋਸਤੋ ਅਸੀਂ ਆਪ ਸੋਚੋ ਕਿ ਸਾਡਾ ਸਮਾਜ ਕਿਸ ਸੇਧ ਵੱਲ ਜਾਵੇਗਾ, ਕਿਸ ਪਾਸੇ ਵੱਲ ਜਾਵੇਗਾ। ਸੋ ਆਪਣੇ ਬਜ਼ੁਰਗਾਂ ਦਾ ਸਤਿਕਾਰ ਜ਼ਰੂਰ ਕਰੋ, ਚਾਹੇ ਤੁਸੀਂ ਕਿਤੇ ਵੀ ਹੋ, ਬਾਹਰ ਹੋ, ਜੌਬ ਤੇ ਗਏ ਹੋ ਜਾਂ ਫੋਰਨ ਚਲੇ ਗਏ ਹੋ, ਤਾਂ ਫਿਰ ਵੀ ਆਪਣੇ ਮਾਤਾ ਪਿਤਾ ਦੇ ਨਾਲ ਰਾਬਤਾ ਬਣਾ ਕੇ ਰੱਖੋ। ਉਹਨਾਂ ਨੇ ਤੁਹਾਨੂੰ ਸਭ ਕੁਝ ਦਿੱਤਾ ਹੈ, ਇਸ ਕਾਬਿਲ ਬਣਾਇਆ ਹੈ ਕਿ ਤੁਸੀਂ ਜ਼ਿੰਦਗੀ ਜੀ ਸਕਦੇ ਹੋ, ਇਹਨੂੰ ਇੰਜੋਏ ਕਰ ਸਕਦੇ ਹੋ। ਤੋ ਉਹਨਾਂ ਨੂੰ ਵੀ ਜ਼ਿੰਦਗੀ ਜੀਉਣ ਦਾ ਮੌਕਾ ਦਿਓ। ਉਹਨਾਂ ਨੇ ਸਾਨੂੰ ਸਿਰਜਿਆ ਹੈ, ਹੁਣ ਸਾਡੀ ਵਾਰੀ ਹੈ। ਔਰ ਆਸ ਮੇਰੀ ਇਹ ਬੇਨਤੀ ਹੈ ਕਿ ਤੁਸੀਂ ਮੇਰੀ ਇਹ ਬੇਨਤੀ ਜ਼ਰੂਰ ਕਬੂਲ ਕਰੋਗੇ। ਤੇ ਹੁਣ ਅਸੀਂ ਦੋਵਾਂ ਅਧਿਆਪਕਾਂ ਦੇ ਤਜਰਬਿਆਂ ਵੱਲ ਵਧਦੇ ਹਾਂ ਜੀ। ਹਾਂਜੀ ਰੇਨੂ ਮੈਮ, ਸਭ ਤੋਂ ਪਹਿਲਾਂ ਤਾਂ ਤੁਹਾਡੇ ਵੱਲ ਵਧਦੇ ਹਾਂ। ਵਾਰੀ-ਵਾਰੀ ਅਸੀਂ ਮਿਲ ਕੇ ਦੇਖੋ ਗੱਲਬਾਤ ਕਰਨੀ ਹੈ। ਕਿਸੇ ਨੇ ਏਦਾਂ ਨਹੀਂ ਹੋਣਾ ਜੀ ਕਿ ਬਿਲਕੁਲ ਅਸੀਂ ਸਮਾਈਲ ਦੇਖਣੀ ਹੈ ਫੇਸ ਤੇ, ਸਾਡੇ ਸਰੋਤਿਆਂ ਨੇ ਵੀ ਸਮਾਈਲ ਦੇਖਣੀ ਹੈ। ਵਾਰੀ-ਵਾਰੀ ਤੇ ਤੁਹਾਡੇ ਤਜਰਬਿਆਂ ਨੂੰ ਸੁਣਨਾ ਹੈ। ਸਾਡੀ ਦੋਨੋਂ ਹੀ ਸਰੋਤਿਆਂ ਨੂੰ ਦੱਸ ਦਈਏ, ਦੋਨੋਂ ਸਾਡੀਆਂ ਜਿਹੜੀਆਂ ਮੈਡਮ ਨੇ, ਸਟਾਰ ਅਧਿਆਪਕ ਨੇ, ਝਾਂਸੀ ਦੀਆਂ ਰਾਣੀਆਂ ਨੇ। ਜ਼ਿੰਦਗੀ ਦੇ ਤਜਰਬਿਆਂ ਨੂੰ ਇਹਨਾਂ ਨੇ ਬਹੁਤ ਹੰਢਾਇਆ, ਨੇੜੇ ਤੋਂ ਹੰਢਾਇਆ। ਜਦੋਂ ਮੈਂ ਗੱਲਾਂ ਬਾਤਾਂ ਕੀਤੀਆਂ ਤੇ ਮੈਂ ਚਾਹਾਂਗੀ ਇਹ ਤਜਰਬੇ ਤੁਸੀਂ ਵੀ ਸੁਣੋ। ਸੋ ਪੂਰੇ ਸਮੇਂ ਸਾਡੇ ਨਾਲ ਜੁੜ ਕੇ ਰਹਿਣਾ ਹੈ। ਸਾਡੇ ਸਰੋਤਿਓ, ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰੋ, ਦੇਸ਼ਾਂ ਵਿਦੇਸ਼ਾਂ ਤੱਕ ਸਾਡੀ ਆਵਾਜ਼ ਨੂੰ ਪਹੁੰਚਾਓ। ਹਾਂਜੀ ਰੇਨੂ ਮੈਮ, ਤੁਸੀਂ ਦੱਸੋ ਪਹਿਲਾਂ ਤੁਸੀਂ ਕਿੱਥੋਂ ਦੇ ਜੰਮਪਲ ਹੋ, ਤੁਹਾਡੀ ਸਟੱਡੀ ਤੇ ਅੱਜ ਅਧਿਆਪਨ ਤੱਕ ਦਾ ਸਫ਼ਰ ਕਿਵੇਂ ਦਾ ਹੈ ਤੁਹਾਡਾ? ਹਾਂਜੀ, ਸਭ ਤੋਂ ਪਹਿਲਾਂ ਤਾਂ ਮੈਂ ਸਾਰਿਆਂ ਦਾ ਬਹੁਤ-ਬਹੁਤ ਥੈਂਕਸ ਕਰਦੀ ਹਾਂ ਕਿ ਜਿਹੜੇ ਵੀ ਮੈਨੂੰ ਸੁਣ ਗਏ ਅੱਜ। ਸੋ ਮੈਂ ਜੰਪਲ ਫਗਵਾੜੇ ਦੀ ਹੀ ਹਾਂ ਤੇ ਮੈਂ ਕਹਾਂ ਕਿ ਇਸ ਦੁਨੀਆ ਦੇ ਵਿੱਚ ਲਿਆਉਣ ਵਾਲੇ ਮੇਰੇ ਮਾਤਾ ਪਿਤਾ ਆਬਵੀਅਸਲੀ ਉਹੀ ਹਨ, ਪਰ ਮੈਨੂੰ ਅੱਜ ਜਿਸ ਵੀ ਪੋਜੀਸ਼ਨ ਤੇ ਮੈਂ ਹੈ ਉਸ ਪੋਜੀਸ਼ਨ ਤੱਕ ਪਹੁੰਚਾਉਣ ਵਾਲੇ ਵੀ ਮੇਰੇ ਪੇਰੈਂਟਸ ਹੀ ਹਨ। ਮੈਂ ਉਹਨਾਂ ਦਾ ਜਿੰਨਾ ਸ਼ੁਕਰੀਆ ਅਦਾ ਕਰਾਂ ਨਾ ਓਨਾ ਹੀ ਘੱਟ ਆ। ਮੇਰੇ ਪੇਰੈਂਟਸ ਨੇ ਇੰਨਾ ਸਟਰਗਲ ਕੀਤਾ ਮੈਨੂੰ ਵੱਡੇ ਕਰਨ ਦੇ ਵਿੱਚ। ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੀ ਹੋਵੋਗੇ ਕਿ ਮੈਂ ਫਿਜ਼ੀਕਲੀ ਹੈਂਡੀਕੈਪਡ ਆ ਤੇ ਜਦੋਂ ਜਦੋਂ ਸਕੂਲਿੰਗ ਵੀ ਸਟਾਰਟ ਹੋਣੀ ਸੀ, ਜਿਵੇਂ ਮੇਰੇ ਮਦਰ ਮੈਨੂੰ ਦੱਸਦੇ ਨੇ ਕਿ ਉਸ ਟਾਈਮ ਦੇ ਵਿੱਚ ਵੀ ਮੈਨੂੰ ਐਡਮਿਸ਼ਨ ਨਹੀਂ ਸੀ ਕੋਈ ਵੀ ਦਿੰਦਾ ਹੁੰਦਾ ਔਰ ਕਿਸੇ ਵੀ ਸਕੂਲ ਦੇ ਵਿੱਚ ਮੈਨੂੰ ਐਡਮਿਸ਼ਨ ਨਹੀਂ ਸੀ ਮਿਲਦੀ ਨਾ। ਤੇ ਪਰ ਉਹਨਾਂ ਨੇ ਬਹੁਤ ਸਟਰਗਲ ਕੀਤਾ। ਮੇਰੀ ਐਡਮਿਸ਼ਨ ਜਿਸ ਸਕੂਲ ਦੇ ਵਿੱਚ ਹੋਈ ਹੈ ਫਗਵਾੜੇ ਦੇ ਵਿੱਚ, ਵਨ ਆਫ ਦਾ ਬੈਸਟ ਸਕੂਲ ਸੀ ਉਸ ਟਾਈਮ ਤੇ। ਹੁਣ ਤਾਂ ਬਹੁਤ ਸਕੂਲਸ ਸਟਾਰਟ ਹੋ ਗਏ ਨੇ ਤੇ ਉਹਨਾਂ ਨੇ ਆਦਰਸ਼ ਬਾਲ ਵਿਦਿਆਲਿਆ ਮੇਰੇ ਸਕੂਲ ਦਾ ਨਾਮ ਹੈ, ਜਿੱਥੋਂ ਮੈਂ ਆਪਣੀ 10th ਪਾਸ ਕੀਤੀ ਹੈ। ਸੋ ਉਹਨਾਂ ਦਾ ਵੀ ਮੈਂ ਤਾਂ ਬਹੁਤ ਸ਼ੁਕਰੀਆ ਅਦਾ ਕਰਦੀ ਹਾਂ ਕਿ ਜਿਨ੍ਹਾਂ ਨੇ ਮੈਨੂੰ ਮੌਕਾ ਦਿੱਤਾ ਕਿ ਵੀ ਮੈਂ ਆਪਣੀ ਸਟੱਡੀ ਜਿਹੜੀ ਆ ਉਹ ਕਰ ਸਕਾਂ। ਸੋ ਫਿਰ ਉੱਥੋਂ ਆਪਣੀ 10th ਪਾਸ ਕਰਨ ਤੋਂ ਬਾਅਦ ਮੈਂ ਕਮਲਾ ਨਹਿਰੂ ਕਾਲਜ ਫਗਵਾੜਾ ਤੋਂ ਗ੍ਰੈਜੂਏਸ਼ਨ ਕੀਤੀ ਤੇ ਬੀਕਾਮ ਦੇ ਵਿੱਚ ਗ੍ਰੈਜੂਏਸ਼ਨ ਕੀਤੀ ਮੈਂ। ਤੇ ਮਾਸਟਰਸ ਕਰਨ ਵਾਸਤੇ ਫਿਰ ਮੈਂ ਗਵਰਨਮੈਂਟ ਕਾਲਜ ਹੁਸ਼ਿਆਰਪੁਰ ਐਡਮਿਸ਼ਨ ਲਈ ਤੇ ਉਸ ਤੋਂ ਬਾਅਦ ਮੈਂ ਕੀਤੀ ਉੱਥੋਂ MA ਇਕਨੋਮਿਕਸ। ਕਰਨ ਤੋਂ ਬਾਅਦ ਮੈਂ B.Ed ਫਿਰ ਰਾਮਗੜੀਆ ਕਾਲਜ ਤੋਂ ਕੀਤੀ। ਪਰ ਇਹ ਸਾਰਾ ਸਮਾਂ ਜੋ ਸਟਰਗਲ ਮੈਂ ਕੀਤਾ, ਮੇਰੇ ਪੇਰੈਂਟਸ ਨੇ ਵੀ ਮੇਰੇ ਨਾਲ ਓਨਾ ਹੀ ਉਹਨਾਂ ਨੇ ਸਪੋਰਟ ਕੀਤਾ ਆ। ਹਰ ਟਾਈਮ ਉਹਨਾਂ ਨੇ ਮੈਨੂੰ ਇੱਕੋ ਹੀ ਗੱਲ, ਮੇਰੇ ਮੰਮਾ ਨੇ ਮੈਨੂੰ ਇੱਕੋ ਹੀ ਗੱਲ ਸਮਝਾਈ ਸੀ। ਮੇ ਬੀ ਸ਼ਾਇਦ ਮੈਂ ਉਦੋਂ 7th ਜਾਂ 8th ਕਲਾਸ ਦੇ ਵਿੱਚ ਸੀ। ਉਸ ਟਾਈਮ ਤੇ ਨਾ ਮੈਂ ਬਹੁਤ ਜ਼ਿਆਦਾ ਚੁੱਪ
ਚੁੱਪ ਰਹਿੰਦੀ ਸੀ, ਕਿਸੇ ਦੇ ਨਾਲ ਬੋਲਦੀ ਹੀ ਨਹੀਂ ਸੀ ਜ਼ਿਆਦਾ, ਨਾ ਹੀ ਕਿਸੇ ਨੂੰ ਮਿਲਦੀ ਸੀ। ਮੇਬੀ ਸ਼ਾਇਦ ਮੇਰੇ ਮਨ 'ਚ ਕੁਝ ਕੰਪਲੈਕਸ ਸੀ ਜਿਨ੍ਹਾਂ ਨੂੰ ਮੈਂ ਓਵਰਕਮ ਨਹੀਂ ਕਰ ਪਾ ਰਹੀ ਸੀ। ਤਾਂ ਮੇਰੇ ਮੰਮਾ ਨੇ ਮੈਨੂੰ ਇੱਕੋ ਹੀ ਗੱਲ ਕਹੀ ਸੀ, ਉਹ ਕਹਿੰਦੇ ਕਿ ਜੇ ਤੂੰ ਪਿੱਛੇ ਰਹੂੰਗੀ ਨਾ ਤੇ ਸਾਰੀ ਉਮਰ ਤੂੰ ਫਿਰ ਪਿੱਛੇ ਹੀ ਰਹੂੰਗੀ, ਤੈਨੂੰ ਕਿਸੇ ਨੇ ਵੀ ਅੱਗੇ ਨਹੀਂ ਆਉਣ ਦੇਣਾ ਹੈ। ਤੋ ਜੇ ਤੂੰ ਖੁਦ ਇੱਕ ਸਟੈਪ ਫਾਰਵਰਡ ਕਰੂੰਗੀ, ਆਪਣਾ ਲਾਉਂਗੀ, ਤਾਂ ਓਨਲੀ ਦੈਨ ਤੂੰ ਸਰਵਾਈਵ ਕਰ ਸਕਦੀ ਹੈ ਇਸ ਵਰਲਡ ਦੇ ਵਿੱਚ। ਸੋ ਉਹ ਦਿਨ ਸੀਗਾ, ਆਪਣੇ ਮੰਮਾ ਦੀ ਉਹ ਗੱਲ ਨਾ ਮੇਰੇ ਮਾਈਂਡ ਦੇ ਵਿੱਚ ਅੱਜ ਤੱਕ ਬੈਠੀ ਹੋਈ ਆ। ਮੈਨੂੰ ਉਹ ਸਿਚੁਏਸ਼ਨ ਪੂਰੀ ਯਾਦ ਵੀ ਹੈ ਕਿ ਜਿਸ ਵੇਲੇ ਮੈਨੂੰ ਇਹ ਕਿਹਾ ਸੀ, ਬਸ ਉਹ ਚੀਜ਼ ਮੇਰੇ ਮਾਈਂਡ ਵਿੱਚ ਸੀ। ਤੇ ਉਹ ਦਿਨ, ਉਸ ਤੋਂ ਬਾਅਦ ਫਿਰ ਮੈਂ ਬਸ ਪਿੱਛੇ ਨਹੀਂ ਲੱਗਣ ਦਿੱਤਾ, ਨਾ ਆਪਣੇ ਆਪ ਨੂੰ ਤੇ ਨਾ ਹੀ ਆਪਣੇ ਪੇਰੈਂਟਸ ਨੂੰ। ਮੈਂ ਬਸ ਕੋਸ਼ਿਸ਼ ਕੀਤੀ ਹੈ ਕਿ ਜਿੱਥੇ ਤੱਕ ਜਾਵਾਂ ਅੱਗੇ ਹੀ ਵਧੀ ਜਾਵਾਂ। ਮੈਂ ਤੁਹਾਨੂੰ ਇੱਥੇ ਇੱਕ ਕਿੱਸਾ ਸੁਣਾਉਂਦੀ ਹਾਂ। ਜੀ ਮੈਮ, ਮਤਲਬ ਬਿਲਕੁਲ। ਸਟੱਡੀ ਦੇ ਵਿੱਚ ਇੰਟੈਲੀਜੈਂਟ ਤਾਂ ਮੈਂ ਸ਼ੁਰੂ ਤੋਂ ਹੀ ਸੀ, ਉਹਦੇ ਵਿੱਚ ਨੋ ਡਾਊਟ। ਤੇ ਬਹੁਤ ਜ਼ਿਆਦਾ ਪੈਂਪਰਡ ਜਿੱਦਾਂ ਸਟੂਡੈਂਟਸ ਹੁੰਦੇ ਆ ਨਾ, ਉਹਦਾ ਸਾਨੂੰ ਲਾਡ ਪਿਆਰ ਮਿਲਦਾ ਹੁੰਦਾ ਸੀ ਸਕੂਲ ਤੋਂ। ਤੇ 10th ਵਿੱਚ ਕੀ ਹੋਇਆ, ਜਦੋਂ ਰਿਜ਼ਲਟ ਆਇਆ, ਮੇਰੇ ਮੰਮਾ ਬਹੁਤ ਐਕਸਪੈਕਟਡ ਸੀਗੇ ਕਿ ਵੀ ਮੇਰੀ ਕੁੜੀ ਤਾਂ ਮੈਰਿਟ ਦੇ ਵਿੱਚ ਆਏਗੀ, ਤੇ ਪਰ ਮੈਂ ਮੈਰਿਟ ਤੋਂ ਕੁਝ ਅੰਕ ਨੀਚੇ ਰਹਿ ਗਈ। ਤੇ ਮੈਨੂੰ ਉਦੋਂ ਇੰਨਾ ਫੀਲ ਨਹੀਂ ਸੀ ਹੋਇਆ ਵੀ ਮੈਂ ਮੈਰਿਟ ਵਿੱਚ ਨਹੀਂ ਆਈ, ਪਰ ਮੇਰੇ ਮੰਮਾ ਨੂੰ ਬੜਾ ਫੀਲ ਹੋਇਆ। ਮੇਰੇ ਮੰਮਾ ਬੜਾ ਰੋਂਦੇ ਸੀ ਜਦੋਂ ਵੀ ਕਿਸੇ ਨੇ ਕੰਗ੍ਰੈਚੁਲੇਸ਼ਨਸ ਬੋਲਣ ਆਣਾ, ਘਰ ਮੁਬਾਰਕਾਂ ਵਿਸ਼ੇਸ ਦੇਣ ਆਣੀਆਂ, ਤੇ ਮੇਰੇ ਮੰਮੀ ਨੇ ਰੋਣਾ ਕਿ ਮੇਰੀ ਕੁੜੀ ਮੈਰਿਟ ਵਿੱਚ ਨਹੀਂ ਆਈ। ਮੈਨੂੰ ਮਤਲਬ ਬੜਾ ਸ਼ੌਕਿੰਗ ਲੱਗਦਾ ਸੀ ਵੀ ਮੇਰੇ ਇੰਨੇ ਅੱਛੇ ਤਾਂ ਮਾਰਕਸ ਆ, ਫਿਰ ਮੇਰੇ ਮੰਮਾ ਕਿਉਂ ਰੋਂਦੇ ਰਹਿੰਦੇ ਆ। ਫਿਰ ਹੌਲੀ ਹੌਲੀ ਸਮਝ ਆਇਆ ਕਿ ਨਹੀਂ, ਮੈਰਿਟ ਦਾ ਮੀਨਸ ਵੀ ਸਾਰਿਆਂ ਤੋਂ ਅੱਗੇ ਆਣਾ ਜਿਹੜਾ ਆ ਉਹ ਬੜਾ ਇੰਪੋਰਟੈਂਟ ਆ। ਤੇ ਬਸ ਫਿਰ ਉਸ ਤੋਂ ਬਾਅਦ ਕੋਈ ਏਦਾਂ ਦੀ ਕਲਾਸ ਨਹੀਂ ਰਹੀ ਕਿ ਜਿਹਦੇ ਵਿੱਚ ਮੈਂ ਡਿਸਟ੍ਰਿਕਟ ਪੋਜੀਸ਼ਨ ਨਾ ਲਈ ਹੋਵੇ। ਫਿਰ ਮੈਂ ਬਸ ਆਪਣੇ ਮਤਲਬ ਕੋਸ਼ਿਸ਼ ਇਹੀ ਕੀਤੀ ਵੀ ਮੈਂ ਆਪਣੇ ਪੇਰੈਂਟਸ ਨੂੰ ਪ੍ਰਾਊਡ ਪੇਰੈਂਟਸ ਫੀਲ ਕਰਾਵਾਂ, ਕਿ ਉਹਨਾਂ ਨੂੰ ਚਲੋ ਜੇ ਉਹ ਇੰਨਾ ਸਟਰਗਲ ਕਰ ਰਹੇ ਆ, ਮੈਨੂੰ ਇੰਨੇ ਹਸਪੀਟਲਸ ਵਿੱਚ ਲੈ ਕੇ ਜਾਣਾ, ਇੰਨਾ ਟ੍ਰੀਟਮੈਂਟ ਕਰਵਾਉਣਾ, ਸਭ ਕੁਝ ਕਰਨਾ ਉਹਨਾਂ ਨੇ, ਵੀ ਸਾਡੀ ਕੁੜੀ ਕਿਸੇ ਤਰ੍ਹਾਂ ਮਤਲਬ ਇੱਕ ਨਾਰਮਲ ਚਾਈਲਡ ਬਣ ਜਾਵੇ। ਪਰ ਚਲੋ ਐਨੀ ਹਾਊ ਉਹ ਮੇਰੀ ਕਿਸਮਤ ਸੀਗੀ। ਪਰ ਮੈਂ ਤਾਂ ਹੁਣ ਮੇਰੇ ਪੇਰੈਂਟਸ ਨੇ ਵੀ ਉਹਨੂੰ ਬਹੁਤ ਜ਼ਿਆਦਾ ਹੈਪੀਲੀ ਐਕਸੈਪਟ ਕੀਤਾ ਹੈ, ਤੇ ਮੈਂ ਵੀ ਉਸ ਚੀਜ਼ ਦੇ ਨਾਲ ਬਹੁਤ ਵਧੀਆ ਤਰ੍ਹਾਂ ਸਰਵਾਈਵ ਕਰ ਰਹੀ ਹਾਂ। ਤੋਂ ਕਹਿਣ ਦਾ ਮੇਰਾ ਮਤਲਬ ਇਹ ਆ ਕਿ ਜੇ ਮੇਰੇ ਪੇਰੈਂਟਸ ਦੀ ਹੱਲਾਸ਼ੇਰੀ ਨਾ ਹੁੰਦੀ ਤਾਂ ਸ਼ਾਇਦ ਅੱਜ ਮੈਂ ਉਹ ਰੇਨੂ ਨਾ ਹੁੰਦੀ ਜਿਹੜੀ ਮੈਂ ਹੁਣ ਹੈਗੀ ਹਾਂ। ਤੋ ਇਹ ਸੀ ਮੇਰਾ ਸਫ਼ਰ ਮੇਰੀ ਸਟੱਡੀ ਦਾ। ਉਸ ਤੋਂ ਬਾਅਦ ਜਦੋਂ ਮੈਂ ਟੀਚਿੰਗ ਸ਼ੁਰੂ ਕੀਤੀ ਤਾਂ ਮੈਂ ਪਹਿਲਾਂ ਪ੍ਰਾਈਵੇਟ ਟੀਚ ਕੀਤਾ। ਉੱਥੇ ਵੀ ਮੈਨੂੰ ਇਹ ਕਹਿ ਲਓ ਕਿ ਬਾਈ ਗ੍ਰੇਸ ਆਫ ਗੋਡ ਹੀ ਆ ਵੀ ਮੈਂ ਜਿੱਥੇ ਵੀ ਜਾਂਦੀ ਸੀਗੀ ਉੱਥੇ ਮੈਨੂੰ ਮਾਨ ਸਨਮਾਨ ਲਾਡ ਪਿਆਰ ਸਭ ਬਹੁਤ ਜ਼ਿਆਦਾ ਮਿਲਿਆ ਆ। ਤੋ ਉੱਥੇ ਉਸ ਤੋਂ ਬਾਅਦ ਮੈਨੂੰ 2006 ਦੇ ਵਿੱਚ ਗਵਰਨਮੈਂਟ ਜੌਬ ਮਿਲੀ ਹੈ, ਔਰ ਜਿੱਥੇ ਆ ਕੇ ਫਿਰ ਕੋਸ਼ਿਸ਼ ਤਾਂ ਇਹੀ ਕੀਤੀ ਹੈ ਕਿ ਜੋ ਮੇਰੇ ਕੋਲ ਹੈ ਥੋੜਾ ਬਹੁਤਾ ਉਹ ਮੈਂ ਆਪਣੇ ਬੱਚਿਆਂ ਨੂੰ ਅੱਗੇ ਦੇ ਸਕਾਂ, ਬੱਚਿਆਂ ਨੂੰ ਸਿਖਾ ਸਕਾਂ ਕਿ ਲਾਈਫ ਦੇ ਵਿੱਚ ਕਿਵੇਂ ਸਰਵਾਈਵ ਕਰਨਾ ਆ, ਲਾਈਫ ਦੇ ਵਿੱਚ ਸਟੱਡੀ ਦੀ ਕੀ ਵੈਲਿਊ ਹੈ, ਕੀ ਕਿਵੇਂ ਅਸੀਂ ਆਪਣੇ ਆਪ ਨੂੰ ਅੱਗੇ ਲੈ ਕੇ ਜਾ ਸਕਦੇ ਹਾਂ। ਸੋ ਉਹ ਦਿਨ ਤੇ ਅੱਜ ਦਾ ਦਿਨ ਆ ਕਿ ਵੀ ਹਾਂ, ਹਰ ਬੱਚਾ, ਹਰ ਮੇਰੇ ਫੀਲਡ ਦੇ ਵਿੱਚ ਮਿਲਣ ਵਾਲਾ ਮੇਰਾ ਹਰ ਅਧਿਆਪਕ ਸਾਥੀ, ਮੇਰੇ ਕਲੀਗਸ, ਸਾਡੇ ਜਿਹੜੇ ਸਾਡੇ ਬਲਾਕ ਦੇ ਹੈਡ ਆ, ਬਲਾਕ ਪ੍ਰਾਇਮਰੀ ਐਜੂਕੇਸ਼ਨ ਆਫਿਸਰ ਜਿਹੜੇ ਆ, BPO ਮੈਮ ਜਿਹੜੇ ਆ, ਉਹ ਮਤਲਬ ਹਰ ਪਾਸਿਓਂ ਹੀ ਮੈਨੂੰ ਬਹੁਤ ਜ਼ਿਆਦਾ ਮਾਨ ਸਨਮਾਨ ਮਿਲਦਾ ਪਿਆ ਆ। ਔਰ ਮੈਂ ਬਹੁਤ ਤਹਿ ਦਿਲੋਂ ਸਾਰਿਆਂ ਦੀ ਧੰਨਵਾਦੀ ਹਾਂ ਕਿ ਸਾਰੇ ਮੈਨੂੰ ਇਸ ਕਾਬਲ ਸਮਝਦੇ ਆ। ਸੋ ਇਹ ਸੀ ਮੇਰਾ ਹੁਣ ਤੱਕ ਦਾ ਸਫ਼ਰ, ਜਿਹਦੇ ਵਿੱਚ ਹਰ ਬੱਚਾ, ਛੋਟੇ ਬੱਚੇ ਤੋਂ ਲੈ ਕੇ ਵੱਡੇ ਬੱਚੇ ਤੱਕ ਵੀ ਹਰ ਕੋਈ ਜਿਹੜਾ ਆ ਉਹ ਬਹੁਤ ਮਤਲਬ ਰਿਸਪੈਕਟ ਦਿੰਦਾ ਆ। ਕਈ ਵਾਰੀ ਏਦਾਂ ਹੁੰਦਾ ਕਿ ਬੱਚੇ ਜਿਵੇਂ ਪਾਸ ਆਊਟ ਕਰ ਜਾਂਦੇ ਆ, ਉਹ ਬੱਚੇ ਬਿਲਕੁਲ ਟੀਚਰਸ ਤੋਂ ਆਊਟ ਆਫ ਟੱਚ ਹੋ ਜਾਂਦੇ ਆ। ਪਰ ਬੱਚੇ ਮੈਨੂੰ ਮਿਲਦੇ ਵੀ ਹੈ, ਮੇਰੇ ਨਾਲ ਸਕੂਲ ਆਉਂਦੇ ਆ ਸਾਨੂੰ ਮਿਲਣ ਵਾਸਤੇ, ਮੇਰੇ ਨਾਲ ਬਹੁਤ ਵਧੀਆ ਤਰ੍ਹਾਂ ਵਿਚਰਦੇ ਨੇ। ਤਾਂ ਅੱਛਾ ਲੱਗਦਾ ਹੈ ਕਿ ਵੀ ਹਾਂ, ਅਸਲੀ ਰਿਸਪੈਕਟ ਜਿਹੜੀ ਹੈ ਉਹ ਬੀਇੰਗ ਟੀਚਰ ਜੋ ਮਿਲਣੀ ਚਾਹੀਦੀ ਹੈ, ਮੈਂ ਉਸ ਚੀਜ਼ ਨੂੰ ਬਾਖੂਬੀ ਇੰਜੋਏ ਕਰ ਰਹੀ ਹਾਂ। ਸੋ ਇਹ ਮੇਰਾ ਹੁਣ ਤੱਕ ਦਾ ਸਫ਼ਰ ਹੈ। ਅਧਿਆਪਨ ਦਾ ਤਾਂ ਮੈਮ ਬਿਲਕੁਲ ਦੇਖੋ, ਕਹੀਏ ਹਰ ਅਧਿਆਪਕ ਆਪਣੀ ਟੀਚਿੰਗ ਨੂੰ ਵਾਕਈ ਹੀ ਇੰਜੋਏ ਕਰਦਾ, ਕਿਉਂਕਿ ਸਾਨੂੰ ਬੱਚਿਆਂ ਤੋਂ ਪਿਆਰ ਹੀ ਇੰਨਾ ਮਿਲਦਾ ਹੈ ਤੇ ਬੜੀ ਰੂਹ ਨੂੰ ਖੁਸ਼ੀ ਹੁੰਦੀ ਹੈ ਜਦੋਂ ਅਸੀਂ ਬੱਚਿਆਂ ਦੀ ਮਾਸੂਮੀਅਤ ਨੂੰ ਦੇਖਦੇ ਹਾਂ, ਉਹਨਾਂ ਨੂੰ ਆਪਣੇ ਨਾਲ ਜੁੜੇ ਦੇਖਦੇ ਹਾਂ ਕਿ ਸਾਡੇ ਨਾਲੋਂ ਕਿੰਨੀ ਅਟੈਚਮੈਂਟ ਉਹਨਾਂ ਦੀ ਹੁੰਦੀ ਹੈ। ਮਤਲਬ ਅਸੀਂ ਕਹਿੰਦੇ ਹਾਂ ਅਸੀਂ ਕਿਸਮਤ ਵਾਲੇ ਹਾਂ ਕਿ ਅਸੀਂ ਇੱਕ ਅਧਿਆਪਕ ਹਾਂ। ਤੇ ਇਸੇ ਤਰੀਕੇ ਮੈਂ ਰਜਨੀ ਮੈਮ ਵਾਲੀ ਵੀ ਵੱਧਦੀ ਹਾਂ, ਮੈਮ ਤੋਂ ਵੀ ਪੁੱਛਦੀ ਹਾਂ। ਮੈਮ ਤੁਸੀਂ ਹੋ ਜੀ? ਹਾਂਜੀ।
ਅੱਛਾ, ਤੇ ਮੈਮ ਹੁਣ ਤੁਸੀਂ ਵੀ ਥੋੜਾ ਜਿਹਾ ਦੱਸੋ, ਤੁਸੀਂ ਕਿੱਥੋਂ ਦੇ ਜੰਪਲ ਹੋ, ਕਿੱਥੋਂ ਬਿਲੋਂਗ ਕਰਦੇ ਹੋ, ਤੇ ਸਟੱਡੀ ਦਾ ਸਫ਼ਰ, ਫਿਰ ਜੌਬ ਜਾਣ ਤੱਕ ਦਾ ਸਫ਼ਰ ਤੁਹਾਡਾ। ਮੈਂ ਕਾਲਾ ਸਿੰਘਿਆ ਕਸਬਾ ਹੈ ਉਧਰ ਕਪੂਰਥਲੇ ਤੇ ਜਲੰਧਰ ਦੇ ਸੈਂਟਰ ਦੇ ਵਿੱਚ, ਉੱਥੋਂ ਦੀ ਜੰਪਲ ਆ। ਮੰਮੀ ਪਾਪਾ ਦੋਨੋਂ ਟੀਚਰ, ਸਾਡੀ ਤਕਰੀਬਨ ਸਾਰੀ ਫੈਮਿਲੀ ਹੀ ਟੀਚਰ ਆ, ਬ੍ਰਦਰ ਵੀ ਮੇਰੇ ਟੀਚਰ ਆ। ਤੇ ਮੇਰਾ ਸਫ਼ਰ ਕੋਈ ਸੁਖਾਵਾਂ ਨਹੀਂ ਮੈਂ ਕਹਿ ਸਕਦੀ, ਪਰ ਮੈਂ ਸ਼ੁਕਰ ਕਰਦੀ ਹਾਂ ਪਰਮਾਤਮਾ ਦਾ ਕਿ ਉਹਨੇ ਮੈਨੂੰ ਇੰਨੀਆਂ ਔਕੜਾਂ ਰੁਕਾਵਟਾਂ ਦਿੱਤੀਆਂ, ਤੇ ਤਾਂ ਹੀ ਸ਼ਾਇਦ ਜਿਵੇਂ ਕਹਿੰਦੇ ਹੁੰਦੇ ਕਿ ਸੋਨਾ ਤਪ ਕੇ ਨਿਖਰਦਾ ਆ, ਤੇ ਇੱਥੋਂ ਤੱਕ ਦਾ ਨਿਖਾਰ ਸ਼ਾਇਦ ਨਾ ਆ ਪਾਉਂਦਾ ਜੇ ਕਹਿੰਦੇ ਹੁੰਦੇ ਕਿ ਥਾਲੀ 'ਚ ਜੇ ਆਪਾਂ ਨੂੰ ਸੋਨੇ ਦੀ ਥਾਲੀ 'ਚ ਮਿਲੇ ਤੇ ਆਪਾਂ ਨੂੰ ਨਹੀਂ ਪਤਾ ਹੁੰਦਾ ਕਿ ਕੀਮਤ ਕੀ ਹੈ ਕਿਸੇ ਪੈਸੇ ਦੀ ਜਾਂ ਕਿਸੇ ਚੀਜ਼ ਦੀ। ਤੇ ਸਟਰਗਲ ਮੇਰਾ ਇਵੇਂ ਸੀ ਕਿ ਪਹਿਲਾਂ ਮੈਂ ਖੁਦ ਨਹੀਂ ਸੀ ਪੜ੍ਹਨਾ ਚਾਹੁੰਦੀ, ਕਿਉਂਕਿ 5ਵੀਂ ਤੱਕ ਮੈਂ ਆਪਣੀ ਸਰਕਾਰੀ ਸਕੂਲ 'ਚ ਜਿੱਥੇ ਮੇਰੇ ਮਦਰ ਪੜ੍ਹਾਉਂਦੇ ਸੀ ਉੱਥੇ ਪੜ੍ਹੀ। 6ਵੀਂ 'ਚ ਜਦੋਂ ਸਕੂਲ ਬਦਲਣਾ ਸੀ ਤੇ ਮੈਨੂੰ ਇਹ ਗੱਲ ਬੜੀ ਔਖੀ ਲੱਗੀ ਕਿ ਮੈਂ ਮਤਲਬ ਆਪਣੀ ਮਦਰ ਤੋਂ ਬਿਨਾਂ ਕਿਵੇਂ ਸਕੂਲ ਕਿਸੇ ਹੋਰ 'ਚ ਜਾਵਾਂ। ਤੇ ਮੈਂ ਡਿਸਾਈਡ ਕਰ ਲਿਆ ਕਿ ਮੈਂ ਨਹੀਂ ਪੜ੍ਹਨਾ। ਮੈਂ ਬੜਾ ਰੋਣਾ ਸਵੇਰੇ ਉੱਠ ਕੇ ਕਿ ਮੈਂ ਨਹੀਂ ਜਾਣਾ। ਉਸ ਟਾਈਮ ਤੇ ਮੇਰੇ ਫਾਦਰ ਨੇ ਕਿਹਾ ਸੀ ਕਿ ਕਿਸੇ ਤਰ੍ਹਾਂ ਚਲੋ 10 ਕਰ ਲਓ, ਕਿ 10ਵੀਂ ਤੱਕ ਜ਼ਰੂਰੀ ਹੁੰਦਾ, ਉਸ ਤੋਂ ਬਾਅਦ ਚਲੋ ਕੋਈ ਗੱਲ ਨਹੀਂ। ਫਿਰ ਮੈਂ 6ਵੀਂ ਦੇ ਵਿੱਚ ਮੈਨੂੰ ਕਿਸੇ ਅਧਿਆਪਕ ਨੇ ਹੀ ਕੁਲਵੰਤ ਮੈਮ ਸੀ ਕਪੂਰਥਲੇ ਤੋਂ ਜਾਂਦੇ, ਉਹਨਾਂ ਨੇ ਸਮਝਾਇਆ ਕਿ ਤੂੰ ਪੜ੍ਹਨ 'ਚ ਹੁਸ਼ਿਆਰ ਆ, ਤੂੰ ਕਿਉਂ ਨਹੀਂ ਆਉਣਾ ਚਾਹੁੰਦੀ, ਵੀ ਜੇ ਤੇਰੇ ਮਦਰ ਨਹੀਂ ਆ ਤੇ ਹਰ ਕਿਸੇ ਦੇ ਸਕੂਲ ਦੇ ਵਿੱਚ ਤੇ ਹਰ ਕਿਸੇ ਦੇ ਮਦਰ ਸਕੂਲ ਦੇ ਵਿੱਚ ਉਹਦੇ ਨਾਲ ਥੋੜਾ ਜਾਂਦੇ ਆ। ਉਹ ਮੈਨੂੰ ਗੱਲ ਬਸ ਉਹਨਾਂ ਦੀ ਇਹੋ ਜਿਹੀ ਲੱਗੀ ਕਿ ਉਸ ਤੋਂ ਬਾਅਦ 6ਵੀਂ ਤੋਂ ਲੈ ਕੇ ਮੈਂ BA ਤੱਕ ਫਸਟ ਪੋਜੀਸ਼ਨ ਦੇ ਵਿੱਚ ਰਹੀ। ਉਸ ਤੋਂ ਬਾਅਦ 6ਵੀਂ ਤੋਂ ਲੈ ਕੇ ਲਗਨ ਲੱਗਦੀ ਰਹੀ। ਫਿਰ 10ਵੀਂ 'ਚ ਮੈਂ ਟੌਪ ਕੀਤਾ। 12ਵੀਂ 'ਚ ਮੈਂ ਕਪੂਰਥਲੇ ਜ਼ਿਲ੍ਹੇ 'ਚੋਂ ਮੈਰਿਟ ਵਿੱਚ ਆਈ। ਫਿਰ BA ਦੇ ਵਿੱਚ ਮੈਂ ਕਾਲਜ 'ਚੋਂ ਟੌਪ ਕੀਤਾ, ਤੇ BA ਤੋਂ ਬਾਅਦ ਤੇ ਫਿਰ ਪਾਸਾ ਪਲਟ ਗਿਆ। ਹੁਣ ਮੇਰੇ ਘਰ ਦੇ ਚਾਹੁੰਦੇ ਸੀ ਕਿ ਹੁਣ ਨਹੀਂ ਪੜ੍ਹਾਉਣਾ, ਤੇ ਮੈਂ ਚਾਹੁੰਦੀ ਸੀ ਵੀ ਹੁਣ ਮੈਂ ਪੜ੍ਹਨਾ ਆ। ਉਸ ਤੋਂ ਬਾਅਦ 'ਚ ਨਹੀਂ ਉਹਨਾਂ ਨੇ ਰੈਗੂਲਰ ਜਾਣ ਦਿੱਤਾ, ਤੇ MA ਮੈਂ ਹਿੰਦੀ ਦੀ ਪ੍ਰਾਈਵੇਟ ਕੀਤੀ। ਉਹਦੇ ਵਿੱਚ ਮੈਂ ਯੂਨੀਵਰਸਿਟੀ ਨਾਨਕ ਦੇਵ ਯੂਨੀਵਰਸਿਟੀ 'ਚੋਂ ਪ੍ਰਾਈਵੇਟ ਕੈਂਡੀਡੇਟ 'ਚੋਂ ਤੀਸਰਾ ਨੰਬਰ ਮੇਰਾ ਆਇਆ ਉਸ ਟਾਈਮ। ਬਹੁਤ ਵਧੀਆ ਮੈਮ। ਫਿਰ ਵੀ ਮੈਨੂੰ ਉਹਨਾਂ ਨੇ ਨਹੀਂ ਅੱਗੇ ਰੈਗੂਲਰ ਨਹੀਂ ਜਾਣ ਦਿੱਤਾ, ਕਿਉਂਕਿ ਉਹ ਚਾਹੁੰਦੇ ਸੀ ਕਿ ਬਸ ਜਿੰਨਾ ਪੜ੍ਹਨਾ ਸੀਗਾ ਕੁੜੀਆਂ ਇੰਨਾ ਕੀ ਪੜ੍ਹਦੀਆਂ। ਉਸ ਤੋਂ ਬਾਅਦ 'ਚ ETT 'ਚ ਬਾਈ ਚਾਂਸ ਹੀ ਮੈਨੂੰ ਸੀਟ ਮਿਲ ਗਈ ਕਪੂਰਥਲੇ 'ਚ ਹੀ। ਉਹਦੇ ਵਿੱਚ 2 ਸਾਲ ਦਾ ਟੀਚਰ ਟ੍ਰੇਨਿੰਗ ਦੇ ਕੋਰਸ ਦੇ ਵਿੱਚ ਮੈਂ ਜ਼ਿਲ੍ਹੇ 'ਚੋਂ ਪਹਿਲਾ ਨੰਬਰ ਮੇਰਾ ਆਇਆ। ਉੱਥੇ ਵੀ ਮੈਂ ਟੌਪ ਕੀਤਾ। ਫਿਰ ਮੈਂ MA ਹਿਸਟਰੀ ਤੇ MA ਪੋਲੀਟੀਕਲ ਸਾਇੰਸ, 2 MA ਜਿਹੜੀਆਂ ਉਹ ਘਰਦਿਆਂ ਤੋਂ ਚੋਰੀ ਕੀਤੀਆਂ, ਕਿਉਂਕਿ ਉਹ ਅਲਾਉ ਨਹੀਂ ਸੀ ਕਰ ਰਹੇ ਹੋਰ ਪੜ੍ਹਨ ਲਈ। ਤੇ ਉਸ ਤੋਂ ਬਾਅਦ 'ਚ ਮੈਂ B.Ed ਚੰਡੀਗੜ੍ਹ ਯੂਨੀਵਰਸਿਟੀ ਤੋਂ ਕੀਤੀ। ਉਹਦੇ ਵਿੱਚ ਵੀ ਮੈਂ ਚੰਡੀਗੜ੍ਹ ਯੂਨੀਵਰਸਿਟੀ 'ਚੋਂ ਟੌਪ ਕੀਤਾ। ਬਟ ਜ਼ਿੰਦਗੀ ਦਾ ਸਭ ਤੋਂ ਵੱਡਾ ਸਟਰਗਲ ਸੀ ਮੇਰਾ ਉਹ, ਕਿਉਂਕਿ ਜਦੋਂ ਸੀਟ ਮਿਲੀ ਮੈਂ ਕੋਰਸਪੋਂਡੈਂਸ ਕੀਤੀ। ਜਦੋਂ ਸੀਟ ਮਿਲੀ ਆ ਉਸ ਤੋਂ ਲੈ ਕੇ ਉਸੇ ਟਾਈਮ 'ਚ ਮੇਰੀ ਮੈਰਿਜ ਹੋਈ, ਉਸੇ ਟਾਈਮ 'ਚ ਮੇਰੇ ਬੇਟਾ ਹੋਇਆ, ਤੇ ਉਸੇ ਟਾਈਮ 'ਚ ਮੈਨੂੰ ਡਿਗਰੀ ਮਿਲੀ। ਤੇ ਫਿਰ ਵੀ ਟੌਪ ਕਰਨਾ, ਮੈਂ ਤਾਂ ਰਿਜ਼ਲਟ ਦੇਖਣ ਹੀ ਨਹੀਂ ਸੀ ਜਾਂਦੀ, ਕਿਉਂਕਿ ਮੈਨੂੰ ਲੱਗਦਾ ਨਹੀਂ ਸੀ ਕਿ ਟੌਪ ਕਰਨ ਵਾਲੀ ਗੱਲ ਤਾਂ ਬੜੀ ਦੂਰ ਆ। ਪਰ ਕਿਸਮਤ ਨੇ ਜਾਂ ਮੇਰੇ ਕੀਤੇ ਹੋਏ ਸਟਰਗਲ ਨੇ ਜਾਂ ਇਸ ਟਾਈਮ 'ਚ ਮੈਂ 1 ਸਾਲ ਕਾਲਜ ਪੜ੍ਹਾਇਆ ਜਿੱਥੇ ਮੈਂ ਕਾਲਜ ਪੜ੍ਹੀ ਸੀ। ਉਸੇ ਜਦੋਂ 1 ਸਾਲ ETT ਤੋਂ ਬਾਅਦ 'ਚ ਮੈਂ ਫ੍ਰੀ ਨਹੀਂ ਹਾਂ, ਉਸ ਕਾਲਜ ਵਾਲਿਆਂ ਨੇ ਮੈਨੂੰ ਬੁਲਾ ਲਿਆ ਸੀ ਕਿ ਐਜ਼ ਏ ਪ੍ਰੋਫੈਸਰ ਉੱਥੇ 1 ਸਾਲ ਟੀਚ ਕੀਤਾ ਮੈਂ। ਉਹਦੇ ਵਿੱਚ ਜਿਹੜੇ ਸਬਜੈਕਟਸ ਉਹਨਾਂ ਨੇ ਮੈਨੂੰ ਹਿੰਦੀ ਦੇ ਨਾਲ ਉਹਨਾਂ ਨੇ ਮੈਨੂੰ ਐਕਸਟਰਾ ਸਬਜੈਕਟ ਦੇ ਦਿੱਤੇ ਸੀ, ਉਹਦਾ ਬੈਨੀਫਿਟ ਹੋਇਆ ਮੈਨੂੰ B.Ed 'ਚ ਜਾ ਕੇ, ਤੇ ਬਿਨਾਂ ਪੜ੍ਹੇ ਵੀ ਮੈਂ ਟੌਪ ਕਰ ਲਿਆ ਉਸ ਟਾਈਮ। ਕਾਫੀ ਕ੍ਰਿਟੀਕਲ ਕੰਡੀਸ਼ਨ ਸੀ ਜਿਨ੍ਹਾਂ ਦੇ ਵਿੱਚ ਮੇਰਾ ਸਫ਼ਰ ਕਰਨ ਤੋਂ ਲੈ ਕੇ ਪੜ੍ਹਨ ਤੱਕ ਦਾ ਸਾਰਾ ਹੀ ਜਿਹੜਾ ਸੀਗਾ ਟਾਈਮ ਬਹੁਤ ਮੁਸ਼ਕਿਲ ਟਾਈਮ ਸੀ। ਪਰ ਉਹਨੇ ਸਾਰਾ ਭੁਲਾ ਦਿੱਤਾ ਜਦੋਂ ਮੈਨੂੰ ਉੱਥੇ ਯੂਨੀਵਰਸਿਟੀ ਸਨਮਾਨਿਤ ਕੀਤਾ ਗਿਆ। ਉਸ ਦਿਨ ਬੇਟਾ ਮੇਰਾ 1.25 ਮਹੀਨੇ ਦਾ ਸੀ। ਉਹਨੂੰ ਲੈ ਕੇ ਤੇ ਫਿਰ ਉਹ ਜੋ ਵੀ ਸਨਮਾਨ ਸੀ ਉਹਨਾਂ ਨੇ ਸਟੇਜ ਦੇ ਉੱਤੇ ਅਨਾਉਂਸ ਕਰਕੇ ਉਹਦੇ ਹੱਥਾਂ ਵਿੱਚ ਫੜਾਇਆ, ਤੇ ਬੜੇ ਪ੍ਰਾਊਡੀ ਮੂਵਮੈਂਟ ਸੀਗੇ ਕਿ ਇੰਨੇ ਸਟਰਗਲ ਤੋਂ ਬਾਅਦ 'ਚ ਮੈਂ ਇੱਥੋਂ ਤੱਕ ਪਹੁੰਚੀ। ਤੇ ਕਾਲਜ ਲੋਕ ਜਾਂਦੇ ਆ ਕਿ ਪਹਿਲਾਂ ਪ੍ਰਾਇਮਰੀ 'ਚ ਪੜ੍ਹਾਇਆ, ਫਿਰ ਅੱਪਰ ਪ੍ਰਾਇਮਰੀ 'ਚ, ਫਿਰ ਕਾਲਜ 'ਚ। ਮੈਂ ਪਹਿਲਾਂ ਕਾਲਜ 'ਚ ਪੜ੍ਹਾਇਆ, ਫਿਰ ਮਿਡਲ ਸਕੂਲ 'ਚ ਪੜ੍ਹਾਇਆ, ਫਿਰ ਪ੍ਰਾਇਮਰੀ 'ਚ ਮੈਨੂੰ ਗਵਰਨਮੈਂਟ ਜੌਬ ਮਿਲੀ, ਤੇ ਅਜੇ ਤੱਕ ਮੈਂ ਐਜ਼ ਏ ETT ਟੀਚਰ ਕਪੂਰਥਲਾ 'ਚ ਹੀ ਜੌਬ ਕਰ ਰਹੀ ਹਾਂ। ਬਹੁਤ ਵਧੀਆ ਮੈਮ। ਦੋਨੋਂ ਦੇ ਦੇਖੋ ਸਫ਼ਰ ਦੇਖ ਰਹੇ ਆ ਨਾ, ਤੇ ਸਾਡੇ ਸਰੋਤੇ ਵੀ ਸੁਣ ਰਹੇ ਨੇ। ਦੇਖੋ ਹਰ ਇੱਕ ਦੇ ਬੜੇ ਪਿਆਰੇ ਪਿਆਰੇ ਸੁਨੇਹੇ ਵੀ ਘੱਲ ਰਹੇ ਨੇ, ਤੇ ਲਗਾਤਾਰ ਇਹੀ ਬੇਨਤੀ ਹੈ ਕਿ ਜੁੜੇ ਰਹੋ,
ਇਹਨਾਂ ਤਜਰਬਿਆਂ ਨੂੰ ਸੁਣੋ, ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਕਿਉਂਕਿ ਹਰ ਇੱਕ ਦੀ ਕਹਾਣੀ ਵੱਖਰੀ ਹੈ, ਹਰ ਇੱਕ ਦੀਆਂ ਔਕੜਾਂ ਮੁਸ਼ਕਿਲਾਂ ਵੱਖਰੀਆਂ ਨੇ, ਪਰ ਹਰ ਇੱਕ ਨੇ ਮੰਜ਼ਿਲ ਨੂੰ ਸਰ ਕਰਨਾ ਹੈ ਆਪਣੀ ਮਿਹਨਤ ਦੇ ਨਾਲ, ਵੱਖਰੇ ਅੰਦਾਜ਼ ਦੇ ਨਾਲ। ਤੇ ਇਸੇ ਵੱਖਰੇ ਅੰਦਾਜ਼ ਦੇ ਨਾਲ ਸਾਡੇ ਜੋ ਦੋਵੇਂ ਸਟਾਰ ਅਧਿਆਪਕ ਨੇ ਆਪਣੀ ਪੰਜਾਬੀ ਮਾਂ ਬੋਲੀ ਦੀ ਸੇਵਾ ਵੀ ਕਰ ਰਹੇ ਨੇ, ਲਿਖਤਾਂ ਵੀ ਲਿਖ ਰਹੇ ਨੇ। ਤੇ ਇਹਦੇ ਲਿਖਤਾਂ ਦੇ ਨਾਲ ਹੀ ਮੈਂ ਵਧਾਂਗੀ। ਰੀਨੂ ਮੈਮ, ਲਿਖਣ ਦੀ ਗੱਲ ਕਰੀਏ ਤਾਂ ਕਿਵੇਂ ਰੁਝਾਨ ਪੈਦਾ ਹੋਇਆ, ਕਿਵੇਂ ਦਿਲ ਚ ਆਇਆ ਕਿ ਮੈਨੂੰ ਆਪਣੀ ਕਲਮ ਚਲਾਣੀ ਚਾਹੀਦੀ ਹੈ? ਕਲਮ ਚਲਾਉਣ ਦਾ ਜਿੱਥੋਂ ਤੱਕ ਸਵਾਲ ਹੈ, ਦਰਅਸਲ ਜਦੋਂ ਕਾਲਜ ਵਿੱਚ ਪੜ੍ਹਦੇ ਹੁੰਦੇ ਸੀ ਨਾ, ਤੇ ਆਪਣੇ ਫ੍ਰੀ ਪੀਰੀਅਡ ਦੇ ਵਿੱਚ ਮੈਨੂੰ ਇੱਧਰ ਉੱਧਰ ਘੁੰਮਣ ਦਾ ਕੋਈ ਖਾਸ ਸ਼ੌਂਕ ਨਹੀਂ ਸੀ। ਤੇ ਮੈਂ ਕੀ ਕਰਦੀ ਸੀ, ਲਾਇਬ੍ਰੇਰੀ ਦੇ ਵਿੱਚ ਚਲ ਜਾਣਾ, ਤੇ ਉੱਥੇ ਮੈਨੂੰ ਨਾ ਸ਼ਿਵ ਕੁਮਾਰ ਬਟਾਲਵੀ ਜੀ ਨੂੰ ਪੜ੍ਹਨਾ ਇੰਨਾ ਕੁ ਜ਼ਿਆਦਾ ਅੱਛਾ ਲੱਗਦਾ ਸੀਗਾ। ਮੈਂ ਉਹਨਾਂ ਦੀਆਂ ਤਕਰੀਬਨ ਸਾਰੀਆਂ ਹੀ ਜਿਹੜੀਆਂ ਬੁੱਕਸ ਹਨ, ਉਹ ਕਹਿ ਲਓ ਉਸ ਟਾਈਮ ਵੇਲੇ ਮੈਂ ਰਟੀਆਂ ਹੁੰਦੀਆਂ ਸੀਗੀਆਂ। ਮੈਨੂੰ ਇੰਨਾ ਜ਼ਿਆਦਾ ਪਸੰਦ ਸੀ, ਮੈਂ ਸੁਣਾਉਣਾ ਵੀ ਉਹੀ, ਜਦੋਂ ਵੀ ਕੋਈ ਫੰਕਸ਼ਨ ਹੋਣਾ। ਤੇ ਮੈਂ ਏਦਾਂ ਹੀ ਬਸ ਫਿਰ ਹੌਲੀ ਹੌਲੀ ਉਦੋਂ ਮੈਨੂੰ ਥੋੜਾ ਸ਼ੌਂਕ ਪੈ ਗਿਆ ਸੀ ਲਿਖਣ ਦਾ। ਲੇਕਿਨ ਉਸ ਸ਼ੌਂਕ ਨੂੰ ਜਿਹੜਾ ਇੱਕ ਫਿਜ਼ੀਕਲ ਰੂਪ ਦਿੱਤਾ ਹੈ, ਉਹ ਮੈਨੂੰ ਥੋੜੇ ਸਾਲ ਪਹਿਲਾਂ ਇਸ ਤਰ੍ਹਾਂ ਦੇ ਫਰੈਂਡਸ ਮੇਰੇ ਨਾਲ ਜੁੜੇ ਫੇਸਬੁੱਕ ਤੇ, ਜਿਨ੍ਹਾਂ ਨੇ ਮੈਨੂੰ ਕਿਹਾ ਕਿ ਵੀ ਨਹੀਂ, ਜਿੱਦਾਂ ਉਹ ਸਾਰੇ ਲਿਖਦੇ ਸੀ, ਮੈਂ ਵੀ ਕੁਛ ਨਾ ਕੁਛ ਲਿਖ ਕੇ ਪੋਸਟ ਕਰਦੀ ਸੀ। ਤੇ ਫਿਰ ਉੱਥੇ ਮੈਨੂੰ ਸਿਖਾਇਆ ਵੀ ਨਹੀਂ, ਏਦਾਂ ਲਿਖਣਾ ਚਾਹੀਦਾ ਆ। ਸੋ ਹੌਲੀ ਹੌਲੀ ਫਿਰ ਲਿਖਿਆ। ਤੇ 2 ਬੁੱਕਸ ਦੇ ਵਿੱਚ ਮੈਂ ਆਪਣੀ ਪਾਈ ਸੀਗੀ, ਪਾਰਟਿਸਿਪੇਸ਼ਨ ਕੀਤਾ ਸੀਗਾ ਲਿਖਣ ਦੇ ਵਿੱਚ। ਸੋ ਇੱਕ ਦੇ ਵਿੱਚ ਤਾਂ 4-5 ਕਵਿਤਾਵਾਂ ਆਪਣੀਆਂ ਲਿਖੀਆਂ, ਜਿਹੜੀਆਂ ਭੇਜੀਆਂ ਮੈਂ। ਤੇ ਦੂਸਰੀ ਬੁੱਕ ਅਸੀਂ 3 ਫਰੈਂਡਸ ਨੇ ਇਕੱਠੇ ਕੀਤੀ ਸੀ, ਕਰਵਾਈ ਸੀ ਪਬਲਿਸ਼। ਉਹਦੇ ਵਿੱਚ ਮੇਰੀਆਂ 30-32 ਕਵਿਤਾਵਾਂ ਸੀ। ਪਰ ਉਸ ਤੋਂ ਬਾਅਦ ਕੁਛ ਏਦਾਂ ਦੇ ਫੈਮਿਲੀ ਸਰਕਮਸਟੈਂਸਿਸ ਸੀਗੇ, ਔਰ ਮਤਲਬ ਮੇਰਾ ਵੀ ਕੁਛ ਐਕਸਪੀਰੀਅੰਸ ਇੰਨਾ ਵਧੀਆ ਨਹੀਂ ਰਿਹਾ ਕਿ ਮੈਂ ਆਪਣਾ ਉਹ ਲਿਖਣ ਵਾਲਾ ਜਿਹੜਾ ਸ਼ੌਂਕ ਸੀਗਾ ਨਾ, ਉਹਨੂੰ ਮੈਂ ਖਤਮ ਕਰ ਦਿੱਤਾ। ਬਸ ਮੈਨੂੰ ਏਦਾਂ ਲੱਗਾ ਕਿ ਨਹੀਂ, ਕੋਈ ਗੱਲ ਨਹੀਂ, ਵੀ ਬਿਨਾਂ ਲਿਖੇ ਜੇ ਮੈਂ ਸਭ ਨੂੰ ਖੁਸ਼ ਰੱਖ ਸਕਦੀ ਹਾਂ, ਸਾਰੇ ਮੇਰੇ ਨਾਲ ਵਧੀਆ ਤਰ੍ਹਾਂ ਚੱਲ ਸਕਦੇ ਆ, ਤਾਂ ਫਿਰ ਮੈਨੂੰ ਇਹ ਵਾਲਾ ਆਪਣਾ ਫੀਲਡ ਜਿਹੜਾ ਹੈ ਉਹ ਛੱਡ ਦੇਣਾ ਚਾਹੀਦਾ। ਤੋ ਲੇਕਿਨ ਫਿਰ ਵੀ ਜਿੰਨੀ ਦੇਰ ਵੀ ਲਿਖਿਆ, ਕਹਿ ਲਓ ਕਿ ਹਾਂ, ਹੌਲੀ ਹੌਲੀ ਸਿੱਖ ਕੇ, ਕਦੇ ਕਿਸੇ ਨੇ ਕੁਛ ਸਿਖਾਣਾ ਵੀ ਇਸ ਤਰ੍ਹਾਂ ਲਿਖਣਾ ਚਾਹੀਦਾ, ਜਿੱਥੇ ਗਲਤੀਆਂ ਹੋਣੀਆਂ, ਜਿੱਦਾਂ ਮੇਰੇ 2-3 ਫਰੈਂਡ ਸੀ ਜਿਨ੍ਹਾਂ ਨਾਲ ਅਸੀਂ ਇਕੱਠੇ ਬੁੱਕ ਸ਼ੇਅਰ ਕੀਤੀ ਸੀ, ਉਹਨਾਂ ਨੇ ਵੀ ਮੈਨੂੰ ਬਹੁਤ ਇੰਪਰੂਵਮੈਂਟ ਮੇਰੀ ਰਾਈਟਿੰਗ ਦੇ ਵਿੱਚ ਲੈ ਕੇ ਆਂਦੀ। ਸੋ ਮੇਰਾ ਕਾਵ ਸੰਗ੍ਰਹਿ ਜਿਹੜਾ ਆ, ਹਰਫਾ ਸੰਗ ਦੋਸਤੀ, ਇਹ ਕਾਵ ਸੰਗ੍ਰਹਿ ਪਬਲਿਸ਼ ਹੋਇਆ ਸੀ 2015 ਦੇ ਵਿੱਚ। ਤੇ ਕਹਿ ਲਓ ਕਿ ਉਹ ਮੇਰਾ ਮੇਨ ਫਰਸਟ ਔਰ ਲਾਸਟ ਕਾਵ ਸੰਗ੍ਰਹਿ ਸੀ। ਉਸ ਤੋਂ ਬਾਅਦ ਫਿਰ ਮੈਂ ਆਪਣੇ ਆਪ ਨੂੰ ਇਸ ਸ਼ੌਂਕ ਤੋਂ ਅਲੱਗ ਕਰ ਦਿੱਤਾ। ਮੈਨੂੰ ਨਹੀਂ ਅੱਛਾ ਲੱਗ ਰਿਹਾ ਸੀ ਮੈਂ ਹੁਣ ਅੱਗੇ ਇਸ ਚੀਜ਼ ਨੂੰ ਫਾਰਵਰਡ ਕਰਾਂ। ਤੋ ਉਹ ਮੇਰਾ ਲਿਖਣ ਦਾ ਸੀ ਸਫ਼ਰ, ਜਿਹਦੇ ਵਿੱਚ ਮੈਨੂੰ ਇੱਕ ਨਾ ਆਪਣੀਆਂ 2 ਲਿਖੀਆਂ ਹੋਈਆਂ ਲਾਈਨਾਂ ਬੜੀਆਂ ਅੱਛੀਆਂ ਲੱਗਦੀਆਂ ਹਮੇਸ਼ਾ। ਜਿੱਦਾਂ ਮੈਂ ਜੇ ਪੜ੍ਹਾਂ ਤਾਂ ਮੈਨੂੰ ਬੜਾ ਵਧੀਆ ਲੱਗਦਾ ਹੈ ਕਿ ਅਜੇ ਤਾਂ ਚੱਲਣਾ ਸ਼ੁਰੂ ਹੀ ਕੀਤਾ ਹੈ, ਕਦਮ ਦਰ ਕਦਮ ਅੱਗੇ ਵਧਣ ਦਾ ਹੌਸਲਾ ਇਕੱਠਾ ਹੀ ਕੀਤਾ ਹੈ। ਤੋ ਇਹ ਮੈਨੂੰ ਹਮੇਸ਼ਾ ਲਾਈਨਸ ਬੜੀਆਂ ਮੋਟੀਵੇਟ ਕਰਦੀਆਂ ਆ ਕਿ ਹਾਂ, ਹਮੇਸ਼ਾ ਅੱਗੇ ਵਧਦੇ ਰਹਿਣਾ ਚਾਹੀਦਾ ਹੈ ਲਾਈਫ ਦੇ ਵਿੱਚ, ਕਿਉਂਕਿ ਬੀਇੰਗ ਟੀਚਰਸ ਅਸੀਂ ਸਿੱਖਣਾ ਤਾਂ ਸਾਰੀ ਉਮਰ ਹੀ ਹੈ। ਚਾਹੇ ਉਹ ਅਸੀਂ ਬੱਚਿਆਂ ਤੋਂ ਸਿੱਖਦੇ ਹਾਂ, ਚਾਹੇ ਅਸੀਂ ਕੁਛ ਪੜ੍ਹ ਕੇ ਸਿੱਖਦੇ ਹਾਂ। ਔਰ ਅੱਜ ਜਿੱਦਾਂ ਹੁਣ ਅਸੀਂ ਮੈਂ EDT ਟੀਚਰ ਹਾਂ, ਮੈਂ 5th ਤੱਕ ਦੇ ਬੱਚਿਆਂ ਨੂੰ ਟੀਚ ਕਰਦੀ ਹਾਂ। ਉਹ ਛੋਟੇ ਬੱਚੇ ਜਿਹੜੇ ਆ ਉਹ ਇੰਨਾ ਵਧੀਆ ਸਿਖਾਉਂਦੇ ਆ, ਜੋ ਗੱਲਾਂ ਮੀਨਸ ਅਸੀਂ ਉਹਨਾਂ ਤੋਂ ਉਹਨਾਂ ਦੀਆਂ ਕਈ ਵਾਰ ਏਦਾਂ ਦੀਆਂ ਸ਼ਰਾਰਤਾਂ ਹੁੰਦੀਆਂ ਨਾ, ਜਿਹੜੀਆਂ ਸਾਨੂੰ ਬੜਾ ਕੁਛ ਸਿਖਾ ਜਾਂਦੀਆਂ ਆ। ਤੋ ਭਾਵੇਂ ਮੈਂ ਲਿਖਣਾ ਚਾਹੁੰਦਾ ਹੈ, ਪਰ ਫਿਰ ਵੀ ਮੈਨੂੰ ਮਤਲਬ ਏਦਾਂ ਲੱਗਦਾ ਰਹਿੰਦਾ ਹੈ ਕਿ ਵੀ ਹਾਂ ਚਲੋ, ਜੋ ਮੈਂ ਸਿੱਖ ਰਹੀ ਹਾਂ ਉਹ ਵੀ ਬਹੁਤ ਕੁਛ ਆ, ਵੀ ਕੋਈ ਗੱਲ ਨਹੀਂ ਜੇ ਮੈਂ ਲਿਖਦੀ ਨਹੀਂ ਹਾਂ ਹੁਣ ਤਾਂ। ਪਰ ਉਸ ਟਾਈਮ ਤੇ ਜਦੋਂ ਲਿਖਿਆ ਉਹ ਵੀ ਐਕਸਪੀਰੀਅੰਸ ਬੜਾ ਵਧੀਆ ਰਿਹਾ, ਜਿੰਨੀ ਦੇਰ ਲਿਖਿਆ ਹੈ। ਤੇ ਇਹਦੇ ਨਾਲ ਹੀ ਕਵਿਤਾ ਮੈਂ ਦੋਨੋਂ ਸਟਾਰ ਅਧਿਆਪਕਾਂ ਤੋਂ ਥੋੜੀ ਦੇਰ ਚ ਸੁਣਾਂਗੀ, ਪਰ ਉਸ ਤੋਂ ਪਹਿਲਾਂ ਮੈਂ ਇਹੀ ਸਵਾਲ ਰਜਨੀ ਮੈਮ ਤੋਂ ਪੁੱਛਣਾ ਚਾਹੂੰਗੀ ਕਿ ਮੈਮ ਵਾਕਈ ਹੀ ਕਲਮ ਹੱਥ ਦੇ ਵਿੱਚ ਕਿਵੇਂ ਆਈ? ਇਹ ਕਲਮ ਤੱਕ ਦਾ ਸਫ਼ਰ, ਲਿਖਣ ਤੱਕ ਦਾ ਸਫ਼ਰ ਕਿਵੇਂ ਦਾ ਰਿਹਾ? ਉਸ ਤੋਂ ਬਾਅਦ ਦੋਨੇ ਜਿਹੜੇ ਸਾਡੇ ਅਧਿਆਪਕ ਨੇ ਉਹ ਵਾਰੀ-ਵਾਰੀ ਆਪਣੇ ਜ਼ਰੂਰ ਜੋ ਲਿਖੇ ਹੋਏ ਨੇ, ਜੋ ਆਪਣੇ ਕਹਿੰਦੇ ਅਹਿਸਾਸ ਨੇ, ਜਿਨ੍ਹਾਂ ਨੂੰ ਕਵਿਤਾ ਦਾ ਰੂਪ ਤੁਸੀਂ ਦਿੱਤਾ ਹੈ, ਸਾਡੇ ਰੂਬਰੂ, ਸਾਡੇ ਸਰੋਤਿਆਂ ਦੇ ਰੂਪ ਜ਼ਰੂਰ ਕਰਨਾ। ਤੇ ਮੈਮ ਰਜਨੀ ਦੱਸੋ ਜੀ। ਮੇਰੇ ਮੁਤਾਬਕ ਇਹ ਗੋਡ ਗਿਫਟਡ ਹੁੰਦਾ ਆ ਕਿ ਤੁਹਾਡੇ ਅੰਦਰ ਕਿਤੇ ਨਾ ਕਿਤੇ
ਇਹ ਜਿਹੜੀ ਚਿੰਨ੍ਹ ਆ ਉਸ ਪ੍ਰਮਾਤਮਾ ਨੇ ਪਾਈ ਹੁੰਦੀ ਆ, ਪਰ ਹਾਲਾਤ ਇਹੋ ਜਿਹੇ ਕਈ ਵਾਰ ਬਣ ਜਾਂਦੇ ਆ ਕਿ ਉਹ ਜਦੋਂ ਚਿੰਨ੍ਹ ਫੁੱਟਦੀ ਆ, ਬਾਹਰ ਨਿਕਲਦੀ ਆ, ਸਾਨੂੰ ਉਦੋਂ ਪਤਾ ਲੱਗਦਾ। ਤੇ ਮੈਨੂੰ ਪਹਿਲਾਂ ਸ਼ੌਂਕ ਸੀ ਮੇਰੇ ਪਾਪਾ ਤੋਂ। ਮੇਰੇ ਪਾਪਾ ਭਾਸ਼ਣ ਤੇ ਕਵਿਤਾ ਦੇ ਵਿੱਚ ਚਾਹੁੰਦੇ ਹੁੰਦੇ ਸੀ ਕਿ ਜਿੱਥੇ ਵੀ ਕੰਪੀਟੀਸ਼ਨ ਹੋਵੇ ਉੱਥੇ ਮੈਂ ਤਿਆਰੀ ਕਰਕੇ ਬੋਲਾਂ। ਉਹ ਮੈਨੂੰ ਗਾਈਡ ਕਰਦੇ ਸੀ ਤੇ ਉਹ ਖੁਦ ਵੀ ਕਈ ਵਾਰ ਕਵਿਤਾ ਲਿਖ ਕੇ ਦੇ ਦਿੰਦੇ ਸੀ। ਉਹਨਾਂ ਤੋਂ ਮੈਨੂੰ ਥੋੜੀ ਜਿਹੀ ਇਸ ਗੱਲ ਦੀ ਚਿੰਨ੍ਹ ਲੱਗੀ ਸੀ। ਲੇਕਿਨ 2006 ਦੇ ਵਿੱਚ ਅਖਬਾਰ ਆਉਂਦੀ ਸੀ ਪੰਜਾਬੀ ਜਾਗਰਣ ਤੇ ਦੈਨਿਕ ਜਾਗਰਣ ਸਾਡੇ, ਉਹਨਾਂ ਨੇ ਸ਼ੇਰੋ ਸ਼ਾਇਰੀ ਦਾ ਕਾਲਮ ਸ਼ੁਰੂ ਕੀਤਾ ਸੀ ਕਿ 4 ਸ਼ੇਅਰ ਤੁਸੀਂ ਲਿਖ ਕੇ ਭੇਜੋ ਤੇ ਅਸੀਂ ਛਾਪਾਂਗੇ। ਉਦੋਂ ਮੈਂ ਉਹ 4 ਸ਼ੇਅਰ ਪਤਾ ਨਹੀਂ ਕਿਵੇਂ ਆ ਜਾਂਦੇ ਸੀ ਮਨ ਚੋਂ, ਮੈਂ ਲਿਖ ਕੇ ਭੇਜ ਦੇਣੇ ਤੇ ਉੱਥੇ ਪਬਲਿਸ਼ ਹੋਣ ਲੱਗ ਪਏ। ਉੱਥੋਂ ਥੋੜਾ ਜਿਹਾ ਅੱਛਾ ਲੱਗਦਾ ਕਿ ਛਪੀ ਹੋਈ ਰਚਨਾ ਨੂੰ ਜਦੋਂ ਕੋਈ ਪ੍ਰੇਜ਼ ਬਿਲਕੁਲ। ਕਰਦਾ। ਇੱਕ ਮੋਟੀਵੇਸ਼ਨ ਮਿਲ ਜਾਂਦੀ ਹੈ ਮੈਮ, ਆਪਣੇ ਆਪ ਨੂੰ ਹੌਸਲਾ ਜਿਹਾ ਹੋ ਜਾਂਦਾ ਕਿ ਹਾਂ ਸ਼ਾਇਦ ਅਸੀਂ ਜੋ ਚੰਦ ਲਾਈਨਾਂ ਜਾਂ ਸ਼ਬਦ ਆਪਣੇ ਅਹਿਸਾਸ ਪ੍ਰਗਟ ਕਰ ਰਹੇ ਹਾਂ ਜਾਂ ਲਿਖ ਰਹੇ ਹਾਂ, ਕਾਗਜ਼ ਤੇ ਉਤਾਰ ਰਹੇ ਹਾਂ, ਵਾਕਈ ਹੀ ਵੈਲਿਊ ਹੈ ਦੀ। ਫਿਰ ਇੱਕ ਹੋਰ ਮੋਟੀਵੇਸ਼ਨ ਹੁੰਦੀ ਹੈ ਕਿ ਹੋਰ ਲਿਖੀਏ ਕੁਝ। ਹਾਂਜੀ, ਉਹ ਉਦੋਂ ਸ਼ੇਅਰ ਸੀਗੇ ਸਿਰਫ ਜਿਵੇਂ ਮਨ ਦੀ ਸਥਿਤੀ ਬਾਹਰ ਆ ਜਾਂਦੀ ਸੀ। 2007 ਦੇ ਵਿੱਚ ਮੈਂ ਕੁਝ ਸਰਕਮਸਟੈਂਸਸ ਇਹੋ ਜਿਹੇ ਹੁੰਦੇ ਆ ਕਈ ਵਾਰ ਕਿ ਆਪਣਾ ਮਨ ਜਿਹੜਾ ਆ ਉਹਨਾਂ ਚੀਜ਼ਾਂ ਨੂੰ ਐਕਸੈਪਟ ਕਰਨ ਦੇ ਵਿੱਚ ਬੜਾ ਟਾਈਮ ਲਗਾਉਂਦਾ ਆ, ਤੇ ਅਸੀਂ ਨਾ ਤਾਂ ਉਹ ਕਿਸੇ ਨੂੰ ਚੀਜ਼ ਸ਼ੇਅਰ ਕਰ ਸਕਦੇ ਆ, ਨਾ ਕਿਸੇ ਨੂੰ ਦੱਸ ਸਕਦੇ ਆ, ਤੇ ਨਾ ਸਾਡਾ ਮਨ ਉਸ ਚੀਜ਼ ਨੂੰ ਸਵੀਕਾਰ ਕਰਦਾ ਹੈ। ਉਸ ਟਾਈਮ ਤੇ ਇੱਕ ਕਲਮ ਜਿਹਦੇ ਅੰਦਰ ਪਰਮਾਤਮਾ ਨੇ ਚਿੰਨ੍ਹ ਸੁੱਟੀ ਹੁੰਦੀ ਹੈ, ਇੱਕ ਹਥਿਆਰ ਵਾਂਗੂ ਵਰਤੀ ਜਾਂਦੀ ਹੈ ਕਿ ਅਸੀਂ ਉਹਨੂੰ ਆਪਣੇ ਜਜ਼ਬਾਤ ਲਿਖਣ ਲਈ ਉਹਨੂੰ ਵਰਤ ਲੈਂਦੇ। ਮੈਂ ਇਸੇ ਤਰ੍ਹਾਂ ਹੀ ਸ਼ੁਰੂ ਕੀਤਾ ਸੀ ਕਿ ਆਪਣੇ ਜਦੋਂ ਮੈਨੂੰ ਲੱਗਦਾ ਸੀ ਕਿ ਕੋਈ ਗੱਲ ਮੈਨੂੰ ਨਹੀਂ ਚੰਗੀ ਲੱਗਦੀ, ਨਹੀਂ ਪਸੰਦ, ਤੇ ਉਹਨੂੰ ਮੈਂ ਕਾਗਜ਼ ਤੇ ਉਤਾਰ ਦਿੰਦੀ ਸੀ। ਉਹਦੇ ਨਾਲ ਮੈਨੂੰ ਰਿਲੈਕਸ ਲੱਗਦਾ ਸੀ, ਆਰਾਮ ਮਿਲਦਾ ਸੀ ਤੇ ਮੈਨੂੰ ਸਕੂਨ ਮਿਲਦਾ ਸੀ ਕਿ ਹੁਣ ਮੈਂ ਇਸ ਚੀਜ਼ ਤੋਂ ਫਾਰਗ ਹੋ ਗਈ, ਧਿਆਨ ਵੰਡਿਆ ਜਾਂਦਾ ਸੀ ਉਸ ਚੀਜ਼। ਉਹ ਹੌਲੀ ਹੌਲੀ ਇਸੇ ਤਰ੍ਹਾਂ ਲਿਖਦੇ ਲਿਖਦੇ ਰਚਨਾਵਾਂ ਮੈਂ ਫਿਰ ਅਖਬਾਰ 'ਚ ਭੇਜਣੀਆਂ ਸ਼ੁਰੂ ਕੀਤੀਆਂ। ਉੱਥੋਂ ਮੈਨੂੰ ਫਿਰ ਇੱਕ 2013 ਦੇ ਵਿੱਚ ਮੇਰੀ ਕਹਾਣੀ ਦੈਨਿਕ ਜਾਗਰਣ ਦੇ ਵਿੱਚ ਲੱਗੀ ਸੀ, ਔਰ ਉਸ ਕਹਾਣੀ ਤੋਂ ਬਾਅਦ 'ਚ ਮੈਨੂੰ ਘੱਟੋ ਘੱਟ 100 ਕੁ ਚਿੱਠੀਆਂ ਆਈਆਂ। ਦੇ ਕੰਨਿਆ ਕੁਮਾਰੀ ਤੱਕ ਦੀ ਹੋ ਗਈ ਸੀ, ਔਰ ਉੱਤਰ ਪ੍ਰਦੇਸ਼, ਲਖਨਊ, ਪਤਾ ਨਹੀਂ ਕਿਹੜੀ ਕਿਹੜੀ ਜਗ੍ਹਾ ਤੋਂ ਉਹਨਾਂ ਨੇ ਪ੍ਰੋਪਰ ਮੇਰਾ ਐਡਰੈਸ ਦਿੱਤਾ ਸੀ। ਔਰ ਉਹਦੇ ਤੋਂ ਮੈਨੂੰ ਲੱਗਿਆ ਕਿ ਲੋਕ ਕਿਵੇਂ ਪੜ੍ਹਦੇ ਆ ਜੇ ਤੁਸੀਂ ਕੁਝ ਚੰਗਾ ਲਿਖਦੇ ਆ ਤਾਂ। ਉੱਥੋਂ ਮੈਨੂੰ ਹੋਰ ਹੌਸਲਾ ਮਿਲਿਆ। ਫਿਰ ਪ੍ਰੀਤ ਲੜੀ ਦੇ ਵਿੱਚ ਮੈਂ ਸਕੂਲ ਦੇ ਵਿੱਚ ਇੱਕ ਵਾਰ ਮੈਗਜ਼ੀਨ ਆਇਆ, ਉੱਥੋਂ ਚੁੱਕ ਕੇ ਮੈਂ ਆਪਣੀ ਕਵਿਤਾ ਭੇਜੀ। ਉਹਨਾਂ ਨੇ ਕਾਫੀ ਰਿਗਾਰਡ ਦਿੱਤਾ, ਉਹਨਾਂ ਨੇ ਲਾਈਫ ਟਾਈਮ ਲਈ ਮੈਨੂੰ ਪ੍ਰੀਤ ਲੜੀ ਦਾ ਮੈਂਬਰ ਬਣਾ ਲਿਆ। ਤੇ ਇਸੇ ਤਰ੍ਹਾਂ ਪਤਾ ਨਹੀਂ ਲੱਗਿਆ ਕਿ ਲਿਖਦੇ ਲਿਖਦੇ ਜਿਹੜੀ ਕਲਮ ਆ ਉਹ ਹਿੰਦੀ ਦੇ ਵਿੱਚ ਤੇ ਪੰਜਾਬੀ ਦੇ ਵਿੱਚ ਅੱਗੇ ਵੱਧਦੀ ਗਈ। 5 ਸਾਂਝਾ ਕਾਵਿ ਸੰਗ੍ਰਹਿ ਮੇਰੇ ਹਿੰਦੀ ਦੇ ਆਏ। ਫਿਰ ਉਹ ਕਵਿਤਾਵਾਂ ਇੰਨੀਆਂ ਹੋ ਗਈਆਂ ਕਿ ਕਵੀ ਸੰਮੇਲਨਾਂ ਦੇ ਵਿੱਚ ਹੌਲੀ ਹੌਲੀ ਜਾਣ ਦੀ ਇਨਵੀਟੇਸ਼ਨ ਮਿਲਣ ਲੱਗ ਪਏ। ਉੱਥੇ ਜਾਂਦਿਆਂ ਜਾਂਦਿਆਂ ਇਹ ਲੱਗਣ ਲੱਗਿਆ ਕਿ ਇਹਨਾਂ ਚੀਜ਼ਾਂ ਨੂੰ ਸੰਭਾਲਣਾ ਵੀ ਜ਼ਰੂਰੀ ਆ, ਕਿਉਂਕਿ ਬਹੁਤ ਸਾਰੀਆਂ ਰਚਨਾਵਾਂ ਐਵੇਂ ਗਵਾਚ ਗਈਆਂ ਕਿ ਜੇ ਅਸੀਂ ਉਹਨਾਂ ਨੂੰ ਸੰਭਾਲ ਲੈਂਦੇ ਤੇ ਕਿਤੇ ਨਾ ਕਿਤੇ ਕਿਸੇ ਟਾਈਮ ਤੇ ਸਾਨੂੰ ਖੁਦ ਨੂੰ ਹੀ ਪੜ੍ਹ ਕੇ ਲੱਗਦਾ ਆ ਕਿ ਆਹ ਵੀ ਟਾਈਮ ਦੇ ਵਿੱਚੋਂ ਅਸੀਂ ਲੰਘੇ ਆ। ਔਰ ਜਿਹੜਾ ਟਾਈਮ ਆ ਉਹ ਇਨਸਾਨ ਨੂੰ ਬਹੁਤ ਬਦਲ ਦਿੰਦਾ ਆ। ਕਈ ਵਾਰ ਅਸੀਂ ਸੋਚਦੇ ਆ ਕਿੰਨੇ ਸਾਲ ਪਹਿਲਾਂ ਕਿ ਅਸੀਂ ਇਹ ਗੱਲ ਕਿੱਦਾਂ ਪੋਸੀਬਲ ਹੋ ਗਈ, ਜਾਂ ਅੱਜ ਜੇ ਅਸੀਂ ਇਸ ਚੀਜ਼ ਥਾਂ ਤੇ ਖੜੇ ਆ ਤੇ ਅਸੀਂ ਉਸ ਟਾਈਮ ਤੇ ਕਿਉਂ ਨਹੀਂ ਕੁਝ ਕਰ ਸਕੇ, ਜਾਂ ਅਸੀਂ ਆਪਣੇ ਆਪ ਨੂੰ ਕਈ ਵਾਰ ਚਾਹ ਕੇ ਵੀ ਜਿਹੜਾ ਆ ਉਹਨਾਂ ਹਾਲਾਤਾਂ ਦੇ ਵਿੱਚੋਂ ਜਦੋਂ ਦੇਖਦੇ ਆ ਤੇ ਉਹ ਤਜਰਬੇ ਜਿਹੜੇ ਜ਼ਿੰਦਗੀ ਦੇ ਉਹਨਾਂ ਨੂੰ ਇਕੱਠਾ ਕਰਨਾ ਜ਼ਰੂਰੀ ਲੱਗਿਆ। ਸੋ ਮੇਰੀ ਟੁੱਟਣਾ ਵੀ ਖੂਬਸੂਰਤ ਹੁੰਦਾ ਹੈ ਕਿਤਾਬ ਪੰਜਾਬੀ ਦੀ, ਤੇ ਆਪਣਾ ਸੰਸਾਰ ਹਿੰਦੀ ਦੀ ਬੱਚਿਆਂ ਲਈ ਮੈਂ ਲਿਖੀ ਆ, ਤੇ 2 ਕਿਤਾਬਾਂ ਮੇਰੀਆਂ ਇਸ ਮਹੀਨੇ ਹੀ ਆ ਰਹੀਆਂ ਆ ਬੱਚਿਆਂ ਵਾਸਤੇ ਉਹ ਵੀ। ਤੇ ਇਹਨਾਂ ਨੂੰ ਕਰਨ ਇੱਥੇ ਮੈਮ ਅਸੀਂ ਐਡਵਾਂਸ ਚ ਬੁਕਿੰਗ ਕਰ ਰਹੇ ਹਾਂ ਕਿ ਸਾਡੇ ਤੱਕ ਸਾਰਿਆਂ ਤੱਕ ਜ਼ਰੂਰ ਪਹੁੰਚਦੀਆਂ ਹੋਣੀਆਂ ਚਾਹੀਦੀਆਂ। ਕਿਉਂ ਰੇਨੂ ਮੈਮ, ਸਹੀ ਕਿਹਾ ਨਾ? ਬਿਲਕੁਲ ਜੀ, ਬਿਲਕੁਲ। ਮੈਂ ਤਾਂ ਖੁਦ ਹੀ ਕਹਿਣ ਲੱਗੀ ਸੀ ਕਿ ਸਾਡੀ ਐਡਵਾਂਸ ਬੁਕਿੰਗ ਕਰਵਾ ਲਓ, ਸਾਨੂੰ ਜ਼ਰੂਰ ਬੁੱਕ ਭੇਜਿਓ ਆਪਣੀ। ਹਾਂਜੀ ਬਿਲਕੁਲ ਜ਼ਰੂਰ ਜੀ। ਤੇ ਉਸ ਤੋਂ ਬਾਅਦ ਨਾ ਜਦੋਂ ਹੁਣ ਆਪਾਂ ਨੂੰ ਲੱਗਦਾ ਆ ਕਿ ਅਸੀਂ ਜਿਹੜੀ ਚੀਜ਼ ਆਪਣੇ ਅੰਦਰ ਨਹੀਂ ਸਮੋ ਸਕਦੇ ਉਸ ਚੀਜ਼ ਨੂੰ ਅਸੀਂ ਹਰਫਾਂ ਦੇ ਰਾਹੀਂ ਲੋਕਾਂ ਤੱਕ ਪਹੁੰਚਾ ਸਕਦੇ ਹਾਂ। ਤੇ ਕਈ ਵਾਰ ਸਾਡੀਆਂ ਲਿਖੀਆਂ ਚੀਜ਼ਾਂ ਨੂੰ ਪੜ੍ਹ ਕੇ ਕਿਸੇ ਨੂੰ ਹਿੰਮਤ ਹੌਸਲਾ ਮਿਲਦਾ ਆ, ਜਾਂ ਸਾਡੀਆਂ ਲਿਖੀਆਂ ਚੀਜ਼ਾਂ ਨੂੰ ਪੜ੍ਹ ਕੇ ਬੱਚਿਆਂ ਨੂੰ ਚੰਗਾ ਲੱਗਦਾ ਹੈ ਤੇ ਸਾਨੂੰ ਖੁਦ ਨੂੰ ਵੀ ਇੱਕ ਸਕੂਨ ਮਿਲਦਾ, ਜਾਂ ਸਾਡੀ ਲਿਖੀ ਹੋਈ ਰਚਨਾ ਕਿਸੇ ਦੀ ਜ਼ਿੰਦਗੀ ਬਦਲਣ ਦੇ ਵਿੱਚ ਕੋਈ ਹਿੱਸਾ ਪਾਉਂਦੀ ਆ ਤਾਂ ਬੜਾ ਚੰਗਾ ਲੱਗਦਾ। ਤੇ ਮੈਮ ਤੇ ਫਿਰ ਹੁਣ ਰਚਨਾ ਦੀ ਵਾਰੀ ਆ ਜਾਏ। ਜੀ, ਟੁੱਟਣਾ ਵੀ ਖੂਬਸੂਰਤ ਹੁੰਦਾ ਹੈ ਦੇ ਵਿੱਚੋਂ ਮੈਂ ਆਪਣੀ ਕਵਿਤਾ ਟੁੱਟਣਾ ਵੀ ਖੂਬਸੂਰਤ ਹੁੰਦਾ ਹੀ ਸੁਣਾਵਾਂਗੀ ਪਹਿਲਾਂ।
ਇਹ ਵੀ ਕਿਸੇ ਘਟਨਾ ਤੋਂ ਹੀ ਪ੍ਰੇਰਿਤ ਹੋ ਕੇ ਐਕਚੁਅਲੀ ਦੇ ਵਿੱਚ ਅਲਫਾਜ਼ ਇਹ ਲਿਖੇ ਗਏ। ਅੱਜ ਦਿਲ ਕੀਤਾ ਕਿ ਲਿਖ ਦੇਵਾਂ ਇੱਕ ਮਾਫੀਨਾਮਾ ਸਭ ਦੇ ਨਾਮ। ਅੱਜ ਦਿਲ ਕੀਤਾ ਕਿ ਲਿਖ ਦੇਵਾਂ ਇੱਕ ਮਾਫੀਨਾਮਾ ਸਭ ਦੇ ਨਾਮ, ਤੇ ਮੰਗ ਲਵਾਂ ਸਭ ਤੋਂ ਮਾਫੀ ਉਹ ਗੁਨਾਹ ਜੋ ਮੈਂ ਕੀਤੇ ਹੀ ਨਹੀਂ ਉਹਨਾਂ ਦੀ। ਉਹ ਸਜ਼ਾਵਾਂ ਜੋ ਮੈਂ ਪਾ ਲਈਆਂ ਉਹਨਾਂ ਦੀ ਲੋੜ ਮੰਗਿਆ ਜਦੋਂ ਮੈਂ ਲੋੜ ਸਮੇਂ ਸਾਥ, ਮਿਲਿਆ ਉੱਥੋਂ ਇਨਕਾਰ, ਮੈਂ ਉਹਨਾਂ ਤੋਂ ਵੀ ਮਾਫੀ ਮੰਗ ਲਵਾਂ। ਜਿਨ੍ਹਾਂ ਨੇ ਗੱਲਾਂ ਕੀਤੀਆਂ ਬੜੀਆਂ ਅੰਗਿਆਰ, ਜਿਨ੍ਹਾਂ ਨੇ ਗੱਲਾਂ ਕੀਤੀਆਂ ਬੜੀਆਂ ਅੰਗਿਆਰ, ਮਦਦ ਵੇਲੇ ਕੀਤਾ ਸਾਫ਼ ਇਨਕਾਰ, ਮੈਂ ਉਹਨਾਂ ਤੋਂ ਵੀ ਮਾਫੀ ਮੰਗ ਲਵਾਂ। ਜਿਨ੍ਹਾਂ ਨੇ ਕੀਤਾ ਮੇਰਾ ਅਪਮਾਨ, ਚੱਲ ਫਿਰ ਕੀ ਹੋਇਆ ਮਨਾ, ਮੈਂ ਕਰਾਂ ਉਹਨਾਂ ਦਾ ਸਨਮਾਨ, ਮੈਂ ਮਾਫੀ ਮੰਗ ਲਵਾਂ। ਜਿਨ੍ਹਾਂ ਨੂੰ ਲੋੜ ਵੇਲੇ ਮੈਂ ਯਾਦ ਆਈ, ਜਿਨ੍ਹਾਂ ਨੇ ਮੇਰੀ ਪਿੱਠ ਨੂੰ ਪਾਇਦਾਨ ਬਣਾ ਕੇ ਛਲਾਂਗ ਲਗਾਈ, ਉਹਨਾਂ ਨੂੰ ਮਾਫ ਕਰ ਦੇਵਾਂ। ਪਰ ਫਿਰ ਦਿਲ ਵਿੱਚੋਂ ਆਵਾਜ਼ ਆਈ, ਆਤਮ ਸਨਮਾਨ ਨੇ ਦੁਹਾਈ ਪਾਈ, ਸੁੱਤੀ ਜ਼ਮੀਰ ਨੇ ਚੀਕ ਲਗਾਈ, ਬੇਜਾਨ ਆਤਮਾ ਜੀਵੰਤ ਹੋ ਕੇ ਉਕਲਾਈ, ਤੇ ਅਚਾਨਕ ਕੁਰਲਾਈ ਕਿ ਬੜਾ ਤਕਲੀਫ ਦੇ ਹੁੰਦਾ ਹੈ ਪਿੱਠ ਨੂੰ ਪਾਇਦਾਨ ਬਣਾਉਣਾ, ਕਿ ਬੜਾ ਤਕਲੀਫ ਦੇ ਹੁੰਦਾ ਹੈ ਪਿੱਠ ਨੂੰ ਪਾਇਦਾਨ ਬਣਾਉਣਾ, ਆਪਣਾ ਆਪ ਗਵਾਉਣਾ, ਨੰਗੇ ਪੈਰੀ ਅੱਗ ਤੇ ਤੁਰ ਦਿਖਾਉਣਾ, ਆਪਣੀ ਰੂਹ ਨੂੰ ਜ਼ਖਮੀ ਕਰਕੇ ਕਿਸੇ ਅੱਗੇ ਆਪਣਾ ਸਿਰ ਝੁਕਾਉਣਾ। ਪਾੜ ਦਿੱਤਾ ਮਾਫੀਨਾਮਾ ਮੈਂ, ਪਾੜ ਦਿੱਤਾ ਮਾਫੀਨਾਮਾ ਮੈਂ, ਕਿਉਂਕਿ ਕਈ ਵਾਰ ਟੁੱਟਣਾ ਵੀ ਖੂਬਸੂਰਤ ਹੁੰਦਾ ਹੈ, ਟੁੱਟਣਾ ਵੀ ਖੂਬ। ਬਹੁਤ ਵਧੀਆ ਮੈਮ, ਬਹੁਤ ਖੂਬ। ਮਤਲਬ ਵਾਕਈ ਹੀ ਤਾਂ ਹੀ ਕਹਿ ਦਿੰਦੇ ਨੇ ਨਾ, ਅਸਲ 'ਚ ਕਵੀ ਕੀ ਹੁੰਦਾ ਹੈ, ਜੋ ਆਪਣੇ ਤਜਰਬਿਆਂ ਨੂੰ, ਆਪਣੇ ਅਹਿਸਾਸਾਂ ਨੂੰ, ਮੁਸ਼ਕਿਲਾਂ ਨੂੰ ਕਲਮ ਦੇ ਰਾਹੀਂ ਸ਼ਬਦਾਂ ਦਾ ਰੂਪ ਦੇ ਕੇ ਸਾਡੇ ਰੂਬਰੂ ਕਰ ਦਿੰਦਾ ਹੈ, ਉਹ ਕਵੀ ਹੈ। ਤੇ ਜਿਹੜੇ ਉਹਦੀ ਸ਼ਬਦ ਸਾਡੇ ਸਾਹਮਣੇ ਆਉਂਦੇ ਨੇ, ਉਹਦੀ ਕਵਿਤਾ ਹੈ। ਅਸਲ ਦੇ ਵਿੱਚ ਮੈਂ ਕਹਿੰਦੀ, ਮੈਨੂੰ ਲੱਗਦਾ ਮੈਮ ਦੋਨੋਂ ਹੀ ਅਧਿਆਪਕ ਸਾਹਿਬਾਨ ਨੂੰ ਕਹਿਣਾ ਚਾਹਾਂਗੀ, ਤੁਸੀਂ ਵੀ ਜ਼ਰੂਰ ਦੱਸਣਾ ਇਸ ਬਾਰੇ। ਜਿੱਥੋਂ ਤੱਕ ਲੱਗਦਾ ਮੈਨੂੰ ਕਿ ਜਦ ਤੱਕ ਕਹਿੰਦੇ ਜ਼ਿੰਦਗੀ 'ਚ ਮੁਸ਼ਕਿਲਾਂ ਨਹੀਂ ਆਉਂਦੀਆਂ ਨਾ, ਅਸੀਂ ਲਿਖ ਨਹੀਂ ਸਕਦੇ। ਜਦੋਂ ਮੁਸ਼ਕਿਲਾਂ ਆਉਂਦੀਆਂ ਨੇ, ਮੁਸ਼ਕਿਲਾਂ ਨੂੰ ਫੇਸ ਕਰਦੇ ਹਾਂ, ਅਸੀਂ ਉਸ ਔਕੜਾਂ 'ਚੋਂ ਨਿਕਲਦੇ ਹਾਂ, ਤਾਂ ਹੀ ਇਹ ਕਲਮ ਚੱਲਦੀ ਹੈ। ਮੈਨੂੰ ਲੱਗਦਾ ਦੋਨੇ ਸਹਿਮਤ ਹੋਣਗੇ ਸ਼ਾਇਦ। ਬਿਲਕੁਲ ਸਹੀ ਗੱਲ ਆ, ਬਿਲਕੁਲ ਸਹੀ ਗੱਲ ਹੈ। ਤੇ ਇਹਦੇ ਨਾਲ ਹੀ ਹੁਣ ਮੈਂ ਰੀਨੂ ਮੈਮ ਨੂੰ ਚਾਹਾਂਗੀ, ਮੈਮ ਹੁਣ ਤੁਸੀਂ ਆਪਣੀ ਕੋਈ ਨਜ਼ਮ, ਆਪਣੀ ਕੋਈ ਕਵਿਤਾ ਸੁਣਾਓ ਜ਼ਰੂਰ ਸਾਡੇ ਸਰੋਤਿਆਂ ਨੂੰ। ਵਾਕਈ ਹੀ ਦਿਲ ਨੂੰ ਅੰਦਰ ਤੱਕ ਨਾ ਝੰਜੋੜ ਦਿੰਦੀਆਂ ਨੇ ਮੈਮ, ਜਦੋਂ ਡੂੰਘਾਈ 'ਚ ਲਿਖੀਆਂ ਹੁੰਦੀਆਂ ਨੇ, ਆਪਣੇ ਆਪਾਂ ਅਹਿਸਾਸ ਸ਼ਾਮਿਲ ਕਰਦੇ ਹਾਂ ਮੈਮ। ਰਜਨੀ ਮੈਮ ਵਾਕਈ ਬਹੁਤ ਜ਼ਿਆਦਾ ਸੋਹਣੀ, ਬਹੁਤ ਹੀ ਜ਼ਿਆਦਾ ਸੋਹਣੀ। ਐਂਡ ਮਤਲਬ ਵਰਡਸ ਨਹੀਂ ਹੈ ਮੈਨੂੰ, ਮੇਰੇ ਲੱਭ ਰਹੇ ਕਿ ਮੈਂ ਕਿੱਦਾਂ ਤੁਹਾਡੀ ਲਿਖਤ ਦੀ ਤਾਰੀਫ ਕਰਾਂ। ਬਹੁਤ ਜ਼ਿਆਦਾ ਸੋਹਣੇ ਸੀ। ਤੇ ਮੈਨੂੰ ਇੰਨਾ ਸੋਹਣਾ ਤਾਂ ਨਹੀਂ ਲਿਖਣਾ ਆਉਂਦਾ, ਕਿਉਂਕਿ ਉਹ ਮੇਰੀ ਸ਼ੁਰੂਆਤ ਔਰ ਐਂਡਿੰਗ ਦੋਨੋਂ ਇਕੱਠੀਆਂ ਹੀ ਹੋਈਆਂ ਆ। ਸੋ ਮੈਮ ਅਸੀਂ ਐਂਡ ਨਹੀਂ ਕਰਨ ਦੇਣਾ, ਅਸੀਂ ਇੱਥੇ ਪਹਿਲਾਂ ਹੀ ਸਾਡੇ ਸਰੋਤਿਆਂ ਨਾਲ ਮਿਲ ਕੇ, ਰਜਨੀ ਮੈਮ ਸਹੀ ਕਿਹਾ ਨਾ, ਅਸੀਂ ਐਂਡ ਨਹੀਂ ਕਰਨ ਦੇਣਾ, ਅਸੀਂ ਕਲਮ ਫੇਰ ਮੈਮ ਤੋਂ ਚੁਕਵਾਣੀ ਹੈ। ਤੇ ਮੈਮ ਹੁਣ ਤੁਹਾਡੀ ਨਜ਼ਮ ਸੁਣਦੇ ਆ ਪਹਿਲਾਂ। ਹਾਂਜੀ, ਤੇ ਮੇਰੀ ਕਵਿਤਾ ਦਾ ਨਾਮ ਹੈ ਛਲ ਨਹੀਂ ਹੋਣਾ। ਆਦਮੀ ਦੇ ਆਦਮੀ ਨਾਲ ਛਲ ਨਹੀਂ ਹੋਣੇ, ਜੋ ਹਨੇਰੇ ਅੱਜ ਹਨ ਉਹ ਕੱਲ ਨਹੀਂ ਹੋਣੇ, ਜੋ ਹਨੇਰੇ ਅੱਜ ਹਨ ਉਹ ਕੱਲ ਨਹੀਂ ਹੋਣੇ। ਸਿੱਖਣਾ ਪੈਣਾ ਸਾਨੂੰ ਹੀ ਚੱਲਣਾ ਠੀਕ ਤਰ੍ਹਾਂ, ਸਿੱਖਣਾ ਪੈਣਾ ਸਾਨੂੰ ਹੀ ਚੱਲਣਾ ਠੀਕ ਤਰ੍ਹਾਂ, ਜ਼ਿੰਦਗੀ ਦੇ ਰਾਹ ਕਦੇ ਸਮਤਲ ਨਹੀਂ ਹੋਣੇ। ਦਾਇਰਾ ਸਮਝ ਤੇਰੀ ਦਾ ਸੁਲਝਾਏ ਜਾ ਇਸਨੂੰ, ਦਾਇਰਾ ਸਮਝ ਤੇਰੀ ਦਾ ਸੁਲਝਾਏ ਜਾ ਇਸਨੂੰ, ਸਵਾਲ ਆਪਣੇ ਕਦੀ ਦੂਸਰੇ ਤੋਂ ਹੱਲ ਨਹੀਂ ਹੋ, ਸਵਾਲ ਆਪਣੇ ਕਦੀ ਦੂਸਰੇ ਤੋਂ ਹੱਲ ਨਹੀਂ ਹੋ। ਅੱਖਰਾਂ ਨਾਲ ਜੁੜ ਜਾਣਾ ਸ਼ਬਦਾਂ ਨੇ ਜਦ ਕਦੀ, ਅੱਖਰਾਂ ਨਾਲ ਜੁੜ ਜਾਣਾ ਸ਼ਬਦਾਂ ਨੇ ਜਦ ਕਦੀ, ਗਿਆਨ ਦੇ ਅੰਬਰੀ ਫਿਰ ਬੱਦਲ ਨਹੀਂ ਹੋ। ਹੱਕਾਂ ਨਾਲ ਲੜਨਾ ਜਦ ਸਿੱਖ ਗਏ ਸਾਰੇ, ਹੱਕਾਂ ਨਾਲ ਲੜਨਾ ਜਦ ਸਿੱਖ ਗਏ ਸਾਰੇ, ਹੋਣਗੇ ਗਰੀਬ ਭਾਵੇਂ ਪਰ ਨਿਰਬਲ ਨਹੀਂ ਹੋਣੇ, ਹੋਣਗੇ ਗਰੀਬ ਭਾਵੇਂ ਪਰ ਨਿਰਬਲ ਨਹੀਂ ਹੋਣੇ। ਡੂੰਘੇ ਪਾਣੀ ਵੀ ਜੀਵਨ ਦਾਨ ਜਦ ਦੇਣ ਲੱਗਣ, ਡੂੰਘੇ ਪਾਣੀ ਵੀ ਜੀਵਨ ਦਾਨ ਜਦ ਦੇਣ ਲੱਗਣ, ਪਾਣੀ ਵਗਦਾ ਰਹੂ, ਪਾਣੀ ਵਗਦਾ ਰਹੂ, ਪਰ ਫਿਰ ਦਲਦਲ ਨਹੀਂ ਹੋ, ਫਿਰ ਦਲਦਲ ਨਹੀਂ ਹੋ।
ਥੈਂਕ ਯੂ ਜੀ। ਬਸ ਮੈਨੂੰ ਤਾਂ ਇੰਨਾ ਕੀ ਲਿਖਣਾ ਆਉਂਦਾ ਹੈ। ਨਹੀਂ ਮੈਮ, ਬਹੁਤ ਖੂਬ, ਬਹੁਤ ਖੂਬ ਮੈਮ। ਰਜਨੀ ਮੈਮ, ਲੱਗਦਾ ਹੈ ਵੀ ਪਹਿਲੀ ਵਾਰ ਚੱਕੀ ਹੈ ਜਾਂ ਆਖਰੀ ਵਾਰ। ਮਤਲਬ ਮੈਨੂੰ ਨਹੀਂ ਲੱਗਦਾ, ਸਾਡੇ ਸਰੋਤੇ ਵੀ ਜ਼ਰੂਰ ਸਾਡੇ ਨਾਲ ਸਹਿਮਤ ਹੋਣਗੇ ਕਿ ਮੈਮ ਨੂੰ ਕਲਮ ਜਿਹੜੀ ਰੱਖੀ ਹੈ, ਪਰਮਾਤਮਾ ਅਰਦਾਸ ਕਰਦੇ ਹਾਂ ਤੁਸੀਂ ਇਹ ਕਲਮ ਫੇਰ ਚੱਕੋ, ਫੇਰ ਹੀ ਇੰਨਾ ਖੂਬਸੂਰਤ ਲਿਖੋ। ਥੈਂਕ ਤੇ ਯੂ ਜੀ। ਫਿਰ ਅਸੀਂ ਇਹਨਾਂ ਖੂਬਸੂਰਤ ਨਜ਼ਮਾਂ ਨੂੰ ਦਿਲ ਤੋਂ ਸੁਣੀਏ। ਤੇ ਉਹੀ ਗੱਲ ਹੈ ਕਿ ਜਦੋਂ ਵੀ ਕੋਈ ਖਾਸ ਕਰ ਇੱਕ ਕਵਿਤਾ ਸੁਣਦੇ ਆ, ਅਹਿਸਾਸ ਸੁਣਦੇ ਆ ਨਾ, ਤੇ ਦਿਲੋਂ ਅਰਦਾਸ ਨਿਕਲਦੀ ਹੈ ਪ੍ਰਮਾਤਮਾ ਅੱਗੇ, ਇੰਨਾ ਸੋਹਣਾ ਹੈ ਪ੍ਰਮਾਤਮਾ, ਹੋਰ ਸੋਹਣਾ ਲਿਖਣ ਲਈ ਦਾਤ ਬਖਸ਼ੇ, ਹੈ ਨਾ ਰਜਨੀ ਮੈਮ। ਤੇ ਹੁਣ ਮੈਂ ਚਾਹਾਂਗੀ ਮੈਮ, ਕਵਿਤਾ ਵੱਲ ਵੀ ਅਸੀਂ ਵੱਧ ਰਹੇ ਹਾਂ, ਥੋੜਾ ਜਿਹਾ ਅਧਿਆਪਕ ਸਫਰ ਦੇ ਵੱਲ ਅਸੀਂ ਰੁਖ ਕਰੀਏ ਜ਼ਿੰਦਗੀ ਦੇ ਵਿੱਚ। ਤੇ ਰੇਨੂ ਮੈਮ, ਹਾਂਜੀ ਫਸਟ ਟਾਈਮ ਤੁਸੀਂ ਦੱਸਿਆ ਵੈਸੇ ਸਕੂਲ ਦਾ, ਪਰ ਮੈਂ ਫਿਰ ਵੀ ਪੁੱਛਣਾ ਚਾਹਾਂਗੀ ਕਿ ਜਦੋਂ ਅਸੀਂ ਕਹਿੰਦੇ ਨੇ ਪਹਿਲੀ ਵਾਰ ਸਕੂਲ ਜਾਂਦੇ ਹਾਂ, ਇੱਕ ਹੁੰਦਾ ਕਿ ਜਦੋਂ ਅਸੀਂ ਆਪ ਦਾਖਲਾ ਲੈਂਦੇ ਹਾਂ, ਇੱਕ ਹੁੰਦਾ ਹੈ ਕਿ ਜਦੋਂ ਅਸੀਂ ਪੜ੍ਹਾਉਣ ਵਾਸਤੇ ਦਾਖਲਾ ਲੈਂਦੇ ਹਾਂ। ਹਾਂਜੀ ਹਾਂਜੀ। ਤੇ ਬੜਾ ਇੱਕ ਨਵਾਂ ਹੀ ਤਜਰਬਾ ਆਪਣੇ ਆਪ ਦੇ ਅੰਦਰ ਹੁੰਦਾ ਹੈ। ਕੀ ਸੋਚ, ਕੀ ਉਮੰਗ, ਕੀ ਉਹ ਅਹਿਸਾਸ ਦੀ ਜਦੋਂ ਪਹਿਲੀ ਵਾਰ ਸਕੂਲ ਗਏ, ਤੇ ਕਿਸ ਤਰ੍ਹਾਂ ਦਾ ਬੱਚਿਆਂ ਦੇ ਨਾਲ ਤੁਹਾਡਾ ਅਟੈਚਮੈਂਟ ਸਫ਼ਰ ਰਿਹਾ? ਜੀ, ਬਹੁਤ ਵਧੀਆ ਸਫ਼ਰ ਰਿਹਾ ਮੇਰਾ ਟੀਚਿੰਗ ਦੇ ਵਿੱਚ ਹੁਣ ਤੱਕ ਦਾ। ਤਾਂ ਤੇ ਜਦੋਂ ਮੈਂ ਫਸਟ ਟਾਈਮ, ਜਿੰਨਾ ਪ੍ਰਾਈਵੇਟ ਵਾਲਾ ਵੀ ਮੇਰਾ ਜਿਹੜਾ ਐਕਸਪੀਰੀਅੰਸ ਸੀਗਾ ਨਾ, ਉਹ ਦਾ ਬੈਸਟ ਐਕਸਪੀਰੀਅੰਸ ਆਫ ਮਾਈ ਲਾਈਫ ਸੀਗਾ। ਬਹੁਤ ਹੁਣ ਵੀ ਏਦਾਂ ਹੁੰਦਾ ਕਿ ਬੱਚੇ ਮਿਲਦੇ ਆ ਤਾਂ ਉਹ ਹੀ ਕਹਿੰਦੇ, ਮੈਮ ਜੋ ਤੁਸੀਂ ਇੰਗਲਿਸ਼ ਦੇ ਸਾਨੂੰ ਕੰਸੈਪਟ ਕਲੀਅਰ ਕਰਾਏ ਆ ਨਾ, ਉਹ ਸਾਨੂੰ ਹੁਣ ਤੱਕ ਵੀ ਯਾਦ ਆ। ਤਾਂ ਬੜਾ ਪ੍ਰਾਊਡ ਫੀਲ ਹੁੰਦਾ ਆ ਕਿ ਵੀ ਚਲੋ ਹੁਣ ਤਾਂ ਬੱਚੇ ਸਾਰੇ ਮੈਰਿਡ ਨੇ, ਇੰਨੇ ਵੱਡੇ ਬੱਚੇ ਮਿਲਦੇ ਆ, ਪਰ ਫਿਰ ਵੀ ਜਦੋਂ ਇਹ ਵਾਲੀ ਗੱਲ ਬੋਲਦੇ ਆ ਨਾ, ਤਾਂ ਬੜਾ ਪ੍ਰਾਊਡ ਫੀਲ ਹੁੰਦਾ ਹੈ ਕਿ ਚਲੋ ਜੇ ਬੱਚਿਆਂ ਨੂੰ ਕੁਝ ਸਿਖਾਇਆ ਹੈ ਤਾਂ ਉਹ ਬੱਚਿਆਂ ਦੇ ਕੰਮ ਆ ਰਿਹਾ। ਤੇ ਜਦੋਂ ਮੈਂ ਮਤਲਬ ਉੱਥੇ ਤਾਂ ਜਿਹੜਾ ਐਕਸਪੀਰੀਅੰਸ ਸੀਗਾ ਹੀ ਸੀਗਾ, ਪਰ ਜਦੋਂ ਮੈਂ ਇੱਧਰ ਆਈ ਹਾਂ ਨਾ ਗਵਰਨਮੈਂਟ ਜੌਬ ਦੇ ਵਿੱਚ, ਉਹ ਤਾਂ ਮਤਲਬ ਇੰਨਾ ਕੁ ਜ਼ਿਆਦਾ ਮੈਨੂੰ ਵਧੀਆ ਐਕਸਪੀਰੀਅੰਸ ਲੱਗਾ। ਜਦੋਂ ਸ਼ੁਰੂ ਫਸਟ ਮੇਰੀ ਜੁਆਇਨਿੰਗ ਜਿਹੜੀ ਸੀ ਨਾ, ਉਹ ਫਗਵਾੜੇ ਦੇ ਕੋਲ ਸਟੇਸ਼ਨ ਸੀਗਾ ਮੇਰਾ, ਕਿਸ਼ਨਪੁਰ, ਛੋਟਾ ਜਿਹਾ ਪਿੰਡ ਸੀਗਾ। ਤੇ ਉੱਥੋਂ ਦੀ ਮੇਰੀ ਜੁਆਇਨਿੰਗ ਸੀ। ਸਕੂਲ ਦੇ ਵਿੱਚ 20 ਬੱਚੇ ਹੋਣੇ ਆ। ਤੇ ਜਦੋਂ ਮੈਂ ਫਸਟ ਡੇ ਸਕੂਲ ਚ ਗਈ, ਮੈਂ ਬੜੀ ਐਕਸਾਈਟਿਡ ਸੀ ਕਿ ਮੈਂ ਜੁਆਇਨ ਕਰਨ ਵਾਸਤੇ ਜਾ ਰਹੀ ਹਾਂ ਨਾ। ਉਹ ਮੈਂ ਕਲਚਿਸ ਦੇ ਨਾਲ ਚਲਦੀ ਹਾਂ। ਤੇ ਉਹ ਜਦੋਂ ਮੈਂ ਉੱਥੇ ਪਹੁੰਚੀ ਤਾਂ ਨਾ, ਬੱਚੇ ਬੜਾ ਮਤਲਬ ਏਦਾਂ ਰੂਮ ਦੇ ਵਿੱਚੋਂ ਬਾਹਰ ਨਿਕਲ ਕੇ ਮੈਨੂੰ ਦੇਖ ਰਹੇ ਸੀਗੇ। ਤੇ ਮੈਨੂੰ ਏਦਾਂ ਲੱਗਾ ਕਿ ਸ਼ਾਇਦ ਉਹਨਾਂ ਨੂੰ ਅਜੀਬ ਲੱਗ ਰਿਹਾ ਹੋਣਾ ਨਾ, ਕਿਉਂਕਿ ਜ਼ਰੂਰੀ ਨਹੀਂ ਹੈ ਕਿ ਬੱਚਿਆਂ ਨੇ ਇਹ ਰੂਟੀਨ ਦੇ ਵਿੱਚ ਜਾਂ ਦੇਖਿਆ ਹੋਏਗਾ ਕਿਸੇ ਨੂੰ ਇਸ ਤਰ੍ਹਾਂ। ਤੇ ਫਸਟ ਡੇ ਜਦੋਂ ਮੈਂ ਕਲਾਸ ਲਈ ਹੈ, ਤਾਂ ਫਿਰ ਮੈਂ ਪਹਿਲੇ ਦਿਨ ਬਸ ਮੈਂ ਕੋਸ਼ਿਸ਼ ਇਹ ਕੀਤੀ ਕਿ ਮੈਂ ਬੱਚਿਆਂ ਦੇ ਨਾਲ ਫਰੈਂਡਲੀ ਹੋਵਾਂ, ਬੱਚੇ ਮੇਰੇ ਤੋਂ ਡਰਨ ਨਾ, ਬੱਚਿਆਂ ਨੂੰ ਮੇਰਾ ਕਲਾਸ 'ਚ ਚੱਲਣਾ ਫਿਰਨਾ ਜਿਹੜਾ ਆ ਉਹ ਔਡ ਨਾ ਲੱਗੇ। ਤੇ ਸ਼ੁਰੂ 'ਚ ਹੁੰਦਾ ਕੀ ਸੀਗਾ ਕਿ ਜਦੋਂ ਬੱਚਿਆਂ ਨੂੰ ਕੋਈ ਐਕਟੀਵਿਟੀ ਕਰਵਾਣੀ ਨਾ, ਤੇ ਮੈਂ ਤਾਂ ਇੱਕ ਜਗ੍ਹਾ ਤੇ ਖੜੇ ਹੋ ਕੇ ਐਕਸ਼ਨ ਕਰਨੇ। ਤੇ ਉਹ ਕੁਛ ਦਿਨ ਏਦਾਂ ਹੋਇਆ ਕਿ ਬੱਚੇ ਵੀ ਨਾ, ਜਿਵੇਂ ਮੈਂ ਖੜੀ ਹਾਂ ਬਸ ਓਦਾਂ ਹੀ ਬੱਚੇ ਖੜੇ ਹੋ ਕੇ ਐਕਸ਼ਨ ਕਰਦੇ ਰਹਿੰਦੇ ਸੀ। ਤੇ ਮੈਂ ਬੜਾ ਮਤਲਬ ਉਹਨਾਂ ਨੂੰ ਕੋਸ਼ਿਸ਼ ਕਰਨੀ ਸਿਖਾਉਣ ਦੀ ਕਿ ਨਹੀਂ ਬੇਟੇ ਤੁਸੀਂ ਏਦਾਂ ਕਰਨਾ ਵਾ, ਤੁਸੀਂ ਏਦਾਂ ਕਰਨਾ, ਪਰ ਉਹਨਾਂ ਨੂੰ ਨਹੀਂ ਸੀ ਸਮਝ ਆ ਰਿਹਾ। ਫਿਰ ਮੈਂ ਹੀ ਇੱਕ ਵੇ ਆਊਟ ਲੱਭਿਆ ਕਿ ਮੈਂ ਆਪਣੀ ਇੱਕ ਨਾਲ ਇੱਕ ਬੱਚਾ ਵੱਡੀ ਕਲਾਸ ਦਾ, ਮੈਂ ਉਹਨੂੰ ਨਾਲ ਲੈ ਕੇ ਖੜੀ ਹੋਈ। ਮੈਂ ਕਿਹਾ ਦੇਖ ਵੀ ਉਹਨੂੰ ਐਕਸ਼ਨ ਮੈਂ ਸਿਖਾ ਦਿੱਤੇ ਕਿ ਤੂੰ ਏਦਾਂ ਐਕਸ਼ਨ ਕਰਨੇ ਆ। ਤੇ ਫਿਰ ਬੱਚੇ ਜਿਹੜੇ ਆ ਉਹ ਮਤਲਬ ਮੈਨੂੰ ਉਹਨਾਂ ਨੇ ਫੋਲੋ ਕੀਤਾ ਕਿ ਹਾਂ ਅਸੀਂ ਕੀ ਕਰਨ ਜਾ ਰਹੇ ਆ। ਤੇ ਹੁਣ ਤੁਸੀਂ ਇਹ ਦੇਖੋ ਕਿ ਹੁਣ ਮੇਰੇ ਸਿਖਾਏ ਹੋਏ ਬੱਚੇ, ਕਹਿ ਲਓ ਮੇਰੇ ਕਲੀਗਸ ਇੰਨੇ ਵਧੀਆ ਆ, ਉਹਨਾਂ ਦੇ ਨਾਲ ਜਦੋਂ ਅਸੀਂ ਇਕੱਠੇ ਰਲ ਕੇ ਬੱਚਿਆਂ ਨੂੰ ਜੋ ਸਿਖਾ ਰਹੇ ਆ, ਹੁਣ ਬੱਚੇ ਡਾਂਸ ਵੀ ਕਰਦੇ ਆ। ਉਹੀ ਵਾਲੇ ਮਤਲਬ ਐਕਸ਼ਨਸ ਜਿਹੜੇ ਆ ਉਹ ਉਹਨਾਂ ਨੂੰ ਉਹ ਸਮਝ ਆ ਗਿਆ ਉਹਨਾਂ ਨੂੰ ਕਿ ਵੀ ਹਾਂ ਸਾਡੇ ਟੀਚਰ ਜਿਹੜੇ ਮੇਰੇ ਸਾਡੇ ਮੈਮ ਆ ਉਹ ਸਾਨੂੰ ਕੀ ਸਿਖਾਉਣਾ ਚਾਹੁੰਦੇ ਆ, ਤਾਂ ਉਹਦੇ ਅਕੋਰਡਿੰਗ ਹੁਣ ਉਹ ਸਾਰੇ ਨਾਲ ਰਲ ਕੇ ਕਰਦੇ ਆ। ਸੋ ਬੜਾ ਵਧੀਆ ਲੱਗਦਾ ਹੈ ਕਿ ਬੱਚੇ ਇਸ ਚੀਜ਼ ਨੂੰ ਫੋਲੋ ਕਰਦੇ ਆ ਕਿ ਹਾਂ ਸਾਨੂੰ ਜੋ ਮੈਮ ਸਿਖਾ ਰਹੇ ਹੈ, ਜੋ ਸਾਨੂੰ ਦੱਸ ਰਹੇ ਹੈ, ਉਹ ਸਾਡੇ ਲਈ ਕਿੰਨਾ ਯੂਜ਼ਫੁਲ ਹੈ। ਸੋ ਉਹ ਵੀ ਸਾਰੇ ਫੋਲੋ ਕਰਦੇ ਆ ਤਾਂ ਬੜਾ ਮਜ਼ਾ ਆਉਂਦਾ। ਬੱਚਿਆਂ ਨਾਲ ਖੇਡਣ 'ਚ ਬਹੁਤ ਮਜ਼ਾ ਆਉਂਦਾ ਆ। ਬਹੁਤ ਕ੍ਰਿਕਟ ਖੇਡਦੇ ਹੁੰਦੇ ਸੀ, ਹੁਣ ਤਾਂ ਮਤਲਬ ਏਦਾਂ ਦੇ ਹਾਲਾਤ ਹੋ ਗਏ ਸੀਗੇ, ਬੱਚੇ ਇੰਨੇ ਜ਼ਿਆਦਾ ਮਤਲਬ ਮੈਨੂੰ ਸਮਝਦੇ ਕਿ ਬੱਚਿਆਂ ਨੂੰ ਕਹਿੰਦਾ ਮੈਮ ਤੁਸੀਂ ਖੇਡੋ ਸਾਡੇ ਨਾਲ, ਅਸੀਂ ਤੁਹਾਡੇ ਰਨਰ ਬਣ ਜਾਂਦੇ ਹਾਂ। ਕੋਈ ਇੱਕ ਬੱਚਾ ਜਿਹੜਾ ਹੈ ਉਹ ਮੇਰਾ ਰਨਰ ਬਣ ਗਿਆ ਤੇ ਮੈਂ ਖੇਡ ਰਹੀ ਹਾਂ ਉਹਨਾਂ ਨਾਲ, ਕ੍ਰਿਕਟ ਖੇਡ ਰਹੀ ਹਾਂ। ਮਤਲਬ ਬਹੁਤ ਇੰਜੋਏ ਕਹਿਣਾ ਚਾਹਾਂਗੀ। ਵੱਡੇ ਬੱਚਿਆਂ ਨੂੰ ਪੜ੍ਹਾ ਕੇ ਇੱਕ ਅਲੱਗ ਤਰ੍ਹਾਂ ਦਾ ਐਕਸਪੀਰੀਅੰਸ ਆਪਾਂ ਲੈਂਦੇ ਹਾਂ, ਪਰ ਜੋ ਇਹ ਛੋਟੀਆਂ ਛੋਟੀਆਂ ਰੂਹਾਂ ਸਾਨੂੰ ਸਿਖਾਉਂਦੀਆਂ ਨਾ, ਇਹ ਸਾਡੇ ਦਿਲ ਦੇ ਵਿੱਚ ਘਰ ਕਰ ਜਾਂਦੀਆਂ।
ਬੱਚੇ ਮਤਲਬ ਜਿਸ ਤਰ੍ਹਾਂ ਦੇ ਫੈਮਿਲੀ ਬੈਕਗ੍ਰਾਉਂਡ ਤੋਂ ਬੱਚੇ ਆ ਰਹੇ ਆ ਸਾਡੇ ਕੋਲ, ਉਹਦੇ ਅਕੋਰਡਿੰਗ ਉਹ ਫਿਰ ਵੀ ਆਪਣਾ ਕਹਿ ਲਓ ਕਿ ਸਾਰਾ ਕੁਝ ਸਾਨੂੰ ਅਰਪਣ ਕਰਦੇ ਆ ਆਪਣਾ। ਜਿੱਦਾਂ ਹੁਣ ਉਹਨਾਂ ਦੇ ਫੈਸਟੀਵਲ ਹੁੰਦਾ ਆ, ਕੋਈ ਵੀ ਉਹਨਾਂ ਦੇ ਘਰ ਦੇ ਵਿੱਚ ਕੁਝ ਬਣਦੀਆਂ ਵਾ, ਜੋ ਵੀ ਉਹ ਸੌਗਾਤਾਂ ਬਣਾਉਂਦੇ ਆ, ਈਟੇਬਲਸ ਬਣਾਉਂਦੇ ਆ, ਜੋ ਉਹ ਸਾਰੇ ਬੱਚੇ ਜਿਹੜੇ ਆ ਉਹ ਸਾਡੇ ਵਾਸਤੇ ਲੈ ਕੇ ਆਉਂਦੇ ਆ ਕਿ ਮੈਡਮ ਇਹਨੂੰ ਟੇਸਟ ਕਰੋ। ਚਾਹੇ ਉਹ ਹੋਲੀ ਤੇ ਬਣਾ ਰਹੇ ਆ, ਚਾਹੇ ਉਹ ਦੀਵਾਲੀ ਤੋਂ ਬਾਅਦ ਉਹਨਾਂ ਦਾ ਛੱਟ ਫੈਸਟੀਵਲ ਜਿਹੜਾ ਆਉਂਦਾ ਹੈ ਉੱਥੇ ਬਣਾ ਰਹੇ ਆ। ਮਤਲਬ ਬੜਾ ਅੱਛਾ ਲੱਗਦਾ ਹੈ ਆਪਣਾਪਨ ਇਹਨਾਂ ਇੱਥੇ ਬੱਚਿਆਂ ਦਾ। ਮੈਂ ਜਿਹਨੂੰ ਮੈਂ ਇੱਥੇ ਇੱਕ ਗੱਲ ਵਾਕਈ ਕਹਿਣਾ ਚਾਹਾਂਗੀ, ਮੈਨੂੰ ਲੱਗਦਾ ਰਜਨੀ ਮੈਮ ਵੀ ਇਹਦੇ ਨਾਲ ਐਗਰੀ ਹੋਣਗੇ। ਵਾਕਈ ਮਤਲਬ ਅਸੀਂ ਆਪ ਵੀ ਨਹੀਂ ਡਿਸ਼ਿਸ ਕਦੇ ਇੰਨੀਆਂ ਜ਼ਿਆਦਾ ਬਣਾਉਂਦੇ, ਮਸਰੂਫ ਰਹਿੰਦੇ ਆਪਣੇ ਆਪਣੇ ਕੰਮਾਂ ਦੇ ਵਿੱਚ, ਪਰਿਵਾਰ ਦੇ ਵਿੱਚ। ਪਰ ਜਿਸ ਸਕੂਲ ਦੇ ਵਿੱਚ ਅਸੀਂ ਕਿਸਮਤ ਵਾਲੇ ਆ, ਮੈਂ ਕਿੰਨੀ ਅਸੀਂ ਗਵਰਨਮੈਂਟ ਸਕੂਲ ਦੇ ਵਿੱਚ ਟੀਚਰ ਆ, ਕਿ ਬੱਚਿਆਂ ਤੋਂ ਵਾਕਈ ਹੀ ਅੱਛੀਆਂ ਬੜੀਆਂ ਸਵੀਟ ਡਿਸ਼ਿਸ ਨੇ ਨਾ ਜਿਹੜੀਆਂ ਆਪਾਂ ਨੂੰ ਮਿਲ ਜਾਂਦੀਆਂ ਨੇ। ਮੈਨੂੰ ਖਾਸ ਕਰ ਨਾ ਮੇਰੇ ਬੱਚੇ ਇੱਥੇ ਵੀ ਹੈ ਤੇ ਪਿੱਛੇ ਵੀ ਸਕੂਲ ਸੀ ਜਦੋਂ ਮੈਂ ਮੈਰਿਜ ਬੇਸ ਤੇ ਜਿਵੇਂ ਇੱਧਰ ਆਏ, ਬੜਾ ਇੱਕ ਨਾ ਐਕਸਪੀਰੀਅੰਸ ਇੰਨਾ ਅੱਛਾ ਹੁੰਦਾ ਸੀ। ਮਤਲਬ ਅਸੀਂ ਬਾਰ-ਬਾਰ ਮਨਾ ਵੀ ਕਰਨਾ ਬੱਚੇ ਨੂੰ, ਬੇਟੇ ਨਹੀਂ ਲੈ ਕੇ ਆਣਾ ਤੁਸੀਂ, ਮੰਮਾ ਕਿਵੇਂ ਬਣਾਉਂਦੇ ਨੇ, ਤੁਸੀਂ ਇੰਨਾ ਮੁਸ਼ਕਿਲ ਨਾਲ ਕਰਦੇ ਹੋ, ਅਰਨ ਸਾਰਾ ਕੁਝ ਹੈ ਨਾ, ਪਾਪਾ ਲੇਬਰ ਕਰਦੇ ਆ। ਨਹੀਂ ਮੈਮ ਜੀ, ਮੰਮਾ ਨੇ ਕਿਹਾ ਹੈ ਮੈਮ ਵਾਸਤੇ ਲੈ ਕੇ ਜਾਣਾ, ਗੁਲਗੁਲੇ ਲੈ ਕੇ ਆਣੇ, ਕਚੌਰੀਆਂ ਲੈ ਕੇ ਆਣੀਆਂ ਤੇ ਗੁਜੀਆ। ਰਜੀ ਮੈਮ, ਐਕਸਪੀਰੀਅੰਸ ਤੁਹਾਡਾ ਵੀ ਰਿਹਾ ਕੁਝ ਇਦਾਂ ਦਾ? ਮੈਨੂੰ ਤਾਂ ਬੜਾ ਅੱਛਾ ਲੱਗਦਾ ਹੁੰਦਾ ਸੀਗਾ, ਇਹ ਪ੍ਰਾਊਡ ਵੀ ਫੀਲ ਹੁੰਦਾ ਸੀ, ਬੱਚੇ ਇੰਨਾ ਪਿਆਰ ਕਰਦੇ ਆ, ਮਤਲਬ ਉਹਨਾਂ ਦੇ ਪੇਰੈਂਟਸ ਵੀ ਨਾਲ ਅਟੈਚ ਹੋ ਜਾਂਦੇ ਆ ਇਸ ਕਰਕੇ ਨਾ ਸਾਡੇ ਨਾਲ। ਜੀ ਬਿਲਕੁਲ, ਕਹਿੰਦੇ ਕਿ ਛੋਟੇ ਬੱਚੇ ਜਿਹੜੇ ਨਾ ਰੱਬ ਦਾ ਰੂਪ ਹੁੰਦੇ ਆ। ਪਹਿਲਾਂ ਤਾਂ ਕਹਿੰਦੇ ਹੁੰਦੇ ਸੀ ਕਿ ਜਿਹੜਾ ਬੱਚਾ ਆ ਉਹ ਮਤਲਬ ਕੋਰੀ ਸਲੇਟ ਹੁੰਦਾ ਆ, ਪਰ ਲਾਕਡਾਊਨ ਤੋਂ ਬਾਅਦ ਕਹਿੰਦੇ ਬੱਚੇ ਕੋਰੀ ਸਲੇਟਾਂ ਨਹੀਂ ਰਹੇ। ਬੜਾ ਕੁਝ ਅਸੀਂ ਬੱਚਿਆਂ ਕੋਲੋਂ ਸਿੱਖ ਰਹੇ ਹਾਂ ਇਸ ਟਾਈਮ ਤੇ। ਇਹ ਹੁਣ ਵਾਕਈ ਪੁਰਾਣੀ ਕਹਾਵਤ ਹੋ ਗਈ ਆ ਕਿ ਬੱਚਾ ਇੱਕ ਕੋਰੀ ਸਲੇਟ ਆ। ਹੁਣ ਤਾਂ ਅਸੀਂ ਬੱਚੇ ਦੇ ਮਨ ਦੇ ਵਿੱਚ ਬਹੁਤ ਕੁਝ ਉਕਰਿਆ ਹੋਇਆ ਆ, ਬਟ ਉਹਨੂੰ ਪੋਜ਼ਿਟਿਵ ਵੇ ਦੇ ਨਾਲ ਅਸੀਂ ਕਿਵੇਂ ਲੈ ਕੇ ਜਾਂਦੇ ਆ ਉਹ ਵੱਖਰੀ ਗੱਲ ਆ। ਬਟ ਇਹ ਚੀਜ਼ ਵਾਕਈ ਹੈ ਕਿ ਬੱਚੇ ਹੁਣ ਬਹੁਤ ਐਕਟਿਵ ਹੋ ਗਏ, ਪਹਿਲਾਂ ਨਾਲੋਂ ਬਹੁਤ ਕੁਝ ਉਹਨਾਂ ਨੂੰ ਜਿਹੜਾ ਆ ਜਾਣਕਾਰੀ ਮੋਬਾਈਲ ਦੀ, ਲੈਪਟਾਪ ਦੀ, ਟੀਵੀ ਦੀ, ਬਹੁਤ ਕੁਝ ਉਹਨਾਂ ਨੇ ਸਿੱਖ ਲਿਆ ਹੋਇਆ ਆ ਅਕੋਰਡਿੰਗ ਟੂ ਟਾਈਮ। ਸਾਡੇ ਟਾਈਮ ਦੇ ਮੁਤਾਬਕ ਤੇ ਹੁਣ ਦੇ ਟਾਈਮ ਦੇ ਮੁਤਾਬਕ ਬੱਚਿਆਂ ਦੇ ਵਿੱਚ ਬਹੁਤ ਚੇਂਜਸ ਆ ਚੁੱਕੀਆਂ ਆ। ਤੇ ਬਾਕੀ ਇਹ ਡਿਪੈਂਡ ਕਰਦਾ ਆ ਕਿ ਆਪਾਂ ਬੱਚਿਆਂ ਦੇ ਨਾਲ ਕਿੰਨਾ ਕੁ ਜੁੜੇ ਹੋਏ ਆ। ਬੱਚੇ ਕਹਿੰਦੇ ਹੁੰਦੇ, ਛੋਟੇ ਬੱਚੇ ਨੂੰ ਵੀ ਪਤਾ ਹੁੰਦਾ ਕਿ ਕੌਣ ਸਾਨੂੰ ਮੁਹੱਬਤ ਕਰਦਾ ਆ ਤੇ ਕੌਣ ਸਾਨੂੰ ਡਾਂਟ ਕੇ ਸਿਰਫ ਆਪਣੀ ਫਾਰਮੈਲਿਟੀ, ਆਪਣੀ ਜੌਬ ਪੂਰੀ ਕਰ ਰਿਹਾ ਆ। ਤੇ ਬੱਚਿਆਂ ਨੂੰ ਇਹ ਚੀਜ਼ਾਂ ਦਾ ਬਹੁਤ ਜਿਹੜਾ ਆ ਦਿਲੋਂ ਹੀ ਪਿਆਰ ਕਰਦੇ ਆ ਉਹ, ਤੇ ਦਿਲੋਂ ਹੀ ਇਹਨਾਂ ਚੀਜ਼ਾਂ ਨੂੰ ਮਹਿਸੂਸ ਕਰਦੇ ਆ। ਤੇ ਉਹ ਕਿਤੇ ਵੀ ਹੋਣ, ਮੇਰੀ ਟੀਚਿੰਗ ਪ੍ਰੈਕਟਿਸ ਲੱਗੀ ਮੈਮ, ਤੇ ਇੱਕ ਛੋਟਾ ਦੂਸਰੀ ਜਮਾਤ ਦਾ ਬੱਚਾ, ਜਿਸ ਦਿਨ ਅਸੀਂ 1 ਮਹੀਨੇ ਦੀ ਟੀਚਿੰਗ ਪ੍ਰੈਕਟਿਸ ਸੀ, ਸਾਡਾ ਲਾਸਟ ਡੇ ਸੀ ਜਿਸ ਦਿਨ, ਤੇ ਉਹ ਸਮੋਸੇ ਨੂੰ ਨਾ ਪੂੜੀ ਦੇ ਵਿੱਚ ਉਹਨੇ ਫੜਿਆ ਹੋਇਆ ਤੇ ਮੇਰੇ ਕੋਲ ਖੜਾ ਕੇ ਮੈਮ ਲੈ ਲਓ। ਤੇ ਉਹਦੇ ਮਦਰ ਆਈ ਰਿਸੈਸ ਦੇ ਵਿੱਚ, ਮੈਂ ਲਿਆ ਨਹੀਂ, ਮੈਂ ਕਿਹਾ ਵੀ ਨਹੀਂ ਤੂੰ ਆਪਣੇ ਲਈ ਲੈ ਕੇ ਆਇਆ, ਖਾ ਲਾ। ਤੇ ਉਹਦੇ ਮਦਰ ਆਈ ਰਿਸੈਸ ਦੇ ਵਿੱਚ ਉਹ ਦੱਸ ਕੇ ਗਏ ਕਿ ਅਸੀਂ ਮਹੀਨੇ ਬਾਅਦ ਇਹਨੂੰ ਪੈਸੇ ਖਰਚਣ ਨੂੰ ਦਿੰਨੇ ਆ। ਤੇ ਮੈਨੂੰ ਕਹਿੰਦਾ ਵੀ ਮੇਰੇ ਮਹੀਨਾ ਹਲੇ ਪੂਰਾ ਹੋਣ ਚ ਟਾਈਮ ਆ, ਮੈਨੂੰ ਤੁਸੀਂ ਉਦੋਂ ਨਾ ਦਿਓ, ਪਰ ਅੱਜ ਮੇਰੇ ਮੈਮ ਨੇ ਚਲੇ ਜਾਣਾ, ਅੱਜ ਮੈਨੂੰ ਪੈਸੇ ਦੇ ਦਿਓ ਤੇ ਮੈਂ ਉਹਨਾਂ ਨੂੰ ਕੁਝ ਦੇਣਾ ਆ। ਉਹਦੇ ਵਿੱਚੋਂ ਫਿਰ ਮੈਂ ਇੱਕ ਜਦੋਂ ਟੋਟਾ ਲਿਆ ਨਾ, ਤੇ ਉਹਦਾ ਸਵਾਦ ਅਜੇ ਤੱਕ ਵੀ ਮੈਨੂੰ ਯਾਦ ਆ ਕਿ ਉਹਦੇ ਵਿੱਚ ਬੱਚੇ ਦਾ ਪਿਆਰ ਇੰਨਾ ਘੁਲਿਆ ਹੋਇਆ ਸੀ। ਮੈਂ ਉਹਨੂੰ ਘੁੱਟ ਕੇ ਜੱਫੀ 'ਚ ਲੈ ਲਿਆ ਕਿ ਇੰਨਾ ਪਿਆਰ ਬੱਚੇ ਨੇ ਦਿਖਾਇਆ ਕਿ ਉਹ ਰੋ ਕੇ ਆਪਣੇ ਘਰੋਂ ਲੈ ਕੇ ਆਇਆ ਕਿ ਮੈਂ ਆਪਣੇ ਟੀਚਰ ਨੂੰ ਕੁਝ ਦੇਣਾ ਆ। ਮਤਲਬ ਦੇਣ ਦਾ ਭਾਵ ਬੱਚਿਆਂ ਦੇ ਵਿੱਚ, ਜਾਂ ਉਹਨਾਂ ਨੂੰ ਅਹਿਸਾਸ ਹੁੰਦਾ ਕਿ ਕਿਹੜਾ ਟੀਚਰ ਸਾਡੇ ਨਾਲ ਕਿੰਨਾ ਲਗਾਵ ਰੱਖਦਾ, ਕਿੰਨਾ ਪਿਆਰ ਕਰਦਾ, ਔਰ ਬੱਚੇ ਰਿਗਾਰਡ ਦਿੰਦੇ ਆ, ਚਾਹੇ ਉਹ ਛੋਟੇ ਲੈਵਲ ਤੇ। ਹੁਣ ਮੈਨੂੰ ਤਾਂ ਕਾਲਜ ਲੈਵਲ ਤੇ ਵੀ ਬਹੁਤ ਬੱਚਿਆਂ ਦਾ ਰਿਗਾਰਡ ਮਿਲਿਆ, ਬਹੁਤ ਪਿਆਰ ਦਿੰਦੇ ਆ। ਤੇ ਔਰ ਇਸੇ ਕਰਕੇ ਆ ਇਹ ਪ੍ਰੋਫੈਸ਼ਨ ਜਿਹੜਾ ਆ, ਇਹ ਅਸੀਂ ਕਈ ਵਾਰ ਬੱਚਿਆਂ ਨੂੰ ਪਹਿਚਾਨ ਨਹੀਂ ਪਾਉਂਦੇ, ਕਿਉਂਕਿ ਛੋਟੇ-ਛੋਟੇ ਹੋ ਕੇ ਉਹਨਾਂ ਦੀਆਂ ਸ਼ਕਲਾਂ ਬਦਲ ਜਾਂਦੀਆਂ ਤੇ ਸਾਡੀਆਂ ਸ਼ਕਲਾਂ ਉਹੀ ਰਹਿੰਦੀਆਂ। ਉਹ ਪਹਿਚਾਨ ਕੇ ਜਦੋਂ ਪੈਰੀਂ ਹੱਥ ਲਾਉਂਦੇ ਬੜਾ ਅੱਛਾ ਲੱਗਦਾ ਆ। ਕਈ ਵਾਰ ਰੋਕ ਕੇ, ਮੈਂ ਇੱਕ ਦਿਨ ਬੱਸ ਸਟੈਂਡ ਤੇ ਸੀ ਤੇ ਉਹ ਇੱਕ ਗੱਡੀ ਦੇ ਵਿੱਚੋਂ ਪਹਿਲਾਂ ਲੰਘ ਗਏ, ਫਿਰ ਉਹ ਗੱਡੀ ਵਾਪਸ ਕੀਤੀ ਉਹਨੇ, ਗੱਡੀ 'ਚ ਉਤਰਿਆ, ਕਹਿੰਦਾ ਮੈਮ ਪਹਿਚਾਨਿਆ? ਮੈਂ ਕਿਹਾ ਮੈਂ ਨਹੀਂ ਪਹਿਚਾਨਿਆ। ਕਹਿੰਦਾ ਮੈਂ ਇਸ ਸਕੂਲ ਦੇ ਵਿੱਚ 4ਥੀ ਜਮਾਤ 'ਚ ਤੁਹਾਡੇ ਕੋਲ ਪੜ੍ਹਦਾ ਸੀ, ਮਨੀਲੇ ਚਲੇ ਗਿਆ ਸੀ ਉਹ ਵਿੱਚੇ ਪੜ੍ਹਾਈ ਛੱਡ ਕੇ, ਉੱਥੋਂ ਆਇਆ ਸੀ। ਉਹਨੇ ਮੈਨੂੰ ਪਹਿਚਾਨ ਲਿਆ ਤੇ ਬੜਾ ਮਾਣ ਹੁੰਦਾ ਆ ਜਦੋਂ ਕੋਈ ਐਵੇਂ ਸਾਨੂੰ ਇੰਨਾ ਰਿਗਾਰਡ ਦਿੰਦਾ ਆ। ਔਰ ਇਸੇ ਕਰਕੇ ਸਾਡਾ ਪ੍ਰੋਫੈਸ਼ਨ ਜਿਹੜਾ ਆ ਉਹ ਹਮੇਸ਼ਾ ਪਵਿੱਤਰ ਗਿਣਿਆ ਜਾਂਦਾ ਤੇ ਰਹੇਗਾ, ਚਾਹੇ ਹਾਲਾਤ ਜਿਵੇਂ ਦੇ ਹੋਣ।
ਮੈਮ ਬਿਲਕੁਲ ਇੱਥੇ ਨਾ ਮੈਂ ਇੱਕ ਹੋਰ ਕਹਿਣਾ ਚਾਹਾਂਗੀ, ਜਿਹੜੀ ਆਪਾਂ ਹੁਣ ਇੱਕ ਅਟੈਚਮੈਂਟ ਦੀ ਵੀ ਗੱਲ ਕਰਦੇ ਆ ਨਾ, ਅੱਜ ਦੀ ਜਨਰੇਸ਼ਨ ਦੇ ਵਿੱਚ ਇਹ ਚੀਜ਼ ਦਾ ਕਿਤੇ ਨਾ ਕਿਤੇ ਥੋੜੀ ਜੀ ਕਮੀ ਹੈਗੀ ਹੈ ਕਿ ਜੋ ਪਹਿਲਾਂ ਬੱਚੇ ਸੀ ਉਹ ਬਹੁਤ ਜ਼ਿਆਦਾ ਰਿਗਾਰਡ ਕਰਦੇ ਸੀ, ਔਰ ਖਾਸ ਕਰ ਹੁਣ ਛੋਟੇ ਬੱਚਿਆਂ ਦੀ ਗੱਲ ਕਰੀਏ ਕਿਉਂਕਿ ਆਪਣੇ ਕੋਲੇ ਪ੍ਰਾਇਮਰੀ ਦੇ ਬੱਚੇ ਜ਼ਿਆਦਾ ਨੇ, ਠੀਕ ਹੈ। ਤੇ ਪਰ ਜੇ ਹੁਣ ਵੱਡੇ ਬੱਚਿਆਂ ਨੂੰ ਦੀ ਗੱਲ ਕਰੀਏ, ਕਿਤੇ ਨਾ ਕਿਤੇ ਕਮੀ ਹੈਗੀ ਹੈ। ਹਾਲਾਂਕਿ ਸਮਝ ਵੱਡੇ ਬੱਚਿਆਂ ਦੇ ਵਿੱਚ ਅਗਰ ਸੋਚ ਕੇ ਦੇਖੀਏ ਜ਼ਿਆਦਾ ਹੁੰਦੀ ਹੈ, ਪਰ ਜਿਹੜੇ ਛੋਟੇ ਨੇ ਉਹਨਾਂ 'ਚ ਮਾਸੂਮੀਅਤ ਜ਼ਿਆਦਾ ਹੈ। ਪਰ ਮੈਨੂੰ ਲੱਗਦਾ ਅਸੀਂ ਉਹ ਮਾਸੂਮੀਅਤ ਸਾਨੂੰ ਬਹੁਤ ਕੁਝ ਦਿੰਦੀ ਹੈ, ਰਾਦਰ ਦੈਨ ਕਿ ਵੱਡੇ ਬੱਚਿਆਂ ਦੀ ਸਮਝ ਨਾਲੋਂ। ਹਾਂਜੀ ਬਿਲਕੁਲ। ਔਰ ਇਹ ਡਿਪੈਂਡ ਕਰਦਾ ਵੈਸੇ ਪੇਰੈਂਟਸ ਦੇ ਉੱਪਰ, ਸੋਸ਼ਲ ਜੋ এনवायरमेंट ਹੈ, ਸਮਾਜਿਕ ਜਿੱਦਾਂ ਦੇ ਹਾਲਾਤ ਆ, ਜੋ ਪੇਰੈਂਟਸ ਦੱਸਣਗੇ ਉਹਦੇ ਅਕੋਰਡਿੰਗ ਹੀ ਡਿਪੈਂਡ ਕਰਦਾ ਆ। ਕੁਝ ਕਸੂਰ ਟੀਚਰਾਂ ਦਾ ਵੀ ਆ, ਕੁਝ ਕਸੂਰ ਜਿਹੜਾ ਆ ਸਰਕਾਰਾਂ ਦਾ ਆ, ਤੇ ਇਹਦੇ ਵਿੱਚ ਸਾਰਾ ਰਲਮਾ ਹੀ ਕਹਿ ਸਕਦੇ ਆ। ਪਰ ਫਿਰ ਵੀ ਜਿੱਥੇ ਜਜ਼ਬਾਤ ਹੈ, ਜਿੱਥੇ ਇਹ ਚੀਜ਼ਾਂ ਹੈ, ਉੱਥੇ ਬੱਚੇ ਵੀ ਸਮਝਦੇ ਆ ਤੇ ਉੱਥੇ ਟੀਚਰ। ਤੇ ਇੱਕ ਛੋਟਾ ਜਿਹਾ ਐਕਸਪੀਰੀਅੰਸ ਹੋਰ ਮੈਂ ਜਾਣਨਾ ਚਾਹਾਂਗੀ ਰੇਨੂ ਮੈਮ, ਕਿ ਲੋਕਡਾਊਨ ਦਾ ਟਾਈਮ ਸਭ ਨੇ ਹੰਢਾਇਆ ਤੇ ਕਿਸ ਤਰ੍ਹਾਂ ਦਾ ਰਿਹਾ, ਕਿਉਂਕਿ ਅਸੀਂ ਥੋੜਾ ਜਿਹਾ ਕਹਿ ਲਓ, ਚਲੋ ਇੱਕ ਸਾਡੇ ਮਾਨਸਿਕ ਤੌਰ ਤੇ ਅਸੀਂ ਸਟਰੋਂਗ ਹੋਈਏ, ਹਨਾ, ਸਭ ਕੁਝ ਹੈ, ਪਰ ਫਿਜ਼ੀਕਲੀ ਥੋੜਾ ਜਿਹਾ ਕਿਤੇ ਨਾ ਕਿਤੇ ਇੱਕ ਚੈਲੰਜ ਮੈਨੂੰ ਲੱਗਦਾ ਸ਼ਾਇਦ ਹੋ ਸਕਦਾ ਸੀ, ਜਾਂ ਕਿਸ ਤਰ੍ਹਾਂ ਸੀ। ਮੈਂ ਉਹ ਐਕਸਪੀਰੀਅੰਸ ਤੁਹਾਡਾ ਜ਼ਰੂਰ ਜਾਣਨਾ ਚਾਹਾਂਗੀ ਕਿ ਡਿਊਰਿੰਗ ਲੋਕਡਾਊਨ ਦਾ ਤੁਹਾਡਾ ਐਕਸਪੀਰੀਅੰਸ ਕਿਵੇਂ ਰਿਹਾ। ਹਾਂਜੀ, ਜਿਹੜਾ ਲੋਕਡਾਊਨ, ਆਵਾਜ਼ ਆ ਰਹੀ ਹੈ ਮੈਮ ਮੇਰੀ? ਹਾਂਜੀ ਬਿਲਕੁਲ ਮੈਮ, ਬਿਲਕੁਲ ਜੀ। ਲੋਕਡਾਊਨ ਵਾਲਾ ਪੀਰੀਅਡ ਵਾਕਈ ਬੜਾ ਚੈਲੰਜਿੰਗ ਪੀਰੀਅਡ। ਅਸੀਂ ਆਨਲਾਈਨ ਸਾਰਾ ਕੁਝ ਕਰਨਾ ਆ, ਤਾਂ ਬੜਾ ਇਦਾਂ ਲੱਗਦਾ ਸੀ ਕਿ ਬੱਚੇ ਕਿਵੇਂ ਕਨੈਕਟ ਕਰਨਗੇ ਨਾ, ਬੱਚਿਆਂ ਨਾਲ ਅਸੀਂ ਕਿਵੇਂ ਆਪਣਾ ਲੈ ਕੇ ਆਈਏ ਕਿ ਬੱਚਿਆਂ ਨੂੰ ਆਪਣੇ ਦਾਇਰੇ ਦੇ ਵਿੱਚ। ਫਿਰ ਹੌਲੀ ਹੌਲੀ ਪਹਿਲਾਂ ਬੱਚਿਆਂ ਨੂੰ ਇਸ ਉਹਦੇ ਵਿੱਚ ਲੈ ਕੇ ਆਂਦਾ ਕਿ ਬੱਚੇ ਜਿਹੜੇ ਆ ਉਹ WhatsApp ਯੂਜ਼ ਕਰਨ, ਜਾਂ ਮੀਟਿੰਗਸ ਜਿਹੜੀਆਂ ਅਸੀਂ ਦਿਖਾਈਆਂ। ਉਹ ਹੌਲੀ ਹੌਲੀ ਕਈ ਵਾਰ ਹੁੰਦਾ ਸੀ ਪੇਰੈਂਟਸ ਨੇ ਕਹਿਣਾ ਕਿ ਸਾਡੇ ਕੋਲ ਤਾਂ ਟੈਕ ਨਹੀਂ, ਸਾਡੇ ਕੋਲ ਇਹ ਵਾਲਾ ਜਿਹੜਾ ਸਮਾਰਟ ਫੋਨ ਹੈ ਇਹ ਨਹੀਂ ਹੈ। ਸੋ ਫਿਰ ਬੜੀਆਂ ਕੋਸ਼ਿਸ਼ ਕਰਨੀਆਂ ਅਸੀਂ ਸਾਰੇ ਸਟਾਫ ਨੇ, ਇੰਨਾ ਜ਼ਿਆਦਾ ਮਤਲਬ ਐਫਰਟਸ ਕੀਤੇ, ਆਸ-ਪਾਸ ਤੋਂ ਉਹਨਾਂ ਦੇ ਨੇਬਰਸ ਤੋਂ ਨੂੰ ਕਨੈਕਟ ਕੀਤਾ, ਤਾਂ ਕਿ ਬੱਚੇ ਜਿਹੜੇ ਆ ਉਹਨਾਂ ਦੇ ਥਰੂ ਸਾਡੇ ਨਾਲ ਲਿੰਕ ਦੇ ਵਿੱਚ ਆ ਸਕਣ। ਹੌਲੀ ਹੌਲੀ ਕਈ ਵਾਰੀ ਕਈ ਬੱਚਿਆਂ ਨੂੰ ਨੈਟ ਪੈਕ ਪਵਾ ਕੇ ਦਿੱਤਾ ਕਿ ਚਲੋ ਐਟਲੀਸਟ ਤੁਸੀਂ ਉਹ ਵਾਲਾ ਕੰਮ ਤਾਂ ਕਰੋ ਜਿਹੜਾ ਅਸੀਂ ਕਰਵਾ ਚਾਹ ਰਹੇ ਹਾਂ। ਜਦੋਂ ਬਾਅਦ ਅਸੀਂ ਉਸ ਸਿਚੁਏਸ਼ਨ 'ਚ ਪਹੁੰਚੇ ਸੀ ਕਿ ਜਿੱਥੇ ਆ ਕੇ ਬੱਚੇ ਜਿਹੜੇ ਆ ਉਹ ਸਾਡੇ ਨਾਲ ਕਨੈਕਸ਼ਨ ਜਿਹੜਾ ਉਹ ਬਣਾ ਸਕਣ। ਬੱਚੇ ਜ਼ਿਆਦਾ ਹੀ ਉਹ ਤਾਂ ਇਹਦੇ ਵਿੱਚ ਬਾਹਰ ਨਿਕਲ ਸਕਦੇ ਸੀਗੇ ਤੇ ਨਾ ਹੀ ਬੱਚਿਆਂ ਨੂੰ ਕਹਿ ਸਕਦੇ ਸੀ ਕਿ ਤੁਸੀਂ ਸਾਨੂੰ ਅਪਰੋਚ ਕਰੋ। ਜਿਹੜਾ ਆ ਸਾਡੇ ਨਾਲ ਜਿੱਦਾਂ ਹੁਣ ਕਈ ਕੋਈ ਲੈਵਲ ਤੇ ਕੋਈ ਸ਼ੁਰੂ ਕਰਨ ਤੋਂ ਬਾਅਦ ਬਹੁਤ ਜ਼ਿਆਦਾ ਦਿੱਕਤਾਂ ਦੇ ਵਿੱਚ ਹੋ ਕੇ ਜਿਹੜੇ ਆ ਉਹ ਕਾਫੀ ਬੱਚੇ ਅਸੀਂ ਟ੍ਰੇਸ ਕੋਲ WhatsApp ਹੋਵੇ ਜਾਂ ਜਿਨ੍ਹਾਂ ਦੇ ਕੋਲ ਜ਼ਰੀਆ ਹੋ ਆਵੇ ਕਿ ਵੀ ਬੱਚੇ ਜਿਹੜੇ ਆ ਉਹ ਇੱਕਦਮ ਹਰ ਚੀਜ਼ ਤੋਂ ਕਿਉਂਕਿ ਇਹੀ ਉਹਨਾਂ ਦਾ ਸਿੱਖਣ ਦਾ ਟਾਈਮ ਹੈ। ਜੇ ਹੁਣ ਨਹੀਂ ਉਹਨਾਂ ਨੂੰ ਕੁਝ ਸਿਖਾਵਾਂਗੇ, ਹੁਣ ਵੀ ਦੇਖੋ ਚਾਹੇ ਅਸੀਂ ਇੰਨੇ ਐਫਰਟਸ ਕੀਤੇ ਸਾਰਿਆਂ ਨੇ ਨਾ, ਕੋਸ਼ਿਸ਼ ਕੀਤੀ ਹੈ ਕਿ ਵੀ ਉਹਨਾਂ ਨੂੰ ਆਪਣੇ ਲੈਵਲ ਤੇ ਲੈ ਕੇ ਆਈਏ, ਪਰ ਫਿਰ ਵੀ ਬੱਚੇ ਜਿਹੜੇ ਹੈ ਉਹ ਉਸ ਲੈਵਲ ਤੱਕ ਨਹੀਂ ਪਹੁੰਚ ਪਾਏ ਆ ਜਿੱਥੇ ਤੱਕ ਕਿ ਉਹ ਰੂਟੀਨ ਦੀ ਸਟੱਡੀ, ਰੈਗੂਲਰ ਸਟੱਡੀ ਦੇ ਨਾਲ ਪਹੁੰਚਦੇ ਸੀ।
ਸੋ ਬਹੁਤ ਜਦੋਜਹਿਦ ਰਹੀ ਹੈ, ਫਿਰ ਵੀ ਚਲੋ ਪਰਮਾਤਮਾ ਦਾ ਸ਼ੁਕਰ ਹੈ ਕਿ ਇਹ ਸਮਾਂ ਨਿਕਲ ਗਿਆ। ਬਿਲਕੁਲ ਬਿਲकुल ਸਹੀ ਕਿਹਾ ਮੈਮ। ਤੇ ਰਜਨੀ ਮੈਮ ਤੁਸੀਂ ਵੀ ਥੋੜਾ ਜਿਹਾ ਐਕਸਪੀਰੀਅੰਸ ਆਪਣਾ ਜ਼ਰੂਰ ਲੋਕਡਾਊਨ ਦਾ ਸ਼ੇਅਰ ਕਰੋ, ਕਿਉਂਕਿ ਇਹ ਤਰਾਸਦੀ ਆਈ ਥਿੰਕ ਸਭ ਨੇ ਹੰਢਾਈ ਹੈ, ਔਰ ਬੜੇ ਚੈਲੰਜਸ ਦੇ ਨਾਲ ਸਭ ਨੇ ਵੱਖਰੇ ਵੱਖਰੇ ਅੰਦਾਜ਼ ਦੇ ਨਾਲ ਬੱਚਿਆਂ ਤੱਕ ਸਿੱਖਿਆ ਨੂੰ ਪਹੁੰਚਾਇਆ ਹੈ। ਤੇ ਤੁਸੀਂ ਵੀ ਆਪਣਾ ਜ਼ਰੂਰ ਐਕਸਪੀਰੀਅੰਸ ਸ਼ੇਅਰ ਕਰੋ ਮੈਮ ਇਸ ਦਾ। ਹਾਂਜੀ ਮੈਮ, ਲਾਕਡਾਊਨ ਦਾ ਟਾਈਮ ਜਿਹੜਾ ਸੀ ਉਹ ਵਾਕਈ ਸਾਰਿਆਂ ਲਈ ਇੱਕ ਚੈਲੰਜ ਸੀ, ਕਿਉਂਕਿ ਇਨਸਾਨ ਨੇ ਪਹਿਲਾਂ ਕੁਦਰਤ ਨਾਲ ਖੇਡਿਆ ਤੇ ਫਿਰ ਕੁਦਰਤ ਨੇ ਇੱਕ ਵਾਰੀ ਸਾਰੇ ਅੰਦਰ ਵੜ ਕੇ ਅਹਿਸਾਸ ਕਰਵਾ ਦਿੱਤਾ ਕਿ ਕੁਦਰਤ ਅਜੇ ਵੀ ਤਾਕਤਵਰ ਆ। ਤੇ ਇਹਦੇ ਵਿੱਚੋਂ ਹਰ ਇੱਕ ਨੇ ਪੋਜ਼ਿਟਿਵ ਤੇ ਨੈਗੇਟਿਵ ਦੋਨੋਂ ਇਫੈਕਟ ਝੱਲੇ ਆ। ਨੈਗੇਟਿਵ ਇਫੈਕਟ ਤਾਂ ਜਿਵੇਂ ਬਿਮਾਰੀ ਤੋਂ ਹੈ ਹੀ ਸੀ, ਸਭ ਤੋਂ ਇਫੈਕਟ ਪਿਆ ਕਿ ਬੱਚੇ ਜਿਹੜੇ ਸੀ ਉਹ ਖਾਸ ਤੌਰ ਤੇ ਜਿਹੜੀਆਂ ਛੋਟੀਆਂ ਜਮਾਤਾਂ ਦੇ ਬੱਚੇ ਜਿਨ੍ਹਾਂ ਦਾ ਅਜੇ ਬੇਸ ਬਣਨਾ ਸੀ, ਜਿਨ੍ਹਾਂ ਦੀ ਨੀਂਹ ਪੱਕੀ ਹੋਣੀ ਸੀ, ਉਹਨਾਂ ਨੂੰ ਜੋ ਆਪਾਂ ਬੱਚੇ ਦੇ ਨਾਲ ਬੈਠ ਕੇ ਜੋ ਸਿਖਾ ਸਕਦੇ ਹਾਂ ਉਹ ਨਹੀਂ ਸਿਖਾ ਪਾਏ। ਪਰ ਇਹਦੇ ਨਾਲ ਨਾਲ ਇੱਕ ਇਹ ਵੀ ਬੜੀ ਖੁਸ਼ੀ ਦੀ ਗੱਲ ਆ ਔਰ ਇੱਕ ਪੋਜ਼ਿਟਿਵ ਆ ਕਿ ਸਿੱਖਿਆ ਵਿਭਾਗ ਨੇ ਜੋ ਉਪਰਾਲੇ ਕੀਤੇ ਉਹਨਾਂ ਦੇ ਨਾਲ ਅਸੀਂ ਬੱਚਿਆਂ ਦੇ ਨਾਲ ਸੋਸ਼ਲ ਮੀਡੀਆ ਦੇ ਨਾਲ ਜੁੜੇ ਰਹੇ, ਔਰ ਖਾਸ ਕਰਕੇ ਜਿਹੜੇ ਬੱਚਿਆਂ ਕੋਲ ਤਾਂ ਚਲੋ ਹੈ ਸੀ ਉਹ ਜੁੜੇ ਹੀ ਹੋਏ ਸੀ, ਪਰ ਜਿਨ੍ਹਾਂ ਕੋਲ ਨਹੀਂ ਸੀ ਉਹਨਾਂ ਨੇ ਵੀ ਜੁੜਨ ਦੀ ਪੂਰੀ ਕੋਸ਼ਿਸ਼ ਕੀਤੀ ਆਪਣੇ ਆਂਢ ਗੁਆਂਢ ਤੋਂ। ਔਰ ਇਹ ਕੰਪੀਟੀਸ਼ਨ ਜਿਹੜੇ ਸੀ ਲਾਕਡਾਊਨ ਦੇ ਵਿੱਚ ਉਸੇ ਤਰ੍ਹਾਂ ਹੀ ਚੱਲਦੇ ਰਹੇ, ਔਰ ਜਿੰਨੇ ਵੀ ਜਜਮੈਂਟ ਹੋਈਆਂ ਲੋਕ ਜਿਹੜੀਆਂ ਕਲਸਟਰ ਲੈਵਲ ਤੇ, ਬਲਾਕ ਤੇ, ਜ਼ਿਲ੍ਹੇ ਤੇ, ਉਹਨਾਂ ਸਾਰਿਆਂ ਦੇ ਵਿੱਚ ਜਜਮੈਂਟ ਕਰਨ ਲਈ ਉਹਨਾਂ ਨੇ ਤਿੰਨੋਂ ਵਾਰੀ ਚਾਰੋਂ ਵਾਰ ਮੇਰੀ ਡਿਊਟੀ ਲੱਗੀ ਸੀ। ਔਰ ਕਈ ਬੱਚੇ ਇਹੋ ਜਿਹੇ ਸੀ ਕਿ ਛੋਟੇ ਸੀ। ਇੱਕ ਮੈਨੂੰ ਐਕਸਪੀਰੀਅੰਸ ਹੋਇਆ ਕਿ ਇੱਕ ਬੱਚਾ ਸੀ ਸੈਕਿੰਡ ਕਲਾਸ ਦਾ, ਔਰ ਉਹਨੇ ਜਿਹੜੀ ਵੀਡੀਓ ਬਣਾ ਕੇ ਦਿੱਤੀ ਸੀ ਗੁਰੂ ਤੇਗ ਬਹਾਦਰ ਜੀ ਦੇ ਜਦੋਂ ਆਪਾਂ ਮਨਾਇਆ ਸੀ ਉਹਨਾਂ ਦਾ, ਉਹਦੇ ਵਿੱਚ ਉਹ ਬੱਚੇ ਨੇ ਨਾ ਸਿਰ ਨਹੀਂ ਸੀ ਢੱਕਿਆ, ਤੇ ਜਦੋਂ ਉੱਪਰੋਂ ਇੰਸਟਰਕਸ਼ਨ ਸੀ ਕਿ ਜਦੋਂ ਵੀਡੀਓ ਬਣਾਉਣੀ ਆ ਤੇ ਉਹ ਸਿਰ ਢੱਕਣਾ ਆ। ਮੈਂ ਉਹਨਾਂ ਦੇ ਫੋਨ ਕੀਤਾ ਕਿ ਬੱਚੇ ਨੇ ਦੁਬਾਰਾ ਵੀਡੀਓ ਬਣਾ ਕੇ ਭੇਜੋ। 12 ਰਾਤ ਦਾ 12 ਵਜੇ ਦਾ ਟਾਈਮ ਸੀ, ਔਰ ਲਾਸਟ ਟਾਈਮ ਤੇ ਇਹ ਵੀਡੀਓ ਦਾ ਫੋਨ ਮੈਨੂੰ ਆਇਆ 9:30 ਵਜੇ। ਉਹ ਕਹਿੰਦੇ ਬੱਚਾ ਸੌਂ ਚੁੱਕਾ ਆ, ਵੀ ਹੁਣ ਨਹੀਂ ਬਣਨੀ। ਪਰ ਉਹ ਟਾਈਮ ਕਿਉਂਕਿ ਟਾਈਮ ਬਾਉਂਡ ਸੀ, ਇਸ ਕਰਕੇ ਮੈਂ ਉਹਨਾਂ ਨੂੰ ਕਿਹਾ ਕਿ ਚਲੋ ਤੁਸੀਂ ਮੇਰੇ ਨਾਲ ਉਹਨਾਂ ਦੇ ਪੇਰੈਂਟਸ ਨੇ ਉਹਦੇ ਬੱਚੇ ਦੇ ਕੰਨ ਨੂੰ ਫੋਨ ਲਾਤਾ ਕਿ ਤੇਰੇ ਟੀਚਰ ਦਾ ਫੋਨ ਆ। ਉਹ ਵਿਚਾਰਾ ਉੱਠਿਆ, ਉਹਨੇ ਪਾਣੀ ਦੇ ਛਿੱਟੇ ਮਾਰੇ, ਸਿਰ ਤੇ ਰੁਮਾਲ ਲਿਆ, ਉਹਨੇ ਬੋਲ ਦਿੱਤੀ, ਅੱਖਾਂ ਉਹਦੀਆਂ ਬੰਦ, ਪਰ ਉਹਨੇ ਬੋਲ ਦਿੱਤੀ ਜਿੱਦਾਂ ਉਹ ਰਟਿਆ ਹੋਇਆ ਸੀ। ਚਲੋ ਇੱਕ ਮਤਲਬ ਬੱਚੇ ਨੂੰ ਨਹੀਂ ਸੀ ਕੋਈ ਪੋਜੀਸ਼ਨ ਆਉਣੀ, ਉਹ ਤਾਂ ਰੈਦਰ ਥਿੰਕ ਇਹ ਗੱਲ ਪੱਕੀ ਹੋਈ ਸੀ ਕਿ ਕਿਉਂਕਿ ਬੱਚੇ ਦੀ ਜਿਹੜੀ ਸੀਗੀ ਉਹ ਉਸ ਵੇਲੇ ਨੀਂਦ ਦੇ ਵਿੱਚ ਬੋਲਿਆ, ਪਰ ਬੱਚੇ ਦੇ ਐਫਰਟ ਬੜੇ ਸੀ। ਜਿੰਨੇ ਕੰਮ ਬੱਚਿਆਂ ਨੂੰ ਕਹੇ ਗਏ, ਜੋ ਜੋ ਉਹਨਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਉਹਦੀਆਂ ਉਹ ਕੰਮ ਕਰਨੇ, ਪਲੱਸ ਉਹਨਾਂ ਦੀ ਵੀਡੀਓ ਬਣਾ ਕੇ ਭੇਜਣੀ, ਫਿਰ ਇਸ ਤਰੀਕੇ ਦੇ ਨਾਲ ਆਪਾਂ ਨੈਟ ਤੇ ਪਾਉਣਾ ਆ। ਇਹ ਸਾਰੇ ਤਜਰਬੇ ਜਿਹੜੇ ਆ ਉਹਨਾਂ ਦੇ ਵਿੱਚੋਂ ਅਧਿਆਪਕ ਵੀ ਲੰਘੇ, ਬੱਚੇ ਵੀ ਲੰਘੇ, ਤੇ ਹਰ ਚੀਜ਼ ਦੇ ਦੋ ਪਹਿਲੂ ਹੁੰਦੇ ਆ। ਜੇ ਅਸੀਂ ਇਹਦਾ ਨੈਗੇਟਿਵ ਪਹਿਲੂ ਹੀ ਫੜ ਕੇ ਬੈਠੀਏ ਤਾਂ ਨਹੀਂ ਕਹਿ ਸਕਦੇ ਅਸੀਂ ਕਿ ਵਧੀਆ ਸੀ, ਪਰ ਜੇ ਅਸੀਂ ਇਹਦੇ ਪੋਜ਼ਿਟਿਵ ਪਹਿਲੂ ਵੀ ਦੇਖੀਏ ਤਾਂ ਅਸੀਂ ਜੋ ਤਰੱਕੀ ਹੋਈ ਆ, ਜੋ ਸੋਸ਼ਲ ਮੀਡੀਆ ਦਾ ਜੋ ਹੋਇਆ ਆ ਰੋਲ ਅਦਾ ਹੋਇਆ ਆ, ਜਾਂ ਜੋ ਨੌਲੇਜ ਸਾਨੂੰ ਮਿਲੀ ਆ, ਉਹ ਸ਼ਾਇਦ ਨਾ ਮਿਲ ਪਾਉਂਦੀ, ਕਦੇ ਵੀ ਨਾ ਮਿਲ ਪਾਉਂਦੀ। ਤੇ ਜੋ ਅਸੀਂ ਸਿੱਖਿਆ ਆ ਕਿ ਸੋਸ਼ਲ ਮੀਡੀਆ ਨੂੰ ਅਸੀਂ ਕਿਵੇਂ ਬਣਾ ਸਕਦੇ ਹਾਂ, ਜਿਵੇਂ ਅਸੀਂ ਕਾਇਨ ਮਾਸਟਰ ਤੋਂ ਕਿਵੇਂ ਵੀਡੀਓ ਅਪਲੋਡ ਕਰਨੀ ਆ, ਜੋ ਇਹ ਚੀਜ਼ਾਂ ਸਿੱਖੀਆਂ, ਉਹ ਸਿੱਖਣ ਲਈ ਨਾ ਤਾਂ ਸਾਡੇ ਕੋਲ ਟਾਈਮ ਹੋਣਾ ਸੀ ਤੇ ਨਾ ਹੀ ਅਸੀਂ ਉਹ ਸਿੱਖ ਸਕਣਾ ਸੀ। ਸੋ ਇਹ ਤਜਰਬੇ ਜਿਹੜੇ ਸੀਗੇ ਇਹ ਦੋਨੋਂ ਇਕੱਠੇ ਤਰ੍ਹਾਂ ਦੇ ਤਜਰਬੇ ਸੀ, ਜਿਨ੍ਹਾਂ ਨੇ ਸਾਨੂੰ ਬਹੁਤ ਕੁਝ ਸਿਖਾਇਆ ਵੀ ਤੇ ਇਸ ਟਾਈਮ ਨੇ ਸਾਡੇ ਕੋਲੋਂ ਬਹੁਤ ਕੁਝ ਖੋਇਆ ਵੀ। ਤੇ ਦੋਨੋਂ ਤਜਰਬਿਆਂ ਨੂੰ ਲੈ ਕੇ, ਪਰ ਜਿੱਥੇ ਜ਼ੋਰ ਨਹੀਂ ਚੱਲਦਾ ਉੱਥੇ ਕੁਦਰਤ ਦਾ ਬਹਾਨਾ ਮੰਨ ਕੇ ਅਸੀਂ ਜੋ ਵੀ ਸਮਾਂ ਸੀ ਉਹਨੂੰ ਵਧੀਆ ਤਰੀਕੇ ਨਾਲ ਹੰਡਾਉਣ ਦੀ ਕੋਸ਼ਿਸ਼ ਕੀਤੀ, ਔਰ ਉਹਦੇ ਵਿੱਚ ਅਸੀਂ ਕਾਮਯਾਬ ਹੋਏ। ਬਿਲਕੁਲ, ਥੈਂਕ ਯੂ ਮੈਮ, ਤੁਸੀਂ ਆਪਣੇ ਤਜਰਬੇ ਦੱਸ ਰਹੇ ਹੋ। ਇੱਥੇ ਮੈਂ ਨਾ ਆਪਣੇ ਸਰੋਤਿਆਂ ਨੂੰ ਇਹ ਜ਼ਰੂਰ ਦੱਸਣਾ ਚਾਹਾਂਗੀ, ਸ਼ਾਇਦ ਕਿਤੇ ਨਾ ਕਿਤੇ ਤੁਹਾਡੇ ਮਨ 'ਚ ਕਈ ਵਾਰੀ ਇਹ ਗੱਲ ਆ ਜਾਂਦੀ ਹੈ ਕਿ ਮੈਂ ਅਕਸਰ ਇਹ ਸਵਾਲ ਕਿਉਂ ਪੁੱਛਦੀ ਹਾਂ। ਤਾਂ ਇਹਦਾ ਇੱਕ ਬਹੁਤ ਵੱਡਾ ਰੀਜ਼ਨ ਹੈ ਕਿ ਕੋਵਿਡ ਦੌਰਾਨ ਤਜਰਬਾ ਮੈਂ ਹਰ ਅਧਿਆਪਕ ਤੋਂ ਕਿਉਂ ਪੁੱਛਦੀ ਹਾਂ, ਕਿਉਂਕਿ ਹਰ ਇੱਕ ਅਧਿਆਪਕ ਦੀ ਟੈਕਨੀਕ ਵੱਖਰੀ, ਉਹਦੇ ਤਜਰਬੇ ਵੱਖਰੇ, ਉਹਦੇ ਢੰਗ ਵੱਖਰੇ। ਤੇ ਜਦੋਂ ਹਰ ਇੱਕ ਢੰਗ ਦੇਖੋ, ਸਾਡੇ ਕੋਲ ਅਸੀਂ ਕਿੰਨੇ ਅਧਿਆਪਕਾਂ ਨੂੰ ਸੁਣਦੇ ਆ, ਸੋਚੋ ਸਾਡੇ ਕੋਲ ਕਿੰਨੇ ਸਾਰੇ ਤਜਰਬੇ ਇਕੱਠੇ ਹੋ ਜਾਂਦੇ ਨੇ। ਤੇ ਜਦੋਂ ਜਿਸ ਮੁਤਾਬਕ ਸਾਨੂੰ ਜਿਹੜੇ ਤਜਰਬੇ ਦੀ ਸਿਚੁਏਸ਼ਨ ਦੇ ਅਕੋਰਡਿੰਗ ਵਰਤੋਂ ਕਰ ਸਕਦੇ ਆ ਉਹ ਵਰਤਦੇ ਆ। ਸੋ ਇਸ ਕਰਕੇ ਮੈਂ ਤਜਰਬਿਆਂ ਨੂੰ ਜ਼ਰੂਰ ਸ਼ੇਅਰ ਕਰਵਾਉਂਦੀ ਆ ਕਿ ਕੋਵਿਡ ਦੇ ਤਜਰਬੇ ਨੂੰ ਜ਼ਰੂਰ ਸ਼ੇਅਰ ਕਰੋ, ਤਾਂ ਜੋ ਸਾਡੇ ਕੋਲ ਕਿੰਨੇ ਢੇਰ ਸਾਰੇ ਤਜਰਬੇ, ਟੈਕਨੀਕਸ ਇਕੱਠੀਆਂ ਹੋ ਜਾਣ।
ਤਾਂ ਕਿ ਜਦੋਂ ਕਹਿੰਦੇ ਜਿਹੜੀ ਟੈਕਨੀਕ ਦੀ ਲੋੜ ਹੈ ਨਾ, ਅਸੀਂ ਡੱਬੀ ਦੇ ਵਿੱਚ ਬੰਦ ਕੀਤੀ ਉਸ ਟੈਕਨੀਕ ਨੂੰ ਫੇਰ ਕੱਢੀਏ ਤੇ ਵਰਤ ਲਈਏ। ਸੋ ਇਸ ਕਰਕੇ ਇਹ ਟੈਕਨੀਕ, ਇਹ ਤਜਰਬੇ ਨੂੰ ਮੈਂ ਜ਼ਰੂਰ ਸਾਂਝਾ ਕਰਵਾਉਣੀ ਆ। ਤੇ ਹੁਣ ਮੈਂ ਚਾਹੁੰਦੀ ਆ ਕਿ ਥੋੜਾ ਜਿਹਾ ਮੈਮ ਆਪਾਂ ਆਪਣੇ ਦਰਸ਼ਕਾਂ ਦੇ, ਸਰੋਤਿਆਂ ਦੇ ਰੂਬਰੂ ਵੀ ਹੋ ਜਾਈਏ ਕਿ ਦੇਖਦੇ ਆ ਸਾਡੇ ਸਰੋਤਿਆਂ ਨੇ ਕਿੱਦਾਂ, ਕਿਹੜੇ ਕਿਹੜੇ ਮੈਸੇਜ ਸਾਡੇ ਤੱਕ ਪਹੁੰਚਦੇ ਕੀਤੇ ਨੇ, ਕਿਹੜੇ ਕਿਹੜੇ ਕਹਿ ਲਿਆ ਸਰੋਤਿਆਂ ਨੇ ਹਾਜ਼ਰੀ ਲਗਾਈ ਹੈ। ਤੇ ਚਲੋ ਸ਼ੁਰੂਆਤ ਕਰਦੇ ਹਾਂ ਜੀ। ਸਭ ਤੋਂ ਪਹਿਲਾਂ ਹੈ ਜੀ ਰਾਜ ਕਾਲੇਕਾ ਦੀਦੀ ਦੀ, ਕਹਿ ਰਹੇ ਨੇ ਵੈਲਕਮ, ਥੈਂਕ ਯੂ ਦੀਦੀ। ਇਹ ਮੈਮ ਫੋਰਨ ਤੋਂ ਆਉਂਦੇ ਨੇ, ਦੇਖੋ ਟਾਈਮਿੰਗ ਦਾ ਵੀ ਫਰਕ ਹੁੰਦਾ, ਪਰ ਇਹ ਜ਼ਰੂਰ ਜੁਆਇਨ ਕਰਦੇ ਨੇ ਸਾਡੇ ਫੁੱਟ ਦੀਆਂ ਕਰੂਮਲਾਂ ਦੇ ਪ੍ਰੋਗਰਾਮ ਨੂੰ, ਔਰ ਹਰ ਇੱਕ ਵਾਰ ਆਪਣੀ ਹਾਜ਼ਰੀ ਲਗਾ ਕੇ ਸਭ ਨੂੰ ਮੋਟੀਵੇਟ ਕਰਦੇ ਨੇ। ਥੈਂਕ ਯੂ ਦੀਦੀ। ਤੇ ਜਸਪ੍ਰੀਤ ਜੀ, ਜਸਪ੍ਰੀਤ ਕੌਰ ਜੀ, ਨਾਈਸ, ਥੈਂਕ ਯੂ ਜਸਪ੍ਰੀਤ ਜੀ। ਮੈਮ ਜਿਹੜੇ ਤੁਹਾਡੇ ਨੌਨ ਚ ਨਾਮ ਹੋਣਗੇ ਪਲੀਜ਼ ਸਾਨੂੰ ਜ਼ਰੂਰ ਉਹਨਾਂ ਬਾਰੇ ਦੱਸਣਾ, ਤਾਂ ਕਿ ਅਸੀਂ ਘੱਟੋ ਘੱਟ ਉਹਨਾਂ ਦਾ ਥੈਂਕ ਯੂ ਜ਼ਰੂਰ ਕਰ ਸਕੀਏ ਤੇ ਸਾਨੂੰ ਵੀ ਪਤਾ ਚੱਲ ਸਕੇ ਕਿ ਤੁਹਾਡੇ ਵੇਲੇ ਹਾਜ਼ਰੀ ਲਾਉਣ ਵਾਲੇ ਕੌਣ ਕੌਣ ਨੇ। ਕਹਿੰਦੇ ਸਕੂਲ ਦੇ ਰਜਿਸਟਰ ਚ ਤਾਂ ਅਸੀਂ ਬਹੁਤ ਹਾਜ਼ਰੀਆਂ ਲਗਾਉਂਦੇ ਆ, ਪਰ ਰੰਗ ਐਫਐਮ ਦੇ ਫੁੱਟ ਦੀਆਂ ਕਰੂੰਬਲਾਂ ਪ੍ਰੋਗਰਾਮ ਦੇ ਰਜਿਸਟਰ ਦੇ ਵਿੱਚ ਦੇਖਦੇ ਆ ਕਿਨੇ ਕਿਨੇ ਹਾਜ਼ਰੀ ਲਗਾਈ ਹੈ ਅੱਜ। ਤੇ ਰਾਜ ਕਲੇਕਾ ਦੀਦੀ ਜੀ ਕਹਿ ਰਹੇ ਨੇ ਸਾਰੇ ਟੀਚਰਸ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਦੀਦੀ, ਬਿਲਕੁਲ। ਸੰਦੀਪ ਕੌਰ, ਸੰਦੀਪ ਜੀ ਕਹਿ ਰਹੇ ਨੇ ਸਤਿ ਸ਼੍ਰੀ ਅਕਾਲ ਮਨਦੀਪ ਜੀ ਐਂਡ ਰਿਸਪੈਕਟਡ ਟੀਚਰ। ਸਤਿ ਸ਼੍ਰੀ ਅਕਾਲ ਸੰਦੀਪ ਜੀ। GPS ਬਾਜ਼ੀਗਰ ਬਸਤੀ, ਵੈਰੀ ਗੁੱਡ, ਥੈਂਕ ਯੂ ਮੈਮ, ਥੈਂਕ ਯੂ ਜੀ। ਸ਼ਹਿਬਾਜ਼ ਵੀਰ ਜੀ ਆਏ ਨੇ, ਕਹਿੰਦੇ ਮਨਦੀਪ ਜੀ ਸਲਾਮ ਸਲਾਮ ਵੀਰ ਜੀ। ਤੇ ਇਹ ਤਾਂ ਤੁਸੀਂ ਤਾਂ ਚੰਗੀ ਤਰ੍ਹਾਂ ਜਾਣਦੇ ਹੋਵੋਗੇ। ਤੇ ਸ਼ਹਿਬਾਜ਼ ਵੀਰ ਜੀ ਕਹਿ ਰਹੇ ਨੇ ਰੇਨੂ ਜੀ ਸਵਾਗਤ ਹੈ। ਥੈਂਕ ਯੂ ਜੀ, ਥੈਂਕ ਯੂ ਸੋ ਸੰਦੀਪ ਮਚ। ਕੌਰ ਜੀ ਕਹਿ ਰਹੇ ਨੇ ਲੁਕਿੰਗ ਗੋਰਜੀਅਸ, ਥੈਂਕ ਯੂ ਸੰਦੀਪ ਜੀ। ਪਰ ਇਹ ਦੱਸਣਾ ਪਏਗਾ ਕਿਹਾ ਕਿਹਨੂੰ ਹੈ ਕਿ ਨਹੀਂ ਤਾਂ ਲੜਾਈ ਪੈ ਜਾਣੀ ਹੈ। ਅਸੀਂ ਤਿੰਨੇ ਥੋੜਾ ਵੰਡ ਲੈਣੇ ਆ ਕਿ ਸਾਨੂੰ ਤਿੰਨਾਂ ਨੂੰ ਕਿਹਾ ਗਿਆ। ਰਾਜ ਕਲੇਕਾ ਦੀਦੀ ਜੀ ਕਹਿ ਰਹੇ ਨੇ ਸਤਿ ਸ਼੍ਰੀ ਅਕਾਲ ਸਾਰੇ ਸਰੋਤਿਆਂ ਨੂੰ। ਬਿਲਕੁਲ ਦੀਦੀ, ਤੁਹਾਡੀ ਸਤਿ ਸ਼੍ਰੀ ਅਕਾਲ, ਵੈਲਕਮ ਸਾਰਿਆਂ ਤੱਕ ਪਹੁੰਚ ਗਿਆ ਜੀ। ਸਰੋਜ ਚਾਵਲਾ ਜੀ, ਮਨਦੀਪ ਜੀ ਨਮਸਕਾਰ, ਥੈਂਕ ਯੂ ਸਰੋਜ ਜੀ। ਤੁਸੀਂ ਹਾਂਜੀ, ਰੋਜ਼ ਇਹ ਆਇਆ ਮੇਰੇ ਕਰੋ। ਬਹੁਤ ਪਿਆਰੇ ਹਾਂਜੀ, ਇਹ ਨਾ ਮੇਰੇ ਬਹੁਤ ਪਿਆਰੇ ਕਹਿ ਲਓ ਵੱਡੇ ਭੈਣ, ਮੇਰੇ ਮੰਮੀ ਕਹਿ ਸਕਦੇ ਹੋ ਜਾਂ ਕੁਝ ਵੀ, ਇਹ ਪਰ ਇੰਨੇ ਜ਼ਿਆਦਾ ਇਹ ਗਾਈਡ ਕਰਦੇ ਮੈਨੂੰ, ਕਹਿ ਲਓ ਕਿ ਲਾਈਫ ਦੇ ਵਿੱਚ ਨਾ ਇਹਨਾਂ ਨੇ ਮੈਨੂੰ ਅੱਗੇ ਵਧਣ ਲਈ ਬਹੁਤ ਜ਼ਿਆਦਾ ਹਮੇਸ਼ਾ ਹੀ ਮੋਟੀਵੇਟ ਕੀਤਾ ਆ। ਸੋ ਬਹੁਤ ਬਹੁਤ ਥੈਂਕ ਯੂ ਕਿ ਸਰੋਜ ਮੈਮ ਇੱਥੇ ਜੁਆਇਨ ਕਰ ਗਏ। ਫਿਰ ਤਾਂ ਮੈਮ ਦਾ ਮੈਂ ਸਪੈਸ਼ਲ ਥੈਂਕਸ ਕਵਾਂਗੀ। ਮੈਮ ਨੇ ਮੇਰੇ ਤੱਕ ਪਹਿਲਾਂ ਨਮਸਕਾਰ ਪਹੁੰਚਾਈ। ਮੈਮ ਥੈਂਕ ਯੂ ਸੋ ਮਚ ਸਰੋਜ ਮੈਮ, ਆਇਆ ਕਰੋ। ਤੇ ਅਸੀਂ ਰਿਕੁਐਸਟ ਇੱਥੇ ਹੀ ਮੈਂ ਇਸੇ ਪਲੇਟਫਾਰਮ, ਇਸੇ ਮੰਚ ਤੇ ਆਪ ਨੂੰ ਰਿਕੁਐਸਟ ਕਰਾਂਗੀ ਕਿ ਜਲਦੀ ਹੀ ਤੁਸੀਂ ਵੀ ਸਾਡੇ ਪ੍ਰੋਗਰਾਮ ਦੇ ਵਿੱਚ ਜ਼ਰੂਰ ਆਓ ਤੇ ਆਪਣੇ ਤਜਰਬੇ ਜ਼ਰੂਰ ਸਾਂਝੇ ਕਰੋ। ਤੇ ਬੜਾ ਅੱਛਾ ਲੱਗਦਾ ਹੈ ਜਦੋਂ ਇਸ ਤਰ੍ਹਾਂ ਸਾਡੇ ਨਾਲ ਲੋਕ ਜੁੜੇ ਨੇ, ਮੋਟੀਵੇਟ ਕਰਦੇ ਆ ਸਾਨੂੰ। ਤੇ ਜ਼ਰੂਰ ਥੈਂਕ ਯੂ ਸੋ ਮਚ ਮੈਮ ਸਮਾਂ ਕੱਢ ਕੇ ਆਉਣ ਵਾਸਤੇ। ਰਾਜ ਕਲੇਕਾ ਦੀਦੀ ਜੀ ਕਹਿ ਰਹੇ ਨੇ ਸਤਿ ਸ਼੍ਰੀ ਅਕਾਲ ਸ਼ਹਿਬਾਜ਼ ਜੀ, ਸਤਿ ਸ਼੍ਰੀ ਅਕਾਲ ਜੀ। ਹੁਣ ਇਹਨਾਂ ਦੀ ਆਪਸੀ ਗੱਲਾਂ ਵੀ ਇੱਥੇ ਸ਼ੁਰੂ ਹੋ ਜਾਂਦੀਆਂ ਨੇ, ਸਾਡੇ ਸਰੋਤੇ ਸ਼ਰਾਰਤੀ ਵੀ ਬਹੁਤ ਨੇ। ਮੁਨੱਜ਼ਾ ਖਾਂ ਜੀ ਕਹਿ ਰਹੇ ਨੇ ਸਤਿ ਸ਼੍ਰੀ ਅਕਾਲ ਮੈਂਡੀ ਜੀ ਤੇ ਰੇਨੂ ਜੀ, ਸਤਿ ਸ਼੍ਰੀ ਅਕਾਲ ਮੁਨੱਜ਼ਾ ਜੀ। ਸ਼ਹਿਬਾਜ਼ ਵੀਰ ਜੀ ਨੇ ਕਹਿ ਰਹੇ ਨੇ ਰਾਜ ਕਲੇਕਾ ਜੀ ਸਲਾਮ ਜੀ। ਸਰੋਜ ਚਾਵਲਾ ਜੀ ਕਹਿ ਰਹੇ ਨੇ ਨਮਸਕਾਰ ਰੇਨੂ ਜੀ ਐਂਡ ਰਜਨੀ ਜੀ। ਲਓ ਜੀ, ਹੁਣ ਤੁਹਾਡੀ ਵਾਰੀ ਨੰਬਰ 1 ਨੰਬਰ 2 ਤੇ ਪਹੁੰਚ ਗਈ। ਨਮਸਕਾਰ ਜੀ, ਕਬੂਲ ਕਰੋ ਉਹਨਾਂ ਦੀ। ਤੇ ਸ਼ਹਿਬਾਜ਼ ਵੀਰ ਜੀ ਕਹਿ ਰਹੇ ਨੇ ਸਲਾਮ ਸੰਦੀਪ ਜੀ। ਸੰਦੀਪ ਕਹਿ ਰਹੇ ਨੇ ਸਲਾਮ ਭਾਈ ਜਾਨ ਜੀ। ਦੇਖੋ ਇਹ ਸਾਡੇ ਜਿਹੜੇ ਸਰੋਤੇ ਨੇ ਨਾ, ਇਹ ਪਿਛਲੀ ਕਤਾਰ ਦੇ ਵਿੱਚ ਜਾ ਕੇ ਬੈਠ ਜਾਂਦੇ ਨੇ। ਇਹ ਬਹੁਤ ਸ਼ਰਾਰਤੀ ਬੱਚੇ ਆ ਸਾਡੇ ਪ੍ਰੋਗਰਾਮ ਦੇ। ਸੰਦੀਪ ਜੀ, ਸ਼ਹਿਬਾਜ਼ ਵੀਰ ਜੀ, ਇਹ ਸ਼ਰਾਰਤਾਂ ਸ਼ੁਰੂ ਕਰ ਦਿੰਦੇ ਨੇ। ਤੇ ਮੈਨੂੰ ਫਿਰ ਨਾ ਏਦਾਂ ਲੱਗਦਾ ਵੀ ਅਸੀਂ ਇੱਕ ਕਲਾਸਰੂਮ ਦੇ ਵਿੱਚ ਹੀ ਬੈਠੇ ਆ ਔਰ ਇਹਨਾਂ ਦੀਆਂ ਸ਼ਰਾਰਤਾਂ ਨੂੰ ਦੇਖ ਰਹੇ ਆ, ਸੁਣ ਰਹੇ ਆ। ਮੈਂ ਕਹਿੰਦੀ ਸ਼ਰਾਰਤਾਂ ਵੀ ਜ਼ਰੂਰੀ ਹੈ। ਫੀਲਿੰਗ ਅਲੱਗ ਫੀਲਿੰਗ ਨਹੀਂ ਆਉਂਦੀ ਹੈ ਨਾ ਮੈਮ, ਲੱਗਦਾ ਤਾਂ ਨਹੀਂ ਨਾ ਇਹਨਾਂ ਦੀਆਂ ਸ਼ਰਾਰਤਾਂ ਨੂੰ ਬਿਲਕੁਲ ਜੀ। ਸੁਣੋ ਜਦੋਂ। ਤੇ ਸੰਦੀਪ ਜੀ ਕਹਿ ਰਹੇ ਨੇ ਸਤਿ ਸ਼੍ਰੀ ਅਕਾਲ ਸੋਹਣੀ ਮੁਨੱਜ਼ਾ ਭੈਣ। ਬਿਲਕੁਲ ਜੀ, ਸਾਡੇ ਮੁਨੱਜ਼ਾ ਦੀ ਹੈ ਹੀ ਬਹੁਤ ਸੋਹਣੇ ਨੇ ਜੀ। MCC ਫਗਵਾੜਾ ਤੋਂ ਰੇਨੂ ਮੈਮ ਐਂਡ ਆਲ। ਹਾਂਜੀ, ਇਹ ਮੇਰਾ ਸਟੂਡੈਂਟ ਹੈ, ਸਟੂਡੈਂਟ ਵੀ ਹੈ ਔਰ ਬ੍ਰਦਰ ਵੀ ਹੈ। ਜਦੋਂ ਇਹ 7th ਸਟੈਂਡਰਡ ਦੇ ਵਿੱਚ ਸੀਗਾ ਨਾ, ਉਦੋਂ ਤੋਂ ਇਹ ਮੇਰੇ ਕੋਲ ਪੜ੍ਹਦਾ ਆ। ਤੇ ਪੋਸਟ ਗ੍ਰੈਜੂਏਸ਼ਨ ਤੱਕ ਇਹ ਮੇਰੇ ਨਾਲ ਸਟੱਡੀਜ਼ ਮਤਲਬ ਇਹਨੂੰ ਮੈਂ ਕਰਵਾਉਂਦੀ ਰਹੀ ਹਾਂ। ਤੇ ਹੁਣ ਵੀ ਇਹ ਮੇਰੇ ਨਾਲ ਭਰਾਵਾਂ ਵਾਂਗ ਵਰਤਦਾ ਆ। ਬਹੁਤ ਇੰਟੈਲੀਜੈਂਟ ਮੁੰਡਾ ਆ ਇਹ। ਸੋ ਆਲ ਦਾ ਵੈਰੀ ਬੈਸਟ ਐਂਡ ਥੈਂਕ ਯੂ ਸੋ ਮਚ ਸਚਿਨ ਸੂਦ।
ਥੈਂਕ ਯੂ ਸੋ ਮਚ ਐਮਸੀਸੀ ਫਗਵਾੜਾ ਕਰਕੇ ਲਿਖਿਆ ਹੋਇਆ ਹਾਂਜੀ ਥੈਂਕ ਯੂ ਹਾਂਜੀ, ਸਚਿਨ ਇਹ ਜੀ ਥੈਂਕ ਉਹਦਾ ਯੂ ਕੋਚਿੰਗ ਸੈਂਟਰ ਹੈ ਜਿਹਦਾ ਨਾਮ ਹੈ ਓਕੇ ਐਮਸੀਸੀ। ਓਕੇ ਓਕੇ ਠੀਕ ਹੈ ਜੀ ਥੈਂਕ ਯੂ ਜੀ ਅੱਗੇ ਕੁਲਜੀਤ ਸਿੰਘ ਜੀ ਸ਼ੇਖੋ ਕਹਿ ਰਹੇ ਨੇ ਸਤਿ ਸ਼੍ਰੀ ਅਕਾਲ ਭੈਣੋ ਸਤਿ ਸ਼੍ਰੀ ਅਕਾਲ ਵੀਰ ਜੀ ਸ਼ਹਿਬਾਜ਼ ਵੀਰ ਜੀ ਕਹਿ ਰਹੇ ਨੇ ਕੁਲਜੀਤ ਵੀਰ ਸਤਿ ਸ਼੍ਰੀ ਅਕਾਲ ਜੀ ਸਰੋਤਿਓ ਹੁਣ ਆਪਸ ਚ ਕਬੂਲੀ ਚੱਲੋ ਇੱਕ ਦੂਜੇ ਨੂੰ ਜਿਹੜੀਆਂ ਕਹਿ ਰਹੇ ਹੋ ਮੈਂ ਤਾਂ ਇੱਥੇ ਤੱਕ ਪਹੁੰਚਦੀਆਂ ਕਰ ਰਹੀ ਹਾਂ ਸੁਭਾਸ਼ ਪਾਰਸ਼ ਵੀਰ ਜੀ ਆਏ ਨੇ ਵੀਰ ਜੀ ਕਹਿ ਰਹੇ ਨੇ आदरणीय बहनों को सादर नमस्कार करता हूँ ਨਮਸਕਾਰ ਸੁਭਾਸ਼ ਪਾਰਸ ਜੀ ਥੈਂਕ ਯੂ ਤੁਸੀਂ ਹਮੇਸ਼ਾ ਆਪਣਾ ਕੀਮਤੀ ਸਮਾਂ ਕੱਢ ਕੇ ਆਨੇ ਹੋ ਬਬੀਤਾ ਕਲਿਆਣ ਪ੍ਰਾਊਡ ਆਫ ਯੂ ਰੇਨੂ ਮੈਮ ਜੀ ਇਹ ਵੀ ਮੇਰੀ ਬਹੁਤ ਖਾਸ ਫਰੈਂਡ ਹੈ, ਟੀਚਰ ਹੈ ਇਹ ਵੀ ਮੇਰੇ ਨਾਲ ਹੀ। ਤੇ ਥੈਂਕ ਯੂ ਬਬੀਤਾ ਫॉर ਜੁਆਇਨਿੰਗ। ਤੇ ਸ਼ਹਿਬਾਜ਼ ਵੀਰ ਜੀ ਕਹਿ ਰਹੇ ਨੇ ਸਲਾਮ ਸੁਭਾਸ਼ ਪਾਰਸ ਜੀ ਨੂੰ ਤੇ ਉਹਨਾਂ ਨੇ ਕਬੂਲ ਵੀ ਕਰ ਲਈ ਹੈ ਮੋਨਿਕਾ ਦੁੱਗਲ ਜੀ ਨੇ ਸੋ ਪ੍ਰਾਊਡ ਹੈਵਿੰਗ ਯੂ ਮਾਈ ਕੋਲੀਗਸ ਜੀ ਇਹ ਮੋਨਿਕਾ ਮੈਮ ਵੀ ਮੇਰੇ ਕਲੀਗ ਨੇ ਔਰ ਮੇਰੇ ਬਹੁਤ ਅੱਛੇ ਫਰੈਂਡ ਵੀ ਨੇ ਇਹ, तो ਇਹਨਾਂ ਨੇ ਵੀ ਟਾਈਮਲੀ ਜੁਆਇਨ ਕਰ ਲਿਆ। ਥੈਂਕ ਯੂ ਸੋ ਮਚ। ਥੈਂਕ ਯੂ ਸੋ ਮਚ ਮੈਮ ਸਾਰਿਆਂ ਦਾ ਮੈਂ ਪਹਿਲਾਂ ਵੀ ਤੇ ਬਾਅਦ ਚ ਵੀ ਥੈਂਕ ਯੂ ਕਰੂੰਗੀ ਪਰ ਪਹਿਲਾਂ ਵੀ ਕਰਨਾ ਚਾਹਾਂਗੀ ਕਿ ਜਿਹੜੇ ਸਮਾਂ ਕੱਢ ਕੇ ਸਾਡੇ ਨਾਲ ਜੁੜੇ ਹੋਏ ਨੇ ਸਾਡੀ ਲਗਾਤਾਰ ਤਜਰਬਿਆਂ ਨੂੰ ਸੁਣ ਰਹੇ ਨੇ ਬੜੀਆਂ ਖੂਬਸੂਰਤ ਗੱਲਾਂ ਹੋ ਰਹੀਆਂ ਨੇ आगे सरोज जी कह रहे हैं स्टूडेंट्स के लिए आपकी पॉजिटिव सोच को सलाम रेनू मैम बिल्कुल सही किया सरोज जी साडे अध्यापक साहिबाना दी बहुत ही पॉजिटिव सोच है मोनिका जी कह रहे हैं यू स्ट्रगल्ड अ लॉट डियर मे गॉड ब्लेस यू थैंक यू मोनिका जी रामजीत घुंगुड़ा जी आए ने वीर जी कहते सत श्री अकाल वीर जी सुभाष पारश वीर जी कह रहे हैं बहुत खूबसूरत प्रोग्राम नशिर किया जा रहा है जी थैंक यू सुभाष वीर जी ਮੋਨਿਕਾ ਦੁੱਗਲ ਜੀ ਕਹਿ ਰਹੇ ਨੇ ਵੈਰੀ ਇਨਸਪੀਰੇਸ਼ਨਲ ਲਾਈਫ ਸਟੋਰੀ ਥੈਂਕ ਯੂ ਮੋਨਿਕਾ ਜੀ ਤੁਸੀਂ ਤਾਂ ਖੈਰ ਨੇੜੇ ਤੋਂ ਜਾਣਦੇ ਹੋ ਤੇ ਸਾਨੂੰ ਹੁਣ ਸੁਣਨ ਦਾ ਮੌਕਾ ਮਿਲ ਰਿਹਾ ਹੈ ਐਮਸੀਸੀ ਫਗਵਾੜਾ ਜੀ ਨੇ ਕਹਿ ਰਹੇ ਨੇ ਗ੍ਰੇਟ ਰੇਨੂ ਮੈਮ ਆਈ ਵਿਟਨੈਸਡ ਯੋਰ ਜਰਨੀ ਯੂ ਆਰ ਮਾਈ ਬੈਸਟ ਟੀਚਰ ਇਹਦਾ ਜਵਾਬ ਮੈਮ ਤੁਸੀਂ ਦਿਓ ਵਧੀਆ ਹੈ ਹਾਂ ਥੈਂਕ ਯੂ ਸੋ ਮਚ ਸਚਿਨ ਸੂਦ ਆਲ ਦ ਵੈਰੀ ਬੈਸਟ ਟੂ ਯੂ ਐਂਡ ਯੋਰ ਵਾਈਫ ਤੇ ਅੱਗੇ ਮਨਿੰਦਰ ਗੌਰ ਜੀ ਨੇ ਰੇਨੂ ਮੈਮ ਪ੍ਰਾਊਡ ਟੂ ਹੈਵ ਅ ਟੀਚਰ ਲਾਈਕ ਯੂ ਜੀ ਇਹ ਵੀ ਸਾਡੇ ਨਾਲ ਟੀਚਰ ਨੇ ਮਨਿੰਦਰ ਥੈਂਕ ਯੂ ਸੋ ਮਚ ਫॉर ਜੁਆਇਨਿੰਗ ਤੇ ਰੇਨੂ ਬੜਾ ਮੈਮ ਅੱਛਾ ਕਹਿ ਲੱਗਿਆ ਰਹੇ ਕਿ ਬੜੇ ਨਾ ਫਾਸਟ ਕਹਿ ਲੋ ਕਿ ਬੜੇ ਸ਼ਾਰਟ ਨੋਟਿਸ ਦੇ ਉੱਪਰ ਮੈਂ ਮੈਸੇਜ ਸਰਕੂਲੇਟ ਕੀਤਾ ਸੀ ਤੇ ਮੇਰੀਆਂ ਫਰੈਂਡਸ ਨੇ ਜੁਆਇਨ ਕਰ ਲਿਆ ਸਾਰਿਆਂ ਦਾ ਬਹੁਤ ਬਹੁਤ ਥੈਂਕ ਯੂ ਬਿਲਕੁਲ ਬਿਲकुल थैंक यू सो मच जी मोनिका जी कह रहे हैं रेनू मैम स्कूल इज कंसिडर्ड द बेस्ट इन फगवाड़ा ब्लॉक बिकॉज ऑफ हर एफर्ट्स शी इज रियली अ डेडिकेटेड एंड डिवोटेड टीचर्स ਬਿਲਕੁਲ ਸਹੀ ਕਿਹਾ ਜੀ ਇਹ ਵਾਕਈ ਹੀ ਅਸੀਂ ਤਜਰਬਿਆਂ ਨੂੰ ਸੁਣ ਕੇ ਸਾਨੂੰ ਵੀ ਜਾਣਨ ਦਾ ਮੌਕਾ ਮਿਲ ਰਿਹਾ ਹੈ ਸੰਦੀਪ ਕੌਰ ਜੀ ਕਹਿ ਰਹੇ ਨੇ ਰੇਨੂ ਮੈਮ ਜੀ ਮਾਣ ਹੈ ਤੁਹਾਡੇ ਤੇ ਸਾਰੇ ਅਧਿਆਪਕਾਂ ਨੂੰ ਮਨੀਸ਼ ਕੁਮਾਰ ਜੋ ਆਪ ਜੀ ਦੇ ਨਾਲ ਜੌਬ ਸਨ ਉਹ ਹੁਣ ਸਾਡੇ ਸਕੂਲ ਵਿੱਚ ਹਨ ਬਹੁਤ ਸਿਫਤਾਂ ਕਰਦੇ ਆ ਮੈਮ ਰੇਨੂ ਜੀ ਦੀਆਂ ਕਿ ਮੈਮ ਬਹੁਤ ਪ੍ਰਭਾਵਸ਼ਾਲੀ ਹਨ ਮਨੀਸ਼ ਜੀ ਦਾ ਵੀ ਜਵਾਬ ਆ ਗਿਆ ਜੀ ਅੱਗੇ ਬਿਲਕੁਲ ਸਹੀ ਕਿਹਾ ਜੀ ਹਾਂ ਥੈਂਕ ਯੂ ਸੋ ਮਚ ਥੈਂਕ ਯੂ ਜੀ ਬਹੁਤ ਤੁਸੀਂ ਸਾਰੇ ਵਧੀਆ ਹੋ ਇਸ ਲਈ ਮੈਂ ਵੀ ਵਧੀਆ ਆ ਨਾ ਇਹ ਆਪਣੇ ਸਾਰੇ ਸਾਥੀਆਂ ਨਾਲ ਹੀ ਰਲ ਕੇ ਅੱਛਾ ਕੰਮ ਹੁੰਦਾ ਆ ਤੋਂ ਮੈਂ ਸਾਰਿਆਂ ਦਾ ਹੀ ਧੰਨਵਾਦ ਕਰਦੀ ਹਾਂ ਤੇ ਅੱਗੇ ਦਿਲਸਤਾਨ ਦੇ ਵਿੱਚ ਹਾਂਜੀ ਹਾਂਜੀ ਮੈਮ ਮੈਂ ਕਿਹਾ ਮੈਂ ਇਕੱਲੀ ਤਾਂ ਕੁਝ ਵੀ ਨਹੀਂ ਕਰ ਸਕਦੀ ਮੈਨੂੰ ਸਾਰਿਆਂ ਦਾ ਸਾਥ ਮਿਲਦਾ ਹੈ ਅਸੀਂ ਦੇਖੋ ਹੁਣ ਜਿਹੜਾ ਫੁੱਟਦੀਆਂ ਕਰੁੰਬਲਾ ਪ੍ਰੋਗਰਾਮ ਹੈ ਅਸੀਂ ਦੇਖੋ ਅਸੀਂ ਤੁਸੀਂ ਸਾਡੇ ਸਟਾਰ ਅਧਿਆਪਕ ਸਾਹਿਬਾਨ ਪਰ ਸਾਡੀ ਟੈਕਨੀਕਲ ਟੀਮ ਤੇ ਸਾਡੇ ਸਰੋਤੇ ਇਹ ਸਾਡਾ ਪਰਿਵਾਰ ਹੈ ਅਸੀਂ ਇਕੱਲੇ ਕੁਝ ਵੀ ਨਹੀਂ ਕਰ ਸਕਦੇ ਇਹ ਪ੍ਰੋਗਰਾਮ ਵੀ ਤਾਂ ਹੀ ਕਾਮਯਾਬ ਹੋਵੇਗਾ ਜੇ ਸਾਰੇ ਜੁੜ ਕੇ ਮਿਲ ਕੇ ਰਹਾਂਗੇ ਅੱਗੇ ਵਧਾਂਗੇ ਅੱਗੇ ਦਿਲਸਤਾਨ ਦਿੱਲੀ ਜੀ ਨੇ ਜੀ ਕਹਿੰਦੇ FM ਰੇਡੀਓ ਪ੍ਰੋਗਰਾਮ ਫੁੱਟਦੀਆਂ ਕਰੁੰਬਲਾਂ ਵਿੱਚ ਆਏ ਮਹਿਮਾਨ ਤੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਦਿਲਸਤਾਨ ਜੀ ਕੁਲਜੀਤ ਸਿੰਘ ਸੇਖੋ ਕਹਿ ਰਹੇ ਨੇ ਰਜਨੀ ਭੈਣ ਮੋਗੇ ਆਏ ਸੀ ਕਵੀ ਸੰਮੇਲਨ ਵਿੱਚ ਸ਼ਿਰਕਤ ਕਰਨ ਲਈ ਸ਼ੁਕਰੀਆ ਜੀ ਹਾਂਜੀ ਮੋਗੇ ਇਨਵੀਟੇਸ਼ਨ ਮਿਲਿਆ ਹੋਇਆ ਸੀ ਮੈਨੂੰ ਥੋੜਾ ਟਾਈਮ ਪਹਿਲਾਂ ਮੇਰੀ ਕਿਤਾਬ ਵੀ ਉੱਥੇ ਰਿਲੀਜ਼ ਹੋਈ ਆ ਜਿਹੜੀ ਹਿੰਦੀ ਦੀ ਆਈ ਆਪਣਾ ਸੰਸਾਰ ਵਾਕਈ ਸੁਣਨ ਨੂੰ ਮੌਕਾ ਮਿਲਿਆ ਤੇ ਬੜਾ ਅੱਛਾ ਲੱਗ ਰਿਹਾ ਹੈ ਬਿਲਕੁਲ ਜੀ ਤੇ ਹਰਜਿੰਦਰ ਕੌਰ ਜੀ ਆਏ ਨੇ ਜੀ ਕਹਿੰਦੇ ਪ੍ਰਾਊਡ ਆਫ ਯੂ ਰੇਨੂ ਜੀ ਓ ਥੈਂਕ ਯੂ ਸੋ ਮਚ ਮੈਮ ਇਹ ਸਾਡੇ BPO ਮੈਮ ਨੇ ਹਰਜਿੰਦਰ ਮੈਮ ਜੀ ਇਹਨਾਂ ਨੇ ਜੁਆਇਨ ਕੀਤਾ ਬਹੁਤ ਬਹੁਤ ਸ਼ੁਕਰੀਆ ਮੈਮ ਤੁਹਾਡਾ ਮੈਸੇਜ ਰੀਅਲੀ ਮੀਨਸ ਅ ਲੋਟ ਟੂ ਮੀ ਥੈਂਕਸ ਫॉर योर मोटिवेशन
ਬਹੁਤ ਮੋਟੀਵੇਟ ਕਰਦੇ ਨੇ ਮੈਮ ਇਹ ਨਾ ਸਾਨੂੰ ਸਾਰਿਆਂ ਨੂੰ ਹੀ। ਤੋ ਹਮ, ਬਹੁਤ ਵਧੀਆ ਸਾਡੇ ਵਿੱਚ ਇਹ ਸਾਡੇ ਨਾਲ ਪਹਿਲਾਂ ਟੀਚਰ ਸਨ ਤੇ ਫਿਰ ਬੀਪੀਓ ਮੈਮ ਬਣ ਗਏ। ਬਹੁਤ ਜ਼ਿਆਦਾ ਡੈਡੀਕੇਟਿਡ, ਬਹੁਤ ਜ਼ਿਆਦਾ ਹਾਰਡ ਵਰਕਿੰਗ ਮੈਮ ਨੇ ਇਹ। ਤੋ ਮੈਂ ਇਹਨਾਂ ਦਾ ਬਹੁਤ ਬਹੁਤ ਥੈਂਕਸ ਕਰਦੀ ਹਾਂ ਆਉਣ ਵਾਸਤੇ। ਥੈਂਕ ਯੂ ਸੋ ਮਚ ਹਰਜਿੰਦਰ ਮੈਮ। ਤੇ ਅਸੀਂ ਕਵਾਂਗੇ ਕਿ ਮੈਮ ਲਈ ਵੀ ਜ਼ਰੂਰ ਮੈਮ ਸਾਨੂੰ ਟਾਈਮ ਦਿਓ, ਅਸੀਂ ਤੁਹਾਡੇ ਤਜਰਬਿਆਂ ਨੂੰ ਵੀ ਸੁਣੀਏ। ਕਹਿੰਦੇ ਵੈਸੇ ਵੀ ਜੋ ਸਾਡੇ ਇੱਕ ਆਫੀਸਰ ਵੀ ਕਹਿ ਲਈਏ, ਪਰ ਫਿਰ ਵੀ ਉਹ ਸਾਨੂੰ ਹਮੇਸ਼ਾ ਸਹੀ ਸੇਧ ਦੇਣਗੇ, ਸਹੀ ਰਸਤੇ ਦਿਖਾਉਂਦੇ ਨੇ ਕਿ ਸ਼ਾਇਦ ਅਸੀਂ ਵੀ ਵੱਡੇ ਹੋ ਕੇ ਸਾਡੇ ਤੋਂ ਕਈ ਵਾਰ ਜਾਣੇ ਜਾਣੇ ਗਲਤੀ ਨਾ ਹੋ ਜਾਵੇ। ਤੇ ਬੜਾ ਅੱਛਾ ਲੱਗਦਾ ਹੈ। ਤੇ ਹਰਜਿੰਦਰ ਜੀ ਨੂੰ ਮੈਂ ਵੀ ਇੱਥੇ ਇਨਵੀਟੇਸ਼ਨ ਦੇਣਾ ਚਾਹੂੰਗੀ, ਮੈਮ ਤੁਸੀਂ ਜ਼ਰੂਰ ਸਾਨੂੰ ਨੰਬਰ ਦੇਣਾ ਮੈਮ ਦਾ, ਤੇ ਮੈਮ ਨੂੰ ਵੀ ਅਸੀਂ ਇੱਥੇ ਲੈ ਕੇ ਆਈਏ, ਉਹਨਾਂ ਦੇ ਬਿਲਕੁਲ ਜੀ, ਮੂੰਹੋਂ ਬਿਲਕੁਲ ਉਹਨਾਂ ਦੇ ਤਜਰਬਿਆਂ ਨੂੰ ਸੁਣੀਏ ਤੇ ਸਾਡੇ ਸਰੋਤਿਆਂ ਤੱਕ ਪਹੁੰਚਦੇ ਕਰੀਏ। ਜੀ, ਬਿਲਕੁਲ ਸ਼ੀ ਡਿਜ਼ਰਵ ਟੂ ਬੀ ਹੇਅਰ। ਜ਼ਰੂਰ ਹਮ, ਮੈਮ ਨੂੰ ਵੀ ਤੁਸੀਂ ਲੈ ਕੇ ਆਓ। ਬਹੁਤ ਵਧੀਆ, ਬਹੁਤ ਤਜਰਬੇਕਾਰ ਮੈਮ ਨੇ। ਜੀ ਉਹਨਾਂ ਜੀ। ਦੇ ਤਜਰਬਿਆਂ ਨਾਲ ਅਸੀਂ ਬਹੁਤ ਕੁਝ ਸਿੱਖ ਰਹੇ ਹਾਂ। ਤੇ ਅੱਗੇ ਵਿਸ਼ਾਖਾ ਜੀ ਕਹਿ ਰਹੇ ਨੇ ਸਤਿ ਸ਼੍ਰੀ ਅਕਾਲ, ਥੈਂਕ ਯੂ ਜੀ ਮੈਮ। ਇਹ ਸਾਡੇ ਵਿਸ਼ਾਖਾ ਜੀ ਸਾਡੇ ਫਰਾਈਡੇ ਦੇ ਹੋਸਟ ਹੁੰਦੇ ਨੇ ਫੁੱਡੀਆਂ ਕਰੁੰਬਲਾਂ ਦੇ। ਬਹੁਤ ਅੱਛਾ ਪ੍ਰੈਜੈਂਟੇਸ਼ਨ ਹੈ ਇਹਨਾਂ ਦੀ ਵੀ ਮੈਮ ਦੀ। ਥੈਂਕ ਯੂ ਵਿਸ਼ਾਖਾ ਜੀ ਪ੍ਰੋਗਰਾਮ ਦੇ ਵਿੱਚ ਆਉਣ ਲਈ। ਮੇਰੀਆਂ ਸਹੇਲੀਆਂ ਹੀ ਨੇ ਸਾਰੀਆਂ, ਮੈਂ ਹੀ ਕਵਾਂਗੀ ਮੇਰੇ ਪ੍ਰੋਗਰਾਮ ਵਾਲੀਆਂ ਮੇਰੀਆਂ ਸਹੇਲੀਆਂ ਹੀ ਨੇ। ਵੈਸੇ ਤਾਂ ਸਾਡਾ ਰੰਗ ਐਫਐਮ ਪੂਰਾ ਪਰਿਵਾਰ ਹੈ, ਦੇਖੋ ਹਰ ਇੱਕ ਦੂਜੇ ਨੂੰ ਸਪੋਰਟ ਕਰਦਾ ਹੈ, ਇੱਕ ਦੂਜੇ ਨੂੰ ਮੋਟੀਵੇਟ ਕਰਦਾ ਹੈ। ਤੇ ਇਹਦੇ ਲਈ ਮੈਂ ਸਭ ਦਾ ਬਹੁਤ ਬਹੁਤ ਥੈਂਕਸ ਵੀ ਕਰਦੀ ਹਾਂ। ਫਿਰ ਦਵਿੰਦਰ ਕੌਰ ਜੀ ਆਏ ਨੇ, ਕਹਿੰਦੇ ਸਤਿ ਸ਼੍ਰੀ ਅਕਾਲ ਜੀ। सरोज चावला जी कह रहे हैं आप बहुत खूब लिखते हो रेनू मैम, मैंने आपकी पोएट्री को बहुत गहराइयों से पढ़ा है। ਜੀ ਜੀ, ਤੇ ਇਹ शहबाज वीर ਇਹਨਾਂ जी ਨੂੰ कह ਮੈਂ रहे ਜ਼ਰੂਰ ने ਭੇਜਦੀ ਹੁੰਦੀ ਸੀ ਜੋ ਵੀ ਲਿਖਦੀ ਹੁੰਦੀ ਸੀ ਮੈਂ। अच्छा 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 अच्छा। ਤੇ ਜੀ ਅੱਜ ਦੇਖ ਲਓ, ਅੱਜ ਇਸ ਮੁਕਾਮ ਤੇ ਪਹੁੰਚ ਕੇ ਸੁਣ ਵੀ ਰਹੇ ਹੈ, ਸਾਡੇ ਸਰੋਤੇ ਵੀ ਤੇ ਸਭ ਨੂੰ ਸੁਣਨ ਦਾ ਮੌਕਾ ਮਿਲ ਰਿਹਾ ਹੈ। ਸ਼ਹਿਬਾਜ਼ ਵੀਰ ਜੀ ਵਿਸ਼ਾਖਾ ਜੀ ਨੂੰ ਸਲਾਮ ਭੇਜ ਰਹੇ ਨੇ, ਵਿਸ਼ਾਖਾ ਜੀ ਨੇ ਵੀ ਜਵਾਬ ਦਿੱਤਾ ਹੈ ਜੀ। ਵਿਸ਼ਾਖਾ ਜੀ ਕਹਿ ਰਹੇ ਨੇ ਪ੍ਰਾਊਡ ਆਫ ਯੂ ਮਨਦੀਪ ਮੈਮ, ਥੈਂਕ ਯੂ ਸੋ ਮਚ ਵਿਸ਼ਾਖਾ ਜੀ। ਇਹ ਸਭ ਤੁਹਾਡੀ ਸਭ ਦੀ ਸਾਥ ਕਰਕੇ ਹੀ ਹੈ ਪੋਸੀਬਲ। ਕਹਿ ਰਹੇ ਨੇ ਵਿਸ਼ਾਖਾ ਜੀ ਪ੍ਰਾਊਡ ਆਫ ਯੂ ਬੋਥ ਸਟਾਰ ਟੀਚਰਸ, ਥੈਂਕ ਯੂ ਥੈਂਕ ਜੀ। ਯੂ, ਵਾਕਈ ਹੀ ਥੈਂਕ ਸਾਡੇ ਯੂ। ਸਟਾਰ ਟੀਚਰ ਨੇ, ਅਸੀਂ ਇਹਨਾਂ ਦੇ ਤਜਰਬਿਆਂ ਨੂੰ ਸੁਣ ਰਹੇ ਹਾਂ, ਬੜਾ ਮਜ਼ਾ ਆ ਰਿਹਾ ਹੈ। ਮੈਂ ਇਸ ਜਰਨੀ ਨੂੰ ਹਮੇਸ਼ਾ ਇਹ ਕਹਿੰਦੀ ਹੁੰਦੀ ਆ ਕਿ ਪੋਜ਼ਿਟਿਵ ਵੇ ਚ ਲੈ ਕੇ ਨਾ ਇਸ ਜਰਨੀ ਨੂੰ ਮਜ਼ੇਦਾਰ ਢੰਗ ਨਾਲ ਸੁਣੀਏ। ਦੇਖੋ ਮੁਸ਼ਕਿਲਾਂ ਤਾਂ ਹੈਗੀਆਂ ਨੇ, ਪਰ ਸਭ ਤੋਂ ਜ਼ਰੂਰੀ ਹੁੰਦਾ ਸਾਡਾ ਨਜ਼ਰੀਆ ਕੀ ਹੈ। ਤੇ ਫਟਾਫਟ ਅੱਗੇ ਮੈਸੇजेस ਤੋਂ ਬਾਅਦ ਬਹੁਤ ਕੁਝ ਜਾਣਨਾ ਹੈ ਸਾਡੇ ਸਟਾਰ ਅਧਿਆਪਕਾਂ ਤੋਂ। ਫਟਾਫਟ ਮੈਸੇजेस ਸਾਰਿਆਂ ਤੱਕ ਰੂਬਰੂ ਕਰਦੇ ਹਾਂ। सरोज जी कह रहे ने लाजमी है रास्ते में कांटे भी हो, सफर का आगाज तो कर, मिल ही जाएगी मंजिल, हौसले में परवाज तो भर। ਇਹ ਸਰੋਜ ਜੀ ਨੇ ਖੁਦ ਲਿਖਿਆ ਹੋਇਆ ਹੈ, ਕਿਉਂਕਿ ਨੀਚੇ ਉਹਨਾਂ ਨੇ ਆਪਣਾ ਨਾਮ ਮੈਂਸ਼ਨ ਕੀਤਾ ਹੈ। ਜੀ ਬਹੁਤ ਜੀ, ਖੂਬਸੂਰਤ ਲਿਖਿਆ ਸਰੋਜ ਮਨਦੀਪ ਜੀ। ਮੈਮ ਮੈਂ ਇੱਥੇ ਦੱਸਣਾ ਚਾਹਾਂਗੀ ਕਿ ਸਰੋਜ ਮੈਮ ਬਹੁਤ ਵਧੀਆ ਰਾਈਟਰ ਨੇ। ਇਹ ਆਪਣਾ ਲਿਖੀ ਹੋਈ ਪੋਇਟਰੀ ਜਿਹੜੀ ਹੈ, ਆਪਣੀ ਲਿਖੀ ਹੋਈ ਪੋਇਟਰੀ ਕਈ ਸਾਰੇ ਗਰੁੱਪਸ ਵਿੱਚ ਸ਼ੇਅਰ ਕਰਦੇ ਆ, ਜਿੱਥੇ ਇਹਨਾਂ ਨੂੰ ਫਰਸਟ ਪ੍ਰਾਈਜ਼ ਹੀ ਆਲਵੇਜ਼ ਮਿਲਦਾ ਆ। ਸੋ ਇਹ ਬਹੁਤ ਵਧੀਆ ਹਿੰਦੀ ਦੀ ਪੋਇਟਰੀ, ਬਹੁਤ ਜ਼ਿਆਦਾ ਲਾਜਵਾਬ ਪੋਇਟਰੀ ਲਿਖਦੇ ਆ। ਵਾਕਈ ਹੀ ਮੈਮ ਨੇ ਹੁਣ ਵੀ ਲਿਖਿਆ, ਬੜਾ ਅੱਛਾ ਹੈ। ਤੇ ਦਵਿੰਦਰ ਜੀ ਕਹਿ ਰਹੇ ਨੇ ਅੱਗੇ, ਵਾਹ ਜੀ ਵਾਹ, ਬਹੁਤ ਖੂਬ, ਥੈਂਕ ਯੂ ਦਵਿੰਦਰ ਜੀ ਸਮਾਂ ਕੱਢ ਕੇ ਆਉਣ ਵਾਸਤੇ। ਤੁਸੀਂ ਰੋਜ਼ਾਨਾ ਆਇਆ ਕਰੋ, ਸਾਡੇ ਪ੍ਰੋਗਰਾਮਾਂ ਨੂੰ ਦੇਖਿਆ ਕਰੋ। ਸੁਖਵਿੰਦਰ ਜੀ ਕਹਿ ਰਹੇ ਨੇ ਪ੍ਰਾਊਡ ਆਫ ਯੂ ਮਨਦੀਪ ਮੈਡਮ, ਸਤਿ ਸ਼੍ਰੀ ਅਕਾਲ ਸਟਾਰ ਟੀਚਰਸ ਨੂੰ, ਥੈਂਕ ਯੂ ਸੁਖਵਿੰਦਰ ਜੀ। ਦਵਿੰਦਰ ਜੀ ਕਹਿ ਰਹੇ ਨੇ ਬਿਲਕੁਲ ਸਹੀ ਕਿਹਾ ਜੀ। ਬਬੀਤਾ ਕਲਿਆਣ ਜੀ ਕਹਿ ਰਹੇ ਨੇ ਬਹੁਤ ਖੂਬ ਰੇਨੂ ਮੈਮ। ਸਰੋਜ ਜੀ ਕਹਿ ਰਹੇ ਨੇ ਵਾਹ ਰਜਨੀ ਜੀ, ਅਤੀ ਸੁੰਦਰ ਰਚਨਾ। ਸ਼ੁਕਰੀਆ ਜੀ। ਇਹ ਮੈਮ ਮੈਨੂੰ ਲੱਗਦਾ ਹਮੇਸ਼ਾ ਇਹ ਹੁੰਦਾ ਹੈ, ਜੋ ਖੁਦ ਲਿਖਦਾ ਨਾ ਉਹ ਹੋਰ ਵੀ ਡੂੰਘਾਈ ਦੇ ਨਾਲ ਉਹ ਅਹਿਸਾਸਾਂ ਨੂੰ ਸੁਣਦਾ ਤੇ ਉਹ ਮਹਿਸੂਸ ਕਰਦਾ ਹੈ ਕਿ ਵਾਕਈ ਇਹ ਅਹਿਸਾਸ ਦਿਲ ਚ ਆਏ ਹੋਣਗੇ ਤਾਂ ਇਹ ਰਚਨਾ ਲਿਖੀ ਗਈ ਹੈ। ਤੇ ਅੱਗੇ ਜੀਪੀਐਸ ਬਾਜ਼ੀਗਰ ਬਸਤੀ ਰੇਨੂ ਜੀ ਆਨੰਦ ਆ ਗਿਆ। ਸੰਦੀਪ ਜੀ ਕਹਿ ਰਹੇ ਨੇ ਬਹੁਤ ਖੂਬ ਲਿਖਦੇ ਹੋ ਦੋਵੇਂ ਅਧਿਆਪਕ। ਬਿਲਕੁਲ ਸੰਦੀਪ ਜੀ, ਤੁਸੀਂ ਕਿਹੜਾ ਘੱਟ ਹੋ, ਤੁਸੀਂ ਵੀ ਇੰਨਾ ਸੋਹਣਾ ਲਿਖਦੇ ਹੋ। ਇਹ ਵੀ ਫਟਾਫਟ ਕਰੰਟ ਦੇ ਵਿੱਚ ਹੀ ਨਾ, ਮਤਲਬ ਹੁਣੇ ਕੋਈ ਟੌਪਿਕ ਮਿਲ ਜਾਵੇ, ਕੁਛ ਹੈ ਗੱਲਾਂ ਬਾਤਾਂ ਦੇ ਵਿੱਚ ਫਟਾਫਟ ਇਹਨਾਂ ਨੂੰ ਲਿਖ ਕੇ ਸਾਨੂੰ ਭੇਜ ਦੇਣੀ ਹੈ ਨਾਲ ਦੀ ਨਾਲ ਹੀ, ਬੜਾ ਅੱਛਾ ਮਨਦੀਪ ਲੱਗਦਾ ਹੈ। ਇੱਥੇ ਮੈਂ ਤੁਹਾਨੂੰ ਦੱਸਣਾ ਚਾਹਾਂਗੀ, ਆ ਬਾਜੀਗਰ ਬਸਤੀ ਸਕੂਲ ਇਹ ਵੀ ਸਾਡੇ ਫਗਵਾੜੇ ਦਾ ਹੀ ਸਕੂਲ ਹੈ। ਬਾਜੀਗਰ ਬਸਤੀ, ਇੱਥੋਂ ਦੇ ਟੀਚਰਸ ਨੂੰ ਵੀ ਮੇਰੇ ਵੱਲੋਂ ਬਹੁਤ ਬਹੁਤ ਥੈਂਕ ਯੂ। ਫੇਰ ਤਾਂ ਮੈਮ ਤੁਸੀਂ ਦੱਸਣਾ ਨਹੀਂ ਸੀ, ਮੈਨੂੰ ਭੁਲੇਖਾ ਲੱਗ ਗਿਆ। ਮੈਂ ਕਿਹਾ ਸਾਡੇ ਮੋਹਾਲੀ ਦੇ ਵਿੱਚੋਂ ਕੋਈ ਆ ਕੇ ਚਲੋ ਬਹੁਤ ਅੱਛਾ ਲੱਗਦਾ ਮੈਮ ਜਦੋਂ ਸਾਡੇ ਅਧਿਆਪਕ ਸਾਹਿਬਾਨ, ਸਾਡੇ ਸਾਥੀ ਜਿਹੜੇ ਨੇ ਉਹ ਨਾਲ ਜੁੜਦੇ ਆ। ਤੇ ਬਿਲਕੁਲ ਜੀ। ਸੁਖਪ੍ਰੀਤ ਕੌਰ ਜੀ ਕਹਿ ਰਹੇ ਨੇ ਵੈਰੀ ਨਾਈਸ, ਬੀ ਬਲੈਸਡ। ਜੀ ਇਹ ਵੀ ਮੇਰੇ ਫਰੈਂਡ ਨੇ, ਟੀਚਰ ਨੇ ਇਹ ਵੀ।
ਥੈਂਕ ਹੈ ਯੂ ਜੀ। ਸੁਖਪ੍ਰੀਤ ਮੈਮ। ਤੇ ਮੋਨਿਕਾ ਜੀ ਕਹਿ ਰਹੇ ਨੇ ਬਿਊਟੀਫੁਲ ਪੋਇਮਸ, ਥੈਂਕ ਯੂ ਜੀ। ਗੁਰਪ੍ਰੀਤ ਕੌਰ ਜੀ ਕਹਿ ਰਹੇ ਨੇ ਵੈਰੀ ਨਾਈਸ ਬੋਥ ਆਫ ਯੂ, ਥੈਂਕ ਯੂ ਗੁਰਪ੍ਰੀਤ ਜੀ। ਸਰੋਜ ਜੀ ਕਹਿ ਰਹੇ ਨੇ ਵਾਹ ਕਿਆ ਬਾਤ ਹੈ ਰੇਨੂ ਜੀ। ਬਿਲਕੁਲ ਜੀ, ਰੇਨੂ ਜੀ ਦੀ ਅੰਦਾਜ਼ ਤੇ ਬਾਤ ਵੱਖਰੀ ਹੀ ਹੈ, ਖੂਬਸੂਰਤ ਰਚਨਾ ਰੇਨੂ ਮੈਮ, ਥੈਂਕ ਯੂ ਜੀ। GPS ਅਕਾਲਗੜ੍ਹ, ਵੈਲ ਡਨ ਰੇਨੂ ਮੈਮ। ਜੀ ਇਹ ਵੀ ਅਕਾਲਗੜ੍ਹ ਤੋਂ ਮੇਰੇ ਫਰੈਂਡ ਨੇ, ਅੱਛਾ ਜੀ, ਪਰਮਜੀਤ ਅੱਛਾ। ਮੈਮ ਹੋਣੇ ਆ, ਇਹ ਉਹਨਾਂ ਨੇ ਹੀ ਮੈਸੇਜ ਕੀਤਾ ਹੋਣਾ। ਥੈਂਕ ਯੂ ਸੋ ਮਚ ਮੈਮ ਦਾ। ਸਾਰਾ ਫਗਵਾੜਾ ਨਾ, ਸਾਰਾ ਡਿਸਟ੍ਰਿਕਟ ਮੈਨੂੰ ਲੱਗਦਾ ਮੈਂ ਉਹੀ ਗੱਲ ਕਰ ਰਹੀ ਹਾਂ ਕਿ ਸਹੀ ਕਿਹਾ ਰਜਨੀ ਮੈਮ। ਬਿਲਕੁਲ ਜੀ ਬਿਲਕੁਲ। ਮੈਂ ਸ਼ੇਅਰ ਹੀ ਨਹੀਂ ਕਰ ਪਾਈ, ਮੈਨੂੰ ਹੁਣ ਤੁਸੀਂ ਦੱਸਿਆ ਸੀ। ਨਹੀਂ ਮੈਮ, ਤੁਸੀਂ ਇਦਾਂ ਨਾ ਸੋਚੋ, ਸਾਡੇ ਸਰੋਤਿਆਂ ਦੇ ਮੈਸੇਜ ਦੇਖੋ ਤੁਸੀਂ, ਕਿਉਂਕਿ ਦੇਖੋ ਮੈਮ ਸਾਡੇ ਤਜਰਬੇ ਜਦੋਂ ਅਸੀਂ ਸਾਂਝੇ ਕਰਦੇ ਆ ਨਾ, ਸਾਡੇ ਸਰੋਤੇ ਆਪਣੇ ਆਪ ਹੀ ਇਹਨਾਂ ਗੱਲਾਂ ਨੂੰ ਸੁਣਦੇ ਨੇ, ਸਾਡੇ ਤੱਕ ਦੇਖੋ ਕਿੰਨੇ ਪਿਆਰੇ ਪਿਆਰੇ ਸੁਨੇਹੇ ਸਾਡੇ ਸਟਾਰ ਅਧਿਆਪਕਾਂ ਲਈ ਸਾਨੂੰ ਮਿਲ ਰਹੇ ਨੇ ਮੈਮ। ਜੇ ਤੁਹਾਡੇ ਤਜਰਬੇ ਸਟਾਰਾਂ ਵਾਲੇ ਨੇ, ਦੇਖੋ ਮੁਸ਼ਕਿਲਾਂ ਚ ਉਹੀ ਗੱਲ ਆ ਜਾਂਦੀ ਹੈ ਜਿੱਦਾਂ ਕਹੀ ਸੀ ਨਾ ਮੈਮ ਨੇ, ਸੋਨੇ ਦਾ ਕੰਮ ਕੀ ਹੈ? ਸੋਨੇ ਦਾ ਕੰਮ ਹੈ ਕਿ ਅੱਗ ਦੇ ਵਿੱਚੋਂ ਨਿਕਲ ਕੇ ਤਪ ਕੇ ਫੇਰ ਗਹਿਣਾ ਬਣਦਾ ਸੋਨਾ। ਉਹੀ ਚੀਜ਼ ਹੈ ਕਿ ਤੁਸੀਂ ਉਸ ਅੱਗ ਦੇ ਵਿੱਚੋਂ ਤਪ ਕੇ ਅੱਜ ਇੱਕ ਗਹਿਣੇ ਦੇ ਰੂਪ ਦੇ ਵਿੱਚ, ਇੱਕ ਸ਼ੇਪ ਦੇ ਰੂਪ ਵਿੱਚ ਸਟਾਰ ਬਣ ਕੇ ਸਾਡੇ ਸਾਹਮਣੇ ਖੜੇ ਹੋ, ਤਾਂ ਇਸ ਤੋਂ ਉੱਪਰ ਬੁਲੰਦੀ ਕੋਈ ਹੋ ਹੀ ਨਹੀਂ ਸਕਦੀ। ਤੇ ਚਲੋ ਅੱਗੇ ਵਧਦੇ ਆ ਮੈਮ। ਵਿਕਾਸ ਕੁਮਾਰ ਜੀ ਕਹਿ ਰਹੇ ਨੇ ਰੇਨੂ ਮੈਡਮ ਜੀ ਜੀ ਆਇਆਂ ਨੂੰ ਜੀ, ਸਭ ਖੈਰੀਅਤ ਹੈ ਜੀ। ਹਰਜਿੰਦਰ ਕੌਰ ਜੀ ਕਹਿ ਰਹੇ ਨੇ ਵੈਰੀ ਨਾਈਸ ਰਜਨੀ ਜੀ। ਸ਼ੁਕਰੀਆ ਮੈਮ। ਬੀਪੀਓ ਮੈਮ ਨੇ, ਹੈ ਨਾ ਮੈਮ? ਇਹ ਤੁਹਾਡੇ ਸੇਮ ਨੇ ਮੈਮ? ਨਹੀਂ ਮੈਮ, ਜਿਹੜਾ ਸਾਡੇ ਹੁਣ ਡਿਸਟ੍ਰਿਕਟ ਦਾ ਫੰਕਸ਼ਨ ਹੋਇਆ ਸੀ ਨਾ, ਜਿਸ ਮੈਂ ਜਜਮੈਂਟ ਕੀਤੀ ਸੀ, ਉੱਥੇ ਇਹ ਵੀ ਇਨਵਾਈਟਡ ਸੀ ਮੈਮ, ਉੱਥੇ ਬਲਾਕ ਦੇ ਸਾਰੇ ਆਫੀਸਰ ਬੁਲਾਏ ਸੀ ਉਹਨਾਂ ਨੇ। ਓਕੇ ਅੱਗੇ ਮੈਮ, ਹਾਂਜੀ ਠੀਕ ਹੈ। ਤੇ ਹਰਜਿੰਦਰ ਜੀ ਕਹਿ ਰਹੇ ਨੇ ਵੈਲ ਡਨ ਰੇਨੂ ਜੀ, ਪੋਇਮ ਇਜ਼ ਵੈਰੀ ਨਾਈਸ। ਗੁਰਪ੍ਰੀਤ ਕੌਰ ਜੀ ਕਹਿ ਰਹੇ ਨੇ ਸਤਿ ਸ਼੍ਰੀ ਅਕਾਲ ਮਨਦੀਪ ਜੀ। ਸਤਿ ਸ਼੍ਰੀ ਅਕਾਲ ਗੁਰਪ੍ਰੀਤ ਜੀ। ਜ਼ਰੂਰ ਸਾਡੇ ਪ੍ਰੋਗਰਾਮ ਦੇ ਵਿੱਚ ਲਗਾਤਾਰ ਰੋਜ਼ਾਨਾ ਜੁੜਿਆ ਕਰੋ, ਬੜਾ ਅੱਛਾ ਲੱਗਦਾ ਤੁਹਾਡੇ ਮੈਸੇਜ ਸੁਣਦੇ ਆ ਜਦੋਂ। ਨਵਤੇਜ ਸਿੰਘ ਜੀ ਕਹਿ ਰਹੇ ਨੇ ਰੇਨੂ ਮੈਮ ਗੁੱਡ ਜੌਬ। ਜੀ ਇਹ ਸਾਡੇ CHT ਸਰ ਨੇ, ਨਵਤੇਜ ਸਰ, ਥੈਂਕ ਯੂ ਸੋ ਮਚ ਫॉर ਜੁਆਇਨਿੰਗ। ਓਕੇ ਠੀਕ ਹੈ, ਥੈਂਕ ਯੂ ਸਰ, ਥੈਂਕ ਯੂ ਜੀ। ਰਜਨੀ ਕੌਰ ਜੀ ਕਹਿ ਰਹੇ ਨੇ ਵੈਰੀ ਨਾਈਸ, ਥੈਂਕ ਯੂ ਰਜਨੀ ਜੀ। ਗੁਰਪ੍ਰੀਤ ਕੌਰ ਜੀ ਕਹਿ ਰਹੇ ਨੇ ਜੀ ਆਇਆਂ ਨੂੰ ਰੇਨੂ ਮੈਡਮ ਜੀ ਅਤੇ ਰਜਨੀ ਮੈਡਮ ਜੀ, ਥੈਂਕ ਯੂ ਗੁਰਪ੍ਰੀਤ ਕੌਰ ਜੀ। ਮੇਰੀ ਬਹੁਤ ਅੱਛੇ ਫਰੈਂਡ ਨੇ ਗੁਰਪ੍ਰੀਤ ਜੀ, ਹਾਈਡ ਰਹਿੰਦੇ ਨੇ ਥੋੜਾ, ਪਰ ਵਰਕ ਬਹੁਤ ਜ਼ਿਆਦਾ ਕਰਦੇ ਹੈ ਔਰ ਜ਼ਰੂਰ ਆਉਂਦੇ ਹੈ ਪ੍ਰੋਗਰਾਮ ਦੇ ਵਿੱਚ, ਬੜਾ ਅੱਛਾ ਲੱਗਦਾ ਹੈ। ਇਹਨਾਂ ਦੀ ਮਿਹਨਤ ਨੂੰ ਵੀ ਦੇਖਦੇ ਹਾਂ, ਜ਼ਰੂਰ ਕੋਸ਼ਿਸ਼ ਕਰਾਂਗੀ ਕਿ ਇਹ ਵੀ ਸਾਡੇ ਰੂਬਰੂ ਹੋਣ। ਹਰਜਿੰਦਰ ਮੈਮ ਕਹਿ ਰਹੇ ਨੇ ਵੈਰੀ ਗੁੱਡ ਮਨਦੀਪ ਜੀ, ਥੈਂਕ ਯੂ ਮੈਮ, ਥੈਂਕ ਯੂ ਸੋ ਮਚ। ਹਰਜਿੰਦਰ ਕੌਰ ਜੀ ਕਹਿ ਰਹੇ ਨੇ ਪ੍ਰੋਗਰਾਮ ਇਜ਼ ਵੈਰੀ ਯੂਜ਼ਫੁਲ, ਥੈਂਕ ਯੂ ਮੈਮ। ਬਿਲਕੁਲ ਸਹੀ ਕਿਹਾ, ਤਾਂ ਹੀ ਅਸੀਂ ਤਜਰਬਿਆਂ ਨੂੰ ਇੱਥੇ ਸਾਂਝੇ ਜ਼ਰੂਰ ਕਰਦੇ ਹਾਂ। ਰਜਨੀ ਕੌਰ ਜੀ ਕਹਿ ਰਹੇ ਨੇ ਜੀ ਬਹੁਤ ਵਧੀਆ ਪ੍ਰੋਗਰਾਮ ਹੈ। ਗੁਰਪ੍ਰੀਤ ਕੌਰ ਮਨਦੀਪ ਜੀ, ਆਪ ਜੀ ਦਾ ਹੋਸਟ ਕਰਨ ਦਾ ਢੰਗ ਬਹੁਤ ਵਧੀਆ ਲੱਗਦਾ ਹੈ। ਹੁਣ ਮੈਂ ਕਹਾਂਗੀ ਕਿ ਹੁਣ ਤੁਸੀਂ ਮੇਰੀ ਬਟਰਿੰਗ ਜ਼ਰੂਰ ਕਰ ਰਹੇ ਹੋ ਗੁਰਪ੍ਰੀਤ, ਪਰ ਥੈਂਕ ਯੂ ਸੋ ਮਚ, ਕਿਉਂਕਿ ਤੁਸੀਂ ਹਮੇਸ਼ਾ ਮੈਨੂੰ ਮੋਟੀਵੇਟ ਕਰਦੇ ਹੋ, ਬੜਾ ਅੱਛਾ ਲੱਗਦਾ ਹੈ। ਫਿਰ ਜਗਤਾਰ ਸਰ ਕਹਿ ਰਹੇ ਨੇ, ਜਗਤਾਰ ਸਰ ਨੂੰ ਆਈ ਥਿੰਕ ਸਾਰੇ ਜਾਣਦੇ ਆ ਮਨੀਲਾ ਤੋਂ, ਤੇ ਥੈਂਕ ਯੂ ਸੋ ਮਚ ਸਰ, ਤੁਸੀਂ ਇੰਨਾ ਕੀਮਤੀ ਸਮਾਂ ਕੱਢ ਕੇ ਆਉਂਦੇ ਹੋ। ਅਸੀਂ ਲੱਕੀ ਆ ਕਿ ਤੁਹਾਡੇ ਮੈਸੇਜ ਵੀ ਪੜ੍ਹਦੇ ਹਾਂ। ਰਾਜ ਪਵਾਰ ਜੀ ਸਤਿ ਸ਼੍ਰੀ ਅਕਾਲ ਮੈਮ ਜੀ, ਵੈਰੀ ਨਾਈਸ ਜੀ, ਥੈਂਕ ਯੂ ਰਾਜ ਜੀ। ਬਬੀਤਾ ਕਲਿਆਣ ਜੀ ਕਹਿ ਰਹੇ ਨੇ ਰੇਨੂ ਜੀ, ਰਜਨੀ ਜੀ ਤੇ ਮਨਦੀਪ ਜੀ ਵਾਹ ਕਮਾਲ, ਥੈਂਕ ਯੂ ਬਬੀਤਾ ਜੀ। ਜਗਤਾਰ ਸਰ ਜੀ ਕਹਿ ਰਹੇ ਨੇ ਸਤਿ ਸ਼੍ਰੀ ਅਕਾਲ ਜੀ। ਨੀਤੂ ਡਡਵਾਲ ਜੀ, ਵੀ ਆਲ ਆਰ ਪ੍ਰਾਊਡ ਆਫ ਯੂ। ਜੀ ਇਹ ਮੇਰੇ ਭਾਬੀ ਨੇ ਵੱਡੇ, ਨੀਤੂ ਓਕੇ, ਡਡਵਾਲ। ਸਪੈਸ਼ਲ ਥੈਂਕ ਯੂ ਭਾਬੀ ਜੀ ਫਿਰ ਤਾਂ। ਤੇ ਕਹਿ ਰਹੇ ਨੇ ਯੂ ਆਰ ਅ ਰੋਲ ਮਾਡਲ, ਵਾਕਈ ਹੀ ਸਾਡੇ ਅਧਿਆਪਕ ਰੋਲ ਮਾਡਲ ਨੇ। ਰਜਨੀ ਸਰੋਜ ਜੀ ਕਹਿ ਰਹੇ ਨੇ ਮਨਦੀਪ ਮੈਮ ਆਪ ਜੀ ਨੇ ਬਹੁਤ ਵਧੀਆ ਢੰਗ ਨਾਲ ਹੋਸਟ ਕੀਤਾ ਹੈ, ਥੈਂਕ ਯੂ ਸਰੋਜ ਮੈਮ, ਥੈਂਕ ਯੂ ਸੋ ਮਚ। ਰੋਹਿਣੀ ਜੀ ਕਹਿ ਰਹੇ ਨੇ ਰੋਹਿਣੀ ਨਾਈਸ, ਥੈਂਕ ਯੂ ਰੋਹਿਣੀ ਜੀ। ਕਲਿਆਣ ਸਿੰਘ ਡਡਵਾਲ ਕਹਿ ਰਹੇ ਨੇ ਫਗਵਾੜੇ ਤੋਂ ਮੈਮ ਨੇ, ਰੋਹਿਣੀ ਮੈਮ ਇਹ ਵੀ CHT ਨੇ। ਹਾਂਜੀ ਥੈਂਕ ਯੂ ਮੈਮ। ਕਲਿਆਣ ਸਿੰਘ ਡਡਵਾਲ ਕਹਿ ਰਹੇ ਨੇ ਯੂ ਆਰ ਆਵਰ ਗ੍ਰੇਟ ਡਾਟਰ, ਬੀ ਬਲੈਸਡ ਆਲਵੇਜ਼। ਜੀ ਇਹ ਮੇਰੇ ਪਾਪਾ। ਓਹੋ, ਮੈਨੂੰ ਵੀ ਲੱਗਿਆ ਸੀਗਾ ਪਰ ਸ਼ੋਰ ਨਹੀਂ ਸੀ ਮੈਂ ਇਸ ਗੱਲ ਨੂੰ ਲੈ ਕੇ। ਮੈਂ ਕਹਾਂਗੀ ਥੈਂਕ ਯੂ ਅੰਕਲ ਜੀ, ਥੈਂਕ ਯੂ ਸੋ ਮਚ। ਹੀਰਾ ਇਸ ਧਰਤੀ ਤੇ ਲੈ ਕੇ ਆਂਦਾ ਹੈ ਤੇ ਸਾਨੂੰ ਉਹਦੀ ਚਮਕ ਨੂੰ ਦੇਖਣ ਦਾ ਮੌਕਾ ਮਿਲਿਆ ਹੈ, ਤੇ ਸਾਡਾ ਸਮਾਜ ਉਸ ਚਮਕ ਨੂੰ ਹੰਢਾ ਰਿਹਾ ਹੈ, ਉਹਦੀ ਚਮਕ ਦੇ ਨਾਲ ਹਰ ਪਾਸੇ ਰੋਸ਼ਨੀ ਫੈਲ ਰਹੀ ਹੈ। ਥੈਂਕ ਯੂ ਸੋ ਮਚ ਅੰਕਲ ਜੀ। ਮੇਰੇ ਪਾਪਾ ਮੇਰੇ ਰੋਲ ਮਾਡਲ ਨੇ, ਔਰ ਮੇਰੀ ਲਾਈਫ 'ਚ ਮੇਰੇ ਪਾਪਾ ਇਸ ਤਰ੍ਹਾਂ ਦੇ ਨੇ ਕਿ ਵੀ ਜੇ ਮੈਂ ਕਿਸੇ ਗੱਲ ਲਈ
ਕਹਿ ਦੇਵਾਂ ਨਾ ਮੂੰਹੋਂ ਕੋਈ ਗੱਲ ਕੱਢ ਦੇਵਾਂ, ਸਾਰੇ ਨਾ ਕਰਦੇ ਹੋਣ, ਫਿਰ ਮੇਰੇ ਪਾਪਾ ਹਮੇਸ਼ਾ ਮੇਰੇ ਲਈ ਹਾਂ ਕਰਨਗੇ ਕਿ ਹਾਂ ਤੂੰ ਇਹ ਕਰ। ਬਹੁਤ ਬਹੁਤ ਵਧੀਆ ਇਹੀ ਮੈਮ, best ਬਿਲਕੁਲ ਜੋ ਇਹੀ ਹੈ ਮੋਟੀਵੇਸ਼ਨ ਸਾਡੇ ਪੇਰੈਂਟਸ ਤੋਂ ਇਹੀ ਮੋਟੀਵੇਸ਼ਨ ਹੁੰਦਾ ਹੈ ਕਿ ਹਾਂ ਇਹਦੇ ਨਾਲ ਹੀ ਹੌਸਲਾ ਮਿਲਦਾ ਹੈ ਤੇ ਅਸੀਂ ਅੱਗੇ ਵਧਦੇ ਹਾਂ। ਤੇ ਬਿਲਕੁਲ ਰੋਹਿਣੀ ਜੀ ਕਹਿ ਰਹੇ ਨੇ ਯੂ ਆਰ ਜੀਨੀਅਸ ਐਂਡ ਹਾਰਡ ਵਰਕਿੰਗ। ਸਰੋਜ ਜੀ ਕਹਿ ਰਹੇ ਨੇ ਮਨਦੀਪ ਜੀ ਸ਼ੁਕਰੀਆ, ਥੈਂਕ ਯੂ ਸਰੋਜ ਜੀ। ਅੱਗੇ ਹਰਜਿੰਦਰ ਜੀ ਕਹਿ ਰਹੇ ਨੇ ਗੋਡ ਬlesਸ ਟੂ ਆਲ ਆਫ ਯੂ। ਥੈਂਕ ਯੂ ਹਰਜਿੰਦਰ ਮੈਮ, ਜਲਦੀ ਹੀ ਤੁਹਾਨੂੰ ਸਾਨੂੰ ਅਸੀਂ ਕਿਸਮਤ ਵਾਲੇ ਆ, ਸਾਨੂੰ ਉਹੀ ਮੌਕਾ ਮਿਲੇਗਾ ਤੁਹਾਡੇ ਤਜਰਬਿਆਂ ਨੂੰ ਸੁਣਨ ਦਾ। ਤੇ ਇਹਦੇ ਨਾਲ ਹੀ ਹੁਣ ਅਸੀਂ ਗੱਲਬਾਤ ਵੱਲ ਫੇਰ ਵਾਪਸ ਆਉਣੇ ਹਾਂ। ਤੇ ਜਿਹੜੇ ਸਰੋਤੇ ਹਜੇ ਵੀ ਰਹਿ ਗਏ ਨੇ ਆਪਣੇ ਸੁਨੇਹੇ ਘੱਲਣ ਤੋਂ, ਜ਼ਰੂਰ ਫਟਾਫਟ ਆਪਣੇ ਸੁਨੇਹੇ ਸਾਡੇ ਅਧਿਆਪਕ ਸਾਹਿਬਾਨਾਂ ਤੱਕ ਜ਼ਰੂਰ ਪਹੁੰਚਦੇ ਕਰੋ। ਤੇ ਹੁਣ ਅਸੀਂ ਅਧਿਆਪਕ ਸਾਹਿਬਾਨਾਂ ਦੇ ਹੋਰ ਤਜਰਬਿਆਂ ਨੂੰ ਸੁਣਦੇ ਹਾਂ। ਤੇ ਆਂਦੀ ਆ ਮੈਂ ਰਜਨੀ ਮੈਮ ਦੀ ਵੱਲ। ਮੈਮ ਜਿਸ ਤਰ੍ਹਾਂ ਲਾਈਫ ਦੇ ਵਿੱਚ ਵੀ ਔਕੜਾਂ ਆਈਆਂ ਨੇ, ਸਿਰਫ ਇਹ ਨਹੀਂ ਕਿ ਅਧਿਆਪਨ ਕਿੱਤੇ ਦੀ ਗੱਲ ਕਰੀਏ, ਪਰਸਨਲੀ ਵੀ ਬਹੁਤ ਕੁਝ, ਜਿੰਨਾ ਕੁ ਮੈਨੂੰ ਥੋੜਾ ਬਹੁਤ ਸੁਣਨ ਦਾ ਜਾਣਨ ਦਾ ਮੌਕਾ ਮਿਲਿਆ ਤੁਹਾਡੇ ਬਾਰੇ, ਕਿ ਹਰ ਟਾਈਮ ਇੱਕ ਮੁਸ਼ਕਿਲਾਂ ਦੇ ਵਿੱਚੋਂ ਕਹਿ ਲਓ ਇੱਕ ਸਮੁੰਦਰ ਦੇ ਵਿੱਚ ਤੈਰਨ ਦੇ ਬਰਾਬਰ ਗੱਲ ਹੋ ਜਾਂਦੀ ਹੈ, ਜਿੱਥੇ ਰਸਤਾ ਨਹੀਂ ਮਿਲਦਾ, ਹਰ ਪਾਸੇ ਪਾਣੀ ਹੀ ਪਾਣੀ ਦਿਖਦਾ ਹੈ। ਪਰ ਸਾਡੇ ਤੇ ਡਿਪੈਂਡ ਕਰਦਾ ਹੈ ਕਿ ਅਸੀਂ ਸਮੁੰਦਰ ਦੇ ਵਿੱਚ ਵੀ ਰਸਤਾ ਕਿਵੇਂ ਬਣਾਉਣਾ ਹੈ ਤੇ ਕਿਵੇਂ ਆਪਣੀ ਮੰਜ਼ਿਲ ਨੂੰ ਸਰ ਕਰਨਾ ਹੈ, ਇੱਕ ਕਿਨਾਰੇ ਤੋਂ ਦੂਜੇ ਕਿਨਾਰੇ ਤੱਕ ਕਿਵੇਂ ਪਹੁੰਚਣਾ ਹੈ। ਤੇ ਮੈਂ ਚਾਹਾਂਗੀ ਕਿ ਜ਼ਿੰਦਗੀ ਦਾ ਕੁਝ ਅਜਿਹਾ ਸੰਘਰਸ਼ ਕਿ ਜਿਹਦੇ ਨਾਲ ਵਾਕਈ ਹੀ ਇੱਕ ਲਾਈਫ ਨੂੰ ਟਰਨਿੰਗ ਪੁਆਇੰਟ ਮਿਲਿਆ, ਇੱਕ ਮੋਟੀਵੇਸ਼ਨ ਮਿਲੀ ਹੈ ਕਿ ਨਹੀਂ ਮੈਂ ਕੁਝ ਕਰਕੇ ਦਿਖਾਉਣਾ ਹੈ। ਕੁਝ ਛੋਟਾ ਜਿਹਾ ਹੋ ਸਕੇ ਤਾਂ ਜ਼ਰੂਰ ਇੱਕ ਛੋਟਾ ਜਿਹਾ ਤਜਰਬਾ ਜ਼ਰੂਰ ਸਾਂਝਾ ਕਰੋ। ਤੇ ਇੱਥੇ ਮੈਂ ਇੱਕ ਚੀਜ਼ ਹੋਰ ਚਾਹਾਂਗੀ ਮੈਮ, ਇੱਕ ਦੂਜੇ ਸਵਾਲ ਦਾ ਹੋਰ ਜ਼ਰੂਰ ਜਵਾਬ ਦੇਣਾ ਤੁਸੀਂ, ਕਿ ਇੱਕ ਕਹਿੰਦੇ ਆ ਨਾ ਮੈਮ, ਇਹ ਸਵਾਲ ਰੇਨੂ ਮੈਮ ਲਈ ਵੀ ਹੈ ਮੈਮ, ਸਾਡੀ ਜ਼ਿੰਦਗੀ ਦੇ ਤਜਰਬੇ ਜੋ ਅਸੀਂ ਦੇਖਦੇ ਹਾਂ, ਉਹਦਾ ਪੜ੍ਹਾਉਣਾ ਤੱਕ ਤਾਂ ਰਹਿੰਦਾ ਹੈ ਕਿ ਬੱਚਿਆਂ ਤੱਕ, ਪਰ ਕਿਤੇ ਨਾ ਕਿਤੇ ਜਦੋਂ ਅਸੀਂ ਤਜਰਬਿਆਂ ਚੋਂ ਨਿਕਲਦੇ ਹਾਂ ਨਾ, ਇੱਕ ਮੁਕਾਮ ਹਾਸਿਲ ਕਰਦੇ ਹਾਂ, ਇੱਕ ਹੁੰਦਾ ਕਿ ਮੈਂ ਜ਼ਿੰਦਗੀ 'ਚ ਮਿਹਨਤ ਕੀਤੀ, ਇਹ ਪ੍ਰੋਬਲਮਸ ਫੇਸ ਕੀਤੀਆਂ, ਕਿਤੇ ਨਾ ਕਿਤੇ ਇਹ ਹੁੰਦਾ ਕਿ ਹਾਂ ਸਾਡੇ ਬੱਚੇ ਵੀ ਕਿੱਦਾਂ ਦੇ ਸਟਰੋਂਗ ਬਣਨ, ਜਾਂ ਆਪਣੀ ਪਰਛਾਈ ਕਿਤੇ ਬੱਚਿਆਂ 'ਚ ਦੇਖਦੇ ਹੋ। ਤੇ ਰਜਨੀ ਮੈਮ ਉਸ ਤੋਂ ਬਾਅਦ ਰੇਨੂ ਮੈਮ ਤੁਸੀਂ ਇਸੇ ਦਾ ਜਵਾਬ ਜ਼ਰੂਰ ਦੇਣਾ। ਮੈਮ ਰਜਨੀ ਮੈਮ। ਜੀ ਬਿਲਕੁਲ, ਅਸੀਂ ਪਹਿਲਾਂ ਕਹਿੰਦੇ ਹੁੰਦੇ ਸੀ ਕਿ ਜਦੋਂ ਇਨਸਾਨ ਆਪ ਕੁਝ ਨਹੀਂ ਬਣ ਸਕਦਾ ਤੇ ਉਹ ਚਾਹੁੰਦਾ ਆ ਕਿ ਉਹਦੇ ਬੱਚੇ ਉਹ ਬਣਨ। ਤੇ ਇਹ ਚੀਜ਼ਾਂ ਨੈਚੁਰਲੀ ਵੀ ਨੇ ਕਿ ਸਾਡੇ ਜੋ ਚੀਜ਼ਾਂ ਸਾਡੇ ਵਿੱਚ ਸਾਨੂੰ ਲੱਗਦਾ ਆ ਕਿ ਅਸੀਂ ਜੇ ਇੱਥੋਂ ਤੱਕ ਨਹੀਂ ਪਹੁੰਚ ਸਕੇ, ਸਾਡੀ ਕੋਸ਼ਿਸ਼ ਹੁੰਦੀ ਆ ਕਿ ਸਾਡਾ ਰੂਪ, ਸਾਡੇ ਬੱਚੇ ਜਿਹੜੇ ਆ, ਅਸੀਂ ਉਹਨਾਂ ਦੇ ਥਰੂ ਆਪਣੀਆਂ ਇਹਨਾਂ ਚੀਜ਼ਾਂ ਨੂੰ ਪੂਰਾ ਕਰੀਏ, ਭਾਵੇਂ ਕਿ ਇਹ ਹਰ ਥਾਂ ਤੇ ਸਹੀ ਨਹੀਂ ਹੁੰਦਾ, ਕਿਉਂਕਿ ਇਹ ਬੱਚਿਆਂ ਲਈ ਇੱਕ ਬੋਝ ਵੀ ਹੁੰਦਾ ਆ, ਕਿਉਂਕਿ ਕਈ ਵਾਰ ਬੱਚੇ ਜਿਹੜੇ ਆ ਉਹ ਸਾਡੇ ਤੋਂ ਅਲੱਗ ਸੋਚ ਰੱਖਦੇ ਆ ਜਾਂ ਕੁਝ ਅਲੱਗ ਬਣਨਾ ਚਾਹੁੰਦੇ ਆ, ਤੇ ਅਸੀਂ ਉਹਨਾਂ ਨੂੰ ਪ੍ਰੈਸ਼ਰਾਈਜ਼ ਨਹੀਂ ਕਰ ਸਕਦੇ। ਪਰ ਫਿਰ ਵੀ ਕਿਤੇ ਨਾ ਕਿਤੇ ਕੁਦਰਤ ਵੱਲੋਂ ਹੀ ਇਹ ਚੀਜ਼ ਵੀ ਹੋ ਜਾਂਦੀ ਆ। ਮੇਰੀ ਬੇਟੀ ਸੈਕਿੰਡ 'ਚ ਦੂਸਰੀ ਕਲਾਸ 'ਚ ਆ, ਪਰ ਉਹ ਲਿਖਦੀ ਆ ਰਚਨਾਵਾਂ, ਕਈ ਵਾਰ ਛੋਟੀਆਂ ਸ਼ੇਅਰ ਜਾਂ ਛੋਟੀਆਂ ਲਾਈਨਾਂ ਲਿਖ ਕੇ ਦਿਖਾਉਂਦੀ ਆ। ਉਹਨੂੰ ਆਦਤ ਆ ਕਿ ਉਹਨੇ ਕਿਤੇ ਨਾ ਕਿਤੇ ਕਿਤਾਬ ਫੜ ਕੇ ਬੈਠ ਜਾਣਾ, ਕਈ ਵਾਰ ਉੱਥੋਂ ਹੀ ਪੜ੍ਹਨ ਲੱਗ ਜਾਣਾ। ਔਰ ਮੈਂ ਇੱਥੋਂ ਦੀਆਂ NGO ਦੇ ਨਾਲ ਜੁੜੀ ਹੋਈ ਹਾਂ। ਇੱਥੇ ਗ੍ਰੀਨ ਪੈਸ਼ਨ ਕਲੱਬ ਆ, ਜਿਹੜੇ ਮਾਰਚ ਤੋਂ ਲੈ ਕੇ ਅਕਤੂਬਰ ਤੱਕ ਅਸੀਂ ਸਾਰੇ ਸ਼ਹਿਰ ਦੇ ਵਿੱਚ ਪੌਦੇ ਲਗਾਉਂਦੇ ਹਾਂ, ਸਵੇਰ ਨੂੰ 6 ਵਜੇ ਤੋਂ 8 ਵਜੇ ਤੱਕ। ਤੇ ਉਹਦੇ ਵਿੱਚ ਮੈਂ ਬੱਚਿਆਂ ਨੂੰ ਵੀ ਜੂਨ ਦੀਆਂ ਛੁੱਟੀਆਂ, ਪੂਰਾ ਜੂਨ ਦਾ ਮੰਥ ਮੈਂ ਇਹਨਾਂ ਨੂੰ ਉਠਾ ਕੇ ਨਾਲ ਲੈ ਜਾਂਦੀ ਸੀ ਕਿ ਬੱਚੇ ਨੂੰ ਮੋਟੀਵੇਸ਼ਨ ਮਿਲਦੀ ਆ ਕਿ ਅਸੀਂ ਕਿੱਦਾਂ এনवायरमेंट ਨੂੰ ਸਾਫ਼ ਰੱਖਣਾ। ਤੇ ਉੱਥੇ ਥੋੜੇ ਦਿਨਾਂ ਬਾਅਦ, ਹਫ਼ਤੇ ਬਾਅਦ ਇੱਕ ਕਲਚਰਲ ਪ੍ਰੋਗਰਾਮ ਕਰਦੇ ਪੌਦੇ ਲਗਾਉਣ ਤੋਂ ਬਾਅਦ, ਜਿੱਦਾਂ ਹਰ ਸੰਡੇ ਉਹਦੇ ਵਿੱਚ ਵਰਕਿੰਗ ਵੀ ਹੁੰਦੇ ਕਾਫੀ, ਤੇ ਸੰਡੇ ਨੂੰ ਫਿਰ ਥੋੜਾ ਜ਼ਿਆਦਾ ਟਾਈਮ ਲਾ ਕੇ ਉਹ 1 ਘੰਟਾ ਆਪਣੇ ਪੋਇਟਰੀ ਜਾਂ ਇਦਾਂ ਦਾ ਕੁਝ ਵੀ ਕਰਦੇ ਕਲਚਰ ਪ੍ਰੋਗਰਾਮ। ਉਹਦੇ ਵਿੱਚ ਇਹ ਬੇਟਾ ਵੀ ਤੇ ਬੇਟੀ ਵੀ ਦੋਨਾਂ ਨੇ ਆਪਣੀਆਂ ਲਿਖੀਆਂ ਹੋਈਆਂ ਰਚਨਾਵਾਂ ਬੋਲੀਆਂ। ਔਰ ਉੱਥੋਂ ਇਹ ਜਿਹੜੇ ਆ, ਇੱਕ ਮੈਂ ਬਲੱਡ ਡੋਨੇਸ਼ਨ ਕੈਂਪ ਆ ਉਹਨਾਂ ਦੇ ਨਾਲ ਜੁੜੀ ਹੋਈ ਆ ਕਿ ਜਦੋਂ ਕਿਸੇ ਲੋੜਵੰਦ ਨੂੰ ਖੂਨ ਦੀ ਜ਼ਰੂਰਤ ਹੁੰਦੀ ਆ, ਉੱਥੋਂ ਫਿਰ ਇੱਕ ਦੂਸਰੇ ਦੇ ਨਾਲ ਰਾਬਤਾ ਕਰਕੇ ਉਹ ਪਹੁੰਚਾਇਆ ਜਾਂਦਾ। ਤੇ ਇੱਕ ਹੋਰ NGO ਆ, ਜਿੱਦਾਂ ਕੋਈ ਬਿਮਾਰ ਆ ਜਾਂ ਕੋਈ ਬੱਚੇ ਨਹੀਂ ਫੀਸ ਪੇ ਕਰ ਸਕਦੇ, ਉਹ ਸਾਡੇ ਤੱਕ ਅਪਰੋਚ ਕਰਦੇ ਆ। ਸੋ 2-3 ਜਿਹੜੀਆਂ ਇਹਨਾਂ ਦੇ ਨਾਲ ਮੈਂ ਜੁੜੀ ਆ, ਇਹਨਾਂ ਦੇ ਵਿੱਚ ਬੱਚੇ ਵੀ ਇਨਵੋਲਵ ਮੈਂ ਇਸੇ ਲਈ ਕਰਦੀ ਆ ਤਾਂ ਕਿ ਬੱਚੇ ਵੀ ਸਿੱਖ ਸਕਣ, ਉੱਥੋਂ ਤੱਕ ਉਹਨਾਂ ਦੀ ਸੋਚ। ਜਿੱਦਾਂ ਹੁਣ ਬੱਚੇ ਨਾਲ ਜਾਂਦੇ ਆ ਪੌਦੇ ਲਗਾ ਕੇ, ਫਿਰ ਉਹਨਾਂ ਨੂੰ ਪਾਣੀ ਦੇਣਾ, ਫਿਰ ਥੋੜੇ ਦਿਨਾਂ ਬਾਅਦ ਸਾਡੇ ਵੱਖਰੇ ਇਦਾਂ ਡਿਊਟੀਜ਼ ਲੱਗੀਆਂ ਹੋਈਆਂ, ਕਿਸੇ ਨੇ ਖਾਦ ਪਾ ਕੇ ਆਣੀ ਆ, ਫਿਰ ਉਹਨਾਂ ਨੂੰ ਪਾਣੀ ਦੇਣਾ। ਔਰ 2 ਸਾਲ ਤੱਕ ਉਹਨਾਂ ਦੀ ਪੂਰੀ ਕੇਅਰ ਹੁੰਦੀ ਆ। ਉਸ ਤੋਂ ਬਾਅਦ ਫਿਰ ਸਿਰਫ ਉਹਨਾਂ ਨੂੰ ਪਾਣੀ ਦੇਣ ਤੱਕ ਦਾ ਰਹਿ ਜਾਂਦਾ, ਫਿਰ ਉਹ ਆਪਣੇ ਆਪ ਵਧਣੇ ਸ਼ੁਰੂ ਹੋ ਜਾਂਦੇ।
ਸੋ ਇਹਨਾਂ ਚੀਜ਼ਾਂ ਦੇ ਵਿੱਚ ਬੱਚੇ ਜੋ ਦੇਖਦੇ ਆ ਉਹ ਉੱਥੋਂ ਤੱਕ ਜ਼ਰੂਰ ਪਹੁੰਚਦੇ ਆ। ਤੇ ਬਾਕੀ ਗੱਲ ਰਹੀ ਸਟਰਗਲ ਦੀ, ਜੇ ਸਟਰਗਲ ਨਾ ਹੁੰਦਾ, ਪਰਮਾਤਮਾ ਦਾ ਇੱਕ ਆਸ਼ੀਰਵਾਦ ਹੀ ਹੁੰਦਾ ਆ। ਜੇ ਸੰਘਰਸ਼ ਨਾ ਹੁੰਦਾ ਤੇ ਜ਼ਿੰਦਗੀ ਕੁਝ ਵੀ ਨਾ ਹੁੰਦੀ। ਇੱਕ ਟੀਚਰ ਬੜਾ ਸੋਹਣਾ ਲਿਖਦੇ ਸੀ, ਮੈਂ ਉਹਨਾਂ ਨੂੰ ਕਿਹਾ ਹੁਣ ਥੋੜਾ ਤੁਸੀਂ ਲਿਖਣਾ ਘੱਟ ਛੱਡ ਦਿੱਤਾ। ਉਹ ਕਹਿੰਦੇ ਮੈਂ ਰਿਟਾਇਰ ਹੋ ਗਿਆ, ਹੁਣ ਮਸਲੇ ਨਹੀਂ ਲੱਭਦੇ ਮੈਨੂੰ ਲਿਖਣ ਲਈ। ਸੋ ਮਸਲੇ ਜਿਹੜੇ ਆ ਇਹ ਜ਼ਰੂਰੀ ਹੁੰਦੇ ਆ ਜ਼ਿੰਦਗੀ ਦੇ ਵਿੱਚ। ਕਿਸੇ ਨਾ ਕਿਸੇ ਤਰ੍ਹਾਂ ਦੀ ਜਿਹੜਾ ਕਸ਼ਟ ਆ ਉਹ ਸਾਨੂੰ ਇੱਕ ਸੇਧ ਵੀ ਦਿੰਦਾ ਆ, ਸਾਨੂੰ ਇੱਕ ਜ਼ਿੰਦਗੀ ਦੇ ਵਿੱਚ ਜਿਉਣ ਦੀ ਇੱਕ ਨਵੀਂ ਜਿਹੜਾ ਰਾਹ ਦਿਖਾਉਂਦਾ ਆ। ਤੇ ਸਭ ਤੋਂ ਵੱਡੀ ਗੱਲ ਹੁੰਦੀ ਆ ਆਪਣੇ ਆਪ ਨੂੰ ਮੇਨਟੇਨ ਕਰਕੇ ਰੱਖਣਾ। ਤੇ ਮੇਰੀ ਡਾਇਰੀ ਦੇ ਉੱਤੇ ਕਿਸੇ ਦੀਆਂ ਕਈਆਂ ਹੋਈਆਂ ਇਹ ਲਾਈਨਾਂ ਲਿਖੀਆਂ ਹੋਈਆਂ ਆ ਕਿ ਜਿਨ੍ਹਾਂ ਤਾਰਾਂ 'ਚ ਕਰੰਟ ਨਹੀਂ ਹੁੰਦਾ ਲੋਕ ਉਹਨਾਂ ਨੂੰ ਮੂੰਹ ਨਾਲ ਛਿੱਲ ਲੈਂਦੇ ਆ। ਇਸ ਕਰਕੇ ਆਪਣੇ 'ਚ ਇੰਨਾ ਕੁ ਕਰੰਟ ਪੈਦਾ ਕਮਾਲ ਗੱਲ ਹੈ ਮੈਮ, ਵਾਕਈ ਹੀ ਬਹੁਤ ਬਾ ਕਮਾਲ ਗੱਲ ਹੈ। ਹਾਂ, ਆਪਣੇ 'ਚ ਇੰਨਾ ਕੁ ਕਰੰਟ ਪੈਦਾ ਕਰਕੇ ਰੱਖੋ ਕਿ ਕੋਈ ਤੁਹਾਨੂੰ ਛਿੱਲਣ ਦੀ ਨੌਬਤ ਨਾ ਲਿਆ ਸਕੇ। ਸੋ ਆਪਣੇ ਆਪ ਨੂੰ ਇੰਨਾ ਕੁ ਮਜ਼ਬੂਤ, ਇੰਨੀ ਕੁ ਦਲੇਰੀ ਦੇ ਨਾਲ ਭਰ ਕੇ ਰੱਖੋ ਕਿ ਕੋਈ ਗੱਲ ਕਰਨ ਤੋਂ ਪਹਿਲਾਂ ਸੋਚੇ ਕਿ ਇਸ ਇਨਸਾਨ ਦੇ ਵਿੱਚ ਇੰਨੇ ਗਟਸ ਆ ਕਿ ਇਹਨੂੰ ਮੈਂ ਗਲਤ ਗੱਲ ਨਾ ਇਹਨੇ ਬਰਦਾਸ਼ਤ ਕਰਨੀ ਆ, ਨਾ ਮੈਨੂੰ ਕਹਿ ਸਕਦਾ ਆ। ਸੋ ਇਹ ਚੀਜ਼ਾਂ ਸੰਘਰਸ਼ ਦੇ ਵਿੱਚੋਂ ਹੀ ਨਿਕਲਦੀਆਂ ਆ, ਇਹ ਚੀਜ਼ਾਂ ਸੇਧ ਲੈ ਕੇ ਹੀ ਨਿਕਲਦੀਆਂ ਆ। ਤੇ ਜੇ ਅਸੀਂ ਅੱਜ ਵੀ ਉਹਨਾਂ ਦਰਖਤਾਂ ਨੂੰ ਛੇਤੀ ਕੱਟਤਾ ਜਾਂਦਾ ਜਿਨ੍ਹਾਂ ਦੇ ਤਣੇ ਸਿੱਧੇ ਹੁੰਦੇ ਆ, ਤਾਂ ਥੋੜਾ ਜਿਹਾ ਵਿੰਗ ਟੇਢ, ਥੋੜਾ ਜਿਹਾ ਆਪਣੇ ਮਜ਼ਬੂਤੀ ਲਿਆਉਣ ਵਾਸਤੇ, ਜ਼ਮਾਨੇ ਦੇ ਮੁਤਾਬਕ ਚੱਲਣ ਵਾਸਤੇ ਸਾਨੂੰ ਆਪਣੇ ਵਿੱਚ ਉਹ ਗਟਸ, ਉਹ ਚੀਜ਼ਾਂ ਪੈਦਾ ਕਰਨੀਆਂ ਬਹੁਤ ਜ਼ਰੂਰੀ ਆ। ਔਰ ਮੈਂ ਆਪਣੀ ਇੱਥੇ ਮੈਂ ਨਾ ਇੱਕ ਹੋਰ ਗੱਲ ਕਹਿਣਾ ਚਾਹਾਂਗੀ ਰੇਨੂ ਮੈਮ ਤੱਕ ਪਹੁੰਚਣ ਤੋਂ ਪਹਿਲਾਂ, ਉਹਨਾਂ ਦਾ ਜਵਾਬ ਸੁਣਨ ਤੋਂ ਪਹਿਲਾਂ। ਮੈਂ ਕਹਿੰਦੀ ਹਾਂ ਕਰੰਟ ਬਹੁਤ ਜ਼ਰੂਰੀ ਹੈ ਅੱਜ ਦੇ ਸਮੇਂ ਦੇ ਵਿੱਚ। ਤੇ ਜੇ ਕਰੰਟ ਲੱਗਦਾ ਰਹੇ ਨਾ ਲਗਾਤਾਰ ਔਰ ਸਟਰੋਂਗ ਹੁੰਦਾ ਜਾਵੇ ਤਾਂ ਸ਼ਾਇਦ ਕਿਤੇ ਨਾ ਕਿਤੇ ਜੋ ਸਾਡੀਆਂ ਅੱਜ ਧੀਆਂ ਭੈਣਾਂ ਕੁੜੀਆਂ ਪ੍ਰੋਬਲਮਸ ਫੇਸ ਕਰ ਰਹੀਆਂ ਨੇ, ਪ੍ਰੋਬਲਮਸ ਵੀ ਖਤਮ ਹੋ ਜਾਣ। ਕਹਿੰਦੇ ਨੇ ਨਾ, ਕਹਿੰਦੇ ਜਿੰਨਾ ਕਹਿੰਦੇ ਇੱਜ਼ਤ ਮਾਣ ਅਸੀਂ ਕੁੜੀਆਂ ਦੀਆਂ ਪੋਸਟਾਂ ਪਾਈਆਂ ਨੂੰ ਦਿੰਨੇ ਆ ਨਾ, ਵੀ ਇਹ ਸ਼ਬਦ ਕੁੜੀ ਬਾਰੇ ਲਿਖੇ ਗਏ ਨੇ ਬੜੇ ਅੱਛੇ ਨੇ, ਵੱਧ ਤੋਂ ਵੱਧ ਸ਼ੇਅਰ ਕਰ ਦਿੰਦੇ ਆ। ਜੇ ਓਨਾ ਹੀ ਮਾਣ, ਉਨੀ ਹੀ ਇੱਜ਼ਤ ਅਸੀਂ ਸਮਾਜ ਦੇ ਵਿੱਚ ਸਾਡੀਆਂ ਧੀਆਂ ਭੈਣਾਂ ਨੂੰ ਦਈਏ ਨਾ, ਤਾਂ ਸਮਾਜ ਦਾ ਮਾਹੌਲ ਹੀ, ਮਿਜਾਜ਼ ਹੀ ਵੱਖਰਾ ਹੋ ਜਾਵੇਗਾ। ਬੜਾ ਹੀ ਸੋਹਣਾ ਸਮਾਜ ਹੋਵੇ। ਇੱਥੇ ਮੈਂ ਇੱਕ ਬਿਲਕੁਲ ਇਸੇ ਗੱਲ ਤੇ ਢੁਕਦੀ ਹੋਈ, ਟੁੱਟਣਾ ਵੀ ਖੂਬਸੂਰਤ ਹੁੰਦਾ ਹੈ ਦੀ ਸਭ ਤੋਂ ਪਹਿਲੀ ਕਵਿਤਾ ਮੈਂ ਜ਼ਰੂਰ ਉਹਦੀ ਸੁਣਾਉਣੀ ਚਾਹਾਂਗੀ, ਕਿਉਂਕਿ ਇਹ ਸਿਰਫ ਕੁੜੀਆਂ ਵਾਸਤੇ ਨਹੀਂ ਆ, ਇਹ ਸਮਾਜ ਦੀ ਹਰ ਉਹ ਲੜਕੀ ਵਾਸਤੇ ਆ ਜੋ ਇਸ ਟਾਈਮ ਦੇ ਵਿੱਚ ਆਪਣੀ ਜ਼ਿੰਦਗੀ ਨੂੰ ਦੀ ਸ਼ੁਰੂਆਤ ਕਰ ਰਹੀ ਆ। ਕਵਿਤਾ ਦਾ ਨਾਮ ਆ ਆਪਣੀ ਜੰਗ ਖੁਦ ਲੜੀ। ਹਰ ਯੁੱਗ ਵਿੱਚ ਮਾਵਾਂ ਆਪਣੀ ਧੀ ਨੂੰ ਕੁਝ ਨਾ ਕੁਝ ਜ਼ਰੂਰ ਆਖਦੀਆਂ ਨੇ ਜੋ ਜ਼ਿੰਦਗੀ ਵਿੱਚ ਉਹਨਾਂ ਦੇ ਕੰਮ ਆਵੇ, ਉਹਨਾਂ ਦਾ ਰਾਹ ਰੁਸ਼ਨਾਵੇ। ਮੇਰੀ ਮਾਂ ਨੇ ਮੈਨੂੰ ਸਮਝਾਇਆ ਸੀ ਕਿ ਕੁੜੀਏ ਕਿਸੇ ਅੱਗੇ ਕੁਝ ਨਾ ਬੋਲੀ, ਨਾ ਉੱਚੀ ਹੱਸੀ ਤੇ ਨਾ ਆਪਣਾ ਮਨ ਫਰੋਲੀ। ਦਿਲ ਤੇ ਕੋਈ ਸੱਟ ਵੱਜੇ ਤਾਂ ਓਲੇ ਹੋ ਕੇ ਰੋ ਲਵੀਂ, ਅਥਰੂ ਪੂੰਝ ਲਵੀਂ ਤੇ ਫਿਰ ਮੂੰਹ ਧੋ ਲਵੀਂ, ਕਿਉਂਕਿ ਧੀਆਂ ਦੀ ਜ਼ਿੰਦਗੀ ਬਸ ਇਵੇਂ ਹੀ ਹੁੰਦੀ ਹੈ। ਮੇਰੀ ਮਾਂ ਦਾ ਸਮਝਾਇਆ ਮੇਰੇ ਕਿਸੇ ਕੰਮ ਨਾ ਆਇਆ। ਟੁਸਕਦੀ ਰਹੀ, ਰੋਂਦੀ ਰਹੀ, ਗਮ ਆਪਣਾ ਲੁਕਾਉਂਦੀ ਰਹੀ। ਤੇ ਹੁਣ ਮੈਂ ਆਪਣੀ ਧੀ ਨੂੰ ਸਮਝਾਇਆ ਹੈ ਕਿ ਸਿਰ ਉਠਾ ਕੇ ਚੱਲਣਾ ਹੈ, ਮਾਨ ਨਾਲ ਜਿਉਣਾ ਹੈ ਤੇ ਮਾਨ ਨਾਲ ਮਰਨਾ ਹੈ। ਵਾਦਾ ਕਿਸੇ ਦਾ ਸਹਿਣਾ ਨਹੀਂ ਤੇ ਪਿੰਜਰਿਆਂ 'ਚ ਕੈਦ ਰਹਿਣਾ ਨਹੀਂ। ਦੀਵਾਰਾਂ ਨਾਲ ਸਮਝੌਤੇ ਨਾ ਕਰੀ, ਦੀਵਾਰਾਂ ਨਾਲ ਸਮਝੌਤੇ ਨਾ ਕਰੀ। ਆਪਣੇ ਖੰਭਾਂ ਨੂੰ ਫੈਲਾ ਕੇ ਜਿੰਨੀ ਉਡਾਰੀ ਭਰ ਸਕਦੀ ਓਨੀ ਭਰੀ। ਦੂਜਿਆਂ ਨੂੰ ਇੱਜ਼ਤ ਦੇਣ ਤੋਂ ਪਹਿਲਾਂ ਖੁਦ ਆਪਣੀ ਇੱਜ਼ਤ ਕਰੀ। ਆਪਣੇ ਸਵੈ ਮਾਨ ਨਾਲ ਕਦੇ ਸਮਝੌਤਾ ਨਾ ਕਰੀ। ਨਾ ਗਲਤ ਸਹੀ ਤੇ ਨਾ ਸਹਿਣ ਦੀ ਕੋਸ਼ਿਸ਼ ਕਰੀ। ਵਿੱਚ ਅਸਮਾਨੀ ਉਡਾਰੀ ਭਰੀ। ਆਪਣੀ ਜ਼ਿੰਦਗੀ ਨੂੰ ਪਿਆਰ ਕਰੀ ਤੇ ਆਪਣੀ ਜੰਗ ਖੁਦ ਲੜੀ। ਤਰਸ ਵਾਲੀ ਨਹੀਂ, ਜ਼ਿੱਲਤ ਵਾਲੀ ਨਹੀਂ, ਫਖਰ ਤੇ ਸਵੈ ਮਾਨ ਵਾਲੀ ਜ਼ਿੰਦਗੀ ਬਸਰ ਕਰੀ। ਬਸ ਧੀਏ ਆਪਣੀ ਜੰਗ ਖੁਦ ਲੜੀ। ਸ਼ੁਕਰੀਆ ਜੀ। ਬਹੁਤ ਵਧੀਆ ਮੈਮ, ਵਾਕਈ ਹੀ ਬਾ ਕਮਾਲ। ਇੱਕ ਇੱਕ ਸ਼ਬਦ ਤੁਸੀਂ ਮਾਲਾ ਦੇ ਵਿੱਚ ਮੋਤੀ ਵਾਂਗੂ ਪਰੋਇਆ ਹੋਇਆ, ਔਰ ਇੰਨੀਆਂ ਡੂੰਘਾਈਆਂ ਨੂੰ ਕਹਿੰਦੇ ਨੇ ਸੁੱਚੇ ਮੋਤੀ ਬੜੇ ਮੁਸ਼ਕਿਲ ਨਾਲ ਮਿਲਦੇ ਨੇ, ਤੇ ਕਹਿੰਦੇ ਇੱਕ ਇੱਕ ਮੋਤੀ ਚੁਣ ਚੁਣ ਕੇ ਤੁਸੀਂ ਬਹੁਤ ਡੂੰਘੀਆਂ ਗੱਲਾਂ ਨੂੰ ਆਪਣੇ ਸ਼ਬਦਾਂ ਦੇ ਰਾਹੀਂ ਸਾਡੇ ਰੂਬਰੂ ਕੀਤਾ। ਬਹੁਤ ਬਹੁਤ ਧੰਨਵਾਦ ਮੈਮ, ਬਹੁਤ ਖੂਬ ਔਰ ਸੋਹਣਾ ਲਿਖਿਆ। ਤੇ ਮੈਮ ਰੇਨੂ ਮੈਮ ਹੁਣ ਤੁਹਾਡੇ ਤੋਂ ਜਵਾਬ ਸੁਣਨਾ ਚਾਹਾਂਗੇ ਜੀ। ਪਹਿਲਾਂ ਨਾ ਮੈਂ ਰਜਨੀ ਮੈਮ ਤੁਹਾਨੂੰ ਇੱਕ ਗੱਲ ਜ਼ਰੂਰ ਕਹਿਣਾ ਚਾਹਾਂਗੀ।
ਮੈਂ ਫੈਨ ਹੋ ਗਈ ਅੱਜ ਤੋਂ ਤੁਹਾਡੀ। ਸ਼ੁਕਰੀਆ ਜੀ ਸਿੱਧਦੇ ਜੀ। ਫੈਨ ਦੀ ਕਤਾਰ ਦੇ ਵਿੱਚ ਰੇਨੂ ਮੈਮ ਫੈਨ ਦੀ ਕਤਾਰ ਦੇ ਵਿੱਚ ਤਾਂ ਨਾ ਸਭ ਤੋਂ ਪਹਿਲਾਂ ਫਿਰ ਮੈਂ ਆਪਣਾ ਨਾਮ ਲਿਖਵਾਨੀ ਹਾਂ। ਮੈਂ ਕਿਵੇਂ ਕਿ ਪੁੱਛੀ ਰਵਾਂ ਬਈ। ਸ਼ੁਕਰੀਆ ਜੀ। ਬਹੁਤ ਜ਼ਿਆਦਾ ਹਾਰਟ ਟਚਿੰਗ ਮੈਮ ਨੇ ਸੁਣਾਈਆਂ ਦੋਨੋਂ ਰਚਨਾਵਾਂ, ਬਹੁਤ ਜ਼ਿਆਦਾ ਵਧੀਆ ਲੱਗਾ, ਬਹੁਤ ਹੀ ਅੱਛਾ ਸ਼ੁਕਰੀਆ ਜੀ। ਜੀ। ਹੁਣ ਸਟਰਗਲ ਦੀ ਗੱਲ ਕਰੀਏ ਤਾਂ ਮੈਮ ਮੇਰੀ ਲਾਈਫ ਤਾਂ ਕਹਿ ਲਓ ਕਿ ਸਟਰਗਲਸ ਨਾਲ ਹੀ ਭਰੀ ਹੋਈ ਆ। ਹਰ ਕਦਮ ਤੇ ਪੜ੍ਹਾਈ ਤੋਂ ਲੈ ਕੇ ਜੌਬ ਤੱਕ ਸਟਰਗਲ ਹੀ ਸਟਰਗਲ ਰਿਹਾ ਆ। ਬਸ ਇੰਨਾ ਹੈ ਮਤਲਬ ਇਸ ਸਟਰਗਲ ਦੇ ਵਿੱਚੋਂ ਨਿਕਲਣ ਲਈ ਮੈਨੂੰ ਇੱਕ ਹੀ ਸਪੋਰਟ ਸਿਸਟਮ ਜਿਹੜਾ ਆ ਨਾ ਉਹ ਚਾਹੀਦਾ, ਉਹ ਹੈ ਮੇਰੀ ਫੈਮਿਲੀ। ਮੇਰੇ ਮੰਮੀ ਪਾਪਾ ਤਾਂ ਚਲੋ ਬਹੁਤ ਜ਼ਿਆਦਾ ਕੋਆਪਰੇਟਿਵ ਆ। ਮੇਰੇ ਬ੍ਰਦਰਸ ਔਰ ਮੇਰੀਆਂ ਭਾਬੀਆਂ, ਜੇ ਮੈਂ ਉਹਨਾਂ ਦੇ ਬਾਰੇ ਨਾ ਬੋਲਾਂ ਤਾਂ ਸੋਚ ਲਓ ਕਿ ਵੀ ਸ਼ਾਇਦ ਮੇਰੀ ਲਾਈਫ ਉਹਨਾਂ ਤੋਂ ਬਿਨਾਂ ਕਦੇ ਵੀ ਕੰਪਲੀਟ ਨਹੀਂ ਹੋ ਸਕਦੀ। ਇੰਨਾ ਜ਼ਿਆਦਾ ਉਹ ਮੈਨੂੰ ਸਪੋਰਟ ਕਰਦੇ ਨੇ। ਦੋਨੋਂ ਮੇਰੇ ਦੋ ਬ੍ਰਦਰ ਹੈ, ਇੱਕ ਵੱਡੇ ਤੇ ਇੱਕ ਛੋਟਾ, ਤੇ ਦੋਨੋਂ ਹੀ ਮੈਂ ਮੂੰਹ ਚੋਂ ਗੱਲ ਬਾਅਦ ਚੋਂ ਕੱਢਦੀ ਹਾਂ, ਪਰ ਮੇਰੀਆਂ ਗੱਲਾਂ ਪਹਿਲਾਂ ਪੂਰੀਆਂ ਹੁੰਦੀਆਂ। ਇਹ ਜੇ ਮੈਂ ਅੱਜ ਥੋੜਾ ਜਿਹਾ ਏਦਾਂ ਬੋਲਡ ਆ, ਥੋੜਾ ਤਾਂ ਨਹੀਂ ਬਹੁਤ ਬੋਲਡ ਆ, ਤੇ ਜੋ ਵੀ ਮਤਲਬ ਮੇਰੀ ਪਰਸਨੈਲਿਟੀ ਹੈ ਨਾ ਮੈਮ ਮੈਂ ਤੁਹਾਡੀ ਸੌਰੀ ਗੱਲ ਕੱਟ ਰਹੀ ਹਾਂ। ਮੈਂ ਇਸੇ ਕਰਕੇ ਸਭ ਤੋਂ ਪਹਿਲਾਂ ਇੱਕ ਲਾਈਨ ਕਹੀ ਸੀਗੀ, ਸਾਡੀ ਝਾਂਸੀ ਦੀਆਂ ਰਾਣੀਆਂ। ਤੇ ਉਹੀ ਵਾਕਈ ਹੀ ਸਹੀ ਗੱਲ ਕਹੀ ਸੀ। ਸੋ ਇਹ ਬਹੁਤ ਟੁਕਦੀ ਹੈ ਗੱਲ ਮੈਮ। ਹਾਂਜੀ ਹਾਂਜੀ, ਤੇ ਉਹ ਦੇਖੋ ਜੀ ਝਾਂਸੀ ਦੀ ਰਾਣੀ ਨਾ ਮੈਨੂੰ ਮੇਰੀ ਫੈਮਿਲੀ ਨੇ ਹੀ ਬਣਾਇਆ। ਮੇਰੇ ਬ੍ਰਦਰਸ ਨੇ ਹਮੇਸ਼ਾ ਮੈਨੂੰ ਇੱਕ ਗੱਲ ਕਹੀ ਆ ਕਿ ਵੀ ਤੂੰ ਜੋ ਕਰਨਾ ਚਾਹੁੰਦੀ ਆ ਨਾ ਤੂੰ ਬਿੰਦਾਸ ਹੋ ਕੇ ਕਰ, ਅਸੀਂ ਪਿੱਛੇ ਹੈਗੇ ਆ। ਬਸ ਇਹ ਹੈਗਾ ਵੀ ਕੋਈ ਗਲਤ ਨਹੀਂ ਕੰਮ ਕਰਨਾ, ਮਤਲਬ ਸਹੀ ਕੰਮ ਜਿਹੜੇ ਆ ਜੋ ਵੀ ਤੇਰਾ ਦਿਲ ਕਰਦਾ ਤੂੰ ਕਰ। ਔਰ ਮੇਰੇ ਵਿੱਚ ਨਾ ਇੱਕ ਉਹ ਆ ਕੀੜਾ ਹੁੰਦਾ ਨਾ ਜਿਵੇਂ, ਤੇ ਇਸ ਤਰ੍ਹਾਂ ਮੇਰੇ ਵਿੱਚ ਵੀ ਇੱਕ ਹੈਗਾ, ਜੇ ਮੈਨੂੰ ਕੋਈ ਕਹਿ ਦੇਵੇ ਨਾ ਤੂੰ ਇਹ ਕੰਮ ਨਹੀਂ ਕਰ ਸਕਦੀ, ਇਹ ਹੁਣ ਦੀ ਨਹੀਂ, ਇਹ ਸ਼ੁਰੂ ਤੋਂ ਮੇਰੇ ਵਿੱਚ ਗੱਲ ਆ ਕਿ ਜੇ ਮੈਨੂੰ ਕਿਸੇ ਨੇ ਕਹਿ ਦਿੱਤਾ ਕਿ ਰੇਨੂ ਤੂੰ ਇਹ ਨਹੀਂ ਕਰ ਸਕਦੀਆਂ, ਫੇਰ ਤਾਂ ਹਮੇਸ਼ਾ ਮੇਰੇ ਵਿੱਚ ਉਹ ਇੱਕ ਨਾ ਇੱਕ ਅਜੀਬ ਜਿਹਾ ਉਹ ਰਹਿੰਦਾ ਆ ਕਿ ਵੀ ਨਹੀਂ ਮੈਂ ਇਸ ਕੰਮ ਨੂੰ ਕਰਨਾ ਹੀ ਕਰਨਾ ਹੈ। ਔਰ ਮੈਂ ਹਮੇਸ਼ਾ ਉਹ ਕੀਤੇ ਹੀ ਆ। ਮੈਂ ਤੁਹਾਨੂੰ ਇੱਕ ਗੱਲ ਦੱਸਦੀ ਹਾਂ, ਮੈਂ ਕਾਲਜ ਵਿੱਚ ਪੜ੍ਹਦੀ ਸੀ। ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਪੜ੍ਹਾਈ ਦੇ ਵਿੱਚ ਤਾਂ ਮੈਂ ਇੰਟੈਲੀਜੈਂਟ ਸੀ ਸ਼ੁਰੂ ਤੋਂ ਹੀ। ਤੇ ਸਾਡੇ ਕਾਲਜ ਦੇ ਵਿੱਚ ਬੀਕਾਮ ਸੈਕੰਡ ਈਅਰ ਦੇ ਵਿੱਚ ਜਦੋਂ ਮੈਂ ਸੀ, ਉਦੋਂ ਉਹ ਕਾਲਜ ਰਿਪਰੈਜ਼ੈਂਟੇਟਿਵਸ ਦੀਆਂ ਉਹ ਸੀਗੀਆਂ ਵੋਟਸ ਪੈਣੀਆਂ ਸੀਗੀਆਂ। ਤੇ ਸਾਡੀ ਕਲਾਸ ਦੇ ਵਿੱਚੋਂ ਮੇਰੀਆਂ ਮਤਲਬ ਸਾਡੀ ਕਲਾਸ ਨੇ ਮੈਨੂੰ ਰਿਪਰੈਜ਼ੈਂਟੇਟਿਵ ਦੇ ਤੌਰ ਤੇ ਖੜਾ ਕੀਤਾ ਸੀਗਾ। ਤੇ ਸਾਡੇ ਇੱਕ ਪ੍ਰੋਫੈਸਰ ਸੀ, ਹੁਣ ਮੈਨੂੰ ਨਾਮ ਉਹਨਾਂ ਦਾ ਯਾਦ ਨਹੀਂ ਆ, ਤੇ ਉਹਨਾਂ ਨੇ ਕੀ ਕਿਹਾ ਜਦੋਂ ਮੈਂ ਖੜੀ ਹੋਈ, ਤੇ ਉਹ ਕਹਿੰਦੇ ਇਹ ਕਿਵੇਂ ਕਰ ਲਏਗੀ ਨਾ ਇਹ ਵਾਲੀ ਡਿਊਟੀ, ਵੀ ਤੂੰ ਨਾ ਖੜੀ ਹੋ, ਤੈਨੂੰ ਨਹੀਂ ਅਸੀਂ ਖੜੇ ਕਰਨਾ, ਤੇ ਕੋਈ ਹੋਰ ਤੇਰੀ ਜਗ੍ਹਾ ਤੇ ਕਰ ਦਈਏ ਕਿਉਂਕਿ ਤੂੰ ਨਹੀਂ ਇਹ ਕਰ ਸਕਦੀ। ਪਰ ਪਤਾ ਨਹੀਂ ਉਹ ਚੀਜ਼ ਮੇਰੇ ਅੰਦਰ ਇੰਨੀ ਜ਼ਿਆਦਾ ਉਹ ਕਰ ਗਈ, ਮੈਂ ਤਾਂ ਕਹਿ ਲਓ ਕਿ ਉਹਨੂੰ ਇੱਕ ਵਿਦਰੋਹ ਦੇ ਤਰ੍ਹਾਂ ਹੀ ਲਿਆ। ਪਰ ਮੈਂ ਅੜੀ ਰਹੀ ਕਿ ਨਹੀਂ ਕੋਈ ਗੱਲ ਨਹੀਂ, ਨਹੀਂ ਮੇਰੇ ਤੋਂ ਡਿਊਟੀ ਹੋਏਗੀ ਮੈਂ ਉਸ ਟਾਈਮ ਦੇਖਾਂਗੀ, ਪਰ ਮੈਂ ਕਰਨਾ ਹੀ ਕਰਨਾ ਹੈ। ਤੇ ਉਦੋਂ ਕਹਿ ਲਓ ਕਿ ਮੇਰੀਆਂ ਕਾਲਜ ਦੇ ਵਿੱਚ ਵੀ ਮੇਰਾ ਸਰਕਲ ਬਹੁਤ ਵਧੀਆ ਰਿਹਾ ਆ। ਸਭ ਨੂੰ ਪਤਾ ਕਿ ਵੀ ਕਿੱਦਾਂ ਦੀ ਇਹ ਹੈ। ਤੇ ਮੈਂ ਹੀ ਉਹ ਵਾਲਾ ਜਿਹੜਾ ਕਲਾਸ ਰਿਪਰੈਜ਼ੈਂਟੇਟਿਵ ਦੀ ਸਿਲੈਕਸ਼ਨ ਸੀਗੀ ਨਾ, ਉਹਦੇ ਵਿੱਚ ਇਲੈਕਸ਼ਨਸ ਦੇ ਵਿੱਚ ਮੈਂ ਹੀ ਖੜੀ ਸੀਗੀ, ਤੇ ਮੈਨੂੰ ਹੀ ਮੈਕਸਿਮਮ ਵੋਟਸ ਮਿਲੇ, ਤੇ ਜਿਹੜੀ ਮੇਰੀ ਕੰਪੀਟੀਟਰ ਸੀਗੀ ਉਹ ਰਹਿ ਗਈ। ਤੇ ਜਦੋਂ ਫਿਰ ਮੈਂ ਨਾ ਏਦਾਂ ਖੜੀ ਹੋਈ, ਤੇ ਸਾਡੇ ਉਹ ਸੀ ਪ੍ਰੋਫੈਸਰ ਨੇ ਬੜਾ ਗੰਦਾ ਜਿਹਾ ਰਿਐਕਟ ਕੀਤਾ ਕਿ ਵੀ ਇਹ ਜਿੱਤ ਗਈ ਹੈ, ਇਹ ਤੁਸੀਂ ਗਲਤ ਬੰਦਾ ਜਿਤਾ ਦਿੱਤਾ, ਦੇਖਿਓ ਤੁਹਾਡੀ ਡਿਊਟੀ ਦਾ ਕੋਈ ਹੋਣੀ ਨਹੀਂ ਹੈ। ਪਰ ਫਿਰ ਵੀ ਚਲੋ ਸਾਰਿਆਂ ਦੇ ਸਾਥ ਦੇ ਨਾਲ ਬਹੁਤ ਵਧੀਆ ਤਰ੍ਹਾਂ ਮੈਂ ਆਪਣੀ ਮਤਲਬ ਸਾਰੀ ਦੇਖੋ ਡਿਊਟੀ ਕਿਤੇ ਨਾ ਕਿਤੇ ਮੈਂ ਕਹਾਂਗੀ ਮੈਮ, ਇੱਕ ਮਤਲਬ ਅਧਿਆਪਕ ਜਾਂ ਉਸ ਲੈਵਲ ਤੇ ਹੋ ਕੇ ਕਿੱਥੇ ਬੱਚਿਆਂ ਨੂੰ ਅਸੀਂ ਮੋਟੀਵੇਟ ਕਰਦੇ ਆ ਹਨਾ, ਤੇ ਉਹ ਇੱਕ ਕਿਤੇ ਮੰਚ ਦੇਖੋ ਇਸ ਸਟੇਜ ਤੇ ਹੋ ਕੇ, ਤੇ ਮੈਂ ਵਾਕਈ ਹੀ ਇੱਕ ਠੀਕ ਹੈ ਉਹਨੇ ਉਹ ਚੀਜ਼ ਗਲਤ ਕੀਤੀ, ਪਰ ਅਸੀਂ ਉਹਨੂੰ ਫਿਰ ਵੀ ਇੱਕ ਚੈਲੰਜ ਦੀ ਤਰ੍ਹਾਂ ਲਿਆ। ਮੈਮ ਹੈਡਸ ਆਫ ਟੂ ਯੂ, ਥੈਂਕ ਯੂ। ਇਹ ਬਹੁਤ ਵਾਕਈ ਉਸ ਚੀਜ਼ ਨੂੰ ਪੋਜ਼ਿਟਿਵ ਵੇ ਚ ਲੈ ਕੇ ਤੁਸੀਂ ਕਰਕੇ ਦਿਖਾਇਆ ਕਿ ਨਹੀਂ ਮੈਂ ਕਰਨਾ ਹੈ ਜੀ। ਇਹੀ ਚੀਜ਼ ਮੈਨੂੰ ਮੇਰੇ ਘਰਦਿਆਂ ਨੇ ਸਿਖਾਈ ਹੋਈ ਆ ਕਿ ਵੀ ਤੂੰ ਕਰਨਾ ਹੀ ਹੈ, ਤੂੰ ਬਸ ਡਰਨਾ ਨਹੀਂ ਹੈ ਕਿਸੇ ਤੋਂ ਵੀ, ਤੇ ਨਾ ਹੀ ਹਾਰਨਾ ਆ। ਜਿੱਥੇ ਜੋ ਚੀਜ਼ ਤੇਰੇ ਤੋਂ ਨਹੀਂ ਹੋਏਗੀ ਫਿਰ ਅਸੀਂ ਖੜੇ ਆ, ਫਿਰ ਅਸੀਂ ਕਰਾਂਗੇ। ਔਰ ਮੈਂ ਤੁਹਾਨੂੰ ਦੱਸਾਂ, ਮੇਰੇ ਸਕੂਲ ਦੇ ਵਿੱਚ ਮੇਰੀ ਕਲਾਸ ਦੇ ਵਿੱਚ ਵੀ ਇੱਕ ਲੜਕੀ ਹੈ, ਉਹਦੇ ਪੈਰ ਦੇ ਵਿੱਚ ਥੋੜੀ ਜਿਹੀ ਪ੍ਰੋਬਲਮ ਹੈ। ਤੇ ਮੈਂ ਜਦੋਂ ਉਹਨੂੰ ਦੇਖਦੀ ਹਾਂ ਨਾ, ਮੈਨੂੰ ਏਦਾਂ ਲੱਗਦਾ ਕਿ ਮੈਂ ਪਤਾ ਨਹੀਂ ਆਪਣਾ ਬਚਪਨ ਦੇਖ ਰਹੀ ਹਾਂ। ਤੇ ਮੈਂ ਵੀ ਉਹਨੂੰ ਵੀ ਮੈਂ ਹਮੇਸ਼ਾ ਏਦਾਂ ਹੀ ਮੋਟੀਵੇਟ ਕਰਦੀ ਹਾਂ, ਜਿੱਦਾਂ ਕੋਈ ਖੇਡਦੇ ਹੋ ਨਾ, ਬੱਚੇ ਖੇਡਦੇ ਹੋਣ ਤੇ ਉਹ ਸਾਈਡ ਤੇ ਬੈਠ ਜਾਊਗੀ, ਤੇ ਫਿਰ ਮੈਂ ਉਹਨੂੰ ਕਹਿੰਦੀ ਹੁੰਦੀ ਕਿ ਨਹੀਂ ਕਾਜਲ ਤੂੰ ਬੈਠਣਾ ਨਹੀਂ ਹੈ, ਤੂੰ ਕਰ,
ਉਹ ਕਹੂਗੀ ਨਹੀਂ ਮੈਡਮ ਮੈਂ ਨਹੀਂ ਖੇਡ ਸਕਦੀ। ਉਹ ਮੈਂ ਕਿਹਾ ਕਿਉਂ ਨਹੀਂ ਖੇਡ ਸਕਦੀ ਆ, ਖੇਡੋ। ਤੁਸੀਂ ਮੰਨਣਾ ਨਹੀਂ ਮੈਮ, ਮੈਂ ਸਟਾਪੂ ਵੀ ਖੇਡਿਆ ਹੋਇਆ। ਮਤਲਬ ਔਰ ਮੈਨੂੰ ਖੁਦ ਇਹ ਹੈਰਾਨੀ ਹੁੰਦੀ ਆ ਹੁਣ ਜੇ ਮੈਂ ਸੋਚ ਮੈਂ ਸਟਾਪੂ ਖੇਡ ਕਿੱਦਾਂ ਲਿਆ। ਕੋਈ ਇਸ ਤਰ੍ਹਾਂ ਦੀ ਗੇਮ ਨਹੀਂ ਸੀਗੀ ਕਿ ਜਿਹੜੀ ਮੈਂ ਨਹੀਂ ਖੇਡਦੀ ਹੁੰਦੀ ਸੀ। ਠੀਕ ਆ ਚਲੋ ਔਂਕੜਾ ਆਉਂਦੀਆਂ ਹੀ ਆ, ਉਹ ਆਣੀਆਂ ਹੀ ਆ, ਉਹ ਜਾਇਜ਼ ਆ। ਮੇਰੀ ਮਤਲਬ ਹਰ ਕਿਸੇ ਦੀ ਲਾਈਫ ਚ ਆਉਂਦੀ ਆ, ਮੇਰੀ ਲਾਈਫ ਚ ਜ਼ਿਆਦਾ ਹੁੰਦੀ। ਪਰ ਫਿਰ ਵੀ ਮਤਲਬ ਹਮੇਸ਼ਾ ਮੈਂ ਇਹੀ ਕੋਸ਼ਿਸ਼ ਕੀਤੀ ਹੈ ਕਿ ਵੀ ਮੈਂ ਸਾਰੇ ਚੈਲੰਜਿਸ ਨੂੰ ਅਸੈਪਟ ਕਰਾਂ, ਆਪਣੇ ਸਟਰਗਲ ਨੂੰ ਠੀਕ ਆ ਇੰਜੋਏ ਕਰਦੀ ਆ ਮੈਂ ਤਾਂ ਖੂਬ। ਕੋਈ ਗੱਲ ਨਹੀਂ, ਜੋ ਕੰਮ ਨਹੀਂ ਆਉਂਦਾ ਹੈ ਉਹ ਹੌਲੀ ਹੌਲੀ ਆ ਜਾਊਗਾ। ਮੈਨੂੰ ਕਿਸੇ ਨੇ ਕਿਹਾ ਸੀਗਾ ਜਦੋਂ ਮੈਂ ਜੌਬ ਚ ਆਈ ਨਾ, ਮੈਨੂੰ ਸਭ ਤੋਂ ਵੱਡੀ ਪ੍ਰੋਬਲਮ ਇਹ ਹੁੰਦੀ ਸੀਗੀ ਕਿ ਮੈਨੂੰ ਬਾਰ-ਬਾਰ ਘਰ ਫੋਨ ਕਰਨਾ ਪੈਂਦਾ ਸੀ ਕਿ ਬ੍ਰਦਰ ਨੂੰ ਵੀ ਤੂੰ ਮੈਨੂੰ ਲੈ ਜਾ ਆ ਕੇ, ਮੈਨੂੰ ਇੱਥੇ ਛੱਡ ਦੇ, ਮੈਨੂੰ ਉੱਥੇ ਛੱਡ ਦੇ। ਉਦੋਂ ਮੇਰੇ ਮਾਈਂਡ ਵਿੱਚ ਇਹ ਬੜਾ ਉਹ ਫਸਿਆ ਰਿਹਾ ਕਿ ਵੀ ਨਹੀਂ ਏਦਾਂ ਦਾ ਕੰਮ ਚੱਲਣਾ ਨਹੀਂ, ਅਗਲੇ ਆਪਣਾ ਕੰਮ ਛੱਡ ਕੇ ਆਉਣਗੇ। ਫਿਰ ਮੈਂ ਡਰਾਈਵਿੰਗ ਸਿੱਖੀ ਕਿ ਨਹੀਂ ਮੈਂ ਫਿਰ ਮੈਂ ਸੈਲਫ ਡਰਾਈਵ ਤੇ ਆਟੋਮੈਟਿਕ ਕਾਰ ਲਈ ਵੀ ਮੈਂ ਨਹੀਂ, ਮੈਂ ਆਪਣੇ ਘਰਦਿਆਂ ਨੂੰ ਔਖਾ ਨਹੀਂ ਕਰਨਾ ਹੈ। ਤੇ ਤੁਸੀਂ ਇਹ ਦੇਖ ਲਓ ਜੀ, ਹੁਣ ਮੈਂ ਤਾਂ ਇੰਜੋਏ ਕਰਦੀ ਆ, ਮੇਰੇ ਮੰਮੀ ਬਹੁਤ ਇੰਜੋਏ ਕਰਦੇ ਆ ਮੇਰੇ ਨਾਲ। ਅਸੀਂ ਇਕੱਠੇ ਮਾਵਾਂ ਧੀਆਂ ਘੁੰਮਦੀਆਂ ਵਾ, ਜਿੱਥੇ ਵੀ ਜਾਣਾ ਆ ਅਸੀਂ ਜਾਂਦੀਆਂ ਆ। ਮਾਵਾਂ ਧੀਆਂ ਦੀ ਤਾਂ ਵੈਸੇ ਹੀ ਮੈਮ ਗੱਲ ਵੱਖਰੀ ਹੁੰਦੀ ਹੈ, ਤਾਂ ਹੀ ਕਿਹਾ ਨਾ ਮਧਾਣੀਆਂ। ਜੀ 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 ਬਿਲਕੁਲ। ਤੋ ਚੱਲ ਰਹੀ ਹੈ ਲਾਈਫ, ਬਹੁਤ ਵਧੀਆ ਚੱਲ ਰਹੀ ਹੈ। ਮੈਂ ਕਹਿੰਦੀ ਸਟਰਗਲ ਦੇ ਵਿੱਚੋਂ ਨਿਕਲਣਾ ਆਉਣਾ ਚਾਹੀਦਾ ਆ। ਜ਼ਿੰਦਗੀ ਜੀਣਾ ਕੋਈ ਔਖੀ ਗੱਲ ਨਹੀਂ ਆ, ਜ਼ਿੰਦਗੀ ਨੂੰ ਬਸ ਇੰਜੋਏ ਕਰਨਾ ਜੇ ਤੁਹਾਨੂੰ ਆਉਂਦਾ ਹੈ ਨਾ, ਫਿਰ ਤੁਸੀਂ ਹਰ ਸਟਰਗਲ ਨੂੰ ਪਾਰ ਕਰਕੇ ਆਪਣੀ ਲਾਈਫ ਨੂੰ ਇੰਜੋਏ ਕਰੋਗੇ। ਅਦਰਵਾਈਜ਼ ਰੋਣਾ ਆ ਤਾਂ ਫਿਰ ਅੰਦਰ ਬੈਠ ਕੇ ਰੋਣਾ ਹੀ ਪੈਣਾ ਆ। ਤੋ ਮੈਂ ਤਾਂ ਇਹੀ ਸ਼ੁਰੂ ਤੋਂ ਸਿੱਖਿਆ ਕਿ ਰੋਵੋ ਨਾ, ਰੋ ਲਓ ਚਲੋ ਥੋੜਾ ਬਹੁਤਾ, ਪਰ ਆਪਣੀ ਲਾਈਫ ਨੂੰ ਇੱਕ ਚੈਲੰਜ ਮੰਨ ਕੇ ਜੀਓ। ਤੇ ਮੈਂ ਤਾਂ ਉਹੀ ਕਰਦੀ ਆਈ। ਹੁਣ ਤੁਹਾਨੂੰ ਚੈਲੰਜ ਆ ਕਿ ਤੁਸੀਂ ਕਵਿਤਾਵਾਂ ਦੁਬਾਰਾ ਲਿਖ ਕੇ ਦਿਖਾਉਣੀਆਂ ਆ। ਬਿਲਕੁਲ ਰਜਨੀ ਮੈਮ, ਸਹੀ ਕਿਹਾ ਮੈਮ ਤੁਸੀਂ। ਇਹੀ ਬਿਲਕੁਲ ਆਪਾਂ ਪਹਿਲਾਂ ਵੀ ਇਹ ਗੱਲ ਕਹੀ ਹੈ, ਬਿਲਕੁਲ ਮੈਂ ਤੁਹਾਡੇ ਨਾਲ ਸਹਿਮਤ ਹਾਂ, ਸਾਥ ਵੀ ਦੇਵਾਂਗੀ। ਤੇ ਬਿਲਕੁਲ ਰੰਗ FM ਦੀ ਟੀਮ ਵੀ, ਸਾਡੇ ਸਰੋਤੇ ਵੀ, ਆਪ ਸਭ ਦੇ ਮੈਮ ਬਿਲਕੁਲ ਸਾਥ ਦੇਣਗੇ। ਜਿੱਥੇ ਸਾਡੀ ਲੋੜ ਹੈ ਸਾਨੂੰ ਅਸੀਂ ਕਵਾਂਗੇ ਆਰਡਰ ਕਰੋ, ਅਸੀਂ ਤਿਆਰ ਹਾਂ। ਠੀਕ ਹੈ, ਤੇ ਜ਼ਰੂਰ ਤੁਸੀਂ ਆਪਣੀ ਫੇਰ ਤੋਂ ਕਲਮ ਚੁੱਕੋ। ਜਿੱਦਾਂ ਰਜਨੀ ਮੈਮ ਲਿਖ ਰਹੇ ਨੇ, ਸਾਡੇ ਸਮਾਜ ਨੂੰ ਰੋਸ਼ਨ ਕਰ ਰਹੇ ਨੇ ਆਪਣੀਆਂ ਖੂਬਸੂਰਤ ਨਜ਼ਮਾਂ ਦੇ ਨਾਲ, ਕਵਿਤਾਵਾਂ ਦੇ ਨਾਲ, ਅਹਿਸਾਸਾਂ ਨੂੰ ਦੁਨੀਆ ਤੱਕ ਪਹੁੰਚਾ ਰਹੇ ਨੇ। ਇੱਕ ਮੈਂ ਹੋਰ ਬੇਨਤੀ ਕਰਾਂਗੀ ਸਰੋਤਿਆਂ ਤੱਕ ਕਿ ਜੋ ਸਾਡਾ ਇਹ ਪ੍ਰੋਗਰਾਮ ਹੈ ਫੁੱਟਦੀਆਂ ਕਰੁੰਬਲਾਂ, ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ, ਤਾਂ ਕਿ ਸਾਡੇ ਅਧਿਆਪਕ ਸਾਹਿਬਾਨਾਂ ਦੇ ਸਿਰਫ ਅਧਿਆਪਨ ਦੇ ਪੱਖ ਨੂੰ ਲੋਕ ਨਾ ਜਾਣਨ, ਉਹਨਾਂ ਦੀਆਂ ਜ਼ਿੰਦਗੀਆਂ ਨੂੰ, ਉਹਨਾਂ ਦੇ ਹੁਨਰ ਜਿਹੜੇ ਅਸੀਂ ਇੱਥੇ ਉਹਨਾਂ ਦੇ ਮੂੰਹੋਂ ਸੁਣਦੇ ਆ, ਉਹਨਾਂ ਦੇ ਤਜਰਬੇ, ਉਹਨਾਂ ਦੀਆਂ ਔਕੜਾਂ, ਉਹਨਾਂ ਬਾਰੇ ਵੀ ਦੇਸ਼ਾਂ ਵਿਦੇਸ਼ਾਂ ਨੂੰ, ਪਿੰਡਾਂ ਸ਼ਹਿਰਾਂ ਨੂੰ, ਹਰ ਇਨਸਾਨ ਨੂੰ ਪਤਾ ਚੱਲੇ। ਸੋ ਇਸ ਪ੍ਰੋਗਰਾਮ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤੇ ਜੁੜ ਕੇ ਆਪਣੇ ਸੁਨੇਹੇ, ਪਿਆਰੇ ਪਿਆਰੇ ਮੈਸੇਜ ਜ਼ਰੂਰ ਘੱਲਦੇ ਰਿਹਾ ਕਰੋ, ਤਾਂ ਕਿ ਤੁਹਾਡੇ ਪਿਆਰੇ ਪਿਆਰੇ ਨਾਂ ਵੀ ਬੁਲਾਏ ਜਾਣ। ਅੱਜ ਵਧੀਆ ਲੱਗਦਾ ਜਦੋਂ ਸਰੋਤੇ ਜੁੜਦੇ ਨੇ। ਤੇ ਮੈਂ ਹੋਰ ਇੱਥੇ ਗੱਲ ਕਹਿਣਾ ਚਾਹਾਂਗੀ, ਬਤੌਰ ਅਧਿਆਪਕ ਅਸੀਂ ਕਿੰਨਾ ਤਜਰਬਿਆਂ ਚੋਂ ਨਿਕਲਦੇ ਹਾਂ, ਕਿੰਨੇ ਐਕਸਪੈਰੀਮੈਂਟ ਵੀ ਕਰਦੇ ਹਾਂ, ਅਧਿਆਪਨ ਦੇ ਵਿੱਚ ਐਕਸਪੈਰੀਮੈਂਟ ਵੀ ਕਰਦੇ ਹਾਂ, ਤੇ ਸੋਚਦੇ ਹਾਂ ਕਿ ਹਮੇਸ਼ਾ ਬੱਚੇ ਦੇ ਅਕੋਰਡਿੰਗ ਕੁਛ ਨਾ ਕੁਛ ਡਿਫਰੈਂਟ ਟਰਾਈ ਕਰੀਏ ਕਿ ਸਾਨੂੰ ਆਊਟਪੁੱਟ ਵਧੀਆ ਮਿਲ ਜਾਵੇ, ਬੱਚੇ ਕੀ ਸਿੱਖ ਰਹੇ ਨੇ ਉਹਦਾ ਰਿਜ਼ਲਟ ਵਧੀਆ ਮਿਲ ਜਾਵੇ। ਤੇ ਅਗਰ ਹੁਣ ਬੱਚਿਆਂ ਦੀ ਗੱਲ ਕਰੀਏ, ਜਿਵੇਂ ਹੁਣ ਲੋਕਡਾਊਨ ਤੋਂ ਬਾਅਦ ਵੀ ਜਾਂ ਵੈਸੇ ਵੀ ਨਾਰਮਲੀ, ਕਿੰਨਾ ਕੁ ਬੱਚਿਆਂ ਦਾ ਸਾਡੇ ਪ੍ਰਤੀ, ਅਧਿਆਪਕ ਪ੍ਰਤੀ ਅੱਜ ਦੇ ਸਮੇਂ ਦੇ ਵਿੱਚ ਇੱਕ ਉਹਦਾ ਰਹਿ ਗਿਆ। ਇਹ ਸ਼ਬਦ ਮੈਂ ਇਹ ਬਾਰੇ ਜ਼ਰੂਰ ਮੈਂ ਚਾਹਾਂਗੀ ਕਿ ਤੁਸੀਂ ਸ਼ਬਦ ਜ਼ਰੂਰ ਕਹੋ ਕਿ ਬੱਚੇ ਦੀ ਮਨੋਸਥਿਤੀ ਇੱਕ ਹੁੰਦਾ ਸੀ ਕਿ ਪਹਿਲਾਂ ਦੇਖੋ, ਅਗਰ ਅਸੀਂ ਆਪਣੇ ਸਮੇਂ ਦੀ ਜਾਂ ਕੁਝ ਕੁ ਜਨਰੇਸ਼ਨ ਪਿੱਛੇ ਜਾਈਏ ਤਾਂ ਗੱਲ ਕਰੀਏ, ਬੱਚਿਆਂ ਦੇ ਮਨ ਦੇ ਵਿੱਚ ਬੜੀ ਰਿਸਪੈਕਟ ਹੁੰਦੀ ਸੀ ਟੀਚਰ ਦੀ। ਪਰ ਅੱਜ ਦੇ ਸਮੇਂ ਦੇ ਵਿੱਚ ਕੁਛ ਨਾ ਕੁਛ ਚੀਜ਼ਾਂ 'ਚ ਬਦਲਾਵ ਹੋਇਆ ਹੈ। ਤੇ ਅੱਜ ਅਸੀਂ ਕਿਵੇਂ ਵਿਚਰ ਰਹੇ ਹਾਂ ਬੱਚਿਆਂ ਤੇ ਬੱਚਿਆਂ ਦੇ ਕੀ ਆਊਟਪੁੱਟ ਸਾਨੂੰ ਮਿਲ ਰਹੀ ਹੈ, ਇਹਦੇ ਬਾਰੇ ਜ਼ਰੂਰ ਸੰਖੇਪ ਦੇ ਵਿੱਚ ਦੋਨੇ ਇੱਕ ਦੋ ਲਾਈਨਾਂ ਦੇ ਵਿੱਚ ਜ਼ਰੂਰ ਆਪਣੀਆਂ ਗੱਲਾਂ ਨੂੰ ਸਾਂਝਾ ਕਰੋ ਸਾਡੇ ਨਾਲ। ਰਜਨੀ ਮੈਮ। ਇਹ ਜ਼ਰੂਰ ਫਰਕ ਆਇਆ ਆ ਪੁਰਾਣੇ ਟਾਈਮ ਦੇ ਵਿੱਚ, ਤੇ ਕਿਉਂਕਿ ਮੇਰੇ ਪਾਪਾ ਮੰਮਾ ਵੀ ਟੀਚਰ ਰਹੇ ਨੇ, ਬੜਾ ਫਰਕ ਆਇਆ ਆ। ਔਰ ਇਹਦੇ ਲਈ ਕੋਈ ਇੱਕ ਕਾਰਨ ਜ਼ਿੰਮੇਵਾਰ ਨਹੀਂ ਆ, ਨਾ ਕੋਈ ਇੱਕ ਇਨਸਾਨ ਜ਼ਿੰਮੇਵਾਰ ਆ, ਨਾ ਕੋਈ ਇੱਕ ਧਿਰ ਜ਼ਿੰਮੇਵਾਰ ਆ। ਇਹਦੇ ਲਈ ਬਹੁਤ ਸਾਰੇ ਕਾਰਨ, ਜੇ ਡੀਪਲੀ ਦੇਖਿਆ ਜਾਵੇ ਤਾਂ ਬਹੁਤ ਸਾਰੇ ਕਾਰਨ ਜਿਹੜੇ ਆ ਉਹ ਇਸ ਚੀਜ਼ ਲਈ ਜ਼ਿੰਮੇਵਾਰ ਆ। ਤੇ ਰਾਈ ਦਾ ਵੀ ਕਹਿੰਦੇ ਪਹਾੜ ਜਿਹੜਾ ਆ ਉਹ ਬਣ ਜਾਂਦਾ ਆ। ਛੋਟੀ ਜਿਹੀ ਗੱਲ ਜਿਹੜੀ ਆ ਉਹਦਾ ਵੀ ਬੜਾ ਮਾਇਨਾ ਹੁੰਦਾ ਆ। ਇਹਦੇ ਵਿੱਚ ਕੋਈ ਇੱਕ ਜਿਹੜਾ ਕਾਰਨ ਆ ਅਸੀਂ ਉਹਨੂੰ ਨਹੀਂ ਕਹਿ ਸਕਦੇ। ਇਹ ਫਰਕ ਜ਼ਰੂਰ ਆਇਆ ਆ, ਪਰ ਇਹਦੇ ਬਾਵਜੂਦ ਵੀ
ਇਸ ਫਰਕ ਦੇ ਨਾਲ ਚੱਲ ਕੇ ਅਸੀਂ ਇਹ ਕਹਿ ਸਕਦੇ ਹਾਂ ਕਿ ਇਹ ਟੀਚਰ ਦੇ ਆਪਣੇ ਤੇ ਡਿਪੈਂਡ ਕਰਦਾ ਆ ਕਿ ਉਹਨੇ ਇਸ ਫਰਕ ਨੂੰ ਕਿਵੇਂ ਦੂਰ ਕਰਨਾ ਆ। ਬਹੁਤ ਸਾਰੇ ਟੀਚਰ ਆ ਜਿਨ੍ਹਾਂ ਦੀ ਰੈਪੂਟੇਸ਼ਨ ਬਹੁਤ ਅੱਛੀ ਆ, ਜਿਨ੍ਹਾਂ ਦਾ ਇੱਕ ਨਾਮ ਆ, ਜਿਨ੍ਹਾਂ ਨੂੰ ਸੁਣ ਕੇ, ਜਿਨ੍ਹਾਂ ਨੂੰ ਸੋਚ ਕੇ ਜਿੱਥੋਂ ਤੱਕ ਵੀ ਪਹੁੰਚਦਾ ਆ ਉੱਥੋਂ ਹਮੇਸ਼ਾ ਠੰਡੀਆਂ ਹਵਾਵਾਂ ਮਿਲਦੀਆਂ, ਮਤਲਬ ਉੱਥੋਂ ਚੰਗਾ ਹੀ ਰਿਸਪੌਂਸ ਮਿਲਦਾ ਆ। ਔਰ ਜੇ ਟੀਚਰ ਦੀ ਰੈਪੂਟੇਸ਼ਨ ਖਰਾਬ ਆ ਤੇ ਇਹਦੇ ਵਿੱਚ ਉਹਦਾ ਆਪਣਾ ਰੋਲ ਵੀ ਜਿਹੜਾ ਅਸੀਂ ਉਹਨੂੰ ਇਗਨੋਰ ਨਹੀਂ ਕਰ ਸਕਦੇ, ਕਿਉਂਕਿ ਹਰ ਇਨਸਾਨ ਦੀ ਆਪਣੀ ਫਿਤਰਤ ਹੁੰਦੀ ਆ ਤੇ ਇਨਸਾਨ ਦੀ ਫਿਤਰਤ ਜਿਹੜੀ ਆ ਉਹਦਾ ਖਮਿਆਜ਼ਾ ਉਹਨੂੰ ਖੁਦ ਨੂੰ ਭੁਗਤਣਾ ਪੈਂਦਾ ਆ। ਉਹ ਚਾਹੇ ਟੀਚਰ ਜਾਂ ਚਾਹੇ ਡਾਕਟਰ ਜਾਂ ਕੁਝ ਵੀ ਆ, ਇਕੱਲਾ ਆਪਾਂ ਇੱਕ ਮਹਿਕਮੇ 'ਚ ਹੀ ਨਹੀਂ ਕਹਿ ਸਕਦੇ। ਡਾਕਟਰੀ ਲਾਈਨ ਦੇ ਵਿੱਚ ਵੀ ਇਦਾਂ ਆ, ਬਹੁਤ ਅੱਛੇ ਡਾਕਟਰ ਵੀ ਆ ਤੇ ਬਹੁਤ ਮਾੜੇ ਡਾਕਟਰ ਵੀ ਆਪਾਂ ਕਹਿ ਸਕਦੇ ਆ। ਇਸੇ ਤਰ੍ਹਾਂ ਅਧਿਆਪਕ ਜਿਹੜਾ ਆ ਉਹਨੂੰ ਰੈਪੂਟੇਸ਼ਨ ਉਹਨੇ ਕਿਵੇਂ ਬਣਾਉਣੀ ਆ ਇਹ ਉਹਦੀ ਆਪਣੀ ਫਿਤਰਤ ਤੇ ਡਿਪੈਂਡ ਕਰਦਾ ਆ। ਇਨਸਾਨੀ ਸੁਭਾਅ ਵੱਖਰੇ ਹੁੰਦੇ ਆ ਤੇ ਅਸੀਂ ਇਹ ਵੀ ਨਹੀਂ ਕਹਿ ਸਕਦੇ ਕਿ ਸਾਰੇ ਹੀ ਅਧਿਆਪਕ ਮਾੜੇ ਆ, ਅਸੀਂ ਇਹ ਵੀ ਨਹੀਂ ਕਹਿ ਸਕਦੇ ਕਿ ਸਾਰੇ ਹੀ ਬੱਚੇ ਚੰਗੇ ਆ। ਇਹ ਜਿਹੜਾ ਰਲਮਾ ਮਿਲਮਾ ਸਿਸਟਮ ਆ, ਰਲਮੇ ਮਿਲਮੇ ਸਮਾਜ ਦੇ ਵਿੱਚੋਂ ਕਹਿੰਦੇ ਹੁੰਦੇ ਇੱਕ ਤਿਕੋਣ ਹੁੰਦੀ ਆ, ਉਸ ਤਿਕੋਣ ਦਾ ਸਭ ਤੋਂ ਉੱਪਰਲਾ ਸਿਰਾ ਜੇ ਅਧਿਆਪਕ ਆ ਤੇ ਦੂਸਰੀ ਧਿਰ ਬੱਚੇ ਤੇ ਤੀਸਰੀ ਮਾਪੇ ਆ, ਇਹ ਤਿੰਨੋਂ ਰਲ ਕੇ ਚੱਲਣਗੇ ਤਾਂ ਹੀ ਉਹ ਤਿਕੋਣ ਪੂਰੀ ਹੁੰਦੀ ਆ। ਉੱਥੋਂ ਇੱਕ ਹਿੱਸਾ ਵੀ ਕੱਟ ਦਿੱਤਾ ਜਾਵੇ ਤੇ ਉਹ ਬੇਢੰਗੀ ਹੋ ਜਾਂਦੀ ਆ, ਉਹ ਤਿਕੋਣ ਨਹੀਂ ਦਿੰਦੀ। ਇਸੇ ਤਰ੍ਹਾਂ ਜੇ ਇਹ ਤਿੰਨੋਂ ਧਿਰਾਂ ਰਲ ਕੇ ਚੱਲਣ, ਸੋਚ ਸਮਝ ਨਾਲ ਚੱਲਣ, ਆਪਸੀ ਸਮਝ ਦੇ ਨਾਲ ਚੱਲਣ ਤਾਂ ਇਹ ਜਿਹੜਾ ਇੱਕ ਮਜ਼ਬੂਤ ਚੀਜ਼ ਸਿਰਜੀ ਜਾਂਦੀ ਆ। ਤੇ ਜੇ ਇਹਦਾ ਇੱਕ ਵੀ ਹਿੱਸਾ ਟੁੱਟਵਾਂ ਆ, ਕੱਟਵਾਂ ਆ ਤੇ ਉਹਦੇ ਨਾਲ ਜਿਹੜਾ ਸਾਰਾ ਹੀ ਸਟਰਕਚਰ ਖਰਾਬ ਹੁੰਦਾ ਆ। ਇਸ ਕਰਕੇ ਇਹ ਸਾਰਾ ਕੁਝ ਹਾਲਾਤਾਂ ਤੇ ਡਿਪੈਂਡ ਕਰਦਾ ਆ, ਸਾਡੇ ਆਪਣੇ ਤੇ ਡਿਪੈਂਡ ਕਰਦਾ, ਇਨਸਾਨੀ ਫਿਤਰਤ ਤੇ ਡਿਪੈਂਡ ਕਰਦਾ। ਇਹਦੇ ਲਈ ਕੋਈ ਇੱਕ ਵੀ ਧਿਰ ਨੂੰ ਆਪਾਂ ਦੋਸ਼ ਰੇਨੂ ਮੈਮ ਤੁਹਾਡੇ ਵਿਚਾਰ ਕੀ ਕਹਿੰਦੇ ਨੇ ਇਸ ਬਾਰੇ? ਜੀ ਬਿਲਕੁਲ, ਮੈਂ ਰਜਨੀ ਮੈਮ ਦੀ ਗੱਲ ਦੇ ਨਾਲ ਬਿਲਕੁਲ ਐਗਰੀ ਕਰਦੀ ਹਾਂ ਕਿ ਇਹ ਹਰ ਬੰਦੇ ਦਾ ਆਪਣਾ ਕਿਰਦਾਰ ਹੈ ਕਿ ਉਹਨੇ ਰਿਸਪੈਕਟ ਲੈਣੀ ਹੈ ਜਾਂ ਡਿਸਰਿਸਪੈਕਟ ਲੈਣੀ ਹੈ। ਸਹੀ ਗੱਲ ਹੈ ਕਿ ਹੁਣ ਕਾਫੀ ਮਿਆਰ ਚੇਂਜ ਹੋ ਚੁੱਕਿਆ। ਜਦੋਂ ਅਸੀਂ ਪੜ੍ਹਦੇ ਸੀ ਅਸੀਂ ਆਪਣੇ ਟੀਚਰ ਤੋਂ ਕਿੰਨਾ ਡਰਦੇ ਹੁੰਦੇ ਸੀ, ਸਾਡੀ ਹਿੰਮਤ ਨਹੀਂ ਸੀ ਹੁੰਦੀ ਕਿ ਅਸੀਂ ਉਹਨਾਂ ਦੇ ਸਟਾਫ ਰੂਮ ਦੇ ਬਾਹਰ ਪੈਰ ਵੀ ਰੱਖ ਦਈਏ। ਸਾਨੂੰ ਕੋਈ ਬੁਲਾਉਂਦੇ ਸੀਗੇ ਨਾ, ਕਿਸੇ ਟੀਚਰ ਨੇ ਆਵਾਜ਼ ਦੇਣੀ ਤਾਂ ਅਸੀਂ ਡਰ ਜਾਣਾ ਵੀ ਪਤਾ ਨਹੀਂ ਕੀ ਗੱਲ ਹੋਈ ਹੈ। ਪਰ ਹੁਣ ਬਹੁਤ ਫਰਕ ਹੈ ਇਸ ਚੀਜ਼ ਦਾ। ਹੁਣ ਦੇ ਬੱਚਿਆਂ ਦੇ ਵਿੱਚ ਇੱਕ ਟੀਚਰ ਦੀ ਰਿਸਪੈਕਟ ਜਿਹੜੀ ਹੈ ਨਾ ਉਹ ਉਹਦੇ ਕਿਰਦਾਰ ਨਾਲ ਆ ਰਹੀ ਹੈ। ਜੇ ਅਸੀਂ ਕਹੀਏ ਕਿ ਹਰ ਟੀਚਰ ਦੀ ਰਿਸਪੈਕਟ ਕਰਦੇ ਆ ਬੱਚੇ, ਇਸ ਤਰ੍ਹਾਂ ਨਹੀਂ ਹੈ। ਜਾਂ ਫਿਰ ਅਸੀਂ ਇਹ ਕਹੀਏ ਕਿ ਹਰ ਬੱਚਾ ਹੀ ਇਸ ਤਰ੍ਹਾਂ ਦਾ ਆ, ਉਹ ਵੀ ਗਲਤ ਹੈ। ਦਰਅਸਲ ਡਿਪੈਂਡ ਇਹੀ ਕਰਦਾ ਹੈ ਕਿ ਅਸੀਂ ਬੱਚਿਆਂ ਦੇ ਉੱਤੇ ਕੀ ਇੰਪ੍ਰੈਸ਼ਨ ਛੱਡ ਰਹੇ ਹਾਂ, ਅਸੀਂ ਬੱਚਿਆਂ ਨੂੰ ਕੀ ਦੇ ਰਹੇ ਹਾਂ। ਜਦੋਂ ਤੁਸੀਂ ਵੀ ਮੇਰੇ ਖਿਆਲ ਨਾਲ ਇਸ ਗੱਲ ਨਾਲ ਸਹਿਮਤ ਹੋਗੇ ਕਿ ਜੇ ਅਸੀਂ ਕਿਸੇ ਬੱਚੇ ਨੂੰ ਡਾਂਟਦੇ ਹਾਂ ਜਾਂ ਹਲਕਾ ਜਿਹਾ ਉਹਨੂੰ ਮਾਰ ਵੀ ਦਿੰਦੇ ਆ ਨਾ, ਤਾਂ ਇੱਕ ਬੱਚਾ ਕਦੇ ਵੀ ਰਿਐਕਟ ਨਹੀਂ ਕਰੇਗਾ। ਉਹ ਵਾਲਾ ਬੱਚਾ ਜਿਹਨੂੰ ਇਹ ਪਤਾ ਕਿ ਉਹਨੇ ਕੋਈ ਗਲਤੀ ਕੀਤੀ ਤਾਂ ਉਹਨੂੰ ਮਾਰ ਪਈ ਹੈ। ਲੇਕਿਨ ਮੈਂ ਬਹੁਤ ਸਾਰੇ ਕਈ ਵਾਰ ਏਦਾਂ ਵੀ ਹੁੰਦਾ ਆ ਕਿ ਲੰਘਦੇ ਵੜਦੇ ਹੀ ਕਿਸੇ ਨੂੰ ਮਾਰ ਦੇਣਾ, ਉਹ ਚੀਜ਼ ਜਿਹੜੀ ਆ ਉਹ ਬੱਚੇ ਕਦੇ ਬਰਦਾਸ਼ਤ ਨਹੀਂ ਕਰਦੇ। ਸੋ ਇੱਕ ਟੀਚਰ, ਮੈਂ ਇੱਥੇ ਸਪੈਸੀਫਿਕਲੀ ਟੀਚਰ ਬਾਰੇ ਗੱਲ ਕਰ ਰਹੀ ਹਾਂ ਕਿ ਜੇ ਇੱਕ ਟੀਚਰ ਨੇ ਰਿਸਪੈਕਟ ਕਰਵਾਉਣੀ ਹੈ ਨਾ ਤੇ ਉਹਨੂੰ ਆਪਣਾ ਕਿਰਦਾਰ ਬਣਾਉਣਾ ਪਏਗਾ ਕਿ ਵੀ ਬੱਚੇ ਉਹਦੀ ਰਿਸਪੈਕਟ ਕਰਨ। ਅਦਰਵਾਈਜ਼ ਬੱਚੇ ਜਿਹੜੇ ਆ ਉਹ ਕਹਿ ਲਓ ਕਿ ਬੱਚਿਆਂ ਦੇ ਉੱਪਰ ਆਸ-ਪਾਸ ਦੇ ਮਾਹੌਲ ਦਾ ਬਹੁਤ ਫਰਕ ਹੈ, ਬਹੁਤ ਅਸਰ ਹੈ। ਸੌਰੀ, ਪੇਰੈਂਟਸ ਨੂੰ ਆਪਾਂ ਜੇ ਦੇਖ ਲਈਏ, ਜਿੱਦਾਂ ਦੇ ਬੈਕਗਰਾਊਂਡ ਦੇ ਵਿੱਚ ਪੇਰੈਂਟਸ ਰਹਿ ਰਹੇ ਆ, ਉਹਨਾਂ ਦੇ ਮਨਾਂ ਦੇ ਵਿੱਚ 100 ਦੇ ਵਿੱਚੋਂ 20 ਪੇਰੈਂਟਸ ਏਦਾਂ ਦੇ ਹੋਣਗੇ ਸਿਰਫ ਜਿਹੜੇ ਕਿ ਟੀਚਰ ਨੂੰ ਰਿਸਪੈਕਟਫੁਲੀ ਬੁਲਾਉਂਦੇ ਆ। ਬਾਕੀ ਤਾਂ ਸਾਡੇ ਮੂੰਹ ਦੇ ਉੱਤੇ ਚੰਗੇ ਆ, ਪਰ ਬਾਹਰ ਜਾਂਦੇ ਗੱਲ ਜਿਹੜੀ ਆ ਨਾ ਉਹ ਟੀਚਰ ਨੂੰ ਟੀਚਰ ਦੀ ਤਰ੍ਹਾਂ ਨਹੀਂ ਦੇਖਦੇ ਆ। ਸੋ ਬੱਚੇ ਵੀ ਉਹਨਾਂ ਚੀਜ਼ਾਂ ਨੂੰ ਸਿੱਖਦੇ ਆ, ਪਰ ਅਸੀਂ ਬੱਚਿਆਂ ਨੂੰ ਕੰਟਰੋਲ ਕਰ ਸਕਦੇ ਆ। ਜਾਂ ਕਹਿ ਲਓ ਕਿ ਬੱਚਿਆਂ ਨੂੰ ਜਦੋਂ ਅਸੀਂ ਆਪਣਾ ਦਿਖਾਉਂਦੇ ਆ ਨਾ ਰੂਪ ਕਿ ਵੀ ਹਾਂ ਅਸੀਂ ਚੰਗੀਆਂ ਗੱਲਾਂ ਬੱਚਿਆਂ ਨੂੰ ਸਿਖਾ ਰਹੇ ਆ ਜਾਂ ਸਾਡਾ ਇੰਪ੍ਰੈਸ਼ਨ ਬੱਚਿਆਂ ਦੇ ਉੱਪਰ ਇਸ ਤਰ੍ਹਾਂ ਦਾ ਆ ਕਿ ਬੱਚੇ ਸਾਡੇ ਤੋਂ ਪ੍ਰਭਾਵਿਤ ਆ, ਓਨਲੀ ਦੈਨ ਬੱਚੇ ਜਿਹੜੇ ਆ ਉਹ ਸਾਡੀ ਰਿਸਪੈਕਟ ਕਰਨਗੇ। ਸੋ ਹਾਂ ਠੀਕ ਆ, ਸਮਾਜ ਬਦਲ ਰਿਹਾ ਆ, ਸਮਾਜ ਦੇ ਦਾਇਰੇ ਬਦਲ ਰਹੇ ਨੇ, ਪਰ ਇੱਕ ਟੀਚਰ ਹੀ ਆ ਜਿਹੜਾ ਆਪਣੇ ਕਿਰਦਾਰ ਨੂੰ ਅੱਜ ਵੀ ਕਾਇਮ ਰੱਖ ਕੇ ਸਮਾਜ ਦੇ ਵਿੱਚ ਆਪਣੀ ਇੱਕ ਪਹਿਚਾਨ ਬਣਾ ਸਕਦਾ ਆ, ਬੱਚਿਆਂ ਦੇ ਦਿਲਾਂ ਦੇ ਵਿੱਚ ਆਪਣੀ ਰਿਸਪੈਕਟ ਖੁਦ ਬਣਾ ਸਕਦਾ ਆ, ਨਾ ਕਿ ਉਹ ਬਾਹਰੋਂ ਰਿਸਪੈਕਟ ਜਿਹੜੀ ਆ ਉਹਨੂੰ ਮਿਲੇ। ਸੋ ਟੀਚਰ ਦਾ ਕਿਰਦਾਰ ਹੀ ਹੈ ਮੇਰੇ ਅਕੋਰਡਿੰਗ ਤਾਂ। ਜੇ ਅਸੀਂ ਟੀਚਰ ਦਾ ਕਿਰਦਾਰ ਆਪਣਾ ਟੀਚਰ ਵਾਲਾ ਬਣਾ ਕੇ ਰੱਖਾਂਗੇ, ਬੱਚਿਆਂ ਦੇ ਨਾਲ ਹੱਸਣਾ ਵੀ ਹੈ, ਖੇਡਣਾ ਵੀ ਹੈ, ਔਰ ਜਿਸ ਵੇਲੇ ਲੋੜ ਹੈ ਉੱਥੇ ਬੱਚਿਆਂ ਨੂੰ ਡਾਂਟਣਾ ਵੀ ਹੈ। ਸੋ ਇਹ ਸਾਰਾ ਕੁਝ ਹੋਏਗਾ ਤਾਂ ਆਪਣੇ ਆਪ ਹੀ ਰਿਸਪੈਕਟ ਜਿਹੜੀ ਆ ਹੋਏਗੀ ਸਮਾਜ ਦੇ ਵਿੱਚ।
ਬਿਲਕੁਲ ਸਹੀ ਕਿਹਾ ਮੈਮ। ਦੂਜੇ ਸਵਾਲ ਦਾ ਤੁਸੀਂ ਵਿੱਚ ਹੀ ਜਵਾਬ ਦਿੱਤਾ। ਮੈਂ ਪੁੱਛਣ ਲੱਗੀ ਸੀਗੀ ਕਿ ਬੱਚਿਆਂ ਦਾ ਨਜ਼ਰੀਆ ਤਾਂ ਬਦਲਿਆ, ਪਰ ਜਦੋਂ ਉਹੀ ਗੱਲ ਆ ਜਾਂਦੀ ਹੈ ਕਿ ਜਦੋਂ ਅਸੀਂ ਘੂਰਦੇ ਹਾਂ ਜਾਂ ਬਿਨਾਂ ਮਤਲਬ ਦੇ ਘੂਰ ਦਿੰਦੇ ਹਾਂ, ਕਈ ਵਾਰੀ ਗਲਤੀ ਤੇ ਕਈ ਵਾਰੀ ਬਿਨਾਂ ਮਤਲਬ ਦੇ, ਤਾਂ ਬੱਚਾ ਕਈ ਨਾ ਕਈ ਉਹੀ ਗੱਲ ਹੈ ਕਿ ਮਨ ਦੇ ਵਿੱਚ ਉਹ ਚੀਜ਼ ਨੂੰ ਸੰਭਾਲ ਕੇ ਰੱਖ ਲੈਂਦਾ ਕਈ ਵਾਰੀ। ਅੱਜ ਦੇ ਖਾਸ ਕਰ ਸਮੇਂ ਦੇ ਵਿੱਚ, ਕਿਉਂਕਿ ਬੱਚੇ ਦੇ ਵਿੱਚ ਨਾ ਸਬਰ ਨਹੀਂ ਹੈ ਹੁਣ, ਸ਼ਾਰਟ ਟੈਂਪਰਡ ਬਹੁਤ ਹੋ ਗਏ ਨੇ ਬੱਚੇ। ਤੇ ਉਹੀ ਚੀਜ਼ ਹੈ ਕਿ ਇਹ ਚੀਜ਼ ਮੈਂ ਜਿਹੜੀ ਪਹਿਲਾਂ ਸਭ ਤੋਂ ਗੱਲ ਕਹੀ ਸੀ ਕਿ ਇਹ ਚੀਜ਼ਾਂ ਦਾ ਅਸਰ ਕਿਤੇ ਨਾ ਕਿਤੇ ਸਾਡੇ ਪਰਿਵਾਰਾਂ ਤੇ ਉੱਥੇ ਹੀ ਪੈਂਦਾ, ਜਿਹੜੇ ਇਕਹਿਰੇ ਪਰਿਵਾਰ ਨੇ। ਸਾਡੇ ਵੱਡੇ ਬਜ਼ੁਰਗ ਜਦੋਂ ਦੂਰ ਰਹਿੰਦੇ ਨੇ, ਤਾਂ ਜਦੋਂ ਉਹ ਨਾਲ ਰਹਿੰਦੇ ਨੇ, ਕਿਤੇ ਨਾ ਕਿਤੇ ਜਿਹੜੀ ਉਹਨਾਂ ਦੀ ਛਿੱਤਰ ਛਾਇਆ, ਕਿਉਂਕਿ ਦੇਖੋ ਅਗਰ ਜੌਬ ਦੀ ਗੱਲ ਕਰੀਏ, ਪੇਰੈਂਟਸ ਚਲੇ ਗਏ ਜੌਬ ਤੇ, ਬੱਚਾ ਕਿਹਦੇ ਕੋਲ ਹੈ? ਸਾਡੇ ਵੱਡੇ ਬਜ਼ੁਰਗਾਂ ਕੋਲ ਜ਼ਿਆਦਾ ਸਮਾਂ ਬਤੀਤ ਕਰਦਾ ਹੈ। ਤੇ ਉਹਨਾਂ ਦੇ ਤਜਰਬਿਆਂ ਨੂੰ ਜਦੋਂ ਸੁਣਦਾ ਹੈ ਨਾ, ਕਿਉਂਕਿ ਅੱਜ ਦੇ ਸਮੇਂ 'ਚ ਇਹੀ ਚੀਜ਼ ਦੀ ਘਾਟ ਹੈ। ਪਹਿਲਾਂ ਅਸੀਂ ਆਪਣੇ ਦੇਖੋ ਦਾਦਾ ਜੀ ਕੋਲ, ਨਾਨਾ ਜੀ ਕੋਲ, ਬਜ਼ੁਰਗਾਂ ਕੋਲ ਬੈਠ ਕੇ ਗੱਲਾਂ ਸੁਣਦੇ ਸੀ। ਚਾਹੇ ਗੁਰੂ ਸਾਹਿਬਾਨਾਂ ਦੀਆਂ ਸਾਖੀਆਂ ਦੀ ਗੱਲ ਕਰੋ, ਚਾਹੇ ਹੋਰ ਕਹਾਣੀਆਂ ਦੀ ਗੱਲ ਕਰੋ, ਚਾਹੇ ਤਜਰਬਿਆਂ ਦੀ ਗੱਲ ਕਰੋ, ਬੜਾ ਕੁਝ ਸਿੱਖਣ ਨੂੰ ਮਿਲਦਾ ਸੀ, ਸੁਣਨ ਨੂੰ ਮਿਲਦਾ ਸੀ। ਪਰ ਅੱਜ ਉਹ ਚੀਜ਼ਾਂ 'ਚ ਕਿਤੇ ਨਾ ਕਿਤੇ ਕਮੀ ਆ ਚੁੱਕੀ ਹੈ। ਤੇ ਮੈਂ ਚਾਹਾਂਗੀ ਕਿ ਆਪਣੇ ਮਾਤਾ ਪਿਤਾ ਨਾਲ, ਬਜ਼ੁਰਗਾਂ ਨਾਲ ਜ਼ਰੂਰ ਜੁੜ ਕੇ ਰਹੋ। ਇਹਦੇ ਨਾਲ ਹੀ ਮੈਂ ਦੋਨੋਂ ਅਧਿਆਪਕ ਸਾਹਿਬਾਨਾਂ ਨਾਲ ਇੱਕ ਹੋਰ ਬੇਨਤੀ ਕਰਨੀ ਚਾਹਾਂਗੀ, ਕੋਈ ਅਜਿਹਾ ਸੁਨੇਹਾ ਜਿਹੜਾ ਤੁਸੀਂ ਚਾਹੁੰਦੇ ਹੋ ਕਿ ਸਾਡੇ ਸਮਾਜ ਤੱਕ ਪਹੁੰਚੇ ਤੇ ਸਾਡੇ ਸਮਾਜ ਤੱਕ ਇਹੋ ਜਿਹਾ ਬਦਲਾਵ ਆਵੇ, ਜਾਂ ਕੋਈ ਜ਼ਿੰਦਗੀ ਦਾ ਅਜਿਹਾ ਤਜਰਬਾ ਜੋ ਦੀ ਜਿਹੜੀ ਆਊਟਪੁੱਟ ਜਾਂ ਰਿਜ਼ਲਟ ਮਿਲਿਆ, ਤੁਸੀਂ ਚਾਹੁੰਦੇ ਹੋ ਕਿ ਉਹ ਜਿਹੜਾ ਤਜਰਬਾ ਸਭ ਨੂੰ ਫਾਇਦਾ ਕਰ ਸਕੇ, ਅਜਿਹਾ ਸੁਨੇਹਾ ਸਾਡੇ ਸਰੋਤਿਆਂ ਨੂੰ ਜ਼ਰੂਰ ਦਿਓ ਵਾਰੀ-ਵਾਰੀ। ਉਸ ਤੋਂ ਬਾਅਦ ਸਾਡੇ ਸਮਾਂ ਵੀ ਹੁਣ ਖਤਮ ਹੋਣ ਦੇ ਅੰਜਾਮ ਵੱਲ ਆ ਰਿਹਾ, ਤੇ ਫਿਰ ਸਰੋਤਿਆਂ ਤੋਂ ਵੀ ਅਸੀਂ ਇਜਾਜ਼ਤ ਲੈਣੀ ਹੈ। ਤੇ ਵਾਰੀ-ਵਾਰੀ ਹੁਣ ਮੈਂ ਤੁਹਾਡੇ ਸੁਨੇਹੇ ਜ਼ਰੂਰ ਤੁਹਾਡੇ ਸਰੋਤਿਆਂ ਤੱਕ ਪਹੁੰਚਦੇ ਕਰਾਂਗੀ। ਰਜਨੀ ਮੈਮ। ਹਾਂਜੀ, ਮੈਂ ਇਹੀ ਸੁਨੇਹਾ ਦੇਣਾ ਚਾਹਾਂਗੀ ਕਿ ਇੱਕ ਤੇ ਆਪਾਂ ਨੂੰ ਇਹ ਭਾਵਨਾ ਛੱਡ ਕੇ ਕਿ ਸਾਡੇ ਬਾਰੇ ਕੋਈ ਕੀ ਕਹਿ ਰਿਹਾ, ਕੋਈ ਕਿਵੇਂ ਸੋਚੂਗਾ, ਕਿਵੇਂ ਕਰ ਰਿਹਾ। ਸਾਨੂੰ ਆਪਣੇ ਰਾਹ ਜਿਹੜੇ ਸਿੱਧੇ ਤੇ ਸਹੀ ਰਸਤੇ ਚੁਣ ਕੇ, ਜੇ ਉਹਨਾਂ ਦੇ ਚੱਲਣ ਦੇ ਵਿੱਚ ਕੋਈ ਕਠਿਨਾਈ ਵੀ ਹੁੰਦੀ ਆ, ਤੇ ਸਾਨੂੰ ਬਿਨਾਂ ਇਸ ਡਰ ਤੇ ਕਿ ਕੋਈ ਕੌਣ ਕਿੱਦਾਂ ਕੀ ਕਹਿ ਰਿਹਾ ਆ, ਉਤੋਂ ਕੰਨਾਂ ਦੇ ਵਿੱਚ ਉਂਗਲਾਂ ਦੇ ਕੇ ਕਹਿੰਦੇ ਕਿ ਸਾਨੂੰ ਆਪਣੇ ਰਸਤੇ ਉੱਪਰ ਚੱਲ ਪੈਣਾ ਚਾਹੀਦਾ ਆ। ਕਿਉਂਕਿ ਜਦੋਂ ਸੰਘਰਸ਼ ਕਰਦੇ ਹਾਂ, ਉਦੋਂ ਅਸੀਂ ਇਕੱਲੇ ਹੁੰਦੇ ਹਾਂ, ਤੇ ਜਦੋਂ ਸਾਨੂੰ ਜਿੱਤ ਮਿਲਦੀ ਆ, ਉਦੋਂ ਬੜੇ ਲੋਕ ਆ ਜਾਂਦੇ ਆ ਚੀਕਾਂ ਮਾਰਨ। ਤੇ ਇਸੇ ਕਰਕੇ ਜਿਹੜਾ ਸਾਥ ਆ ਉਹ ਹਮੇਸ਼ਾ ਉਦੋਂ ਹੀ ਮਿਲਦਾ ਆ ਜਦੋਂ ਅਸੀਂ ਸੰਘਰਸ਼ ਦੇ ਵਿੱਚੋਂ ਲੰਘ ਚੁੱਕੇ ਹੁੰਦੇ ਆ। ਤੇ ਦੂਸਰਾ, ਜੋ ਅੱਜ ਕੱਲ ਜਿੱਦਾਂ ਵਾਤਾਵਰਣ, ਹਵਾ ਦੂਸ਼ਿਤ ਹੋ ਗਿਆ, ਪਾਣੀ ਦੂਸ਼ਿਤ ਹੋ ਗਿਆ, ਉਸੇ ਤਰ੍ਹਾਂ ਰਿਸ਼ਤੇ ਵੀ ਦੂਸ਼ਿਤ ਹੋ ਗਏ, ਜਿਨ੍ਹਾਂ ਬਾਰੇ ਆਪਾਂ ਇਸ ਟੌਪਿਕ ਤੇ ਨਹੀਂ ਗੱਲ ਕੀਤੀ। ਤੇ ਉਹਨਾਂ ਦੂਸ਼ਿਤ ਰਿਸ਼ਤਿਆਂ ਦੇ ਵਿੱਚੋਂ ਬਹੁਤ ਕੁਝ ਅਸੀਂ ਗਵਾ ਚੁੱਕੇ ਹਾਂ। ਤੇ ਬਹੁਤ ਕੁਝ ਏਦਾਂ ਹੋ ਗਿਆ ਕਿ ਮੈਂ ਇੱਕ ਕਹਾਣੀ ਵੀ ਲਿਖੀ ਸੀ ਪਿੱਛੇ ਜੇ, ਪਲਾਸਟਿਕ ਦੇ ਫੁੱਲ, ਕਿ ਸਾਡੇ ਮੈਂ ਕਹਾਣੀਆਂ ਵੀ ਲਿਖਦੀ ਹਾਂ, ਕਹਾਣੀਆਂ ਦੀ ਕਿਤਾਬ ਵੀ ਮੇਰੀ ਆ ਰਹੀ ਜਲਦੀ। ਮੈਮ ਉਹਦੇ ਬਾਰੇ ਵੀ ਆਪਾਂ ਜ਼ਰੂਰ ਜਲਦੀ ਹੀ ਤੁਹਾਨੂੰ ਸਾਡੇ ਇੱਕ ਹੋਰ ਪ੍ਰੋਗਰਾਮ ਉਹਦੇ ਵਿੱਚ ਸਾਡੇ ਸਰੋਤਿਆਂ ਦੇ ਰੂਬਰੂ ਜ਼ਰੂਰ ਕਰਾਂਗੇ। ਖਾਸ ਕਰ ਜੋ ਅਸੀਂ ਜਿਹੜਾ ਕਹਾਣੀਆਂ ਜਾਂ ਕਵਿਤਾਵਾਂ ਦੇ ਲਈ ਪ੍ਰੋਗਰਾਮ ਸਾਡਾ ਚੱਲ ਰਿਹਾ ਹੈ, ਤਾਂ ਕਿ ਸਾਡੇ ਸਰੋਤੇ ਹੋਰ ਵੀ ਇਹਨਾਂ ਚੀਜ਼ਾਂ ਨੂੰ ਸੁਣਨ। ਤੇ ਹਾਂਜੀ ਜੀ, ਮੈਮ। ਬਿਲਕੁਲ। ਤੇ ਅੱਜ ਕੱਲ ਰਿਸ਼ਤੇ ਕਹਿੰਦੇ ਪਲਾਸਟਿਕ ਦੇ ਫੁੱਲਾਂ ਵਾਂਗ ਆ। ਜਿਵੇਂ ਅਸੀਂ ਪਲਾਸਟਿਕ ਦੇ ਫੁੱਲਾਂ ਨੂੰ ਆਪਣੇ ਡਰਾਇੰਗ ਰੂਮ ਦੇ ਟੇਬਲ ਉੱਪਰ ਸਜਾ ਦਿੰਨੇ ਆ ਜਦੋਂ ਕੋਈ ਮਹਿਮਾਨ ਆਂਦਾ ਆ, ਪਰ ਉਹਨਾਂ ਦੇ ਵਿੱਚ ਨਾ ਮਹਿਕ ਹੁੰਦੀ ਆ, ਨਾ ਖੁਸ਼ਬੂ ਹੁੰਦੀ ਆ, ਨਾ ਉਹਨਾਂ ਦੇ ਵਿੱਚ ਉਹ ਚੀਜ਼ ਹੁੰਦੀ ਆ ਜਿਹੜੀ ਸਾਡੇ ਮਨ ਨੂੰ ਸਕੂਨ ਦਿੰਦੀ ਆ। ਸੋ ਉਹੀ ਰਿਸ਼ਤੇ ਆ ਕਿ ਅਸੀਂ ਸੁੱਖ ਤੇ ਦੁੱਖ ਦੇ ਵੇਲੇ ਇਹਨਾਂ ਵਿੱਚ ਸੀਮਿਤ ਰਹਿ ਗਏ ਆ। ਪਰ ਇਹਨਾਂ ਤੋਂ ਉੱਪਰ ਉੱਠ ਕੇ ਅੱਜ ਕੱਲ ਖਾਸ ਤੌਰ ਤੇ ਅਸੀਂ ਆਪਣੇ ਬਣਾਏ ਹੋਏ ਜਿਹੜੇ ਰਿਸ਼ਤੇ ਆ, ਦੋਸਤੀ ਦੇ ਰਿਸ਼ਤੇ ਆ, ਉਹਨਾਂ ਤੋਂ ਸਾਨੂੰ ਫਿਰ ਵੀ ਕਿਸੇ ਹੱਦ ਤੱਕ, ਕਿਉਂਕਿ ਉਹਦੇ ਵਿੱਚ ਈਰਖਾ, ਜੈਲਸ ਤੋਂ ਹਟ ਕੇ ਇੱਕ ਦੂਜੇ ਨੂੰ ਸਹਿਯੋਗ ਦੇਣ ਦਾ ਭਾਵ ਹੁੰਦਾ ਆ। ਇਹ ਜ਼ਰੂਰ ਖੱਟਿਆ ਆ ਸੀ ਕਿ ਅੱਜ ਕੱਲ ਇੱਕ ਦੂਜੇ ਦੇ ਸੋਸ਼ਲ ਸਰਕਲ ਨੂੰ ਵਧਾ ਕੇ ਇੱਕ ਦੂਜੇ ਦੇ ਨਾਲ ਚੱਲ ਰਹੇ ਹਾਂ, ਪਰ ਇਹ ਨਿਗਾਰ ਜਿਹੜਾ ਆ, ਇਹਨੂੰ ਨਿਗਾਰ ਨੂੰ ਸੋਚਣ ਦੀ, ਵਿਚਾਰਨ ਦੀ ਬਹੁਤ ਜ਼ਰੂਰਤ ਆ। ਇਹਨਾਂ ਤੋਂ ਬਿਨਾਂ ਸਾਨੂੰ ਜਿਹੜਾ ਆ ਆਪਣੇ ਬੱਚਿਆਂ ਦੇ ਵਿੱਚ ਹਿੰਮਤ, ਹੌਸਲਾ ਤੇ ਖਾਸ ਤੌਰ ਤੇ ਸੰਘਰਸ਼ ਨੂੰ ਝੱਲਣ ਦੀ ਸ਼ਕਤੀ ਜਿਹੜੀ ਆ, ਉਹ ਸਮੇਂ ਤੋਂ ਸਮੇਂ ਪੈਦਾ ਕਰਨੀ ਚਾਹੀਦੀ ਆ। ਔਰ ਸੈਲਫ ਰਿਸਪੈਕਟ ਜਿਹੜੀ ਆ, ਸਵੈ ਮਾਨ ਦੀ ਜ਼ਿੰਦਗੀ ਜਿਉਣੀ ਖੁਦ ਵੀ ਸਿੱਖੋ ਤੇ ਆਪਣੇ ਬੱਚਿਆਂ ਨੂੰ ਵੀ ਸਿਖਾਓ।
ਤਾਂ ਕਿ ਜ਼ਿੱਲਤ ਭਰੀ ਜਿਹੜੀ ਜ਼ਿੰਦਗੀ ਆ ਉਹਦੇ ਤੋਂ ਛੁਟਕਾਰਾ ਪਾਇਆ ਜਾ ਸਕੇ ਤੇ ਜ਼ਿੰਦਗੀ ਨੂੰ, ਜ਼ਿੰਦਗੀ ਦੇ ਹਰ ਪਲ ਨੂੰ ਖੂਬਸੂਰਤੀ ਦੇ ਨਾਲ ਮਾਣੋ, ਇੰਜੋਏ ਕਰੋ ਤੇ ਨਾ ਤਾਂ ਅਤੀਤ ਦੇ ਵਿੱਚੋਂ ਕੁਝ ਲੱਭਦਾ ਆ ਤੇ ਨਾ ਭਵਿੱਖ ਵਿੱਚੋਂ। ਜੋ ਵਰਤਮਾਨ ਚੱਲ ਰਿਹਾ ਆ ਬਸ ਉਹਨੂੰ ਖੂਬਸੂਰਤੀ ਦੇ ਨਾਲ ਨਿਭਾਓ, ਖੂਬਸੂਰਤੀ ਨੂੰ ਲੈ ਕੇ, ਖੂਬਸੂਰਤੀ ਦੇ ਨਾਲ ਹੀ ਲੈ ਕੇ ਉਹਨੂੰ ਚੱਲੋ ਤੇ ਇਹ ਸੋਚ ਕੇ ਚੱਲੋ ਕਿ ਜ਼ਿੰਦਗੀ ਦਾ ਅਸੀਂ ਸਿਰਫ ਪੋਜ਼ਿਟਿਵ ਪੱਖ ਦੇਖੀਏ, ਸਕਾਰਾਤਮਕ ਪਹਿਲੂ ਦੇਖੀਏ, ਬਿਨਾਂ ਈਰਖਾ ਸਾੜੇ ਤੋਂ ਅਸੀਂ ਜਿਵੇਂ ਚੱਲਦੇ ਹਾਂ, ਜਿਸ ਤਰੀਕੇ ਦੇ ਨਾਲ ਚੱਲਦੇ ਹਾਂ, ਬਹੁਤ ਦੁਨੀਆ, ਬਹੁਤ ਲੋਕ ਸਾਨੂੰ ਪਿੱਛੇ ਖਿੱਚਣ ਵਾਲੇ ਵੀ ਹੁੰਦੇ ਆ, ਪਰ ਆਪਣੀ ਰੌਂ ਦੇ ਵਿੱਚ ਚੱਲਣਾ, ਆਪਣੇ ਮਕਸਦ ਲਈ, ਆਪਣੀ ਮੰਜ਼ਿਲ ਤੱਕ ਪਹੁੰਚਣ ਲਈ ਆਪਾਂ ਨੂੰ ਹਰ ਪੁਰਜ਼ੋਰ ਕੋਸ਼ਿਸ਼ ਜਿਹੜੀ ਆ ਹਮੇਸ਼ਾ ਕਰਦੇ ਰਹਿਣਾ ਚਾਹੀਦਾ। ਤੇ ਇਹੀ ਮੈਮ, ਥੈਂਕ ਯੂ, ਬਹੁਤ ਸੋਹਣਾ ਮੈਸੇਜ ਹੈ ਮੈਮ। ਮੈਂ ਇਹਦੇ ਬਾਰੇ ਜ਼ਰੂਰ ਚੰਦ ਸ਼ਬਦ ਕਵਾਂਗੀ, ਪਰ ਉਸ ਤੋਂ ਪਹਿਲਾਂ ਮੈਂ ਚਾਹਾਂਗੀ ਰੇਨੂ ਮੈਮ ਤੁਸੀਂ ਵੀ ਆਪਣਾ ਸੁਨੇਹਾ ਸਾਡੇ ਸਰੋਤਿਆਂ ਤੱਕ ਜ਼ਰੂਰ ਪਹੁੰਚਦਾ ਕਰੋ ਜੀ। ਜੀ ਮੈਮ, ਜਿਵੇਂ ਜਿਹੜੀ ਮੈਂ ਕਵਿਤਾ ਬੋਲੀ ਸੀ ਉਹਦੇ ਵਿੱਚ 2 ਲਾਈਨਾਂ ਸੀ ਕਿ ਸਿੱਖਣਾ ਪੈਣਾ ਸਾਨੂੰ ਹੀ ਚੱਲਣਾ ਠੀਕ ਤਰ੍ਹਾਂ, ਜ਼ਿੰਦਗੀ ਦੇ ਰਾਹ ਕਦੇ ਸਮਤਲ ਨਹੀਂ ਹੋਣੇ। ਸੋ ਮੈਂ ਸਭ ਨੂੰ ਇਹੀ ਚਾਹੁੰਦੀ ਹਾਂ ਕਹਿਣਾ ਕਿ ਲਾਈਫ ਜਿਹੜੀ ਆ ਉਹ ਅੱਜ ਦੇ ਦੌਰ ਦੀ ਲਾਈਫ ਬੜੀ ਟਫ ਹੈ। ਆਪਣੇ ਮਨ ਦੇ ਵਿੱਚ ਹਮੇਸ਼ਾ ਚੰਗੀਆਂ ਭਾਵਨਾਵਾਂ ਨੂੰ ਲੈ ਕੇ ਜੇ ਅਸੀਂ ਅੱਗੇ ਵੱਧਦੇ ਰਵਾਂਗੇ ਤਾਂ ਜ਼ਰੂਰ ਇੱਕ ਨਾ ਇੱਕ ਦਿਨ ਅਸੀਂ ਆਪਣੀ ਮੰਜ਼ਿਲ ਤੇ ਪਹੁੰਚ ਜਾਵਾਂਗੇ। ਤੋ ਕਿਸੇ ਦੇ ਨਾਲ ਕਦੇ ਈਰਖਾ ਨਾ ਰੱਖੋ, ਵੈਰ ਨਾ ਰੱਖੋ, ਬਸ ਪਿਆਰ ਦੇ ਨਾਲ, ਮੁਹੱਬਤ ਦੇ ਨਾਲ ਆਪਣੀ ਜ਼ਿੰਦਗੀ ਜੀ ਜਾਓ ਤੇ ਆਪਣੇ ਰਸਤਿਆਂ ਤੇ ਚੱਲਦੇ ਰਹੋ। ਆਂਦੇ ਆਂਦੇ ਜ਼ਿੰਦਗੀ ਦੀ ਸ਼ਾਮ ਹੁੰਦੇ ਹੁੰਦੇ ਜ਼ਰੂਰ ਸਾਨੂੰ ਸਫਲਤਾ ਮਿਲੇਗੀ। ਸੋ ਥੈਂਕ ਯੂ ਜੀ, ਇਹੀ ਮੇਰਾ ਸੁਨੇਹਾ ਹੈ ਸਾਰਿਆਂ ਲਈ। ਥੈਂਕ ਯੂ ਸੋ ਮਚ ਮੈਮ। ਬਹੁਤ ਵਧੀਆ, ਤੁਸੀਂ 2 ਲਾਈਨਾਂ ਦੇ ਵਿੱਚ ਹੀ ਪੂਰੀ ਜ਼ਿੰਦਗੀ ਦਾ ਜਿਹੜਾ ਕਹਿ ਲਓ ਸਾਰ ਸਾਡੇ ਸਰੋਤਿਆਂ ਸਾਡੇ ਰੂਬਰੂ ਕਰ ਦਿੱਤਾ ਹੈ। ਤੇ ਰਜਨੀ ਮੈਮ ਦੇ ਬਾਰੇ, ਸੁਨੇਹੇ ਬਾਰੇ ਵੀ ਸੁਣਿਆ ਕਿ ਕਿੰਨਾ ਉਲਝਣਾਂ ਚੋਂ, ਰਿਸ਼ਤਿਆਂ ਦੇ ਵਿੱਚੋਂ, ਹਰ ਸਮੇਂ ਚੋਂ, ਹਰ ਰਿਸ਼ਤੇ ਚੋਂ ਨਿਕਲ ਕੇ ਕਿੰਨਾ ਕੁਝ ਅਸੀਂ ਸਿੱਖਦੇ ਹਾਂ, ਕਿੰਨੇ ਪਲ ਹੰਡਾਉਂਦੇ ਆ ਜ਼ਿੰਦਗੀ 'ਚ, ਕਿੰਨਾ ਕੁਝ ਸਿੱਖ ਕੇ ਫਿਰ ਅਸੀਂ ਬਾਹਰ ਆਉਂਦੇ ਹਾਂ ਦੁਨੀਆ ਸਾਹਮਣੇ। ਕਿਤੇ ਨਾ ਕਿਤੇ ਸਾਡੇ ਕਹਿ ਲਓ ਇੱਕ ਜ਼ਿੰਦਗੀ ਦੇ ਜਾਂ ਇਨਸਾਨ ਦੇ 2 ਚਿਹਰੇ ਬਣ ਜਾਂਦੇ ਨੇ ਕਿਤੇ ਨਾ ਕਿਤੇ। ਜੋ ਇੱਕ ਸਾਡਾ ਆਪਣਾ ਹੈ ਅੰਤਰਮਨ, ਜੋ ਸਿਰਫ ਅਸੀਂ ਜਾਣਦੇ ਹਾਂ, ਔਰ ਇੱਕ ਚਿਹਰਾ ਅਜਿਹਾ ਹੈ ਜੋ ਦੁਨੀਆ ਸਾਹਮਣੇ ਵਿਚਰ ਰਿਹਾ ਹੈ। ਤੋ ਇੱਥੇ ਮੈਂ ਹੋਰ ਇੱਕ ਸਰੋਤਿਆਂ ਨੂੰ ਬੇਨਤੀ ਕਰਨਾ ਚਾਹਾਂਗੀ ਕਿ ਅੱਜ ਦੇ ਜਿਹੜੇ ਹਾਲਾਤ ਨੇ, ਇਹਨਾਂ ਹਾਲਾਤਾਂ ਤੋਂ ਥੋੜਾ ਜਿਹਾ ਬਚੋ। ਉਹ ਸਿਰਫ ਅਸੀਂ ਆਪ ਹੀ ਕਰ ਸਕਦੇ ਹਾਂ ਇਹਨਾਂ ਤਜਰਬਿਆਂ ਨੂੰ ਅਪਣਾ ਕੇ। ਸਹੀ ਰਸਤਾ ਚੁਣਨਾ ਹੈ, ਗਲਤ ਚੁਣਨਾ ਹੈ, ਇਹ ਚੋਣ ਜਿਹੜੀ ਹੈ ਤੁਹਾਡੀ ਆਪਣੀ ਹੈ। ਪਰ ਜੇ ਅਸੀਂ ਸੋਹਣਾ ਵਧੀਆ ਸਮਾਜ ਸਾਡੇ ਬੱਚਿਆਂ ਦੇ ਲਈ ਸਿਰਜਣਾ ਚਾਹੁੰਦੇ ਆ ਤਾਂ ਸਾਨੂੰ ਸਹੀ ਤੇ ਸੱਚੇ ਰਸਤੇ ਤੇ ਤੁਰਨਾ ਪਵੇਗਾ, ਸਹੀ ਚੋਣ ਕਰਨੀ ਪਵੇਗੀ। ਤੇ ਜੋ ਅਧਿਆਪਕ ਸਾਡੇ ਇੱਕ ਸਮਾਜ ਦਾ ਨਿਰਮਾਤਾ ਹੁੰਦਾ ਹੈ, ਸਾਡੇ ਅੱਜ ਦੇ ਅਧਿਆਪਕ ਸਾਹਿਬਾਨ ਵੀ ਨੇ, ਇਹਨਾਂ ਦਾ ਵੀ ਮੈਂ ਬਹੁਤ ਬਹੁਤ ਧੰਨਵਾਦ ਕਰਨਾ ਚਾਹਾਂਗੀ ਜੋ ਇਹਨਾਂ ਨੇ ਆਪਣੇ ਕੀਮਤੀ ਵਿਚਾਰਾਂ ਨੂੰ, ਤਜਰਬਿਆਂ ਨੂੰ, ਚਾਹੇ ਅੱਖੋਂ ਓਲੇ ਚਾਹੇ ਅੱਖਾਂ ਸਾਹਮਣੇ ਸਾਡੇ ਸਰੋਤਿਆਂ ਦੇ ਰੂਬਰੂ, ਸਾਡੇ ਰੂਬਰੂ ਕੀਤਾ। ਬੜਾ ਚੰਗਾ ਲੱਗਦਾ ਹੈ। ਕਹਿੰਦੇ ਨੇ ਨਾ, ਜਦੋਂ ਅਸੀਂ ਮੰਜ਼ਿਲ ਸਰ ਕਰ ਜਾਂਦੇ ਹਾਂ ਫਿਰ ਪਿੱਛੇ ਮੁੜ ਕੇ ਦੇਖਦੇ ਆ ਨਾ, ਵਾਕਈ ਮੈਂ ਇਹ ਤਜਰਬਿਆਂ ਚੋਂ ਨਿਕਲਿਆ ਸੀ, ਅਜਿਹੇ ਹਾਲਾਤਾਂ ਚੋਂ ਨਿਕਲਿਆ ਸੀ। ਫਿਰ ਉਹ ਜਿਹੜੀ ਮੰਜ਼ਿਲ ਜਦੋਂ ਸਰ ਕਰਕੇ ਉਸ ਚੋਟੀ ਤੇ ਪਹੁੰਚਦੇ ਆ, ਇੰਨਾ ਅੱਛਾ ਅਹਿਸਾਸ ਹੁੰਦਾ ਨਾ ਕਿ ਵਾਕਈ ਯਾਰ ਨਜ਼ਾਰਾ ਆ ਗਿਆ। ਚਾਹੇ ਮੁਸ਼ਕਿਲਾਂ ਸੀਗੀਆਂ, ਕੋਈ ਗੱਲ ਨਹੀਂ, ਮੁਸ਼ਕਿਲਾਂ ਤਾਂ ਹਰ ਇਨਸਾਨ ਦੀ ਲਾਈਫ 'ਚ ਆਉਂਦੀਆਂ ਨੇ, ਪਰ ਅਸੀਂ ਮੁਸ਼ਕਿਲਾਂ ਨੂੰ ਫੇਸ ਕਰਕੇ, ਸਟਰਗਲ ਕਰਕੇ, ਮਿਹਨਤ ਕਰਕੇ ਅੱਗੇ ਵਧਣਾ ਹੈ। ਇਹੀ ਸੀਖ ਅਸੀਂ ਬੱਚਿਆਂ ਨੂੰ ਦੇਣੀ ਹੈ, ਸਮਾਜ ਨੂੰ ਦੇਣੀ ਹੈ। ਦੂਜਾ, ਰਿਸ਼ਤਿਆਂ ਦੇ ਵਿੱਚ ਜਿਸ ਤਰ੍ਹਾਂ ਮੈਮ ਨੇ ਗੱਲ ਕੀਤੀ ਕਿ ਜਿਹੜੀਆਂ ਪ੍ਰੋਬਲਮਸ ਜਾਂ ਕੁਛ ਨਾ ਕੁਛ ਜਿਵੇਂ ਕਮੀਆਂ ਆ ਚੁੱਕੀਆਂ ਹਨ, ਇਹਨਾਂ ਨੂੰ ਵੀ ਖਤਮ ਕਰੋ। ਔਰ ਇਹ ਅਸੀਂ ਖੁਦ ਹੀ ਇਹਦੇ ਲਈ ਮਿਹਨਤ ਔਰ ਕੋਸ਼ਿਸ਼ ਕਰ ਸਕਦੇ ਹਾਂ। ਔਰ ਇੱਕ ਗੱਲ ਹੋਰ, ਜਿਸ ਤਰ੍ਹਾਂ ਮੈਂ ਪਹਿਲਾਂ ਹੀ ਗੱਲ ਕੀਤੀ ਸੀ ਬੱਚੀ ਦੀ, ਦਿਲਰੋਜ਼ ਦੀ, ਤੇ ਇੱਥੇ ਮੈਂ ਸਭ ਭੈਣ ਭਰਾਵਾਂ ਨੂੰ, ਸਮਾਜ ਦੇ ਹਰ ਇਨਸਾਨ ਨੂੰ ਬੇਨਤੀ ਕਰਨਾ ਚਾਹਾਂਗੀ, ਆਪਣੇ ਬੱਚਿਆਂ ਦੀ ਸੁਰੱਖਿਆ ਕਰੋ, ਉਹਨਾਂ ਦਾ ਧਿਆਨ ਰੱਖੋ। ਕਿਹਦੇ ਨਾਲ ਜਾ ਰਹੇ ਹੈ, ਕਿਹਦੇ ਨਾਲ ਆ ਰਹੇ ਹੈ। ਜਾਂ ਇੱਕ ਜਿੱਦਾਂ ਉਹ ਬੱਚੀ ਦੇ ਨਾਲ ਹੋਇਆ, ਸੁਣ ਕੇ ਬੜਾ ਲੱਗਿਆ ਕਿ ਇੱਕਦਮ ਦਰਵਾਜ਼ੇ ਦੇ ਵਿੱਚ ਖੜੀ ਕੇ ਗੁਆਂਢਣ ਹੀ ਉਹਨੂੰ ਲੈ ਗਈ। ਸੋ ਇਹਨਾਂ ਚੀਜ਼ਾਂ ਦਾ ਵੀ ਧਿਆਨ ਰੱਖੋ, ਕਿਉਂਕਿ ਦੇਖੋ ਅਸੀਂ ਕਿਸੇ ਦਾ ਮਨ ਨਹੀਂ ਪੜ ਸਕਦੇ। ਸੁਰੱਖਿਆ ਅਸੀਂ ਆਪਣੀ ਆਪ ਹੀ ਕਰਨੀ ਹੈ, ਆਪਣੇ ਬੱਚਿਆਂ ਦੀ, ਆਪਣੇ ਸਮਾਜ ਦੀ। ਤੋ ਮਨ ਦੇ ਵਿੱਚ ਇਕਾਗਰਤਾ, ਸਬਰ ਨੂੰ ਅਪਣਾਓ, ਇਹੀ ਸਬਰ ਨੂੰ ਸਭ ਪਾਸੇ ਫੈਲਾਓ ਤੇ ਹਰ ਔਰਤ ਦੀ ਇੱਜ਼ਤ ਕਰੋ।
ਚੰਗਾ ਸਮਾਜ ਸਿਰਜੋ। ਇੱਕ ਔਰਤ ਪੜ੍ਹਦੀ ਹੈ, 7 ਪੀੜ੍ਹੀਆਂ ਪੜ੍ਹ ਜਾਂਦੀਆਂ ਹਨ, ਪਰ ਇੱਕ ਲੜਕਾ ਪੜ੍ਹੇਗਾ, ਸਿਰਫ ਉਹੀ ਪੜ੍ਹੇਗਾ। 7 ਪੀੜ੍ਹੀਆਂ ਦੇ ਨਾਲ 3 ਪਰਿਵਾਰ ਪੜ੍ਹਦੇ ਹਨ, ਪੇਕੇ ਸਹੁਰੇ ਤੇ ਅਜਿਹਾ ਸਮਾਜ ਜਿੱਥੇ ਉਹ ਵਿਚਰਦੀ ਹੈ। ਤੋ ਇੱਕ ਔਰਤ ਨੂੰ ਪੜ੍ਹਾਓਗੇ ਨਾ, ਪੂਰੇ ਸਮਾਜ ਨੂੰ ਪੜ੍ਹਾ ਦੇਵੋਗੇ, 7 ਪੁਸ਼ਤਾਂ ਨੂੰ ਪੜ੍ਹਾ ਦੇਵੋਗੇ। ਪਰ ਇੱਕ ਲੜਕਾ, ਸਿਰਫ ਇੱਕ ਲੜਕਾ ਹੀ ਪੜ੍ਹੇਗਾ। ਸੋ ਧੀਆਂ ਦੀ ਵੀ ਇੱਜ਼ਤ ਕਰੋ। ਇਹਦੇ ਨਾਲ ਹੀ ਮੈਂ ਪ੍ਰੋਗਰਾਮ ਨੂੰ ਅੰਜਾਮ ਵੱਲ ਲਿਜਾਂਦੀ ਹੋਈ ਫੇਰ ਦੁਬਾਰਾ ਦੋਵੇਂ ਸਟਾਰ ਅਧਿਆਪਕ ਸਾਹਿਬਾਨ ਦਾ, ਰਜਨੀ ਮੈਮ, ਰੇਨੂ ਮੈਮ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਕਿ ਮੈਮ ਨੇ ਆਪਣੇ ਤਜਰਬਿਆਂ ਨੂੰ ਸਾਡੇ ਨਾਲ ਸਾਂਝਾ ਕੀਤਾ। ਬੜੀ ਖੁਸ਼ੀ ਹੋਈ। ਸਰੋਤਿਆਂ ਦੇ ਮੈਸੇਜ ਵੀ ਪੜ੍ਹੇ ਹੈ ਤੇ ਕੁਝ ਕੁ ਮੈਸੇਜ ਰਹਿ ਗਏ, ਉਹਨਾਂ ਦੇ ਜਵਾਬ ਫਿਰ ਦੇਵਾਂਗੇ ਜ਼ਰੂਰ, ਕਿਉਂਕਿ ਸਾਡੇ ਸਰੋਤਿਆਂ ਨੂੰ ਬੇਨਤੀ ਹੈ ਜੀ ਨਾ ਸੋਚਿਆ ਕਰੋ ਕਿ ਤੁਹਾਡੇ ਮੈਸੇਜ ਦਾ ਜਵਾਬ ਨਹੀਂ ਤੁਹਾਨੂੰ ਦਿੱਤਾ ਜਾਂਦਾ। ਤੁਸੀਂ ਸਭ ਜਾਣਦੇ ਹੋ ਹਰ ਇੱਕ ਮੈਸੇਜ ਦਾ ਜਵਾਬ ਤੁਹਾਨੂੰ ਮਿਲਦਾ ਹੈ, ਪਰ ਜ਼ਰੂਰ ਪ੍ਰੋਗਰਾਮ ਦੇ ਸ਼ੁਰੂ ਤੋਂ ਅੰਤ ਤੱਕ ਜੁੜੇ ਰਿਹਾ ਕਰੋ, ਇਹਨਾਂ ਤਜਰਬਿਆਂ ਨੂੰ ਸੁਣਿਆ ਕਰੋ। ਇਸ ਦੇ ਨਾਲ ਹੀ ਰਜਨੀ ਮੈਮ, ਰੇਨੂ ਮੈਮ, ਆਪ ਦਾ ਬਹੁਤ ਬਹੁਤ ਧੰਨਵਾਦ। ਜੇ ਫਿਰ ਵੀ ਕੁਝ ਅਗਰ ਤੁਸੀਂ ਕੋਈ ਸ਼ਬਦ ਇੱਕ ਦੋ ਸਾਂਝੇ ਕਰਨਾ ਚਾਹੁੰਦੇ ਹੋ ਤਾਂ 1-2 ਮਿੰਟ ਦਾ ਟਾਈਮ ਹੈ, ਤੁਸੀਂ ਕਰ ਸਕਦੇ ਹੋ। ਤੇ ਉਸ ਤੋਂ ਬਾਅਦ ਅਸੀਂ ਫਿਰ ਸਾਡੇ ਸਰੋਤਿਆਂ ਤੋਂ ਵਿਦਾ ਲਵਾਂਗੇ ਇਸ ਵਾਅਦੇ ਦੇ ਨਾਲ ਕਿ ਕੱਲ ਫੇਰ ਮੇਰੀ ਬਹੁਤ ਪਿਆਰੀ ਸਹੇਲੀ ਇੱਕ ਫੁੱਟ ਦੀਆਂ ਕਰੂਮਲਾਂ ਦੇ ਵਿੱਚ ਨਵੇਂ ਸਟਾਰ ਅਧਿਆਪਕਾਂ ਨੂੰ ਲੈ ਕੇ ਆਉਣਗੇ, ਨਵੇਂ ਤਜਰਬੇ। ਤੇ ਮੈਮ, ਹੈ ਕੋਈ ਦਿਲ ਦੇ ਵਿੱਚ ਉਮੰਗ, ਕੁਝ ਕਹਿਣਾ ਚਾਹੁੰਦੇ ਹੋ? ਜਾਂ ਮੈਂ ਚਾਹਾਂਗੀ ਕਿ ਵਾਰੀ-ਵਾਰੀ ਇੱਕ ਲਾਈਨਾਂ, ਅਗਰ ਇੱਕ ਕਵਿਤਾ ਦੀਆਂ, ਜ਼ਿਆਦਾ ਲੰਬੀ ਨਹੀਂ, ਸਿਰਫ 2 ਮਿੰਟ ਦਾ ਸਮਾਂ ਹੈ, ਸੋ ਫਟਾਫਟ ਅਗਰ ਹੋ ਜਾਏ ਤਾਂ ਵਧੀਆ, ਸਾਡੇ ਸਰੋਤਿਆਂ ਨੂੰ ਵਧੀਆ ਵਿਦਾਇਗੀ ਮਿਲੇਗੀ। ਮੈਂ ਤਾਂ ਜੀ ਦੇਖੋ ਇੱਕ ਹੀ ਲਾਈਨ ਬੋਲਣਾ ਚਾਹੁੰਦੀ ਆ ਕਿ ਤੁਹਾਨੂੰ ਪਤਾ ਹੈ ਮੈਂ ਜਿੰਨਾ ਕੁ ਲਿਖਦੀ ਆ ਉਸ ਹਿਸਾਬ ਦੇ ਨਾਲ, ਰਾਹਾਂ ਤੇ ਚਲਦਿਆਂ ਭਾਵੇਂ ਸ਼ਾਮ ਹੋ ਜਾਏ, ਰਾਹਾਂ ਤੇ ਚਲਦਿਆਂ ਭਾਵੇਂ ਸ਼ਾਮ ਹੋ ਜਾਏ, ਤਲਾਸ਼ ਹੈ ਉਸ ਮੰਜ਼ਲ ਦੀ ਜੋ ਤੁਰਦਿਆਂ ਤੁਰਦਿਆਂ ਮੇਰੇ ਨਾਮ ਹੋ ਜਾਏ, ਜੋ ਤੁਰਦਿਆਂ ਤੁਰਦਿਆਂ ਮੇਰੇ ਨਾਮ ਹੋ ਜਾਏ। ਸੋ ਤੁਹਾਡਾ ਬਹੁਤ ਬਹੁਤ ਥੈਂਕ ਯੂ ਸਾਰਿਆਂ ਦਾ, ਸਪੈਸ਼ਲੀ ਮਨਦੀਪ ਮੈਮ ਤੁਹਾਡਾ, ਜਿਨੇ ਪਹੁੰਚ ਕੀਤੀ ਔਰ ਜਿਨੇ ਇਸ ਕਾਬਿਲ ਸਮਝਿਆ। ਸੋ ਥੈਂਕ ਯੂ ਸੋ ਮਚ, ਬਹੁਤ ਮਜ਼ਾ ਆਇਆ। ਥੈਂਕ ਯੂ ਸੋ ਮਚ ਮੈਮ, ਬੜਾ ਅੱਛਾ ਲੱਗ ਰਿਹਾ ਮੈਨੂੰ ਖੁਦ ਨੂੰ। ਹਾਂਜੀ ਰਜਨੀ ਮੈਮ, ਪਹਿਲਾਂ ਤੁਹਾਡੇ ਤੋਂ ਵੀ ਸੁਣ ਲਈਏ ਫਟਾਫਟ ਅਸੀਂ 2 ਬੋਲ। ਮੈਂ ਸਮਰਪਿਤ ਕਰਨੀ ਹਾਂ ਕਿਉਂਕਿ ਔਰਤ ਨੂੰ ਲੈ ਕੇ ਹੀ ਆਪਾਂ ਇੱਥੇ ਗੱਲ ਕੀਤੀ ਹੈ। ਮੇਰੀ ਕਵਿਤਾ ਹੈ ਸਮਾਧੀ ਉਹਦੀਆਂ ਸਤਰਾਂ। ਮੈਂ ਤਰਸਾਂ ਦੇ ਰਾਹਾਂ ਤੇ ਤੁਰਨਾ ਨਹੀਂ, ਮੈਂ ਤਰਸਾਂ ਦੇ ਰਾਹਾਂ ਤੇ ਤੁਰਨਾ ਨਹੀਂ, ਤੂੰ ਮਿੱਟੀ ਨਾ ਜਾਣੀ ਮੈਂ ਖੁਰਨਾ ਨਹੀਂ, ਮੈਂ ਰੋ ਰੋ ਕੇ ਹੰਝੂ ਵਹਾਉਣੇ ਨਹੀਂ, ਹਾਲ ਦਿਲ ਦੇ ਵੀ ਤੈਨੂੰ ਸੁਣਾਉਣੇ ਨਹੀਂ, ਔਲਾਦ ਹਾਂ ਕਿਤਿਓਂ ਵੀ ਟੁੱਟਣਾ ਨਹੀਂ, ਤੇ ਪਿਛਾਂ ਕਦਮ ਕੋਈ ਟੁੱਟਣਾ ਨਹੀਂ, ਤੇਰੇ ਜ਼ੁਲਮ ਅੱਜ ਤੋਂ ਹੰਡਾਉਣੇ ਨਹੀਂ, ਤੇਰੇ ਅੱਗੇ ਹੱਥ ਮੈਂ ਫੈਲਾਉਣੇ ਨਹੀਂ, ਗੁਲਾਮ ਨਹੀਂ ਆਜ਼ਾਦੀ ਮੈਂ ਮੰਗਦੀ ਫਿਰਾਂ, ਤੇ ਨੀਵੀਂ ਪਾ ਕੇ ਮੋਹਰਿਓਂ ਦੀ ਲੰਘਦੀ ਫਿਰਾਂ, ਰਜਨੀ ਪਾਪੀ ਨਹੀਂ ਅਪਰਾਧੀ ਨਹੀਂ, ਜਿਉਂਦੀ ਜਾਗਦੀ ਹਾਂ ਕੋਈ ਸਮਾਧੀ ਨਹੀਂ, ਜਿਉਂਦੀ ਜਾਗਦੀ ਹਾਂ ਕੋਈ ਸਮਾਧੀ ਨਹੀਂ। ਬਹੁਤ ਮੈਮ ਸੈਲੂਟ ਹੈ ਦੋਨੋਂ ਮੈਮ ਨੂੰ। ਤੇ ਇਹਦੇ ਨਾਲ ਹੀ ਮੈਂ ਲਾਸਟ ਸ਼ੇਅਰ 2 ਲਾਈਨਾਂ ਦੇ ਨਾਲ ਹੀ ਪ੍ਰੋਗਰਾਮ ਨੂੰ ਦਾ ਸਮਾਪਨ ਕਰਦੀ ਹਾਂ ਤੇ ਦਰਸ਼ਕਾਂ ਤੋਂ ਵਿਦਾ ਲੈਂਦੀ ਹਾਂ। ਕਹਿੰਦੇ ਔਰਤ ਕੋਈ ਖਿਡੌਣਾ ਨਹੀਂ, ਔਰਤ ਕਦੇ ਖਿਡੌਣਾ ਨਹੀਂ ਹੁੰਦੀ, ਉਹ ਪਰਮਾਤਮਾ ਤੋਂ ਬਾਅਦ ਉਹ ਪੂਜਣਯੋਗ ਇਨਸਾਨ ਹੈ ਜੋ ਮੌਤ ਦੇ ਮੂੰਹ ਦੇ ਵਿੱਚੋਂ ਨਿਕਲ ਕੇ ਇੱਕ ਜ਼ਿੰਦਗੀ ਨੂੰ ਇਸ ਦੁਨੀਆ ਦੇ ਵਿੱਚ ਲੈ ਕੇ ਆਉਂਦੀ ਹੈ ਤੇ ਉਹ ਜ਼ਿੰਦਗੀ ਇਹ ਦੁਨੀਆ ਦੇਖਦੀ ਹੈ। ਸੋ ਔਰਤ ਦੀ ਇੱਜ਼ਤ ਕਰੋ। ਇਸ ਦੇ ਨਾਲ ਹੀ ਪ੍ਰੋਗਰਾਮ ਨੂੰ ਅੰਜਾਮ ਵੱਲ ਲਿਜਾਂਦੇ ਹੋਏ ਮੈਂ ਸਰੋਤਿਆਂ ਤੋਂ, ਦੋਵੇਂ ਸਟਾਰ ਅਧਿਆਪਕ ਸਾਹਿਬਾਨਾਂ ਤੋਂ ਵਿਦਾ ਲੈਂਦੀ ਹਾਂ। ਸਤਿ ਸ਼੍ਰੀ ਅਕਾਲ, ਸ਼ੱਬਾ ਖੈਰ। ਅਗਲੇ ਹਫ਼ਤੇ ਮਿਲਣ ਦੇ ਨਾਲ ਕਿ ਫੁੱਟਦੀਆਂ ਕਰੂਮਲਾਂ ਦੇ ਵਿੱਚ ਫੇਰ ਨਵੇਂ ਅਧਿਆਪਕ ਸਾਹਿਬਾਨਾਂ ਨੂੰ ਮਿਲਾਂਗੇ, ਉਹਨਾਂ ਦੇ ਤਜਰਬੇ ਸੁਣਾਂਗੇ। ਧੰਨਵਾਦ ਜੀ ਸਾਰਿਆਂ ਦਾ, ਬਹੁਤ ਬਹੁਤ ਸ਼ੁਕਰੀਆ ਜੀ। ਥੈਂਕ ਯੂ ਸੋ ਰੰਗ 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 FM, ਰੰਗ 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 FM। ਚੁੱਪ ਨੂੰ ਵੀ ਹੁਣ ਬੋਲ ਮਿਲੇ ਨੇ, ਸੱਤੇ ਬੂਹੇ ਖੋਲ ਮਿਲੇ ਨੇ, ਹਰ ਚਾਨਣ ਦਾ ਜਾਇਆ ਉਹ ਜ਼ਿੰਦਗੀ ਸੰਗ ਬੋਲੂਗਾ, ਹੁਣ ਰੰਗ ਬੋਲੂਗਾ।